परम सन्मानयोग गुरु रूप खालसा जी सतगुरां दी महान बख्शिश हुई है। पंथ दे महान कवि भाई गुरदास जी लिखते कहते साई घड़ी सलखनी जित हर प्रभ चित आवे। ਉਹੀ ਸਮਾਂ ਭਾਗਾਂ ਵਾਲਾ ਬਣਦਾ ਹੈ ਜਿਹੜਾ ਗੁਰੂ ਦੇ ਚਰਨਾਂ ਦੇ ਵਿੱਚ ਬਤੀਤ ਹੋਵੇ। ਸਮਾਂ ਥੋੜਾ ਹੈ, ਥੋੜੇ ਸਮੇਂ ਦੇ ਵਿੱਚ ਬਹੁਤਾ ਕੁਝ ਕਰਨ ਦਾ ਯਤਨ ਕਰਾਂਗੇ। ਆਓ ਸਭ ਤੋਂ ਪਹਿਲਾਂ ਮੇਰੇ ਚੋਜੀ ਪ੍ਰੀਤਮ ਕਲੰਗੀਆਂ ਵਾਲੇ ਪਾਤਸ਼ਾਹ ਸਾਹਿਬੇ ਕਮਾਲ ਪਿਤਾ ਤੇ ਪੁੱਤਰਾਂ ਦੇ ਦਾਨੀ ਅੰਮ੍ਰਿਤ ਦੇ ਦਾਤੇ ਦੋ ਜਹਾਨ ਦੇ ਮਾਲਕ ਚਿੱਟਿਆਂ ਬਾਜਾਂ ਵਾਲੇ ਸੁਨਹਿਰੀ ਤਾਜਾਂ ਵਾਲੇ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੀ ਸਾਂਝ ਪਾਓ। ਲਵਾਓ ਹਾਜ਼ਰੀਆਂ ਸਾਰੀਆਂ ਸਿੱਖ ਸੰਗਤਾਂ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਥੋਂ ਪਹਿਲਾਂ ਕਵੀਸ਼ਰੀ ਜਥਾ ਆਪ ਦੀ ਸੇਵਾ ਦੇ ਵਿੱਚ ਜੋ ਬਹੁਤ ਸੋਹਣੀਆਂ ਕਵਿਤਾ ਇਤਿਹਾਸ ਦੇ ਵਿੱਚੋਂ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੀ ਕਵਿਤਾ ਆਪ ਦੀ ਸੇਵਾ ਦੇ ਵਿੱਚ ਕਹਿ ਕੇ ਗਏ ਹੈ। ਆ ਜੋ ਦਿਨ ਚੱਲ ਰਹੇ ਹਨ ਸ਼ਹੀਦੀਆਂ ਦੇ ਦਿਨ ਚੱਲ ਰਹੇ ਹਨ ਅਤੇ ਜੋ ਬੰਦੀ ਛੋੜ ਦਤਾਰ ਪਿਤਾ ਹਰਗੋਬਿੰਦ ਸਾਹਿਬ ਮਹਾਰਾਜ ਜੀ ਬੰਦੀ ਛੋੜ ਦਿਵਸ ਹੈ ਅਤੇ ਨਾਲ ਹੀ ਜੋ ਇਹ ਕੱਤਕ ਦਾ ਮਹੀਨਾ ਚੱਲ ਰਿਹਾ ਹੈ। ਇਹ ਕੱਤਕ ਦੇ ਮਹੀਨੇ ਦੇ ਵਿੱਚ ਚੋਜੀ ਪ੍ਰੀਤਮ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਸੁਣੀ ਪੁਕਾਰ ਦੁਤਾਰ ਪ੍ਰਭ ਗੁਰ ਨਾਨਕ ਜਗ ਮਹਿ ਪਠਾਇਆ। ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਜਿਨ੍ਹਾਂ ਨੇ ਦੁਨੀਆ ਦੇ ਉੱਤੇ ਆ ਕੇ ਸੰਸਾਰ ਨੂੰ ਤਰਨਾ ਕੀਤਾ। ਉਸ ਸਮੇਂ ਦੇ ਉੱਤੇ ਚਾਰੇ ਪਾਸੇ ਕੁੱਪ ਹਨੇਰਾ ਛਾਇਆ ਹੋਇਆ ਸੀ, ਚਾਰੇ ਪਾਸੇ ਵੰਡੀਆਂ ਪਈਆਂ ਹੋਈਆਂ ਸਨ, ਤਕੜਾ ਮਾੜੇ ਨੂੰ ਮਾਰ ਰਿਹਾ ਸੀ, ਕਿਸੇ ਦੀ ਕੋਈ ਬਾਤ ਨਹੀਂ ਸੀ ਸੁਣਦਾ। ਤਾਂ ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਅਵਤਾਰ ਧਾਰਨ ਕਰਕੇ ਇਹਨਾਂ ਗਰੀਬਾਂ ਨੂੰ ਅਤੇ ਇਹ ਮਜ਼ਲੂਮਾਂ ਨੂੰ ਇਹ ਗੁਲਾਮਾਂ ਦੀ ਜ਼ਿੰਦਗੀ ਦੇ ਵਿੱਚੋਂ ਕੱਢਣ ਦੇ ਲਈ ਮੇਰੇ ਚੋਜੀ ਪ੍ਰੀਤਮ ਨੇ ਸੱਚ ਦਾ ਨਾਅਰਾ ਦਿੱਤਾ। ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਾ ਜੋ ਫਰਮਾਨ ਹੈ ਉਹ ਸੱਚ ਤੋਂ ਸ਼ੁਰੂ ਹੁੰਦਾ ਹੈ। ਸੱਚ ਕਹਿਣਾ ਸੱਚ ਸੁਣਨਾ ਬੜਾ ਔਖਾ ਹੈ। ਗੁਰਬਾਣੀ ਕਹਿੰਦੀ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ। ਸਤਿਗੁਰਾਂ ਨੇ ਕਿਹਾ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਆਓ ਮੈਂ ਨਹੀਂ ਕਹਿੰਦਾ 20ਵੀਂ ਸਦੀ ਦੇ ਮਹਾਨ ਕਵੀ ਬਾਬੂ ਰਜ਼ਬ ਅਲੀ ਖਾਨ ਸਾਹੋਕਿਆਂ ਵਾਲੇ ਜਿਨ੍ਹਾਂ ਨੇ ਆਪਣੇ ਕਲਮ ਦੇ ਨਾਲ ਬੇਅੰਤ ਪ੍ਰਸੰਗ ਲਿਖੇ ਹੈ, ਉਹਨਾਂ ਦੀ ਕਲਮ ਤੋਂ ਲਿਖੀ ਹੋਈ ਇੱਕ ਨਜ਼ਮ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਪ੍ਰਤੀ ਆਪ ਜੀ ਦੀ ਸੇਵਾ ਦੇ ਵਿੱਚ ਅੱਜ ਬੇਸ਼ੱਕ ਦੱਸਦਾ ਢਾਡੀ ਜਥਾ ਇੰਡੀਆ ਦੇ ਵਿੱਚ, ਪਰ ਕਵੀਸ਼ਰੀ ਦੇ ਤੌਰ ਦੇ ਉੱਤੇ ਇਕੱਲਾ ਆਪ ਦੀ ਹਾਜ਼ਰੀ ਭਰ ਰਿਹਾ ਹੈ, ਪ੍ਰਵਾਨ ਕਰ ਲੈਣੀ। ਆਓ ਆਪ ਜੀ ਦੀ ਸੇਵਾ ਦੇ ਵਿੱਚ ਇਉਂ ਬੇਨਤੀ ਕੀਤੀ ਜਾ ਰਹੀ ਹੈ। ਦੇਮਕਾ ਵਸਨਾ ਹਸ ਹਸ ਮੈਂ ਬੜਾ ਭਾਰਤਾ ਥਰ ਜਾਵੇ ਰਸ ਮੈਂ ਕਰਾਂ ਫੈਲੇ ਗੁਰਾਂ ਦਾ ਜਸ ਮੈਂ ਮੇਰੀ ਜੀਵ ਕੀ ਸਿਫਤ ਕਰ ਸਕਦੀ ਐ ਪੈਨ ਲਿਖਦੀ ਰਹੀ ਲਿਖ ਥੱਕਦੀ ਐ ਲੈ ਲੈ ਉਤਮ ਬਣ ਸਵਿਚ ਜਰਮ ਹੁੰਦਾ ਪਿਤਾ ਦੇ ਦਵਾਰੇ ਧਰਮ ਪਿੰਡਾ ਨਰਮ ਮਖਮਲੋਂ ਨਰਮ ਚਿਹਰਾ ਵਾਂਗ ਗੁਲਾਬੀ ਫੁੱਲ ਦੇ ਗੁਰੂ ਨਾਨਕ ਸਾਂਝੇ ਕੁੱਲ ਦੇ ਗੱਲ ਰੱਬ ਦੇ ਬੰਦੇ ਦੀ ਤੋਰੀ ਡਾਢੇ ਰੰਗਤ ਬਣਾਤੀ ਗੋਰੀ ਅੱਖ ਰਸ ਦੀ ਭਰੀ ਕਟੋਰੀ ਪਿੰਡਿਓਂ ਕਸਤੂਰੀ ਮੈਕੇ ਜੀ ਮੱਥਾ ਚੰਦਰਮਾ ਵਾਂਗੂ ਟੈਕੇ ਜੀ ਤਸਵੀਰ ਬਣੀ ਮਨ ਮੋਣੀ ਕਦਮ ਆਨਾ ਸਜੇ ਖੜੋਣੀ ਦੰਦਰਾਲ ਹੱਦੋਂ ਵੱਧ ਸੋਹਣੀ ਜਬ ਹੱਸਦੇ ਫਲਾਵਰ ਡੁੱਲਦੇ ਆ ਗੁਰੂ ਨਾਨਕ ਸਾਂਝੇ ਕੁੱਲ ਦੇ ਆ ਜਦੋਂ ਗੁਰੂ ਸੀ ਉਮਰ ਦੇ ਲਹਿਰੇ ਮੱਝਾਂ ਚਾਰਨ ਇੱਕ ਥਾਂ ਬਹਿਰੇ ਪੈ ਗਏ ਧੁੱਪ ਵਿੱਚ ਸਿਖਰ ਦੁਪਹਿਰੇ ਜਦ ਸੂਰਜ ਸਿਰ ਤੇ ਆਇਆ ਸੀ ਸੱਪ ਫਣ ਦਾ ਕਰਤਾ ਛਾਇਆ ਸੀ ਗੱਲ ਕਿਸੇ ਨੇ ਨਗਰ ਵਿੱਚ ਦੱਸਤੀ ਇੱਥੇ ਇਹੋ ਜੀ ਪਵਿੱਤਰ
ਮਿੱਤਰ ਹਸਤੀ, ਸਾਰੀ ਵੇਖਣ ਜਾਂਦੀ ਬਸਤੀ। ਸੁਣ ਪੜਦੇ ਕੰਨਾਂ ਦੇ ਖੁੱਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਘਰ ਖੱਤਰੀ ਦੇ ਜਨਮ ਜਹਾਨਾ, ਦੂਜਾ ਬਾਲਾ ਜਾਟ ਦੀਵਾਨਾ, ਤੀਜਾ ਮੀਰ ਰਲਿਆ ਮਰਦਾਨਾ। ਇਕੱਠੇ ਬਹਿ ਕੇ ਸਾਜ ਵਜਾਉਂਦੇ ਸੀ, ਰੱਬ ਨਾਂ ਦੇ ਸੋਲੇ ਗਾਉਂਦੇ ਸੀ। ਦੇਵੇ ਛੂਤ ਟੁਕਣ ਨਾ ਨੇੜੇ, ਵੜੇ ਭਰਮ ਭੂਤ ਨਾ ਵੇੜੇ। ਬਹਿ ਕੇ ਤਿੱਕੜੀ ਰਾਗ ਨੂੰ ਛੇੜੇ, ਪਰ ਨਗਮੇ ਜਿਉਂ ਬੋਲ ਬੋਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਗੁਰਾਂ ਹਰ ਦਾ ਦਵਾਰਾ ਮੱਲਿਆ, ਪਿਤਾ ਬਣ ਜਾ ਕਰਨ ਨੂੰ ਕੱਲਿਆ। ਕਰੇ ਕਰੇ ਸੱਚੇ ਸੇ ਸੌਦੇ ਜੀ, ਮੁਸ਼ਕਲ ਨਾਲ ਮਿਲਦੇ ਅਹੁਦੇ ਜੀ। ਤੋਲੇ ਤੱਕੜੀ ਤੇ ਪਕੜ ਪਸੇਰਾ, ਵਾਵਾ ਧਨ ਦਾ ਤਿਆਗੀ ਸ਼ੇਰਾ। ਕਹੀ ਜਾਂਦੇ ਤੇਰਾ ਤੇਰਾ, ਬਸ ਦਾਣੇ ਸਾਰੇ ਤੁਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਗਏ ਪਰਬਤ ਤੇ ਇੱਕ ਵਾਰੀ, ਉਥੇ ਝਗੜਿਆ ਪੀਰ ਕੰਧਾਰੀ। ਉਹਨੇ ਡੇਗਤੀ ਪਹਾੜੀ ਭਾਰੀ, ਫੜ ਗੁਰ ਨਾਨਕ ਦੇ ਉੱਤੇ ਜੀ, ਤਿੰਨੇ ਰਹਿ ਜਾਵਣਗੇ ਸੁੱਤੇ ਜੀ। ਸ਼ਹਿਰ ਕਰੇ ਨਾ ਵਡਿਆਈ ਫੋਕੀ, ਇੱਕ ਹੱਥ ਤੇ ਪਹਾੜੀ ਰੋਕੀ। ਪੰਜਾ ਸਾਹਿਬ ਕਹਿਣ ਕੁੱਲ ਲੋਕੀ, ਸਿੱਖ ਯਾਦ ਰੱਖਣ ਨਾ ਭੁੱਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਕਰੇ ਤੀਰਥ ਦੂਰ ਵਲੈਤਾ, ਆਦਰ ਰਚਿਆ ਗ੍ਰੰਥ ਹਕੈਤਾਂ। ਉੱਤੇ ਲਿਖੀਆਂ ਕੁਰਾਨੀ ਐਤਾਂ, ਗਲ ਭਗਵੇਂ ਚੋਲੇ ਸੱਜ ਗਏ ਸੀ, ਨਾਲੇ ਕਰਨ ਮੱਕੇ ਦਾ ਹੱਜ ਗਏ ਸੀ। ਗੁਰੂ ਨਾਨਕ ਜੀ ਅਲਬੇਲੇ, ਜਿੱਥੇ ਬਹਿ ਗਏ ਲੱਗ ਗਏ ਮੇਲੇ। ਸਿੱਖ ਬਣ ਗਏ ਕਰੋੜਾਂ ਚੇਲੇ, ਪਰ ਚਾਰ ਸੁਣਾਉਂਦੇ ਮੁੱਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਬਾਬੂ ਛੱਡ ਕੇ ਬਿਰਦਾ ਹੋ ਚੋਲੇ, ਸੱਚੇ ਸਾਹਿਬ ਨੇ ਬਲਾਲੇ ਕੋਲੇ। ਲੋਕ ਮਗਰੋਂ ਪਰੋਲੇ ਫੋਲੇ, ਲੈ ਗਿਆ ਪਾਸ ਬਲਾ ਕੇ ਕਾਦਰ ਜੀ। ਦੋਹਾਂ ਦੀਨਾਂ ਨੇ ਵੰਡ ਲਈ ਚਾਦਰ ਜੀ। 10 ਮਗਰੋਂ ਫਿਰਨ ਕੀ ਲੱਭਦੇ, ਇੱਕ ਫੂਕਣ ਤੇ ਇੱਕ ਦੱਬਦੇ। ਨੂਰ ਮਿਲ ਗਿਆ ਨੂਰ ਵਿੱਚ ਰੱਬ ਦੇ, ਸਿਰ ਛਤਰ ਜਹਾਨਾ ਝੁੱਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। 10 ਮਗਰੋਂ ਫਿਰਨ ਕੀ ਲੱਭਦੇ, ਇੱਕ ਫੂਕਣ ਤੇ ਇੱਕ ਦੱਬਦੇ। ਨੂਰ ਮਿਲ ਗਿਆ ਨੂਰ ਵਿੱਚ ਰੱਬ ਦੇ, ਸਿਰ ਛਤਰ ਜਹਾਨਾ ਝੁੱਲਦੇ ਐ, ਗੁਰੂ ਨਾਨਕ ਸਾਂਝੇ ਕੁੱਲਦੇ ਐ। ਬੇਅੰਤ ਸਿੱਖ ਸੰਗਤਾਂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੇ ਇਤਿਹਾਸ ਤੋਂ ਖੁਸ਼ ਹੋ ਕੇ ਬਾਬੂ ਰਜਬਲੀ ਜੀ ਦੀ ਕਲਮ ਦੀ ਕਦਰਦਾਨ ਸਰੋਤਿਆਂ ਦੇ ਵੱਲੋਂ ਕਦਰ ਕਰਦੇ ਹੋਏ ਬੇਅੰਤ ਸਿੱਖ ਸੰਗਤਾਂ ਦੇ ਵੱਲੋਂ ਮਾਇਆ ਆਈ ਹੈ। ਸਮੁੱਚੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੁੱਚੀਆਂ ਸਿੱਖ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ, ਕੋਟਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਜੋ ਕਿ ਯੂਬਾ ਸਿਟੀ ਦੇ ਵਿੱਚ 45ਵਾਂ ਨਗਰ ਕੀਰਤਨ ਜੋ ਕੀਤਾ ਜਾ ਰਿਹਾ ਹੈ। ਤਕਰੀਬਨ ਮੈਂ ਪਹਿਲੀ ਵਾਰ ਇੱਥੇ ਆਇਆ, ਅਮਰੀਕਾ ਦੇ ਵਿੱਚ ਦੂਸਰੀ ਵਾਰ ਆਇਆ, ਪਰ ਮੈਂ ਨੈੱਟ ਦੇ ਉੱਤੇ ਵੇਖਿਆ ਸੀ। ਪਰ ਐਸਕੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ, ਨਗਰ ਕੀਰਤਨ ਇਹਨਾਂ ਅੱਖਾਂ ਦੇ ਨਾਲ ਦਰਸ਼ਨ ਕਰਨ ਦਾ ਸਮਾਂ ਮਿਲਿਆ। ਮੈਂ ਆਪਦੇ ਆਪ ਨੂੰ ਵਡਭਾਗਾ ਸਮਝਦਾ ਹਾਂ। ਅਗਲਾ ਪ੍ਰੋਗਰਾਮ ਗਿਆਨੀ ਜੀ ਆਪ ਜੀ ਨੂੰ ਸਰਵਣ ਕਰਵਾਉਣਗੇ। ਬੋਲਦਿਆਂ ਕੋਲੋਂ ਵੱਧ ਘੱਟ ਕੋਈ ਲਫ਼ਜ਼ ਨਿਕਲ ਗਿਆ ਹੋਵੇ, ਦਾਸ ਖਿਮਾ ਦੇ ਜਾਚਕ, ਬੁਲਾਓ ਫਤਿਹ ਪਾਓ ਫਤਿਹ, ਆਖੋ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਭੁਪਿੰਦਰ ਸਿੰਘ ਜੀ, ਸੰਗਤ ਨੂੰ ਨਿਹਾਲ ਕਰ ਰਹੇ ਸਨ। ਆ ਹੁਣ ਮੈਂ ਬੇਨਤੀ ਕਰੂੰਗਾ, ਭਾਈ ਸੁਰਿੰਦਰ ਸਿੰਘ ਜੀ ਜੀਰਕਪੁਰ 5-7 ਮਿੰਟ ਵਾਸਤੇ ਸੰਗਤਾਂ ਨੂੰ ਕਵਿਤਾ ਰਾਹੀਂ ਨਿਹਾਲ ਕਰਨਗੇ। ਉਪਰੰਤ ਭਾਈ ਸੁੰਦਰ ਸਿੰਘ ਜੀ 10 ਮਿੰਟ ਵਾਸਤੇ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਯੂਬਾ ਸਿਟੀ ਦੀ ਸਮੁੱਚੀ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠ ਕੇ ਗੋਦ ਦਾ ਨਿੱਘ ਮਾਣ ਰਹੀ ਆ। ਗੁਰੂ ਮਾਨਿਓ ਗ੍ਰੰਥ 45ਵਾਂ ਨਗਰ ਕੀਰਤਨ ਇਹ ਯੂਬਾ ਸਿਟੀ ਦੀ ਸੰਗਤ ਰਲ ਮਿਲ ਕੇ ਹੁਮਾ ਕੇ ਰਲ ਮਿਲ ਕੇ ਮਨਾ ਰਹੇ ਹਨ ਤੇ ਸਾਰਾ ਸਿਹਰਾ ਯੂਬਾ ਸਿਟੀ ਦੀ ਸੰਗਤ ਨੂੰ ਜਾਂਦਾ ਹੈ। ਸਾਡੇ ਵੀ ਕਰਮ ਚੰਗੇ ਹਨ ਕਿ ਅਸੀਂ ਇੰਡੀਆ ਤੋਂ ਆ ਕੇ ਤੇ ਤੁਹਾਡੀ ਯੂਬਾ ਸਿਟੀ ਦੀ ਜੋ ਲੜੀ ਚੱਲਦੀ ਹੈ 2 ਮਹੀਨੇ ਉਹਦੇ ਵਿੱਚ ਸਮੂਲੀਅਤ ਕਰਦੇ ਹਾਂ ਤਾਂ ਅਸੀਂ ਵੀ ਆਪਣੇ ਚੰਗੇ ਭਾਗ ਸਮਝਦੇ ਹਾਂ ਤੇ ਸਾਰੀ ਸੰਗਤ ਨੂੰ ਸਿਹਰਾ ਜਾਂਦਾ ਹੈ ਕਿ ਰਲ ਮਿਲ ਕੇ ਹੁਮਾ ਕੇ ਇਸ ਨਗਰ ਕੀਰਤਨ ਦੇ ਵਿੱਚ ਹਿੱਸਾ ਪਾਉਂਦੇ ਹਨ। ਤੇ ਮੈਂ ਤੁਹਾਡੇ ਸਾਹਮਣੇ ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਕਿ ਜਿਨ੍ਹਾਂ ਨੇ ਸਾਡੇ ਵਾਸਤੇ ਕੀ ਉਪਕਾਰ ਕੀਤੇ ਹਨ ਉਹ ਸਾਡੇ ਵਾਸਤੇ ਉਹ ਤੁਹਾਡੇ ਸਾਹਮਣੇ ਕੁਝ ਲਾਈਨਾਂ ਪੇਸ਼ ਕਰਨ ਜਾ ਰਿਹਾ ਹਾਂ। ਉਹਨਾਂ ਨੇ ਆਪਣੇ ਪਿਤਾ ਜੀ ਨੂੰ ਸ਼ਹੀਦ ਕਰਵਾਇਆ, ਮਾਤਾ ਜੀ ਉਹਨਾਂ ਦੇ ਸ਼ਹੀਦ ਹੋਏ, ਉਹਨਾਂ ਦੇ ਪੁੱਤਰ ਸ਼ਹੀਦ ਹੋਏ ਤੇ ਸਾਡੇ ਵਾਸਤੇ ਸਾਰਾ ਕੁਝ ਕੀਤਾ ਉਹਨਾਂ ਨੇ ਤੇ ਸਾਨੂੰ ਵੀ ਚਾਹੀਦਾ ਹੈ ਕਿ ਅਸੀਂ ਉਹਨਾਂ ਦੇ ਦੱਸੇ ਹੋਏ ਪੂਰਨਿਆਂ ਤੇ ਤੁਰ ਸਕੀਏ ਤੇ ਤੁਰਨ ਦਾ ਕੋਸ਼ਿਸ਼ ਕਰੀਏ। ਤੇ ਮੈਂ ਤੁਹਾਡੇ ਸਾਹਮਣੇ ਆ ਲਾਈਨਾਂ ਪੇਸ਼ ਕਰਨ ਜਾ ਰਿਹਾ ਹਾਂ। ਸ਼ਾਨੀ ਕੋਈ ਨਹੀਂ ਤੇਰਾ ਦਸ਼ਮੇਸ਼ ਦਾਤਾ, ਸ਼ਾਨੀ ਕੋਈ ਨਹੀਂ ਤੇਰਾ ਦਸ਼ਮੇਸ਼ ਦਾਤਾ, ਚੱਲੀਆਂ ਕੌਮ ਲਈ ਕਿਵੇਂ ਕਹਾਰੀਆਂ ਨੇ, ਚੌਕ ਚਾਂਦਨੀ ਪਿਤਾ ਦਾ ਸੀਸ ਦਿੱਤਾ, ਸਿਦਕ ਵੇਖ ਹਕੂਮਤਾਂ ਹਾਰੀਆਂ ਨੇ। ਸ਼ਾਨੀ ਕੋਈ ਨਹੀਂ ਤੇਰਾ ਦਸ਼ਮੇਸ਼ ਦਾਤਾ, ਚੱਲੀਆਂ ਕੌਮ ਲਈ ਕਿਵੇਂ ਕਹਾਰੀਆਂ ਨੇ, ਚੌਕ ਚਾਂਦਨੀ ਪਿਤਾ ਦਾ ਸੀਸ ਦਿੱਤਾ, ਸਿਦਕ ਵੇਖ ਹਕੂਮਤਾਂ ਹਾਰੀਆਂ ਨੇ। ਉਹ ਖੂਨੀ ਕੰਧ ਸਰਹੰਦ ਦੀ ਦੱਸਦੀ ਏ ਕਿਵੇਂ ਲਾਲਾ ਨੇ ਜਿੰਦੜੀਆਂ ਵਾਰੀਆਂ ਨੇ, ਠੰਡੇ ਬੁਰਜ 'ਚ ਹੋਈ ਸ਼ਹੀਦ ਮਾਤਾ, ਚੱਲ ਲਈਆਂ ਮੁਸੀਬਤਾਂ ਭਾਰੀਆਂ ਨੇ, ਵਿੱਚ ਚਮਕੌਰ ਅਜੀਤ ਜੁਝਾਰ ਜੂਝੇ, ਲਾਈਆਂ ਬੈਰੀ ਦੀ ਰਾਤ ਵਿੱਚ ਤਾਰੀਆਂ ਨੇ, ਦੇਸ਼ ਕੌਮ ਤੋਂ ਵਾਰ ਪਰਿਵਾਰ ਸਾਰਾ, ਉਹ ਚੋਟਾ ਦਾਤਿਆ ਕਿਵੇਂ ਸਹਾਰੀਆਂ ਨੇ, ਵਿੱਚ ਚਮਕੌਰ ਅਜੀਤ ਜੁਝਾਰ ਜੂਝੇ, ਲਾਈਆਂ ਬੈਰੀ ਦੀ ਰਾਤ ਵਿੱਚ ਤਾਰੀਆਂ ਨੇ, ਦੇਸ਼ ਕੌਮ ਤੋਂ ਵਾਰ ਪਰਿਵਾਰ ਸਾਰਾ, ਚੋਟਾ ਦਾਤਿਆ ਕਿਵੇਂ ਸਹਾਰੀਆਂ ਨੇ। ਅਗਲਾ ਸ਼ੇਰ ਹੈ, ਕਲਗੀ ਵਾਲਿਆ ਸੱਚ ਦੇ ਪਾਂਧਿਆ ਜੀ, ਇਹਦਾ ਜੀਵਨ ਦਾ ਪੰਧ ਮਕਾਏ ਕਿਹੜਾ, ਦੁੱਖ ਕਿਸੇ ਦਾ ਵੇਖ ਕੇ ਤੜਫ ਉੱਠੇ, ਉਹ ਪਿਤਾ ਹੱਸ ਕੇ ਸ਼ਹੀਦ ਕਰਵਾਏ ਕਿਹੜਾ। ਲਾਸਟ ਸ਼ੇਰ ਆ, ਧਿਆਨ ਨਾਲ ਸੁਣਿਓ। ਸਿੱਖ ਕੌਮ ਦੇ ਸ਼ਗਨ ਮਨਾਉਣ ਖਾਤਰ ਸਾਡੇ ਵਾਸਤੇ ਗੁਰੂ ਸਾਹਿਬ ਨੇ ਕੀ ਕੁਰਬਾਨੀਆਂ ਆਪਣੇ ਤੇ ਚੱਲੀਆਂ, ਕੀ ਕੁਰਬਾਨੀਆਂ ਕੀਤੀਆਂ ਹਨ। ਸਿੱਖ ਕੌਮ ਦੇ ਸ਼ਗਨ ਮਨਾਉਣ ਖਾਤਰ ਉਹ ਥਾਂ ਤੇਲ ਦੀ ਲਹੂ ਜੋ ਚੋ ਸਕਦਾ, ਸਿੱਖ ਕੌਮ ਦੇ ਸ਼ਗਨ ਮਨਾਉਣ ਖਾਤਰ ਥਾਂ ਤੇਲ ਦੀ ਲਹੂ ਜੋ ਚੋ ਸਕਦਾ, ਤੇਰੇ ਬਾਜ ਸਰਵੰਸ ਲੁਟਾਉਣ ਵਾਲਾ ਹੋਰ ਕੌਣ ਜਹਾਨ ਤੇ ਹੋ ਸਕਦਾ, ਉਹ ਤੇਰੇ ਬਾਜ ਸਰਵੰਸ ਲੁਟਾਉਣ ਵਾਲਾ ਹੋਰ ਕੌਣ ਜਹਾਨ ਤੇ ਹੋ ਸਕਦਾ, ਹੋਰ ਕੌਣ ਜਹਾਨ ਤੇ ਹੋ ਸਕਦਾ। ਇਹ ਲਾਈਨਾਂ ਤੁਹਾਡੇ ਸਾਹਮਣੇ ਪੇਸ਼ ਕੀਤੀਆਂ ਹਨ। ਇੱਕ ਵਾਰੀ ਗੱਜ ਕੇ ਜਗਾਰਾ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਓ ਹੁਣ ਭਾਈ ਸੁੰਦਰ ਸਿੰਘ ਜੀ 4 ਵਜੇ ਤੱਕ ਇੱਕ ਸ਼ਬਦ ਦੀ ਹਾਜ਼ਰੀ ਲਵਾਉਣਗੇ। 4 ਵਜੇ ਸੋਦਾ ਰਹਿਰਾ ਸਾਹਿਬ ਜੀ ਦੇ ਪਾਠ ਭਾਈ ਵਿਕਰਮ ਸਿੰਘ ਜੀ ਆਪ ਸੰਗਤਾਂ ਨੂੰ ਸਰਵਣ ਕਰਾਉਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। साध संग जो तुम्हें मिलायो तो सुनी तुम्हारी बाणी। साध संग जो तुम्हें मिलायो तो सुनी तुम्हारी बाणी। साध संग जो तुम्हें मिलायो तो सुनी तुम्हारी बाणी। अनंत पया पेखत ही नानक, आनंद पया पेखत ही नानक। परताप पुरख निर्वाणी, परताप पुरख निर्वाणी। साध संग जो तुम्हें मिलायो तो सुनी तुम्हारी बाणी। साध संग जो तुम्हें मिलायो तो सुनी तुम्हारी बाणी। मात गर्भ में अपन सिमरन दे तह तुम राखन हारे। मात गर्भ में आपन सिमरन दे तह तुम राखन हारे। पावक सागर अथा लहर में तारो तारण हारे। तारो तारण हारे, तारो तारण हारे। साध संग जो तुम्हें मिलायो तो सुनी तुम्हारी बाणी। साध संग जो तुम्हें मिलायो तो सुनी तुम्हारी बाणी।
ਮਾਧੋ ਤੂੰ ਠਾਕੁਰ ਸਿਰ ਮੋਰਾ, ਤੂੰ ਠਾਕੁਰ ਸਿਰ ਮੋਰਾ। ਈਹਾ ਊਹਾ ਤੁਹਾਰੋ ਤੋਰਾ, ਈਹਾ ਊਹਾ ਤੁਹਾਰੋ ਤੋਰਾ। ਕੀਤੇ ਕੋ ਮੇਰਾ ਸਮਾਨ, ਕਰਨਹਾਰ ਤ੍ਰਿਣ ਜਾਨ। ਕੀਤੇ ਕੋ ਮੇਰਾ ਸਮਾਨ, ਕਰਨਹਾਰ ਤ੍ਰਿਣ ਜਾਨ। ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇ ਪ੍ਰਭ ਭਾਨ। ਤੂੰ ਦਾਤਾ ਮੰਗਨ ਕੋ ਸਗਲੀ, ਦਾਨ ਦੇ ਪ੍ਰਭ ਭਾਨ। ਦਾਨ ਦੇ ਪ੍ਰਭ ਭਾਨ, ਦਾਨ ਦੇ ਪ੍ਰਭ ਭਾਨ। ਸਾਧ ਸੰਗ ਜੋ तुम्हें मिलायो, ताऊ सुनी तुम्हारी बाणी। साध संग जो तुम्हें मिलायो, ताऊ सुनी तुम्हारी बाणी। आनंद पाया पेखत ही नानक, आनंद पाया पेखत ही नानक। प्रताप पुरख निर्वाणी। साध संग जो तुम्हें मिलायो, ताऊ सुनी तुम्हारी बाणी। साध संग जो तुम्हें मिलायो, ताऊ सुनी तुम्हारी बाणी। खिन में आवर खिन में आवरा, अचरज चलत तुम्हारे। खिन में आवर खिन में आवरा, अचरज चलत तुम्हारे। रूड़ो गूड़ो गहर गंभीरो, ऊंचो अगम अपारे। रूड़ो गूड़ो गहर गंभीरो, ऊंचो अगम अपारे। ऊंचो अगम अपारे। ऊंचो अगम अपारे। साध संग जो तुम्हें मिलायो, तो सुनी तुम्हारी बाणी। साध संग जो तुम्हें मिलायो, तो सुनी तुम्हारी बाणी। आनंद पाया पेखत ही नानक, आनंद पाया पेखत ही नानक। प्रताप पुरख निर्वाणी।
साध संग जो तुम्हें मिलायो, तो सुनी तुम्हारी बाणी। साध संग जो तुम्हें मिलायो, तो सुनी तुम्हारी बाणी, तो सुनी तुम्हारी बाणी, तो सुनी तुम्हारी बाणी। वाहिगुरु वाहिगुरु जी का खालसा, वाहिगुरु जी की फतेह। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਹਿ ਰਾਸ ਸਾਹਿਬ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਸ਼ਲੋਕ ਮਹਿਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਧਾਮ ਨ ਹੋਈ। ਤੂੰ ਕਰਤਾ ਕਰਣਾ ਮੈਂ ਨਾਹੀ, ਜਾਹੂੰ ਕਰੀ ਨਾ ਹੋਈ। ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ ਸੁਫਤ ਸਵਾਲਿਓ, ਜਿਨ ਕੀਤੀ ਸੋ ਪਾਰ ਪਿਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹਿਲਾ ਪਹਿਲਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੇਤੇ ਤੇਰੇ ਬਾਵਣ ਹਾਰੇ। ਕੇਤੇ ਤੇਰੇ ਰਾਗ ਪ੍ਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਧਨੋ ਪਵਨ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੇ। ਗਾਵਨ ਤੁਧਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਨ ਤੁਧਨੋ ਜਤੀ ਸਤੀ ਸੰਤੋਖੀ, ਗਾਵਨ ਤੁਧਨੋ ਵੀਰ ਕਰਾਰੇ। ਗਾਵਨ ਤੁਧਨੋ ਪੰਡਿਤ ਪੜਨ ਰਖੀ ਸਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਧਨੋ ਮੋਹਣੀਆਂ ਮਨਮੋਹਨ, ਸੁਰਗ ਮਛ ਪਿਆਲੇ। ਗਾਵਨ ਤੁਧਨੋ ਰਤਨ ਉਪਾਏ ਤੇਰੇ, 68 ਤੀਰਥ ਨਾਲੇ। ਗਾਵਨ ਤੁਧਨੋ ਜੋਧ ਮਹਾਬਲ ਸੂਰਾ, ਗਾਵਨ ਤੁਧਨੋ ਖਾਣੀ ਚਾਰੇ। ਗਾਵਨ ਤੁਧਨੋ ਖੰਡ ਮੰਡਲ ਬ੍ਰਹਮੰਡਾ, ਕਰ ਕਰ ਰਖੇ ਤੇਰੇ ਧਾਰੇ। ਸੇ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤਨਾਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸਚ ਸਾਹਿਬ, ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨੋ ਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤਸ਼ਾਹੋ ਸ਼ਾਹਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹਿਲਾ ਪਹਿਲਾ। ਸੁਣ ਵੱਡਾ ਖੈ ਸਭ ਕੋਇ,
ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ, ਗੁਣੀ ਗਹੀਰਾ, ਕੋਏ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ। ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ, ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ, ਤੁਧ ਬਿਨ ਸਿੱਧੀ ਕਿਨੈ ਨਾ ਪਾਈਆਂ, ਕਰਮ ਮਿਲੈ ਨਾਹੀ ਠਾਕ ਰਹਾਈਆਂ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ, ਜਿਸ ਤੂੰ ਦੇਹ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹਿਲਾ ਪਹਿਲਾ। ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਭੂਖੈ ਖਾਏ ਚਲੀਹੈ ਦੁਖ। ਸੋ ਕਿਉ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਇ। ਰਹਾਓ ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੈ ਘਾਟ ਨਾ ਜਾਏ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹਿ ਨਾ ਚੁਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਇ। ਜੇ ਵਡਾਪ ਤੇ ਵਡ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ। ਖਸਮ ਵਿਸਾਰਹਿ ਤੇ ਕਮਜਾਤ, ਨਾਨਕ ਨਾਮੈ ਬਾਜ ਸਨਾਤ। ਰਾਗ ਗੂਜਰੀ ਮਹਿਲਾ ਚੌਥਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ। ਹਮ ਕੀਰੇ ਕਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ। ਗੁਰਮਤਿ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ। ਰਹਾਉ ਹਰ ਜਨ ਕੀ ਵਡਭਾਗ ਵਡੇਰੇ, ਜਿਨ ਹਰ ਹਰ ਸ਼ਰਦਾ ਹਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾਸੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ 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 ਰਸ ਨਾਮ ਨਾ ਪਾਇਆ, ਤੇ ਭਾਗਹੀਣ ਜੰਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿਨ ਧੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹਿਲਾ ਪੰਜਵਾ। ਕਾਹੇ ਰੇ ਮਨ ਚਿਤ ਮੈਂ ਉਦਮ, ਜਾਂ ਆਹਰ ਹਰ ਜੀਉ ਪਰਿਆ। ਸੈਲ ਪਤਰ ਮਹਿ ਜੰਤੂ ਪਾਏ, ਤਾਂ ਕਾਰਜ ਗਾਗੈ ਕਰ ਧਰਿਆ। ਮੇਰੇ ਮਾਧੋ ਜੀ ਸਤ ਸੰਗਤ ਮਲੇਸ ਉਤਰਿਆ। ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ। ਰਹਾਉ ਜਨਨ ਪਿਤਾ ਲੋਕ ਸੁਤ ਬੰਤਾ, ਕੋਇ ਨਾ ਕਿਸ ਕੀ ਧਰਿਆ। ਸਿਰ ਸਿਰ ਰਿਜਕ ਸੰਬਾਹੇ ਠਾਕੁਰ, ਕਾਹੇ ਮਨ ਭਉ ਕਰਿਆ। ਊੜੇ ਊੜ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਚਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਧਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨਾ ਪਾਰਾ ਵਰਿਆ। ਰਾਗ ਆਸਾ ਮਹਿਲਾ ਚੌਥਾ। ਸੋ ਪੁਰਖ ਇਕ ਓੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ, ਹਰ ਅਗਮਾ ਅਗਮ ਅਪਾਰਾ। ਸਭ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰਾ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰਾ।
ਹਰ ਧਿਆਵੋ ਸੰਤੋ ਜੀ, ਸਭ ਦੂਖ ਵਿਸਾਰਨ ਹਾਰਾ। ਹਰ ਆਪੇ ਠਾਕੁਰ, ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ, ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇਕ ਦਾਤੇ ਇਕ ਭੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਉ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਜੋ ਸੇਵਹਿ ਤੁਧ ਜੀ, ਜਨ ਨਾਨਕ ਤਨ ਕੁਰਬਾਣਾ। ਹਰ ਧਿਆਵਹਿ ਤੁਜੀ, ਸੇ ਜਨ ਜੁਗ ਮਹਿ ਸੁਖ ਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਟੂਟੀ ਜਮ ਕੀ ਫਾਸੀ। ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਜੀ, ਹਰ ਅਨੇਕ ਅਨੰਤਾ। ਤੇਰੇ ਅਨਕ ਕਰੈ ਹਰ ਪੂਜਾ ਜੀ, ਤਪਤਾ ਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੇ ਵਡ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧ ਆਪੇ ਭਾਵੈ ਸੋਈ ਵਰਤੈ ਜੀ। ਤੂੰ ਆਪੇ ਕਰੈ ਸੋ ਹੋਈ, ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ। ਤੁਧ ਆਪੇ ਸਿਰਜ ਸਭ ਗੋਈ, ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ। ਜੋ ਸਭ ਸਹਿ ਕਾ ਜਾਣੋਈ। ਆਸਾ ਮਹਿਲਾ ਚੌਥਾ। ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤੂੰ ਭਾਵੈ ਸੋਈ ਤਿਸੀ। ਜੋ ਤੂੰ ਦੇਹ ਸੋਈ ਹਉ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੋ ਕਿਰਪਾ ਕਰਹਿ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੀ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੋ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਇ, ਤੁਧ ਬਿਨ ਦੂਜਾ ਅਵਰ ਨਾ ਕੋਈ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਿਲਾ ਪਹਿਲਾ। ਤਿਤ ਸਰਵਰੜੈ ਭੈਲੇ ਨਿਵਾਸਾ, ਪਾਣੀ ਪਾਵਗਤ ਨਹਿ ਕੀਆ। ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਹਿ ਡੂਬੀਲੇ। ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਿਲਾ ਪੰਜਵਾਂ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾ ਤੇਰੇ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਰੰਜਾਮ ਲਾਗ ਭਵ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੈ। ਰਹਾਓ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਬਿਓ ਬਾਚ ਬੇਨਤੀ ਚੌਪਈ, ਪਾਤਸ਼ਾਹੀ ਦਸਵੀਂ। ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਵ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੁਸ਼ਟ ਸਬੈ ਤੁਮ ਘਾਵਹੋ, ਆਪ ਹਾਥ ਦੈ ਮੋਹਿ ਬਚਾਵਹੋ। ਸੁਖੀ ਵਸੈ ਮੋਰੋ ਪਰਵਾਰਾ, ਸੇਵਕ ਸਿੱਖ ਸਬੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਐ, ਸਭ ਬੈਰਨ ਕੋ ਆਜ ਸੰਘਰਿਐ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮੈ ਛਾੜ ਕੋਈ ਅਵਰ ਨਾ ਧਿਆਊ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਨ ਚੁਨ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੈ ਉਬਰਿਐ, ਮਰਨ ਕਾਲ ਕਾ ਤਰਾਸ ਨਿਵਰਿਐ। ਹੂ ਜੋ ਸਦਾ ਹਮਾਰੇ ਪਛਾ, ਸ਼੍ਰੀ ਅਸ ਤੁਜ ਜੋ ਕਰਿਓ ਰੱਛਾ। ਰਾਖ ਲੈ ਹੋ ਮੋਹ ਰਾਖਨ ਹਾਰੇ, ਸਾਹਿਬ ਸੰਤ ਸਹਾਏ ਪਿਆਰੇ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮ ਹੋ ਪ੍ਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵ ਜੂ ਅਵਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, वेद राज ब्रह्मा जो थियो। जवन काल सब लोग सवारा, नमस्कार है ताहे हमारा। जवन काल सब जगत बनायो, देव दैत जचन उपजायो। आद अंत एक अवतारा, सोई गुरु समझो हमारा। नमस्कार तिस ही को हमारी, सकल प्रजा जन आप सवारी। सेवकन को सेव गुण सुख दियो, सत्रन को पल मोबद कियो। घट घट के अंतर की जानत, भले बुरे की पीर पछानत। चीटी ते कुंचर अस्थूला, सब पर कृपा दृष्ट कर फूला। संतन दुख पाए ते दुखी, सुख पाए साधन के सुखी। एक एक की पीर पछानै, घट घट के पट पट की जानै। जाबुद करख करा करतारा, प्रजा धरत तब देह अपारा। जब आकरख करत हो कब हूँ, तुम मैं मिलत देह धर सब हूँ। जेते बदन सृष्ट सब धारै, आप अपनी बूझ उचारै। तुम सब ही ते रहत निरालम, जानत वेद भेद अर आलम। निरंकार निर्विकार निर्लंभ, आद अनील अनाद असंभ। ताका मूढ़ उचारद भेदा, जाको भेव ना पावत बेदा। ताको कर पाहन अनुमानत, महामूढ़ कछ भेद ना जानत। महादेव को कहत सदा शिव, निरंकार का चीनत नह पिव। आप अपनी बुध है जेती, बरनत भिन्न भिन्न तोहे तेती। तुमरा लखा न जाए पसारा, कह विद सजा प्रथम संसारा। एक रूप अनूप स्वरूपा, रंक भयो राव कही भूपा। अंडज जे रज से तज कीनी, उत्पुज खान बहुर रच दीनी। कहूँ फूल राजा हुआ बैठा, कहूँ समट प्यो शंकर कैठा। सगरी सृष्टि दिखाए अचंभव, आद जुगाद स्वरूप स्वयं भव। अब रक्षा मेरी तुम करो, सिख उबार सिख संग्रहो।
ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਛ ਕਰੋਰਣ ਘਾਤਾ। ਜੇ ਅਸਤੁ ਤਵ ਸ਼ਰਣੀ ਪਰੇ, ਤਿਨ ਕੇ ਦੁਸ਼ਟ ਦੁਖਤ ਹੈ ਮਰੇ। ਪੁਰਖ ਜਮਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਬਾਰ ਧਿਆਇ ਹੈ, ਤਾਂ ਕੇ ਕਾਲ ਨਿਕਟ ਨਹੀਂ ਹੈ। ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ ਟਨੇ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਾਹੇ ਨਿਹਰ ਹੋਂ, ਤਾਂ ਕੇ ਤਾਪ ਤਨਕ ਮੋਹਰ ਹੋਂ। ਰਿੱਧ ਸਿੱਧ ਘਰ ਮੋ ਸਭ ਹੋਈ, ਦੁਸ਼ਟ ਛਾਛ ਵੈ ਸਕੈ ਨਾ ਕੋਈ। ਏਕ ਬਾਰ ਜਨ ਤੁਮੈ ਸੰਭਾਰਾ, ਕਾਲ ਫਾਸਤੇ ਤਾਹੇ ਬਾਰਾ। ਜਿਨ ਨਰ ਨਾਮ ਤਿਹਾਰੋ ਕਹਾ, ਦਾਰਿਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲੇਹੋ ਬਾਰੀ। ਸਰਬ ਠੋਰ ਮੋਹ ਸਹਾਈ, ਦੁਸ਼ਟ ਦੋਖ ਤੇ ਲੇਹੋ ਬਚਾਈ। ਸਵਿਆ ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ, ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ ਦੁਆਰ ਕੋ ਛਾੜ ਕੇ, ਗਇਓ ਤੁਹਾਰੋ ਦਵਾਰ। ਬਾਹੇ ਗਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ। ਰਾਮ ਕਲੀ ਮਹਿਲਾ ਤੀਜਾ, ਆਨੰਦ ਇੱਕ ਓੰਕਾਰ ਸਤਿਗੁਰੂ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਪਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਲ ਰਹੋ ਤੂੰ ਮਨ ਮੇਰੇ, ਦੁਖ ਸਭ ਵਿਸਾਰਣਾ। ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਣਾ। ਸਭ ਨਾ ਗਲਾਂ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ, ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰੇ, ਘਰ ਤਾਂ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹੈ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰੇ। ਸਾਚਾ ਨਾਮ ਮੇਰਾ ਆਧਾਰੋ। ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਵਿਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੈ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾਜਤ ਕਰ ਧਾਰਿਆ। ਪੰਚ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਧੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ। ਕਹੈ ਨਾਨਕ ਤੈ ਸੁਖ ਹੋਆ, ਤਿਤ ਘਰ ਅਨਹਦ ਵਾਜੇ। ਅਨੰਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ।
ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹਿਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਬਸ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖ ਉਰ ਧਾਰੋ ਤਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ ਪਸਾਰੋ। ਸ਼ਲੋਕ ਮਹਿਲਾ ਪੰਜਵਾਂ। ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗ ਕੀ ਤੋਈ ਮੈਂ ਨਿਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ ਤਰਸ ਪਿਆ ਮਹਿਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾ ਤਨ ਮਨ ਥੀਵੈ ਹਰਿਆ। ਪੌੜੀ। ਤਿਥੈ ਤੂੰ ਸਮਰੱਥ ਜਿਥੈ ਕੋਇ ਨਾਹੀਂ ਉਥੈ ਤੇਰੀ ਰਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੜ ਜਾਹੇ ਭਉ ਜਲ ਬਿਖ ਮਸਗਾਹੋ ਗੁਰ ਸ਼ਬਦੀ ਪਰ ਪਾਹੇ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮਹਿ ਹੋ ਪੁਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨਾ ਜਾਏ ਜੇ ਆਵੇ ਤੁਧ ਆਹੇ। ਸ਼ਲੋਕ ਮਹਿਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜੇਵਾ ਜਪ ਗੁਰ ਨਾਮ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਮ ਸਤਿਗੁਰ ਸੇਤੀ ਰਤਿਆ ਦਰਗਹਿ ਪਾਈਐ ਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੋ ਇਹ ਵਤ ਦੇ ਜਗ ਮਹਿ ਉਤਮ ਕਾਢੀ ਹੈ ਵਿਰਲੇ ਕੇਈ ਕੇ। ਮਹਿਲਾ ਪੰਜਵਾਂ। ਰਖੇ ਰਖਣਹਾਰ ਆਪ ਬਾਰੀਅਨ ਗੁਰ ਕੀ ਪੈਰੀ ਪਾਏ ਕਾਜ ਸਵਾਰੀਅਨ ਹੋ ਆਪ ਦਿਆਲ ਮਨੋ ਨਾ ਵਿਸਾਰੀਅਨ ਸਾਧ ਜਨਾ ਕੈ ਸੰਗ ਭਵ ਜਲ ਤਾਰੀਅਨ ਸਾਕਤ ਨਿੰਦਕ ਦੁਸ਼ਟ ਖਿਨ ਮਾਹੇ ਬਿਦਾਰੀਅਨ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਤਿਸ ਸਾਹਿਬ ਕੀ ਟੇਕ ਨਾਨਕ ਮੰਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
कोय न जानै तुमरा अंत, ऊचे ते ऊचा भगवंत। सगल समगरी तुमरै सूतर तारी, तुम ते होए सो आज्ञाकारी। तुमरी गात मित तुम ही जानी, नानक दास सदा कुर्बानी। बोलो जी वाहिगुरु वाहिगुरु। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ते आए। फिर अंगद गुर ते अमरदास रामदासे होए सहाय। अर्जन हर गोबिंद नो सिमरो श्री हर आए। श्री हर कृष्ण ध्याइयै जै डिठा सब दुख जाए। तेक बहादुर सिमरै करनाउन निधि आवे धाए। सब थाई होए सहाय। दसवें पातशाह गुरु गोबिंद सिंह साहिब जी सब थाई होए सहाय। दसां पातशाहियां दी जोत श्री गुरु ग्रंथ साहिब जी दे पाठ दीदार का ध्यान करके बोलो जी। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ। प्रथम है सरबत खालसा जी की अरदास है जी। सरबत खालसा जी को वाहिगुरु वाहिगुरु वाहिगुरु। चित आवे चित आवन का सदका सर्ब सुख होवे। जहाँ जहाँ खालसा जी साहिब तहाँ तहाँ रछिया रियायत। देग तेग फतेह बिरद की पैंज पंथ की जी। श्री साहिब जी सहाय। खालसा जी के बोल बाले बोलो जी। ਸਿੱਖਾਂ ਨੂੰ ਸਿੱਖੀ ਦਾਨ। ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ। ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ। ਮਤ ਪਾਦੇ ਰਾਖਿਆ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਜੀ। ਖੁੱਲ੍ਹੇ ਦਰਸ਼ਨ ਦਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ। ਨਿਓਟਿਆਂ ਦੀ ਓਟ ਸਤਿਗੁਰੂ ਜੀ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਪਾਤਸ਼ਾਹ ਜੀਓ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਬੰਦੀ ਛੋੜ ਦਿਹਾੜਾ ਮਨਾਉਂਦਿਆਂ ਹੋਇਆਂ ਸਵੇਰ ਤੋਂ ਲੈ ਕੇ ਦੀਵਾਨ ਸਜਾਏ ਗਏ ਹਨ। ਸਜੇ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਹੋਏ। ਕਥਾ ਵਿਚਾਰਾਂ ਹੋਈਆਂ। ਢਾਡੀ ਵਾਰਾਂ ਗਾਈਆਂ ਗਈਆਂ। ਕਵੀਸ਼ਰੀ ਹੋਈ। ਪਾਤਸ਼ਾਹ ਜੀਓ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਆਪ ਜੀ ਦੇ ਹਜੂਰ ਸੋਦਰ ਰਹਿਰਾਸ ਸਾਹਿਬ ਜੀ ਦੇ ਪਾਠ ਕੀਤੇ ਗਏ। ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ 'ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ। ਘਰ ਪਰਿਵਾਰਾਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ। ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ 'ਤੇ ਪ੍ਰਵਾਨ ਕਰਨੀਆਂ। ਕਾਰੋਬਾਰਾਂ ਵਿੱਚ ਵਾਧੇ ਕਰਨੇ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਰਬੱਤ ਨੂੰ ਦੇ ਆਰੋਗਤਾ
ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ, ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ, ਸੇਵਾ ਦਰ ਤੇ ਪ੍ਰਵਾਨ ਕਰਨੀ। ਪਾਤਸ਼ਾਹ ਜੀਓ ਆਪ ਜੀ ਦੇ ਦਰ ਘਰ ਦੇ ਸੇਵਕ ਪਰਿਵਾਰ ਵੱਲੋਂ ਬੰਦੀ ਛੋੜ ਦਿਵਸ ਤੇ ਚੜ੍ਹਦੀ ਕਲਾ ਵਾਸਤੇ ਪਾਤਸ਼ਾਹ ਜੀਓ ਕੜਾਹ ਪ੍ਰਸ਼ਾਦ ਦੇ ਦੇਗ ਲੈ ਕੇ ਆਪ ਜੀ ਦੇ ਕੋਲ ਹਾਜ਼ਰ ਹੋਏ ਹਨ। ਦਰ ਤੇ ਪ੍ਰਵਾਨ ਹੋਵੇ। ਪਾਤਸ਼ਾਹ ਜੀਓ ਆਪ ਜੀ ਦੇ ਹਜੂਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਤੇ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਜੋ ਛਕੇ ਆਪ ਜੀ ਦਾ ਪਵਿੱਤਰ ਨਾਮ ਜਪੇ। ਆਪ ਜੀ ਦੇ ਦਰ ਘਰ ਦੇ ਸੇਵਕ ਸਰਦਾਰ ਹਰਵਿੰਦਰ ਸਿੰਘ ਜੀ ਅਤੇ ਇਕਬਾਲ ਸਿੰਘ ਜੀ ਪਰਿਵਾਰ ਵੱਲੋਂ ਪਰਿਵਾਰ ਦੀ ਦੇਹ ਅਰੋਗਤਾ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਜੀ। ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ। ਪਾਤਸ਼ਾਹ ਜੀਓ ਗੁਰਬਾਣੀ ਦੇ ਚੱਲਦੇ ਪ੍ਰਵਾਹ ਵਿੱਚੋਂ ਇਲਾਹੀ ਅਤੇ ਦਰਗਾਹੀ ਫਰਮਾਨ ਹੁਕਮਨਾਮੇ ਬਖਸ਼ਿਸ਼ ਕਰੋ, ਪ੍ਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ ਹਾਕੀ ਰਹੇ ਨਾ, ਖੁਆਰ ਹੋਏ ਸਾ ਮਿਲेंगे ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋਤਰੇ, ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰੀ ਉਤਾਰਨ। ਖੰਡਾ ਜਾ ਕੇ ਹਾਥ ਮੈਂ ਕਲਗੀ ਸੋ ਹੈ, ਸੋ ਹਮਾਰੀ ਰੱਖਿਆ ਕਰੇ ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾ। ਜੋ ਇਸ ਮਾਰੇ ਸੋਈ ਸੂਰਾ, ਜੋ ਇਸ ਮਾਰੇ ਸੋਈ ਪੂਰਾ। ਜੋ ਇਸ ਮਾਰੇ ਤਿਸੈ ਵਡਿਆਈ, ਜੋ ਇਸ ਮਾਰੇ ਤਿਸ ਕਾ ਦੁਖ ਜਾਈ। ਐਸਾ ਕੋਇ ਜੇ ਦੁਬਿਧਾ ਮਾਰ ਗਵਾਵੈ, ਇਸੈ ਮਾਰ ਰਾਜ ਜੋਗ ਕਮਾਵੈ ਰਾਉ। ਜੋ ਇਸ ਮਾਰੇ ਤਿਸ ਕਉ ਪਉ ਨਾਹੀ, ਜੋ ਇਸ ਮਾਰੇ ਸੋ ਨਾਮ ਸਮਾਏ। ਜੋ ਇਸ ਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ, ਜੋ ਇਸ ਮਾਰੇ ਸੋ ਦਰਗਹਿ ਸਿਜੈ। ਜੋ ਇਸ ਮਾਰੇ ਸੋ ਤਨਵੰਤਾ, ਜੋ ਇਸ ਮਾਰੇ ਸੋ ਪਤਵੰਤਾ। ਜੋ ਇਸ ਮਾਰੇ ਸੋਈ ਜਤੇ, ਜੋ ਇਸ ਮਾਰੇ ਤਿਸ ਹੋਵੈ ਗਤੀ। ਜੋ ਇਸ ਮਾਰੇ ਤਿਸ ਕਾ ਆਇਆ ਗਨੀ, ਜੋ ਇਸ ਮਾਰੇ ਸੋ ਨਿਹਚਲ ਧਨੀ। ਜੋ ਇਸ ਮਾਰੇ ਸੋ ਵਡ ਭਾਗਾ, ਜੋ ਇਸ ਮਾਰੇ ਸੋ ਅੰਧਨ ਜਾਗਾ। ਜੋ ਇਸ ਮਾਰੇ ਸੋ ਜੀਵਨ ਮੁਕਤਾ, ਜੋ ਇਸ ਮਾਰੇ ਤਿਸ ਕੇ ਨਿਰਮਲ ਜੁਗਤਾ। ਜੋ ਇਸ ਮਾਰੇ ਸੋਈ ਸੋ ਗਿਆਨੀ, ਜੋ ਇਸ ਮਾਰੇ ਸਹਿਜ ਤੇ ਆਨੀ। ਇਸ ਮਾਰੇ ਬਿਨ ਤਾਏ ਨ ਪਰੈ, ਕੋਟ ਕਰਮ ਜਾਪ ਤਵ ਕਰੈ। ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮ ਤੇ ਨੀ ਛੁਟੈ। ਇਸ ਮਾਰੀ ਬਿਨ ਗਿਆਨ ਨ ਹੋਈ, ਇਸ ਮਾਰੀ ਬਿਨ ਝੂਠ ਨ ਤੋਈ। ਇਸ ਮਾਰੀ ਬਿਨ ਸਭ ਕਿਛ ਮੈਲਾ, ਇਸ ਮਾਰੀ ਬਿਨ ਸਭ ਕਿਛ ਜੌਲਾ। ਜਾ ਕੋ ਪੈ ਕਿਰਪਾਲ ਕਿਰਪਾ ਨਿਧ,
ਤਿਸ ਭਈ ਖਲਾਸੀ ਹੋਈ ਸਗਲ ਸਿੱਧ। ਗੁਰ ਦੁਬਿਧਾ ਜਾ ਕੀ ਹੈ ਮਾਰੀ, ਕਹੋ ਨਾਨਕ ਸੋ ਬ੍ਰਹਮ ਵਿਚਾਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ। ਆ ਹੁਣ ਭਾਈ ਉਮੇਸ਼ ਸਿੰਘ ਜੀ 5:10 ਤੱਕ ਸੰਗਤਾਂ ਨੂੰ ਕੀਰਤਾਂ ਰਾਹੀਂ ਨਿਹਾਲ ਕਰਨਗੇ। ਉਪਰੰਤ 5:10 ਤੋਂ 40 ਤੱਕ ਭਾਈ ਵਿਕਰਮ ਸਿੰਘ ਜੀ ਅਤੇ ਉਹਨਾਂ ਦਾ ਜਥਾ ਸੰਗਤਾਂ ਨੂੰ ਕੀਰਤਾਂ ਰਾਹੀਂ ਨਿਹਾਲ ਕਰਨਗੇ। ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਤੁਧ ਆਗੇ ਅਰਦਾਸ ਹਮਾਰੇ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਤਨਾਸਰੀ ਮਹੱਲਾ ਪਹਿਲਾ। ਆਰਤੇ ਕੋ ਅੰਕਾਰ, ਸਤਿਗੁਰ ਪ੍ਰਸਾਦਿ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ, ਤਾਰ ਕਾ ਮੰਡਲ ਜਨਕ ਮੋਤੀ। ਧੂਪ ਮਲ ਆਨ ਲੋ ਪਵਨ, ਚਵਰੋ ਕਰੇ ਸਗਲ ਬਨ ਰਾਏ। ਫੁਲੰਤ ਜੋਤੀ ਕੈਸੀ ਆਰਤੀ ਹੋਈ, ਪਵਖੰਡ ਨਾ ਤੇਰੀ ਆਰਤੀ। ਅਣਹਤਾ ਸ਼ਬਦ ਵਾਜੰਤ ਬੇਰੀ, ਸੈਸ ਤਵ ਨੈਣ ਨੈਣ ਹੈ ਤੋਹਿ ਕੋ। ਸੈਸ ਮੂਰਤ ਨਾਇਕ ਤੋਹੀ, ਸੈਸ ਪਦ ਬਿਮਲ ਨਨ ਏਕ ਪਦ ਗੰਧ ਬਿਨ। ਸੈਸ ਤਬ ਗੰਧ ਏਵ ਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ ਤਿਸਕੈ। ਚਾਨਣ ਸਭ ਮੈਂ ਚਾਨਣ ਹੋਈ, ਗੁਰ ਸਾਖੀ ਜੋਤ ਪ੍ਰਗਟ ਹੋਈ। ਜੋ ਤਿਸ ਭਾਵੈ ਸੋ ਆਰਤੀ ਹੋਈ, ਹਰ ਚਰਨ ਕਮਲ ਮਕਰੰਦ ਲੋਭਿਤ ਮਨੁ। ਅਨ ਦਿਨੋ ਮੋਹੇ ਆਈ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰੰਗ। ਹੋਏ ਜਾਤੇ ਤੇਰਾ ਨਾਮ ਵਾਸਾ, ਨਾਮ
तेरो आरती माजन मुरारे हर की नाम बिन झूठे सगल पसारी नाम तेरो आसनो नाम तेरो रसा नाम तेरा केसरो लै छिटकारी नाम तेरा अम्बुला नाम तेरो चंदनो घस जपे नाम लै तुझै कुचारी नाम तेरा दीवा नाम तेरो बाती नाम तेरो तेल लै माहे पसारी नाम तेरे की जोत लगाई पाया उजियार पावन सगलारी नाम तेरो तागा नाम फूल माला भार अठार सगल जुठारी तेरो किया तुझे क्या यार को नाम तेरा तू ही छवर ढोलारी 10 8 8 60 चारे खानी यह वर्तन है सगल संसारी कह रघुदास नाम तेरो आरती सतनाम है हर भोग तुहारी धूप दीप घृत साज आरती वार न जाओ कमलापति मंगला हर मंगला नित मंगल राजा राम राय ओ तम दया निर्मल बाती तो ही निरंजन कमलापति रामा भगत रामानंद जाने पूरन परमानंद बखाने मदन मूरत पे तार गोविंदे सैन बने भज परमानंदे सुन संध्या तेरी देव देवा आद पद आद समाई सिद्ध समाध अंत नहीं पाया लाग रहे सरनाई ले आरती पुरख निरंजन सतगुर पूज्यो पाई कांडा ब्रह्मा निगम विचार अलख न लखिया जाई तात तेल नाम की आबादी दीपक देह उजियारा जोत लाए जगदीश जगाया बूझे बूझन हारा पंछी शब्द अनाद वाजी संगे सारंग पानी कबीर दास तेरी आरती कीनी निरंकार निर्वाणी गोपाल तेरा आरता गोपाल तेरा आरता जो जन तुमरे भगत करण ते तिनके का सवारता दाल सीधा मांगोगी हमरा खुशी करे नित जियो पनिया छादन नीका अनाज मंगो सत सीका गौ भैंस मंगो लावेली एक ताजन तुरी चंगेरी घर के गेहन चंगी जन धन ना लेवै मंगी भूखे भगत न कीजै यह माला अपनी लीजै ओ मांगो सन तन रेना मैं ना ही किसी का देना
माधो कैसे बने तुम संगे अपना, देवता ले वो मंगे। दो सिर मांगो चूना, पाओ के हो संग लूना। हाथ सिर मांगो दाले, मोको दोनों वक्त जीवाले। खाट मंगो चौपाई, सिर हरना वर दुलाई। ऊपर को मांगो खिंदा, तेरी भगत करे जन थिंदा। मैं नाही कीता लभो, एक नाम तेरा मैं फबो। कह कबीर मन मानिया, तो हर जानिया। सवैया याते प्रसन्न पाए हैं महाम, देवान के तप में सुख पावे। याज्ञ करे एक वेद ररे, बहुताप हरे मिल ध्यान लगावे। चालार ताल मृदंग उपंग, प्रभाव लिए सुर साज मिलावे। किन्नार गंधर्व गान करे, गण जछ अपछ निरत दिखावे। संकान की धुन घंटान की, कर फूलान की बरखा बरखा। आरती कोट करे सुर सुंदर, पेख पुरंदर के बल जावे। दानक दक्षिण एक प्रदक्षिण, भाल में कुंकम अक्षत ला। होत कुला देवपुरी, मिल देवान के कुल मंगल गा। हे राव हे सस हे करना, नित मेरी अब बिनती सुन लीजै। और न मांगत हो तुम ते, कछ चाहत हो चित में सोई कीजै। शास्त्रान स्यो अत हिरण भीतर, जूझ मरो साज प्रतीजै। संत सहाय सदा जग माहि, कृपा कर श्याम यह वर दीजै। पाहे गहे जब ते तुमरे, तब ते को आँख करे नहीं आने। राम रहीम कुरान अनेक कह मत एक न माने। सिमरत शास्त्र वेद सब, बहु भेद कह हम एक न जाने। सिरयास पान कृपा तुमरी, कर मैं ना कहो सब तोहे बखानियो। दोहेरा सगल द्वार को छाड़ के, गयो तुहारो द्वार। बाएं गहे की लाज यस, गोविंद दास गुहार। ऐसे जन प्रताप देते, बल बढ़ियो प्रताप। तीन लोक जय जय करें, रर नाम सत जाप। चतर चक्रवर्ती चतर चक्र भुगति, स्वयं भाव सुभंग सर्वदा सर्व जुगति। दुखालं वर्णासी दयालं स्वरूपी, सदायंग संगी अभंगं विभूते।
ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। 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 ਬਿਲਪ ਕਰੇ ਚਾਤ੍ਰਿਕ ਕੀਨਿਆਈ। ਬਿਲਪ ਕਰੇ ਚਾਤ੍ਰਿਕ ਕੀਨਿਆਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਤਿਰਖਾ ਨਾ ਉਤਰੈ ਸੰਤ ਨ ਆਵੈ। ਬਿਨ ਦਰਸ਼ਨ ਸੰਤ ਪਿਆਰੇ ਜੀਓ। ਹੋ ਘੋਲੀ ਜੀਓ ਘੋਲ ਘੁਮਾਈ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਗੁਰ ਦਰਸ਼ਨ ਸੰਤ ਪਿਆਰੇ ਜੀਓ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਤੇਰਾ ਮੁਖ ਸੁਹਾਵਾ ਜਿਉ। ਸਹਿਜ ਧੁਨ ਬਾਣੀ ਚਿਰ ਹੋਆ ਦੇਖੇ ਸਾਰੰਗ ਪਾਣੀ। ਤਨ ਸੋ ਦੇਸ ਜਹਾਂ ਤੂੰ ਵਸਿਆ। ਮੇਰੇ ਸੱਜਣ ਮੀਤ ਮੁਰਾਰੇ ਜੀਓ। ਹੋਂ ਘੋਲੀ ਹੋਂ ਘੋਲ ਘੁਮਾਈ। ਗੁਰ ਸੱਜਣ ਮੀਤ ਮੁਰਾਰੇ ਜੀਓ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ। ਬਿਲਪ ਕਰੇ ਚਾਤ੍ਰਿਕ ਕੀਨਿਆਈ। ਇੱਕ ਘੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ।
ਹੁਣ ਕਦ ਮਿਲਿਐ ਪ੍ਰਿਯੈ ਤੁਧ ਭਗਵੰਤਾ। ਮੋਇ ਰਹਿਣ ਨ ਭਿਆਵੇ ਨੀਂਦ ਨ ਆਵੇ, ਬਿਨ ਦੇਖੇ ਗੁਰ ਦਰਬਾਰੇ ਜੀਓ। ਹਾਂ ਘੋਲੀ ਜੀਓ ਘੋਲ ਗੁਮਾਈ, ਤਿਸ ਸੱਚੇ ਗੁਰ ਦਰਬਾਰੇ ਜੀਓ। ਤਿਸ ਸੱਚੇ ਗੁਰ ਦਰਬਾਰੇ ਜੀਓ। ਤਿਸ ਸੱਚੇ ਗੁਰ ਦਰਬਾਰੇ ਜੀਓ। ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। ਮੇਰਾ ਮਨ ਲੋਚੈ ਗੁਰ ਦਰਸ਼ਨ ਪਾਈ। भाग होआ गुरु संत मिलाया, प्रभु अबनासी घर में पाया। सेव करी पल जसा न बिछड़ा, जन नानक दास तुम्हारे जियो। हो घोली जियो घोल घुमाई, जन नानक दास तुम्हारे जियो। 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 मेरा मन लोचै गुर दर्शन पाई। मेरा मन लोचै गुर दर्शन पाई। बिलप करे चात्रिक की न्याई, बिलप करे चात्रिक की न्याई। मेरा मन लोचै गुर दर्शन पाई। 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 गुर दर्शन पाई। गुर दर्शन पाई। गुर दर्शन पाई। थिर घर बैसो हर जन प्यारे, सतगुर तुमरे काज सवारे। थिर घर बैसो हर जन प्यारे। थिर घर बैसो हर जन प्यारे।
ਸਤਿਗੁਰ ਤੁਮਰੇ ਕਾਜ ਸਵਾਰ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਘਰ ਬੈਸੋ ਹਰ ਜਨ ਪਿਆਰ ਥਿਰ ਘਰ ਬੈਸੋ ਹਰ ਜਨ ਪਿਆਰੇ दुष्ट दूत परमेश्वर मार जन की पैज रखी कर तारे बादशाह शासन वस कर दीने अमृत नाम महारस पीने अमृत नाम महारस पीने अमृत नाम महारस पीने फिर कर बैसो हर जन प्यारे फिर कर बैसो हर जन प्यारे सतगुर तुमरे काज सवार सतगुर तुमरे काज सवार फिर कर बैसो हर जन प्यारे फिर घर बैसो हर जन प्यारे निर्भय भजो भगवान साध संगत मिल कीनो दान शरण परे प्रभु अंतर जामी नानक ओट पकरी प्रभु स्वामी नानक ओट पकरी प्रभु स्वामी नानक ओट पकरी प्रभु स्वामी फिर कर बैसो हर जन प्यारी फिर कर बैसो हर जन प्यारी सतगुर तुमरे काज सवार सतगुर तुमरे काज सवारे फिर कर बैसो हर जन प्यारे फिर कर बैसो हर जन प्यारे हर जन प्यारे हर जन प्यारे हर जन प्यारे आओ गुरु सासू इतने को हाजिरी प्रवान करना कीर्तन करदियां बाणी पढ़दियां बेअंत प्रकार दियां गलतियां भुल्ला चुका हो गईयां होणगियां साध संगत बख्शणहार है बख्श लैना बुलाओ फतेह वाहिगुरु ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਉਮੇਸ਼ ਸਿੰਘ ਜੀ ਅਤੇ ਉਹਨਾਂ ਦਾ ਜਥਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰ ਰਹੇ ਸਨ। ਆਓ ਹੁਣ ਭਾਈ ਵਿਕਰਮ ਸਿੰਘ ਜੀ ਅਤੇ ਉਹਨਾਂ ਦਾ ਜਥਾ 5:40 ਤੱਕ ਸੰਗਤ ਨੂੰ ਕੀਰਤਨ ਰਾਹੀਂ ਨਿਹਾਲ ਕਰਨਗੇ। 5:40 ਤੋਂ 6 ਵਜੇ ਤੱਕ ਕਥਾ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ। ਵਾਹਿਗੁਰੂ। ਸਾਹਿਬ ਜੀ बेगन न को लागता, गुर पह अरदास, रखवाला गोबिंद राए, भगतन की रास, भगतन की रास। जिस दा साहिब डाडा होए, तिसनो मार ना सके कोई। जिस दा साहिब डाडा होए, तिसको मारना साके कोई। जिस दा साहिब डाडा होए, तिसको मारना साके कोई। तिसको मारना साके कोई, तिसको मारना साके कोई। जिस दा साहिब डाडा होए, तिसको मारना साके कोई। जिस दा साहिब डाडा होए, तिसको मारना साके कोई। साहिब की सेवक रहे शरणाई, आपे बख्शे दे वड्याई। तिस ते ऊपर नाही कोई, कौन डरे डर किसका होए। जिस दा साहिब डाडा होए, तिसनो मारना साके कोई। जिस दा साहिब डाडा होए, तिसनो मारना ना साके कोई। गुरमति शांत
नासे शरीर, शब्द चीन फिर लगे न पीर। आवे न जाए नाम दुख पाए, ना मेरा ते सहज समाए। नानक गुर मुख वेखे हदूर, मेरा प्रभ सद रहया भरपूर। जिस दा साहिब डाडा होए, तिसनो मारना न सके कोई। जिस दा साहिब डाडा होए, तिसनो मारना न सके कोई। तिसनो मारना सके कोई। तिसनो मारना सके कोई। हर जियो निमाणिया तू मान, निमाणिया तू मान। हर जियो निमाणिया तू मान, निमाणिया तू मान। निमाणिया तू मान। निचीजिया चीज करे मेरा गोबिंद, निचीजिया चीज करे मेरा गोबिंद। तेरी कुदरत को कुर्बान, कुदरत को कुर्बान। हर जियो निमाणिया तू मान, निमाणिया तू मान। निमाणिया तू मान। गई बहोड़ बंदी छोड़, निरंकार दुखदारी। कर्म न जाना धर्म न जाना, लोभी माया तारी। नाम परयो भगत गोविंद का, राखो पैज तुम्हारी। एह राखो पैज तुम्हारी, एह राखो पैज तुम्हारी। निमाणिया तू मान, निमाणिया तू मान। हर जियो निमाणिया तू मान, निमाणिया तू मान।
जैसा बालक भाए सुभाई, लख अपराध कमावे। कर उपदेश चिढ़ के बहु भांति, बहुड़ पिता गल लावे। पिछले औगण बख्श ले प्रभु, आगे मार्ग पावे। प्रभु आगे मार्ग पावे, प्रभु आगे मार्ग पावे। निमाणे तू मान, निमाणे तू मान, हर जियो निमाणे तू मान, निमाणे तू मान, निमाणे तू मान। हर अंतर जामी सब विद जाने, ता किस पे आख सुनाइए। कहने कथन ना पीजे गोबिंद, हर भावे पैज रखाइए। अवर ओट में सगली देखी, एक तेरी ओट रहाइए, एक तेरी ओट रहाइए, एक तेरी ओट रहाइए। निमाणे तू मान, निमाणे तू मान, हर जियो निमाणे तू मान, निमाणे तू मान, निमाणे तू मान। हो दयाल कृपाल प्रभ ठाकुर, आपे सुने बेनती। आपे सुने बेनती, आपे 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 सुने बेनती। पूरा सतगुर मेल मिलावे, सब चुके मन की चिंती। हर हर ना अब खत मुख पाया, अब खद मुख पाया, मुख पाया।
ਜਨ ਨਾਨਕ ਸੁਖ ਬਸੰਤੀ। ਹੋ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ, ਆਪੇ ਸੁਣੇ ਬੇਨਤੀ। ਪ੍ਰਭ ਪਾਸ ਜਨ ਕੀ ਅਰਦਾਸ, ਤੂੰ ਸੱਚਾ ਸਾਈਂ, ਤੂੰ ਰਖਵਾਲਾ ਸਦਾ ਸਦਾ, ਹੋ ਤੁਧ ਧਿਆਈ। ਸਤਿਗੁਰ ਪਾਸ ਬੇਨੰਤੀਆਂ, ਮਿਲੇ ਨਾਮ ਆਧਾਰਾ, ਤੁਠਾ ਸੱਚਾ ਪਾਤਸ਼ਾਹ, ਤਾਪ ਗਿਆ ਸੰਸਾਰਾ। ਆਪੇ ਸੁਣੇ ਬੇਨਤੀ, 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 ਆਪੇ ਸੁਣੇ ਬੇਨਤੀ। ਸਤਿਗੁਰ ਪਾਸ ਬੇਨਤੀਆਂ, ਮਿਲੇ ਨਾਮ ਆਧਾਰਾ। ਸਤਿਗੁਰ ਪਾਸ ਬੇਨਤੀਆਂ, ਮਿਲੇ ਨਾਮ ਆਧਾਰਾ। ਉਠਾ ਸੱਚਾ ਪਾਤਸ਼ਾਹ, ਤਪ ਗਿਆ ਸੰਸਾਰਾ। ਉਠਾ ਸੱਚਾ ਪਾਤਸ਼ਾਹ, ਤਪ ਗਿਆ ਸੰਸਾਰਾ। ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਤੁਧ ਆਗੇ ਦਾਸ ਹਮਾਰੀ, ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਦਿਆ ਗਏ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੇ ਮੇਰਾ। ਹੋ ਦਇਆਲ ਕਿਰਪਾਲ ਪ੍ਰਭ ਠਾਕੁਰ, ਆਪੇ ਸੁਣੇ ਬੇਨਤੀ। ਪੂਰਾ ਸਤਿਗੁਰ ਮੇਲ ਮਿਲਾਵੇ, ਸਭ ਚੂਕੇ ਮਨ ਕੀ ਚਿੰਤੀ। ਹਰ ਹਰ ਨਾਮ ਔਖਦ ਮੁਖ ਪਾਇਆ, ਜਨ ਨਾਨਕ ਸੁਖ ਬਸੰਤੀ। ਜਨ ਨਾਨਕ ਸੁਖ ਬਸੰਤੀ, ਨਾਨਕ ਸੁਖ ਬਸੰਤੀ। ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ, ਹਰ ਜੀਓ ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ, ਨਿਮਾਣਿਆ ਤੂੰ ਮਾਣ।
ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਤਾਰੇ ਜਾਤ ਸਨਾਤ ਅੰਬਰ ਪਾਲੀਨ ਤਾਰੇ ਜਾਤ ਸਨਾਤ ਅੰਬਰ ਪਾਲੀਨ ਅੰਬਰ ਪਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਨ ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਨ ਤੀਰਥ ਜਾਤੀ ਜਾਤ ਨੈਣ ਨਿਹਾਲੀਨ ਤੀਰਥ ਜਾਤੀ ਜਾਤ ਨੈਣ ਨਿਹਾਲੀਨ ਨੈਣ ਨਿਹਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵਾਲੀ ਦੀ ਰਾਤ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ ਦੀਵੇ ਬਾਲੀਨ
ਹਰ ਚੰਦੋਰੀ ਚਾਤ ਵਸਾਏ ਉਚਾਲੀਅਨ ਹਰ ਚੰਦੋਰੀ ਚਾਤ ਵਸਾਏ ਉਚਾਲੀਅਨ ਗੁਰਮੁਖ ਸੁਖ ਫਲਦਾ ਸ਼ਬਦ ਸੰਭਾਲੀਅਨ ਗੁਰਮੁਖ ਸੁਖ ਫਲਦਾ ਸ਼ਬਦ ਸੰਭਾਲੀਅਨ ਸ਼ਬਦ ਸੰਭਾਲੀਅਨ ਸ਼ਬਦ ਸੰਭਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵਾਲੀ ਦੀ ਰਾਤ ਦੀਵੇ ਬਾਲੀਅਨ 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 ਦੀਵਾਲੀ ਦੀ ਰਾਤ ਦੀਵੇ ਬਾਲੀਅਨ ਦੀਵੇ ਬਾਲੀਅਨ ਦੀਵੇ ਬਾਲੀਅਨ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ। ਆਪ ਸਮੂਹ ਸੰਗਤ ਬਖਸ਼ਣਯੋਗੋ ਬਖਸ਼ ਲੈਣਾ। ਆਪ ਸਮੂਹ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਇੰਨੀ ਕੁ ਕੀਰਤਨ ਦੀ ਹਾਜ਼ਰੀ ਪ੍ਰਵਾਨ ਕਰਨੀ। ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹਜ਼ੂਰੀ ਰਾਗੀ ਭਾਈ ਸਾਹਿਬ ਭਾਈ ਬਿਕਰਮ ਸਿੰਘ ਜੀ ਉਹਨਾਂ ਜਥੇਦਾਰ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਆਓ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਦਾਸ ਬੇਨਤੀ ਕਰਦਾ ਗੁਰੂ ਘਰ ਦੇ ਸੈਕਟਰੀ ਸਾਹਿਬ ਤੇਜਿੰਦਰ ਸਿੰਘ ਦੋਸਾਂਝ ਆਪ ਸੰਗਤਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਵੇਰੇ ਵੀ ਬੇਨਤੀ ਕੀਤੀ ਸੀ, ਬਹੁਤ ਵੱਡੀ ਪ੍ਰੋਬਲਮ ਆ ਰਹੀ ਆ। ਇੱਧਰਲੇ ਪਾਸੇ ਜੰਗ ਰੋਡ ਦੇ ਖੁੰਝੇ ਤੇ ਜਿਹੜੇ 55 ਏਕੜ ਬਦਾਮ ਆ ਉਹ ਪਿਆਰਾ ਸਿੰਘ ਜੌਲ ਦੇ ਆ ਭਾਈ ਸਾਹਿਬ ਵੀ ਮੇਰੇ ਕੋਲ ਆਏ ਆ। ਉਹ ਟੋ ਹੋਈ ਜਾਂਦੀਆਂ ਗੱਡੀਆਂ, 400 ਦੇ ਬਿੱਲ ਪਈ ਜਾਂਦੇ ਆ। ਜੰਗ ਰੋਡ ਦੇ ਐਂਡ ਦੇ ਉੱਤੇ ਉਹਨਾਂ ਦੇ ਪ੍ਰੂਣ ਆ, ਉੱਥੋਂ ਵੀ ਉਹ ਟੋ ਕਰਾਈ ਜਾਂਦੇ ਆ। 100 ਤੋਂ ਉੱਪਰ ਗੱਡੀ ਆ। ਉਹਨਾਂ ਦਾ ਸੁਨੇਹਾ ਹੀ ਆ ਵੀ ਅਸੀਂ ਤੁਹਾਡੀਆਂ ਸਾਰੀਆਂ ਗੱਡੀਆਂ ਟੋ ਕਰਾਉਣੀਆਂ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਸਾਡਾ ਪੰਜਾਬੀ ਭਰਾ ਆ। ਕੋਈ ਗੱਡੀ ਕਿਸੇ ਦੇ ਟ੍ਰੀ ਨੂੰ ਡੈਮੇਜ ਨਹੀਂ ਕਰਦੀ। ਸਵੇਰੇ ਉਹਨਾਂ ਨਾਲ ਵਾਰਤਾਲਾਪ ਸਾਡੇ ਸਰਬਜੀਤ ਸਿੰਘ ਦੀ ਵੀ ਹੋਈ। ਮੇਰੀ ਤਾਂ ਸੰਗਤ ਨੂੰ ਹੱਥ ਬੰਨ੍ਹ ਕੇ ਇਹੀ ਬੇਨਤੀ ਆ, ਜੇ ਇਸੇ ਤਰ੍ਹਾਂ ਆਪਾਂ ਗੱਡੀਆਂ ਲੈ ਗਏ ਕੱਲ੍ਹ ਤਾਂ ਹੀ
ਮੇਰੇ ਖਿਆਲ 100 ਗੱਡੀ ਉਹਦੀ ਟੋ ਕਰਾ ਦੇਣੀ ਆ, 10-15 ਹਜ਼ਾਰ ਦੇ ਬਿੱਲ ਪੈ ਜਾਣੇ ਆ। ਸੜਕ ਦੇ ਨਾਲ ਟੈਰਾ ਪੂਆਣਾ ਰੋਡ ਤੇ ਗੁਰੂ ਘਰ ਦੀ ਹੱਦ ਤੋਂ ਬਾਅਦ ਜੋ ਇਧਰੋਂ ਜਾਂਦਿਆਂ ਨੂੰ ਸੱਜੇ ਪਾਸੇ ਬਦਾਮ ਆ, ਉੱਥੇ ਪਲੀਜ਼ ਕੋਈ ਪਾਰਕ ਨਾ ਲਾਓ। ਜੰਗ ਰੋਡ ਦੇ ਉੱਤੇ ਐਂਡ ਦੇ ਉੱਤੇ ਜਿਹੜੇ ਪ੍ਰੂਣ ਆ, ਉੱਥੇ ਕੋਈ ਪਾਰਕ ਨਾ ਲਾਓ। ਉਹ ਸਾਨੂੰ 2-4 ਵਾਰੀ ਥ੍ਰੈਟ ਆ ਚੁੱਕੀ ਆ, ਭਾਈ ਤਾਂ ਤੁਹਾਡੀਆਂ ਗੱਡੀਆਂ ਟੋ ਕਰਾਉਣੀਆਂ ਹੀ ਆ। ਤੁਹਾਨੂੰ ਇਹੀ ਬੇਨਤੀ ਕਰਦੇ ਆ, ਪਲੀਜ਼। ਅੱਗੇ 19 ਏਕੜ ਅੱਧਾ ਖਾਲੀ ਪਿਆ, 35 ਏਕੜ ਅੱਧ ਖਾਲੀ ਪਿਆ, ਥੈਂ ਲਾਈਟਾਂ ਲੱਗੀਆਂ ਆ, ਵਲੰਟੀਅਰ ਹੈਲਪ ਕਰ ਰਹੇ ਆ। ਕੋਸ਼ਿਸ਼ ਕਰੋ ਪਾਰਕ ਲਾ ਕੇ ਤੁਰ ਕੇ ਆਓ। ਇਹੀ ਹੱਥ ਬੰਨ੍ਹ ਕੇ ਬੇਨਤੀ ਆ। ਮੈਂ ਸਮਝੂਗਾ ਸਾਨੂੰ ਦੁਬਾਰਾ ਇਹ ਅਨਾਉਂਸਮੈਂਟ ਨਾ ਕਰਨੀ ਪਵੇ। ਪੁੱਲ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਜਿੰਦਰ ਸਿੰਘ ਦਸਾਂਝ ਦਾ ਬਹੁਤ ਬਹੁਤ ਧੰਨਵਾਦ। ਸੋ ਆਓ ਦਾਸ ਬੇਨਤੀ ਕਰਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਜੀ 6:05 ਤੱਕ ਆਪ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਉਸ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਸੋ ਆਓ ਭਾਈ ਸਾਹਿਬ ਦੇ ਪਾਸੋਂ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਾਹਿਬ ਜੀਓ। ਕੱਚੋਂ ਕੰਚਨ ਭਇਓ, ਸ਼ਬਦ ਗੁਰ ਸਰਵਣ ਸੁਣਿਓ। ਬਿਖ ਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ। ਲੋਹੋ ਹੋਇਓ ਲਾਲ, ਨਦਰ ਸਤਿਗੁਰ ਜਦ ਧਾਰੀ। ਪਾਹਨ ਮਾਨਕ ਕਰੇ, ਗਿਆਨ ਗੁਰ ਕਹਿਓ ਵਿਚਾਰ। ਕਾਠੋਂ ਸ੍ਰੀ ਖੰਡ ਸਤਿਗੁਰ ਕੀਏ, ਦੁਖ ਦਰ ਤਿਨ ਕੇ ਗਏ। ਸਤਿਗੁਰ ਚਰਨ ਜਿਨ ਪਰਸਿਆ, ਸੇ ਪਾਛ ਪਰੇਤ ਸੁਰ ਨਾਰ ਭਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਿਸ਼ਾਲ, ਚੌਰ ਛਤਰ ਤਖਤ ਦੇ ਮਾਲਕ। ਬਾਣੀ ਗੁਰੂ, ਗੁਰੂ ਹੈ ਬਾਣੀ, ਸਾਡੇ ਸਾਰਿਆਂ ਦੀ ਆਖਰੀ ਪਨਾਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ। ਆਪ ਸਰਬੱਤ ਸੰਗਤਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਗੁਰਗੱਦੀ ਦਿਹਾੜੇ ਨੂੰ ਸਮਰਪਿਤ ਜੋ ਦੀਵਾਨ ਚੱਲ ਰਹੇ ਹਨ। 45ਵਾਂ ਮਹਾਨ ਨਗਰ ਕੀਰਤਨ ਸਮੂਹ ਸੰਗਤਾਂ ਵੱਲੋਂ ਸਜਾਇਆ ਜਾ ਰਿਹਾ ਹੈ, ਬਹੁਤ ਹੀ ਚੜ੍ਹਦੀ ਕਲਾ ਦੇ ਵਿੱਚ। ਅਤੇ ਨਾਲ ਹੀ ਅੱਜ ਬੰਦੀ ਛੋੜ ਦਿਵਸ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਾਰੀ ਉਪਕਾਰੀ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬੰਦੀ ਛੋੜ ਦਿਹਾੜੇ ਦੀਆਂ ਸਮੂਹ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਹੋਣ। ਆਓ ਕੁਝ ਮਿੰਟ ਇਤਿਹਾਸ ਦੇ ਨਾਲ ਬਾਣੀ ਦੇ ਨਾਲ ਸਾਂਝ ਪਾਈਏ। ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਸੰਸਾਰ ਵਿੱਚ ਆਏ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਕ ਵੱਖਰਾ ਰਾਹ, ਗੁਰਮੁਖ ਗਾਡੀ ਵਾਲਾ ਰਾਹ ਚਲਾਇਆ। ਉਹ ਰਾਹ ਹੈ ਸੱਚ ਦਾ, ਉਹ ਰਾਹ ਹੈ ਜੋ ਸੰਸਾਰ ਨੂੰ ਵਹਿਮਾਂ ਭਰਮਾਂ ਪਖੰਡਾਂ ਵਿੱਚੋਂ ਕੱਢ ਕੇ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਦਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ
ਜਿਹੜੇ ਲੋਕ ਧਰਮ ਦੇ ਨਾਂ 'ਤੇ ਪਖੰਡ ਚਲਾਉਂਦੇ ਸਨ, ਪਖੰਡ ਕਰਦੇ ਸਨ, ਜਾਂ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਪਾ ਕੇ ਲੁੱਟਦੇ ਸਨ, ਉਹਨਾਂ ਨੂੰ ਚੰਗਾ ਨਹੀਂ ਲੱਗਾ। ਉਹਨਾਂ ਨੂੰ ਭਾਜੜਾਂ ਵੀ ਪਈਆਂ, ਉਹਨਾਂ ਨੇ ਵਿਰੋਧ ਵੀ ਕੀਤਾ। ਇਹ ਹੁਣ ਤੱਕ ਚੱਲ ਰਿਹਾ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਦੋਂ ਸ਼ਬਦ ਦੀ ਗੱਲ ਕੀਤੀ ਉਦੋਂ ਆਰੰਭ ਹੋਇਆ, ਤੇ ਉਹ ਵਿਰੋਧ ਹਾਲੇ ਵੀ ਚੱਲ ਰਿਹਾ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਲਾਹੌਰ ਵਿਖੇ ਸ਼ਹੀਦ ਕੀਤਾ ਗਿਆ, ਨਾਲ 5 ਸਿੰਘ ਵੀ ਗਏ। ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਜਾਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗੁਰਗੱਦੀ ਦੇ ਕੇ ਗਏ। ਪਤਾ ਹੈ ਕਿ ਭਾਣਾ ਵਾਪਰਨਾ ਹੈ। ਭਾਣਾ ਵਾਪਰਨ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੰਗਤਾਂ ਦਾ ਇਕੱਠ ਕੀਤਾ। ਮਹਾਰਾਜ ਜੀ ਨੇ ਉਸ ਵਕਤ ਫਿਰ ਜਿਤਨੇ ਸਿੱਖ ਸਨ, ਸੰਗਤਾਂ ਸਨ, ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਇਹ ਸੰਦੇਸ਼ ਦਿੱਤਾ। ਮਹਾਰਾਜ ਜੀ ਨੇ ਕਿਹਾ, ਹੁਣ ਸਾਨੂੰ ਭੇਟਾ ਇੱਕ ਅਲੱਗ ਤਰ੍ਹਾਂ ਦੀ ਚਾਹੀਦੀ ਹੈ, ਵੱਖਰੀ ਤਰ੍ਹਾਂ ਦੀ ਚਾਹੀਦੀ ਹੈ, ਕਿਉਂਕਿ ਸੰਗਤਾਂ ਅੱਗੇ ਭੇਟਾ ਲੈ ਕੇ ਆਉਂਦੀਆਂ ਸਨ, ਕੋਈ ਕੁਝ ਆਪਣੀ ਸ਼ਰਧਾ ਮੁਤਾਬਕ। ਮਹਾਰਾਜ ਹੁਣ ਕੀ ਚਾਹੀਦਾ ਹੈ? ਸਤਿਗੁਰਾਂ ਨੇ ਕਿਹਾ, ਜੇ ਕੋਈ ਭੇਟਾ ਕਰਨਾ ਤੇ ਹੁਣ ਸਾਨੂੰ ਜਵਾਨੀਆਂ ਭੇਟ ਕਰੋ, ਹੁਣ ਸ਼ਸਤਰ ਲੈ ਕੇ ਆਓ, ਹੁਣ ਕਿਰਪਾਨਾਂ ਲੈ ਕੇ ਆਓ, ਨੇਜੇ ਲੈ ਕੇ ਆਓ, ਵਧੀਆ ਨਸਲ ਵਾਲੇ ਘੋੜੇ ਲੈ ਕੇ ਆਓ। ਮਹਾਰਾਜ ਜੀ ਨੇ ਸਾਰੀਆਂ ਸੰਗਤਾਂ ਨੂੰ ਕਿਹਾ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਸ ਵਕਤ ਮਹਾਰਾਜ ਜੀ ਦੀ ਪਹਿਲੀ ਆਵਾਜ਼ 'ਤੇ ਜਿੰਨੇ ਨੌਜਵਾਨ ਬੈਠੇ ਸਨ, 500 ਨੌਜਵਾਨ ਉੱਠ ਕੇ ਖੜਾ ਹੋ ਗਿਆ। 500 ਨੌਜਵਾਨ ਉੱਠ ਕੇ ਖੜਾ ਹੋ ਗਿਆ। ਕਹਿਣ ਲੱਗੇ ਹੱਥ ਜੋੜ ਕੇ, ਮਹਾਰਾਜ ਇਹ ਤਨ ਮਨ ਧਨ ਸਾਰਾ ਕੁਝ ਤੁਹਾਡਾ ਹੈ, ਬਸ 6 ਮਹੀਨੇ ਬਾਅਦ, ਸਾਲ ਬਾਅਦ ਇੱਕ ਕੁੜਤਾ ਪਜਾਮਾ ਕੋਈ ਪਹਿਨਣ ਵਾਸਤੇ ਕੱਪੜਾ ਦੇ ਦਿਆ ਕਰਿਓ, ਕਿਸੇ ਚੀਜ਼ ਦੀ ਲੋੜ ਨਹੀਂ, ਇਹ ਸਾਰਾ ਕੁਝ ਤੁਹਾਡਾ ਹੈ। ਇਹ ਠੀਕਰੇ ਨੂੰ ਜਿੱਥੇ ਉਹ ਕਹੋਗੇ ਉੱਥੇ ਹੀ ਭੰਨ ਦੇਵਾਂਗੇ, ਇਹ ਆਪ ਜੀ ਦੀ ਮਰਜ਼ੀ ਹੈ। ਉਸ ਵਕਤ ਫਿਰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ, ਸਤਿਗੁਰਾਂ ਨੇ ਢਾਡੀ ਪ੍ਰਥਾ ਜਿਹੜੀ ਹੈ ਉਹ ਆਰੰਭ ਕੀਤੀ। ਢਾਡੀਆਂ ਨੂੰ ਕਿਹਾ ਕਿ ਸਰੰਗੀ ਦੇ ਉੱਤੇ ਗੱਜ ਫੇਰੋ, ਢੱਡਾਂ ਦੇ ਉੱਤੇ ਹੱਥ ਮਾਰਿਆ। ਉੱਚੀ ਆਵਾਜ਼ ਦੇ ਵਿੱਚ ਜਦੋਂ ਵਾਰਾਂ ਗਾਈਆਂ ਗਈਆਂ ਤੇ ਮਹਾਰਾਜ ਜੀ ਨੇ ਕਿਹਾ, ਜਿਨ੍ਹਾਂ ਦਾ ਖੂਨ ਜੰਮ ਚੁੱਕਾ ਹੈ, ਠੰਡਾ ਪੈ ਚੁੱਕਾ ਹੈ, ਉਹਨਾਂ ਦਾ ਖੂਨ ਉਬਾਲੇ ਖਾਵੇ, ਉਹਨਾਂ ਦਾ ਖੂਨ ਜਿਹੜਾ ਤੁਰੇ। ਜਿਸ ਵਕਤ ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਪਹਿਲੇ ਢਾਡੀ ਸਿੰਘ, ਜਿਨ੍ਹਾਂ ਨੇ ਆਰੰਭਤਾ ਕੀਤੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਟਾਈਮ, ਉਹਨਾਂ ਨੇ ਵਾਰਾਂ ਗਾਇਨ ਕੀਤੀਆਂ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੀ ਉਸਤਤ ਦੇ ਵਿੱਚ ਵੀ ਵਾਰਾਂ ਗਾਇਨ ਕੀਤੀਆਂ। ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਦਿੱਲੀ ਦੇ ਤਖਤ ਨਾਲੋਂ ਉੱਚਾ ਤਖਤ ਬਣਾਇਆ। ਉੱਥੇ ਫੈਸਲੇ ਹੋਣ ਲੱਗੇ। ਜਿਹੜੇ ਲੋਕ ਪਹਿਲਾਂ ਕਾਜ਼ੀਆਂ ਕੋਲ, ਕੋਟਾਂ ਦੇ ਵਿੱਚ ਕੋਤਵਾਲਾਂ ਦੇ ਕੋਲ ਜਾਂਦੇ ਸਨ, ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਕੋਲ ਆਉਣ ਲੱਗੇ। ਜਿਹੜੇ ਹੰਕਾਰੀ ਲੋਕ ਸਨ, ਜਿਨ੍ਹਾਂ ਕੋ ਰਾਜਨੀਤੀ ਪਾਵਰ ਸੀ, ਉਹਨਾਂ ਨੂੰ ਇਹ ਭਾਇਆ ਨਹੀਂ, ਚੰਗਾ ਨਹੀਂ ਲੱਗਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਕੈਦ ਕਰਨ ਦੀ ਗੱਲ ਜਿਹੜੀ ਹੈ, ਬੰਦੀ ਬਣਾਉਣ ਦੀ ਗੱਲ ਜਿਹੜੀ ਹੈ, ਉਦੋਂ ਸ਼ੁਰੂ ਹੋ ਗਈ। ਉਹਨਾਂ ਵੇਖਿਆ ਜੇ ਪੰਜਾਬ ਦੇ ਵਿੱਚੋਂ ਮਹਾਰਾਜ ਜੀ ਨੂੰ ਪਕੜਿਆ ਤੇ ਸਾਰਾ ਪੰਜਾਬ ਉੱਠ ਕੇ ਖੜਾ ਹੋ ਜਾਵੇਗਾ, ਇਹ ਬਹੁਤ ਜ਼ਿਆਦਾ ਵਿਰੋਧ ਹੋਵੇਗਾ, ਇਹ ਗੱਲ ਬਣਨੀ ਨਹੀਂ। ਮਹਾਰਾਜ ਜੀ ਜਦੋਂ ਆਗਰੇ ਗਏ, ਜਿਹੜੇ ਘਾਈਏ ਸਿੱਖ ਵਾਲੀ ਆਪਾਂ ਸਾਖੀ ਸੁਣਦੇ ਹਾਂ, ਉਹ ਮਹਾਰਾਜ ਜੀ ਦੇ ਬੰਦੀ ਹੋਣ ਤੋਂ ਪਹਿਲਾਂ ਦੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜਦੋਂ ਆਗਰੇ ਗਏ ਨੇ, ਉੱਥੇ ਜਹਾਂਗੀਰ ਦਾ ਇੱਕ ਪਾਸੇ ਤੰਬੂ ਲੱਗਾ, ਇੱਕ ਪਾਸੇ ਮਹਾਰਾਜ ਜੀ ਦਾ ਤੰਬੂ ਲੱਗਾ ਹੈ। ਇੱਕ ਗੁਰੂ ਕਾ ਪਿਆਰ ਵਾਲਾ ਸਿੱਖ, ਘਾਈਆ ਸਿੱਖ,
ਜਿਹਨੂੰ ਇਤਿਹਾਸਕਾਰਾਂ ਲਿਖਿਆ ਹੈ, ਆਪਣੀ ਮਿਹਨਤ ਕਰਨ ਵਾਲਾ ਕਿਰਤੀ ਸਿੱਖ, ਉਹਨੇ ਇੱਕ ਟਕਾ ਇਕੱਤਰ ਕੀਤਾ, ਇੱਕ ਘਾਹ ਦੀ ਪੰਡ ਮਹਾਰਾਜ ਜੀ ਦੇ ਘੋੜੇ ਵਾਸਤੇ ਖੋਤੀ ਨਾਲ ਲੈ ਕੇ ਗਏ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਦੀ ਸਾਹਮਣੇ ਤੱਕਿਆ ਨਹੀਂ ਸੀ, ਵੇਖਿਆ ਨਹੀਂ ਸੀ। ਮਨ ਦੇ ਅੰਦਰ ਭਾਵਨਾ ਬਹੁਤ ਸੀ, ਬਾਣੀ ਪੜ੍ਹਨ ਵਾਲਾ, ਸਿਮਰਨ ਕਰਨ ਵਾਲਾ, ਨਾਮ ਜਪਣ ਵਾਲਾ, ਭਾਵਨਾ ਵਾਲਾ ਸਿੱਖ ਸੀ। ਜਿਸ ਵਕਤ ਗਿਆ, ਭੁਲੇਖੇ ਦੇ ਨਾਲ ਜਹਾਂਗੀਰ ਦੇ ਤੰਬੂ ਵਿੱਚ ਚਲੇ ਗਿਆ। ਉੱਥੇ ਜਾ ਕੇ ਘਾਹ ਦੀ ਪੰਡ ਰੱਖੀ, ਟਕਾ ਅੱਗੇ ਰੱਖਿਆ ਤੇ ਮੱਥਾ ਟੇਕ ਕੇ ਕਹਿਣ ਲੱਗਾ, ਮਹਾਰਾਜ ਮੇਰਾ ਜੰਮਣ ਮਰਨਾ ਕੱਟ ਦਿਓ, ਮੇਰਾ ਲੋਕ ਪਰਲੋਕ ਸਵਾਰ ਦਿਓ। ਕਹਿੰਦੇ ਜਹਾਂਗੀਰ ਇੱਕ ਵਾਰੀ ਪੈਰਾਂ ਤੋਂ ਲੈ ਕੇ ਸਿਰ ਤੱਕ ਇੱਕ ਵਾਰੀ ਕੰਬ ਗਿਆ ਕਿ ਇਹ ਕੀ ਬਣਿਆ। ਹੁਣ ਜਦੋਂ ਸਿੱਖ ਨੂੰ ਪਤਾ ਲੱਗਾ ਕਿ ਇਹ ਜਹਾਂਗੀਰ ਬਾਦਸ਼ਾਹ ਹੈ, ਇਹ ਸੱਚੇ ਪਾਤਸ਼ਾਹ ਨਹੀਂ, ਇੱਕਦਮ ਉਹ ਸਿੱਖ ਦਾ ਅੰਦਰ ਵੇਖੋ ਕਿੰਨਾ ਟਿਕਿਆ, ਬਾਣੀ ਪੜ੍ਹਨ ਵਾਲਾ, ਉਹਦੇ ਅੰਦਰ ਹਿੰਮਤ ਤੇ ਉਹਦੀ ਦਲੇਰੀ ਵੇਖੋ। ਸਿੱਖ ਨੇ ਇੱਕਦਮ ਉਹ ਟਕਾ ਸੀ ਜਿਹੜਾ ਚੁੱਕ ਲਿਆ, ਘਾਹ ਦੀ ਪੰਡ ਫੜੀ ਤੇ ਵਾਪਸ ਆਉਣ ਲੱਗਾ। ਨਾਲ ਇਹ ਗੱਲ ਕਹੀ ਕਿ ਮੈਂ ਸੱਚੇ ਪਾਤਸ਼ਾਹ ਜੀ ਦੇ ਕੋਲ ਜਾਣਾ ਸੀ, ਝੂਠੇ ਬਾਦਸ਼ਾਹ ਦੇ ਕੋਲ ਆ ਗਿਆ। ਉੱਥੇ ਜਿਹੜੇ ਜਹਾਂਗੀਰ ਦੇ ਅਹਿਲਕਾਰ ਸਨ, ਉਹਨਾਂ ਨੇ ਪਕੜਿਆ। ਬਾਦਸ਼ਾਹ ਨੇ ਵੀ ਕਿਹਾ, ਕਹਿਣ ਲੱਗੇ ਦੇਖ, ਬਾਦਸ਼ਾਹ ਦੇ ਅੱਗੇ ਟਕਾ ਰੱਖ ਕੇ, ਕੋਈ ਭੇਟਾ ਰੱਖ ਕੇ, ਭਾਵੇਂ ਉਹ ਇੱਕ ਟਕਾ ਹੈ ਭਾਵੇਂ ਘਾਹ ਹੈ, ਇਹ ਬਾਦਸ਼ਾਹ ਦੀ ਬਹੁਤ ਵੱਡੀ ਤੋਹੀਨ ਹੈ, ਇਹ ਬੇਇੱਜ਼ਤੀ ਹੈ। ਤੂੰ ਇਹ ਟਕਾ ਇੱਥੇ ਰਹਿਣ ਦੇ, ਇਹ ਟਕੇ ਦੇ ਲਈ ਇਹਦੇ ਵੰਡੇ ਤੈਨੂੰ ਜੋ ਚਾਹੀਦਾ ਦੱਸ, ਤੈਨੂੰ ਸੋਨੇ ਦੀਆਂ ਮੋਹਰਾਂ ਦੇ ਦਿੰਦੇ। ਇਹ ਘਾਹ ਦੀ ਪੰਡ ਇੱਥੇ ਰਹਿਣ ਦੇ, ਇਹਦੇ ਵੰਡੇ ਜੋ ਤੂੰ ਕਵੇਂ, ਤੈਨੂੰ ਧਨ ਪਦਾਰਥ ਜੋ ਚਾਹੀਦਾ ਹੈ ਤੈਨੂੰ ਮਿਲ ਜਾਵੇਗਾ, ਇਹ ਚੀਜ਼ਾਂ ਦੋਵੇਂ ਇੱਥੇ ਰਹਿਣ ਦੇ। ਉਸ ਵਕਤ ਕਹਿੰਦੇ ਉਹ ਸਿੱਖ ਨੇ ਕਿਹਾ, ਕਹਿਣ ਲੱਗੇ ਬਾਦਸ਼ਾਹ ਤੁਹਾਡੇ ਤੋਂ ਪਹਿਲਾਂ, ਮੁਗਲਾਂ ਤੋਂ ਪਹਿਲਾਂ ਲੋਧੀਆਂ ਦਾ ਰਾਜ ਸੀ, ਲੋਧੀਆਂ ਦੇ ਰਾਜ ਦਾ ਸਿੱਕਾ ਮੇਰੇ ਘਰ ਪਿਆ ਹੈ, ਕੀ ਉਹ ਮੈਂ ਬਾਜ਼ਾਰ ਵਿੱਚ ਚਲਾਵਾਂ ਤੇ ਮੁਗਲਾਂ ਦੇ ਰਾਜ ਵਿੱਚ ਚੱਲ ਜਾਵੇਗਾ। ਉਹਨਾਂ ਕਿਹਾ ਨਹੀਂ। ਜਹਾਂਗੀਰ ਇੱਕਦਮ ਗੁੱਸੇ ਵਿੱਚ ਆਇਆ, ਕਹਿੰਦਾ ਇਹ ਕਿਵੇਂ ਹੋ ਸਕਦਾ ਹੈ, ਮੁਗਲਾਂ ਦੇ ਰਾਜ ਵਿੱਚ ਲੋਧੀਆਂ ਦਾ ਸਿੱਕਾ ਕਿਵੇਂ ਚੱਲੇਗਾ। ਉਹਨਾਂ ਕਿਹਾ ਬਸ ਇਹੀ ਗੱਲ ਹੈ, ਜੇ ਲੋਧੀਆਂ ਦਾ ਸਿੱਕਾ ਤੁਹਾਡੇ ਰਾਜ ਵਿੱਚ ਨਹੀਂ ਚੱਲ ਸਕਦਾ, ਬਾਦਸ਼ਾਹ ਜਿੱਥੇ ਇਹ ਪ੍ਰੇਮ ਦਾ ਟਕਾ ਤੇ ਘਾਹ ਦੀ ਪੰਡ ਚੱਲਣੀ ਹੈ, ਉੱਥੇ ਤੇਰੀਆਂ ਮੋਹਰਾਂ ਵੀ ਨਹੀਂ ਚੱਲਣੀਆਂ, ਉੱਥੇ ਤੇਰੀਆਂ ਮੋਹਰਾਂ ਇਹ ਧਨ ਪਦਾਰਥ ਨਹੀਂ ਚੱਲਣੇ। ਸਿੱਖ ਘਾਹ ਦੀ ਪੰਡ ਲੈ ਕੇ ਚਲਾ ਗਿਆ। ਜਹਾਂਗੀਰ ਬਾਦਸ਼ਾਹ ਪਿੱਛੋਂ ਦੇਖਦਾ ਹੈ। ਇਤਿਹਾਸਕਾਰ ਲਿਖਦੇ ਨੇ, ਕਹਿੰਦੇ ਉਧਰੋਂ ਮਹਾਰਾਜ ਸੱਚੇ ਪਾਤਸ਼ਾਹ ਤੰਬੂ ਦੇ ਵਿੱਚੋਂ ਜੋੜਾ ਲਾ ਕੇ ਸਤਿਗੁਰੂ ਜੀ ਅੱਗੇ ਆਏ ਨੇ, ਆਪਣੇ ਆਪ ਅੱਗੇ ਆਏ ਨੇ। ਘਾਈਆ ਸਿੱਖ ਅੱਗੋਂ ਆਉਂਦਾ ਹੈ, ਉਹਦੇ ਸਿਰ ਤੋਂ ਘਾਹ ਦੀ ਪੰਡ ਲਾਈ। ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਨੇ ਉਹਨੂੰ ਗਲਵੱਕੜੀ ਵਿੱਚ ਲਿਆ, ਆਪਣੇ ਗਲੇ ਨਾਲ ਲਾਇਆ। ਉਹਦੇ ਕੱਪੜੇ ਭਾਵੇਂ ਖਰਾਬ ਸਨ, ਮਹਾਰਾਜ ਜੀ ਦੀ ਕੀਮਤੀ ਪੁਸ਼ਾਕ ਸੀ, ਪਰ ਮਹਾਰਾਜ ਜੀ ਨੇ ਗਲੇ ਲਾਇਆ ਤੇ ਸਿੱਖ ਸਤਿਗੁਰਾਂ ਦੇ ਚਰਨੀ ਡਿੱਗ ਪਿਆ। ਕਹਿਣ ਲੱਗੇ ਮਹਾਰਾਜ ਬੜੀ ਵੱਡੀ ਭੁੱਲ ਹੋ ਗਈ। ਸਤਿਗੁਰੂ ਜੀ ਕਹਿਣ ਲੱਗੇ ਕੀ ਹੋਇਆ। ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ, ਮੈਂ ਆਪਣੇ ਸੱਚੇ ਪਾਤਸ਼ਾਹ ਦੇ ਕੋਲ ਆਉਣਾ ਸੀ, ਮੈਂ ਤੇ ਝੂਠੇ ਪਾਤਸ਼ਾਹ ਦੇ ਕੋਲ ਚਲਾ ਗਿਆ, ਮੈਂ ਜਹਾਂਗੀਰ ਦੇ ਕੋਲ ਚਲਾ ਗਿਆ। ਮਹਾਰਾਜ ਭੁੱਲ ਹੋ ਗਈ, ਮੈਨੂੰ ਪਤਾ ਨਹੀਂ ਸੀ। ਮਹਾਰਾਜ ਜੀ ਨੇ ਗਲਵੱਕੜੀ ਵਿੱਚ ਲਿਆ। ਕਹਿਣ ਲੱਗੇ ਮਹਾਰਾਜ ਮੇਰਾ ਲੋਕ ਤੇ ਪਰਲੋਕ ਸਵਾਰ ਦਿਓ, ਜੰਮਣ ਮਰਨ ਕੱਢ ਦਿਓ। ਮਹਾਰਾਜ ਜੀ ਨੇ ਕਿਹਾ ਸਿੱਖਾ ਜਾਂ ਤੇਰਾ ਜੰਮਣ ਮਰਨ ਕਟਿਆ, ਤੇਰਾ ਲੋਕ ਵੀ ਸੁਹੇਲਾ ਤੇ ਪਰਲੋਕ ਵੀ ਸੁਹੇਲਾ ਕੱਟ ਦਿੱਤਾ। ਜੋ ਉਸ ਤੋਂ ਬਾਅਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਦੇ ਵਿੱਚ ਮਹਾਰਾਜ ਜੀ ਨੂੰ ਕੈਦ ਕੀਤਾ ਗਿਆ। ਉਹ ਕਿਲੇ ਦੇ ਵਿੱਚ ਪਹਿਲਾਂ ਵੀ ਰਾਜੇ ਮਹਾਰਾਜੇ ਜਿਹੜੇ ਸਨ ਉਹ ਕੈਦ ਸਨ। ਉਹ ਕਿਲਾ, ਉਹ ਜੇਲ੍ਹ ਇਸ ਹਿਸਾਬ ਦੀ ਸੀ ਕਿ ਜਿੱਥੇ ਆਮ ਕੈਦੀ ਨੂੰ ਨਹੀਂ ਸੀ ਪਾਇਆ ਜਾਂਦਾ, ਕੋਈ ਚੋਰ ਉਚੱਕਾ, ਕੋਈ ਮਾੜੀ ਮੋਟੀ ਗਲਤੀ ਕਰਨ ਵਾਲੇ ਨੂੰ ਉੱਥੇ ਨਹੀਂ ਸੀ ਭੇਜਿਆ ਜਾਂਦਾ। ਉੱਥੇ ਜਿਹੜੇ ਵੱਡੇ ਵੱਡੇ ਰਾਜਨੀਤਿਕ ਰਾਜੇ ਸਨ, ਰਿਆਸਤਾਂ ਦੇ ਮਾਲਕ, ਉਹਨਾਂ ਨੂੰ ਭੇਜਿਆ ਜਾਂਦਾ ਸੀ, ਕੈਦ ਪਾਇਆ ਜਾਂਦਾ ਸੀ। ਤੇ ਇਤਿਹਾਸਕਾਰ ਕਹਿੰਦੇ ਨੇ, ਕਹਿੰਦੇ ਜਿਹੜਾ ਵੀ ਉਹਦੇ ਅੰਦਰ ਗਿਆ ਉਹ ਕਦੇ ਵੀ ਜਿਉਂਦਾ ਵਾਪਸ ਮੁੜ ਕੇ ਨਹੀਂ ਆਇਆ।
ਉਹ ਉੱਥੇ ਹੀ ਮਰ ਜਾਂਦਾ ਸੀ, ਕਿਉਂਕਿ ਉਹਨੂੰ ਮਿੱਠਾ ਜ਼ਹਿਰ ਦੇ ਦੇ ਕੇ ਮਾਰ ਦਿੱਤਾ ਜਾਂਦਾ ਸੀ ਹੌਲੀ ਹੌਲੀ। ਜਿਸ ਵਕਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਅੰਦਰ ਗਏ, 52 ਰਾਜੇ ਅੰਦਰ ਨੇ। ਰਾਜਿਆਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ। ਐਨ ਦਗ ਦਗ ਕਰਦਾ ਚਿਹਰਾ, ਉੱਚਾ ਲੰਮਾ ਕੱਦ, ਸਿਮਰਨ ਦੇ ਨਾਲ, ਬਾਣੀ ਦੇ ਨਾਲ, ਅਕਾਲ ਪੁਰਖ ਵਾਹਿਗੁਰੂ ਦੇ ਨਾਲ ਇੱਕਮਿਕ ਹੋਏ। ਉਹਨਾਂ ਦਾ ਜਾਹੋ ਜਲਾਲ ਸਤਿਗੁਰਾਂ ਦਾ ਸਹਾਰਿਆ ਨਹੀਂ ਸੀ ਜਾਂਦਾ। ਰਾਜੇ ਵੇਖ ਕੇ ਖੁਸ਼ ਹੋਏ। ਉਹਨਾਂ ਦੇ ਮਨ ਨੂੰ ਥੋੜੀ ਜੀ ਤਸੱਲੀ ਹੋਈ ਕਿ ਸਤਿਗੁਰੂ ਜੀ ਆਏ ਨੇ, ਮੱਥਾ ਟੇਕਿਆ, ਮਹਾਰਾਜ ਜੀ ਦੇ ਨਾਲ ਵਿਚਾਰਾਂ ਹੋਈਆਂ। ਉਹਨਾਂ ਨੇ ਆਪਣਾ ਸਾਰਾ ਦੁੱਖ ਦਰਦ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦੱਸਿਆ ਕਿ ਸਤਿਗੁਰੂ ਜੀ, ਉਹ ਆਹ ਜ਼ੁਲਮ ਸਾਡੇ ਨਾਲ ਹੋ ਰਿਹਾ। ਜਿਹੜਾ ਇਸ ਕਿਲੇ ਦੇ ਵਿੱਚ ਅੱਜ ਤੱਕ ਆਇਆ ਉਹ ਜਿਉਂਦਾ ਮੁੜ ਕੇ ਵਾਪਸ ਨਹੀਂ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ, ਸਤਿਗੁਰਾਂ ਨੇ ਹੌਸਲਾ ਦਿੱਤਾ। ਕਹਿਣ ਲੱਗੇ ਤੁਸੀਂ ਫਿਕਰ ਨਾ ਕਰੋ। ਉੱਥੇ ਹੀ ਜੇਲ੍ਹ ਦੇ ਵਿੱਚ ਮਹਾਰਾਜ ਜੀ ਉਪਦੇਸ਼ ਦੇਣਾ ਸ਼ੁਰੂ ਕਰ ਦਿੱਤਾ। ਮਨ ਨੂੰ ਸਤ ਸੰਗਤ ਹੋਣੀ ਸ਼ੁਰੂ ਹੋ ਗਈ। ਉੱਥੇ ਰਾਜਿਆਂ ਨੇ ਮਹਾਰਾਜ ਜੀ ਦੇ ਕੋਲ ਬੈਠਣਾ, ਵਿਚਾਰ ਸਾਂਝੇ ਹੋਣੇ। ਸਮਾਂ ਬਤੀਤ ਹੁੰਦਾ ਗਿਆ। ਇੱਧਰੋਂ ਧੰਨ ਧੰਨ ਬਾਬਾ ਬੁੱਢਾ ਜੀ, ਜਿਨ੍ਹਾਂ ਦੀ ਉਮਰ ਲਗਭਗ ਉਸ ਸਮੇਂ 107-8 ਸਾਲ ਦੇ ਕਰੀਬ ਹੋ ਚੁੱਕੀ ਸੀ। ਮਹਾਰਾਜ ਜੀ ਨੇ ਅੰਮ੍ਰਿਤਸਰ ਦੀ ਧਰਤੀ ਤੋਂ ਚੌਂਕੀਆਂ ਕੱਢਣੀਆਂ ਆਰੰਭ ਕੀਤੀਆਂ। ਭਾਵ ਨਾਲ ਗੁਰਸਿੱਖਾਂ ਨੂੰ ਲੈਣਾ। ਇੱਕ ਵੱਡਾ ਜਥਾ ਸੰਗਤ ਦਾ ਬਣਾ ਕੇ ਜੋਟੀਆਂ ਦੇ ਵਿੱਚ ਬਾਣੀ ਪੜ੍ਹਦਿਆਂ ਜਾਣਾ। ਬਾਬਾ ਬੁੱਢਾ ਜੀ ਕਿਲੇ ਤੇ ਜਾਣਾ, ਕਿਲੇ ਦੀਆਂ ਪਰਿਕਰਮਾ ਕਰਕੇ ਦਰਵਾਜ਼ੇ ਅੱਗੇ ਬੈਠਣਾ, ਬਾਣੀ ਪੜ੍ਹਨੀ ਤੇ ਵਾਪਸ ਆ ਜਾਣਾ। ਇੱਦਾਂ ਚੱਲਦਾ ਰਿਹਾ। ਪੰਜਾਬ ਸਾਰਾ ਉੱਠ ਖੜਾ ਹੋਇਆ। ਉਧਰੋਂ ਸਾਈਂ ਮੀਆਂ ਮੀਰ ਜੀ, ਉਹਨਾਂ ਨੇ ਪਤਾ ਲੱਗਾ, ਦੇਖਿਆ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਦੇ ਵਿੱਚ ਕੈਦ ਹਨ। ਉਸ ਵਕਤ ਦਿੱਲੀ ਗਿਆ। ਦਿੱਲੀ ਜਾ ਕੇ ਬਾਦਸ਼ਾਹ ਨੂੰ ਮਿਲਿਆ। ਇਤਿਹਾਸਕਾਰ ਕਹਿੰਦੇ ਨੇ ਉਧਰੋਂ ਬਾਦਸ਼ਾਹ ਬਿਮਾਰ ਪੈ ਗਿਆ। ਬਾਦਸ਼ਾਹ ਜਹਾਂਗੀਰ ਬਿਮਾਰ ਪੈ ਗਿਆ ਬਹੁਤ ਜ਼ਿਆਦਾ। ਉਸ ਵਕਤ ਜਦੋਂ ਸਾਈਂ ਮੀਆਂ ਮੀਰ ਮਿਲਿਆ ਤੇ ਬਾਦਸ਼ਾਹ ਨੇ ਇੱਕ ਗੱਲ ਕਹੀ। ਕਹਿਣ ਲੱਗੇ, ਮੇਰੇ ਕੋਲੋਂ ਕੋਈ ਸਾਈਂ ਜੀ ਗਲਤੀ ਹੋ ਗਈ। ਉਹਨਾਂ ਕਿਹਾ, ਗਲਤੀ ਨਹੀਂ, ਬਹੁਤ ਵੱਡਾ ਗੁਨਾਹ ਹੋਇਆ ਤੇਰੇ ਕੋਲੋਂ। ਉਹਨਾਂ ਕਿਹਾ, ਕੀ? ਉਹਨਾਂ ਕਿਹਾ, ਇੱਕ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਸ਼ਹੀਦ ਕੀਤਾ, ਬਹੁਤ ਵੱਡਾ ਗੁਨਾਹ, ਬਹੁਤ ਵੱਡੀ ਗਲਤੀ, ਜਿਹੜੀ ਕਦੇ ਮਾਫ ਨਹੀਂ ਕੀਤੀ ਜਾ ਸਕਦੀ। ਦੂਜੀ ਉਤੋਂ ਵੱਡੀ ਗਲਤੀ ਇਹ ਕੀਤੀ ਕਿ ਉਹਨਾਂ ਦੇ ਸੁਪੁੱਤਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਤੂੰ ਕੈਦ ਵਿੱਚ ਪਾਇਆ। ਉਧਰੋਂ ਸਾਈਂ ਮੀਆਂ ਮੀਰ ਨੇ ਉਸ ਨੂੰ ਸਮਝਾਇਆ। ਪੰਜਾਬ ਸਾਰਾ ਉੱਠ ਖੜਾ ਹੋਇਆ। ਇਤਿਹਾਸਕਾਰ ਇਹ ਵੀ ਲਿਖਦੇ ਨੇ, ਕੁਝ ਸਿੱਖਾਂ ਨੇ ਜਾ ਕੇ ਕਿਲੇ ਵਿੱਚ ਜਾ ਕੇ, ਉਹਦੇ ਮਹਿਲਾਂ ਵਿੱਚ ਜਾ ਕੇ ਉਹਨੂੰ ਡਰਾਇਆ ਵੀ। ਇੱਕ ਆਲੇ ਦੁਆਲਿਓਂ ਜਦੋਂ ਉਹਦੇ ਤੇ ਪ੍ਰਭਾਵ ਪਿਆ ਤੇ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਛੱਡਣ ਵਾਸਤੇ ਤਿਆਰ ਹੋ ਗਿਆ। ਜਿਸ ਵਕਤ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਰਿਹਾ ਕਰਨ ਵਾਸਤੇ ਕਹਿ ਦਿੱਤਾ ਗਿਆ, ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਕਿਲੇ ਦੇ ਵਿੱਚ ਇੱਕ ਦੋ ਘਟਨਾਵਾਂ ਜੋ ਵਾਪਰੀਆਂ। ਹਰੀ ਦਾ ਦਰੋਗਾ ਸੀ ਜੋ ਉਥੋਂ ਦਾ ਇੰਚਾਰਜ, ਉਹਨੇ ਮਹਾਰਾਜ ਜੀ ਨੂੰ ਸਾਰਾ ਦੱਸਿਆ ਕਿ ਮਿੱਠੀ ਜ਼ਹਿਰ ਦੇ ਕੇ ਹੌਲੀ ਹੌਲੀ ਕੈਦੀਆਂ ਨੂੰ ਇੱਥੇ ਮਾਰ ਦਿੱਤਾ ਜਾਂਦਾ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਵੀ ਐਸਾ ਉਹਨਾਂ ਨੇ ਪ੍ਰਬੰਧ ਕੀਤਾ ਗਿਆ। ਚੰਦੂ ਨੇ ਜ਼ਹਿਰ ਦੀ ਪੁੱਠ ਚੜੀ, ਪੁਸ਼ਾਕ ਵੀ ਉੱਥੇ ਭੇਜੀ ਤੇ ਮਹਾਰਾਜ ਜੀ ਨੇ ਪਾਈ ਨਹੀਂ। ਮਹਾਰਾਜ ਜੀ ਨੂੰ ਪਹਿਲਾਂ ਪਤਾ ਲੱਗ ਗਿਆ। ਜਿਸ ਵਕਤ ਸਤਿਗੁਰਾਂ ਨੂੰ ਛੱਡਣ ਲੱਗੇ ਨੇ, ਰਿਹਾ ਕਰਨ ਲੱਗੇ ਨੇ, ਤੇ ਉਸ ਵਕਤ ਜਿਹੜੇ ਰਾਜੇ ਸਨ ਉਹਨਾਂ ਕਿਹਾ, ਮਹਾਰਾਜ ਇੱਕ ਆਸ ਦੀ ਕਿਰਨ ਜਾਗੀ ਸੀ, ਹੁਣ ਸਾਡਾ ਕੀ ਬਣੂ? ਮਹਾਰਾਜ ਜੀ ਕਹਿਣ ਲੱਗੇ, ਫਿਕਰ ਨਾ ਕਰੋ, ਮੈਂ ਇਕੱਲਾ ਨਹੀਂ ਜਾਂਦਾ। ਉਸ ਵਕਤ ਮਹਾਰਾਜ ਜੀ ਨੇ ਕਿਹਾ, ਮੈਂ ਇਕੱਲੇ ਨੇ ਕਿਲੇ ਤੋਂ ਬਾਹਰ ਨਹੀਂ ਜਾਣਾ, ਰਿਹਾ ਨਹੀਂ ਹੋਣਾ, ਇਹ ਜਿਤਨੇ ਹਨ ਇਹਨਾਂ ਨੂੰ ਵੀ ਛੱਡਿਆ ਜਾਵੇ। ਉਸ ਵਕਤ ਉਹਨਾਂ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਈ। ਉਹਨਾਂ ਨੇ ਸੋਚਿਆ, ਸ਼ੈਤਾਨੀ ਦਿਮਾਗ ਦੇ ਨਾਲ, ਪੁੱਠੇ ਦਿਮਾਗ ਦੇ ਨਾਲ,
ਉਹਨਾਂ ਨੇ ਆਪਣੇ ਤਰੀਕੇ ਨਾਲ ਸੋਚਿਆ ਕਿ ਪਾਤਸ਼ਾਹ ਜੀ ਦੀ ਵੀ ਰਹਿ ਜਾਓ, ਇਹ ਜੋ ਕਹਿੰਦੇ ਨੇ ਉਹ ਵੀ ਮੰਨਿਆ ਜਾਊਗਾ ਤੇ ਸਾਡੀ ਵੀ ਰਹਿ ਜਾਓ, ਅਸੀਂ ਛੱਡਣਾ ਵੀ ਕਿਸੇ ਨੂੰ ਨਹੀਂ। ਕਹਿਣ ਲੱਗੇ ਮਹਾਰਾਜ ਜਿੰਨੇ ਤੁਹਾਡੇ ਕਲੀਆਂ ਫੜ ਕੇ ਕਿਨਾਰੇ ਫੜ ਕੇ ਚੋਲੇ ਦੇ ਬਾਹਰ ਨਿਕਲ ਜਾਣਗੇ ਉਨਿਆਂ ਨੂੰ ਰਿਹਾ ਕਰ ਦੇਵਾਂਗੇ, ਬਾਕੀ ਅੰਦਰ ਰਹਿਣਗੇ। ਉਹਨਾਂ ਨੂੰ ਇਹ ਸੀ 2 4 5 7 ਚਲੇ ਜਾਣਗੇ, ਬਾਕੀ ਤੇ ਸਾਰੇ ਦੇ ਸਾਰੇ ਇੱਥੇ ਰਹਿਣਗੇ। ਮਹਾਰਾਜ ਜੀ ਨੇ ਫਿਰ ਉੱਥੇ 52 ਕਲੀਆਂ ਵਾਲਾ ਚੋਲਾ ਸਵਾਇਆ ਤੇ ਸਾਰੇ ਰਾਜਿਆਂ ਨੂੰ ਰਿਹਾ ਕਰਵਾਇਆ, ਸਾਰਿਆਂ ਦੀ ਬੰਦ ਖਲਾਸੀ ਕਰਵਾਈ। ਉਹ ਜੇਲ੍ਹ ਦੇ ਵਿੱਚੋਂ ਬਾਹਰ ਸਾਰਿਆਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਬਾਹਰ ਕਢਵਾਇਆ। ਸਭ ਤੋਂ ਪਹਿਲਾਂ ਉਹ ਰਾਜਿਆਂ ਨੇ ਇਹ ਦਾਤਾ ਬੰਦੀ ਛੋੜ ਲਫ਼ਜ਼ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਵਾਸਤੇ ਵਰਤਿਆ ਸੀ। ਪਾਤਸ਼ਾਹ ਜੀ ਅੱਜ ਸਮੂਹ ਸੰਗਤ ਦੀ ਅਰਦਾਸ ਹੈ ਕਿ ਸਤਿਗੁਰੂ ਜੀ ਅੱਜ ਆਪ ਜੀ ਨੇ ਕਿਰਪਾ ਕੀਤੀ, ਜਿਹੜੇ 52 ਰਾਜੇ ਕੈਦ ਸਨ ਉਹਨਾਂ ਨੂੰ ਜੇਲ੍ਹ ਦੀਆਂ ਕੋਠੜੀਆਂ ਤੋਂ ਬਾਹਰ ਰਿਹਾ ਕਰਵਾਇਆ, ਲੈ ਕੇ ਆਏ। ਅੱਜ ਅਨੇਕਾਂ ਸਿੱਖ ਜਿਹੜੇ ਨੇ ਉਹ ਕਾਲ ਕੋਠੜੀਆਂ ਵਿੱਚ, ਜੇਲ੍ਹਾਂ ਵਿੱਚ ਨਰਕ ਦੀ ਜ਼ਿੰਦਗੀ ਭੋਗ ਰਹੇ ਨੇ। ਮਹਾਰਾਜ ਕਿਰਪਾ ਕਰੋ, ਉਹਨਾਂ ਸਿੱਖਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ। ਬੰਦੀ ਸਿੰਘ ਨੇ ਜਿਹੜੇ, ਉਹਨਾਂ ਦੀ ਰਿਹਾਈ ਹੋਵੇ। ਸਮੂਹ ਸੰਗਤ ਦੀ ਅਰਦਾਸ ਬੇਨਤੀ ਹੈ, ਕਿਰਪਾ ਕਰੋ, ਰਹਿਮਤ ਕਰੋ। ਆਓ ਪਿਆਰਿਓ, ਅੱਜ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦਾ ਬੰਦੀ ਛੋੜ ਦਿਹਾੜਾ ਹੈ। ਸਮੂਹ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ ਹੋਣ। ਮਹਾਰਾਜ ਜੀ ਕਿਰਪਾ ਕਰਨ, ਸਾਨੂੰ ਬੰਧਨਾਂ ਤੋਂ ਛੁਟਕਾਉਣ। ਉਹ ਭਾਵੇਂ ਸਾਡੇ ਮਾਨਸਿਕ ਬੰਧਨ ਪਏ ਨੇ, ਵਿਕਾਰਾਂ ਦੇ ਬੰਧਨ ਪਏ ਨੇ, ਵਿਚਾਰਾਂ ਕਰਕੇ ਅਸੀਂ ਗੁਲਾਮ ਹੋ ਚੁੱਕੇ ਹਾਂ, ਉਹਨਾਂ ਸਾਰੀਆਂ ਚੀਜ਼ਾਂ ਤੋਂ ਛੁਟਕਾਰਾ ਮਹਾਰਾਜ ਜੀ ਸਾਡਾ ਦਿਵਾਉਣ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਸਾਡੇ ਕੋਲ ਬਹੁਤ ਹੀ ਪੰਥ ਦੇ ਮਹਾਨ ਵਿਦਵਾਨ, ਜਿਨ੍ਹਾਂ ਦਾ ਪੰਥ ਵਿੱਚ ਬਹੁਤ ਮਾਣ ਸਤਿਕਾਰ ਹੈ, ਬਹੁਤ ਸਤਿਕਾਰਯੋਗ ਹਸਤੀ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਉਹ ਸੰਗਤ ਦੇ ਵਿੱਚ ਬਿਰਾਜਮਾਨ ਹਨ। ਉਹਨਾਂ ਨੇ ਸੰਗਤਾਂ ਦੇ ਨਾਲ ਵਿਚਾਰਾਂ ਸਾਂਝੀਆਂ ਕਰਨੀਆਂ ਹਨ। ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਸਾਹਿਬ ਭਾਈ ਰਣਜੀਤ ਸਿੰਘ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਨੂੰ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦਿੱਤੀਆਂ। ਸੋ ਵਾਹਿਗੁਰੂ ਸਾਰੀ ਕੌਮ ਦੇ ਉੱਤੇ, ਸਾਰੀ ਦੁਨੀਆ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਆਪਾਂ ਜੁੱਬਾ ਸਿਟੀ ਦੇ ਵਿੱਚ ਰਹਿੰਦੇ ਹਾਂ। ਜੋ ਜੁੱਬਾ ਸਿਟੀ ਦਾ ਪ੍ਰਸ਼ਾਸਨ ਹੈ, ਜਿਹੜੀ ਮੈਨੇਜਮੈਂਟ ਜੁੱਬਾ ਸਿਟੀ ਨੂੰ ਚਲਾਉਂਦੀ ਆ, ਆਪਾਂ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਉਹਨਾਂ ਨੂੰ ਵੀ ਅੱਜ ਦੇ ਦਿਨ ਇਸ ਨਗਰ ਕੀਰਤਨ ਨੂੰ ਸਨਮਾਨਿਤ ਕਰੀਏ। ਸੋ ਆਓ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਸਾਹਿਬ ਜੀ ਸਿਆੜਾ, ਜਿਹੜੇ ਵੀ ਇੱਥੇ ਮੈਨੇਜਮੈਂਟ ਦੇ ਵਿੱਚੋਂ ਪਹੁੰਚੇ ਨੇ, ਉਹਨਾਂ ਨੂੰ ਸਨਮਾਨ ਕਰਨਗੇ। ਉਸ ਉਪਰੰਤ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ ਆਪ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਕੋਲ ਦੇਵ ਸ਼ਾਹ ਵਾਈਸ ਮੇਅਰ ਸਿਟੀ ਦੇ ਆਏ ਹੋ। ਟਾਈਮ ਤੋਂ ਟਾਈਮ ਆਪਣੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਦੇ ਆ। ਸਾਰਿਆਂ ਤੋਂ ਜ਼ਿਆਦਾ ਸਿਟੀ ਦਾ ਰੋਲ ਆ, ਜਿਹੜੀ ਆਪਣੀ ਪਰਮਿਟ ਆ। ਬਾਕੀ ਹੋਰ ਵੀ ਜਿਹੜੇ ਕੰਮਕਾਰ ਹੈਗੇ ਆ, ਉਹ ਆਪਣੇ ਨਾਲ ਇਹ ਆਪਣੇ ਨਾਲ ਹੋ ਕੇ ਖੜੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਸੇਵਾ ਕਰਦੇ ਆ। ਸੋ I would like to recognize Dave Shah, Vice Mayor of the city. If you come up and speak a few words. It's my honor and privilege to be here this evening with you and welcome you to our great city of Yuba City and the region of Yuba Sutter. It was also our privilege just recently to ask our residents to recognize Sikh Awareness Month during the month of November in our city. This festival that you put on 45 years in our great city has been a blessing to us, and we want to celebrate with you as you celebrate your faith
and your love and your friendship. Thank you. Thank you very much. We want to recognize Dave. ਸਤਿ ਸ੍ਰੀ ਅਕਾਲ। We also have Sutter County Supervisor Mike Ziegemar here. He's the chairman of the board. We'd like to have him come speak up a few words. Thank you. I'm completely humbled and honored to have you here in our county this weekend. We're grateful for all of you that have made the long trek to come out here and visit with us. And this is an amazing weekend, and I look forward to this weekend every year. Born and raised here, so I'll be 44 this year, so this is about a year before I was born. And I'm excited every year when my friend Sarb invites me to come out. Absolutely love it. This is so amazing back here. Everything, and there's everything positive in the community, the outgoing support, the love that you show everyone that comes into this community. And we hope you enjoy your time here, and thank you for coming. We truly are a blessed community with you. Mike, thank you so much. We want to thank the city and the county. We had invited the whole board from both city and the county, so we have the representative here. Want to thank both city and the county again for helping us, truly from bottom of heart, and from the rest of the community and the whole Sangat. They thank them for helping us get through the 45th annual Nagar Kirtan. Thank you to the city and the county. Brandon Barnes was here this morning. I really appreciate his help with all the right now we have still traffic issues, and city is dealing with it to try to get the traffic so they can go a little more smoother, but it's raining right now, so please everybody work with us. Thank you very much. Waheguru Ji Ka Khalsa, Waheguru Ji Ki Fateh. ਜੁਗੋ ਜੁਗ ਅਟਲ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਹਜ਼ੂਰੀ ਅੰਦਰ ਸੱਜ ਬੈਠੀ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਨੇ ਸਰਬੱਤ ਸਿੱਖ ਸੰਗਤ ਨੂੰ ਮਹਾਨ ਉਦਮ ਬਖਸ਼ਿਸ਼ ਕੀਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਨੂੰ ਮਨਾਉਂਦੇ ਹੋਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਹੈ ਕਿ ਮਾਨਵਤਾ ਦੀ ਸੇਵਾ, ਸਾਂਝੀ ਵਾਲਤਾ, ਬ੍ਰਹਮ ਦਾ ਗਿਆਨ ਹਿਰਦੇ ਦੇ ਅੰਦਰ ਵਸਾਈਏ। ਸਤਿਗੁਰੂ ਜੀ ਦੇ ਕਥਨ ਅਨੁਸਾਰ ਉਹਨਾਂ ਦਾ ਉਪਦੇਸ਼ ਸਦਾ ਵਾਸਤੇ ਜ਼ਿੰਦਗੀ ਵਿੱਚ ਤਾਲ ਆਪਣਾ ਜੀਵਨ ਸਫਲ ਕਰੀਏ ਜਾਂ ਬਣਾਈਏ। ਜੋੜ ਮੇਲੇ ਤੇ ਆਈ ਹੋਈਆਂ ਸਾਰੀਆਂ ਸੰਗਤਾਂ ਦਾ ਧੰਨਵਾਦ। ਦਾਸ ਵੱਲੋਂ, ਸਦਰ ਕਾਉਂਟੀ ਸੁਪਰਵਾਈਜ਼ਰਸ, ਸਾਡੇ CAO, ਸਾਰੇ ਡਿਪਾਰਟਮੈਂਟ ਦੇ ਹੈੱਡ ਤਾਂ ਸਟਾਫ ਵੱਲੋਂ ਸਾਰਿਆਂ ਨੂੰ ਜੀ ਹੋਈ ਆਇਆਂ। 316ਵੇਂ ਗੁਰਗੱਦੀ ਦਿਵਸ ਤੇ 45ਵਾਂ ਸਾਲਾਨਾ ਨਗਰ ਕੀਰਤਨ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ। ਗੁਰੂ ਘਰ ਦੇ ਪ੍ਰਬੰਧਕ ਕਮੇਟੀ, ਗਿਆਨੀ ਜੀ, ਪਾਠੀ ਸਿੰਘਾਂ, ਕੀਰਤਨੀਏ ਸਿੰਘ, ਢਾਡੀ ਸਿੰਘ, ਕਥਾਵਾਚਕ ਅਤੇ ਸਾਰੇ ਸੇਵਾਦਾਰਾਂ ਦਾ, ਖਾਸ ਕਰਕੇ ਸਾਡੇ ਲੰਗਰ
ਵਾਲੇ ਵੀਰ ਤੇ ਭੈਣਾਂ ਦਾ ਤਹਿ ਦਿਲੋਂ ਧੰਨਵਾਦ। ਦਾਸ ਦੀ ਇਹ ਬੇਨਤੀ ਆ ਸਮੂਹ ਸੰਗਤਾਂ ਕਿ ਵੀ ਕਮਿਊਨਿਟੀ ਦੇ ਵਿੱਚ ਤਾਂ ਸਾਡੇ ਕੌਮ ਦੇ ਵਿੱਚ ਏਕਤਾ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਸੈਟਰ ਕਾਉਂਟੀ ਵੱਲੋਂ ਆ ਪ੍ਰੋਕਲੇਮੇਸ਼ਨ ਆਪਾਂ ਦੇ ਰਹੇ ਆਪਣੇ ਪ੍ਰਬੰਧਕ ਵੀਰਾਂ ਨੂੰ। If you like to, can you read what's on the proclamation? If you can. ਥੈਂਕ ਯੂ ਕਰਮਦੀਪ ਦਾ ਬਹੁਤ ਬਹੁਤ ਧੰਨਵਾਦ। ਸੋ ਇਸ ਵੇਲੇ ਆਪਣੇ ਨਾਲ ਸਟੀਵ ਸਮਿਥ ਆਇਆ, ਉਹ ਐਡਮਿਨਿਸਟ੍ਰੇਟਰ ਆਪਣਾ ਜਿਹੜਾ ਕਾਉਂਟੀ ਦਾ। ਤੁਹਾਨੂੰ ਕੱਲ ਦੀ ਗੱਲ ਦੱਸਣੀ ਚਾਹੁੰਦਾ ਥੋੜ੍ਹੀ। ਕੱਲ ਪਰਸੋਂ ਜਿਹੜਾ ਮੀਂਹ ਪਿਆ, ਆਪਣੀਆਂ ਰੋਡਾਂ ਖਰਾਬ ਹੋ ਗਈਆਂ ਸੀ ਗੁਰੂ ਘਰ ਦੇ ਮੂਹਰੇ। ਇਹਨਾਂ ਨੂੰ ਫੋਨ ਕੀਤਾ, ਇਹਨੇ ਆਪਣੇ ਟਰੱਕ ਭੇਜ ਕੇ ਬਜਰੀ ਲਿਆ ਕੇ ਆਪਣਾ ਗੁਰੂ ਘਰ ਦੇ ਮੂਹਰੇ ਸਾਰੀਆਂ ਰੋਡਾਂ ਇਹਨੇ ਸਾਫ਼ ਕੀਤੀਆਂ ਸਾਡੇ ਨਾਲ ਟਾਈਮ ਟੂ ਟਾਈਮ। ਇੱਦਾਂ ਹੀ ਸਾਡੇ ਨਾਲ ਮੋਢਾ ਲਾ ਕੇ ਖੜਦੇ ਆ। So I want to thank Steve for helping us yesterday when he sent the whole force, the community trucks, to fix the front of the temple on a short notice after the rain we had. So I would like Steve to come up and say a few words. Thank you. The Board of Supervisors of Sutter County has provided a proclamation for Sri Guru Granth Sahib Week, October 27th, 2024 through November 3rd, 2024. And it states, whereas after the founding of the Sikh religion by Guru Nanak, the Sikhs were led by a succession of gurus, and whereas Guru Gobind Singh, the 10th Guru of the Sikhs, proclaimed that in the future, Sri Guru Granth Sahib, the book of the Holy Scriptures of the Sikh religion, would be the leader of the Sikhs, and whereas Sikhs from the province of the Punjab constitute the largest religious, social, and ethnic group among the immigrants from India to California, and whereas the largest concentration of Sikhs, their families and descendants in the United States of America is found in Sutter County and its environs, and whereas Sikh immigrants make significant and important contributions to the regional economy through key industries such as healthcare, shipping, and transportation, and to the agricultural development of Sutter County and the entire Sacramento Valley. And whereas members of this important religious denomination, their families, and their descendants continue to play an important role in the social, cultural, professional, business, and spiritual life of Sutter County. Now, therefore, be it proclaimed that the Sutter County Board of Supervisors issues the proclamation of evidence of the board's unanimous support of the 316th anniversary of the coronation of Sri Guru Granth Sahib, the Bible of the Sikhs, and celebrates the 45th anniversary of the Yuba City Sikh Parade. Be it further proclaimed that this board and its chair proclaim the week of October 27th, 2024 through November 3rd, 2024 to be Sri Guru Granth Sahib Week in the county of Sutter, in witness whereof Matt Conant, Chair of the Sutter County Board of Supervisors, have hereunto set his hand and caused the official seal of the county of Sutter to be affixed this day, the 22nd day of October, 2024. Bole Sonehal. So I want to thank Steve and Carm and Zigmar for coming down. And we have a plaque for Steve and Carm. And we have a plaque for Carm here. Do we have anyone? Dooja aaya? Advantage health aaya? Huh? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਿਟੀ ਦੇ ਚੁਣੇ ਹੋਏ ਇਹਨਾਂ ਸਾਰੇ ਪਤਵੰਤਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਸਦਾ ਯੂਬਾ ਸਿਟੀ ਦੀ ਚੜ੍ਹਦੀ ਕਲਾ ਵਾਸਤੇ, ਯੂਬਾ ਸਿਟੀ ਦੀ ਤਰੱਕੀ ਵਾਸਤੇ ਆਪਣਾ ਸਮੇਂ-ਸਮੇਂ ਸਿਰ ਯੋਗਦਾਨ ਪਾਉਂਦੇ ਰਹਿੰਦੇ ਆ। ਸੋ ਗੁਰੂ ਘਰ ਵੱਲੋਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇੱਕ ਬੇਨਤੀ ਹੈ ਕਿ ਸਾਡੇ ਕੋਲੇ ਕਿਤੇ ਪਰਸ ਪਹੁੰਚਿਆ ਹੈ ਡੇਵਿਸ ਜੈਸਿਕਾ ਨਾਮ ਦਾ, ਬਾਕੀ ਐਡਰੈਸ ਇਹਦੇ ਉੱਤੇ ਹੈ, ਜੇ ਉਹ ਆਉਣਗੇ ਠੀਕ ਹੈ, ਨਹੀਂ ਤਾਂ ਉਹਨਾਂ ਨੂੰ ਮੇਲ ਕਰ ਦਿੱਤਾ ਜਾਵੇਗਾ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਓ ਦਾਸ ਬੇਨਤੀ ਕਰਦਾ ਪੰਥ ਦੇ ਮਹਾਨ ਕਥਾਵਾਚਕ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ 6:50 ਤੱਕ ਆਪ ਸੰਗਤਾਂ ਨੂੰ ਕਥਾ ਵਿਚਾਰ ਸਰਵਣ ਕਰਾਉਣਗੇ। ਉਸ ਉਪਰੰਤ ਕੀਰਤਨੀਏ ਜਥੇ ਜੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਦੇ ਯੂਬਾ ਸਿਟੀ ਇਸ ਗੁਰੂ ਘਰ ਵਿੱਚ ਪਹੁੰਚੇ ਨੇ, ਆਪ ਸੰਗਤਾਂ ਨੂੰ ਕਥਾ ਵਿਚਾਰ ਅਤੇ ਕੀਰਤਨ ਸਰਵਣ ਕਰਾਉਣਗੇ। ਸੋ ਇੱਕ ਬੇਨਤੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ, ਕੱਲ੍ਹ ਸ਼ਨੀਚਰਵਾਰ ਸਵੇਰੇ 5:30 ਤੇ ਅੰਮ੍ਰਿਤ ਸੰਚਾਰ ਹੋਵੇਗਾ। ਸੋ ਮੈਂ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਜਿਨ੍ਹਾਂ ਵੀ ਸੰਗਤਾਂ ਨੇ ਅੰਮ੍ਰਿਤ ਦੀ ਪੌਲ ਲੈਣੀ ਹੋਵੇ ਉਹ ਆਪਣੇ ਨਾਮ ਭਾਈ ਸਾਹਿਬ ਭਾਈ ਰਣਜੀਤ ਸਿੰਘ ਨੂੰ ਲਿਖਾ ਕੇ ਕਕਾਰ ਪ੍ਰਾਪਤ ਕਰ ਸਕਦੇ ਹੋ। ਜਿਨ੍ਹਾਂ ਸੰਗਤਾਂ ਨੇ ਸੁਧਾਈ ਵੀ ਕਰਨੀ ਹੋਵੇ ਜਾਂ ਜਿਨ੍ਹਾਂ ਸੰਗਤਾਂ ਨੂੰ ਕਕਾਰਾਂ ਦੀ ਲੋੜ ਹੋਵੇ, ਬੇਨਤੀ ਕਰਦੇ ਹਾਂ ਕਿ ਤੁਸੀਂ ਉਹ ਸਾਡੇ ਕੋਲ ਤੋਂ ਸਟੇਜ 'ਤੇ ਆ ਕੇ ਲੈ ਸਕਦੇ ਹੋ। ਸੋ ਆਓ ਭਾਈ ਸਾਹਿਬ ਦੇ ਪਾਸੋਂ 6:50 ਤੱਕ ਕਥਾ ਵਿਚਾਰ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀਓ, ਜਿਉਂ ਬੁਲਾਵੇ ਤਿਉਂ ਬੋਲੇ ਸੁਆਮੀ, ਕੁਦਰਤ ਕਵਣ ਹਮਾਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ, ਸਾਧ ਸੰਗ ਨਾਨਕ ਜਸ ਗਾਇਓ, ਜੋ ਪ੍ਰਭ ਕੀ ਅਤ ਪਿਆਰੀ। ਗੁਰੂ ਸਵਾਰਿਓ ਜੀ, ਅਦਬ ਸਤਿਕਾਰ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਸੰਬੰਧ ਵਿੱਚ ਅੱਜ ਆਪਾਂ ਗੁਰੂ ਚਰਨਾਂ ਵਿੱਚ ਜੁੜ ਮਿਲ ਬੈਠੇ ਹਾਂ, ਕੋਸ਼ਿਸ਼ ਕਰੀਏ ਉਸ ਦਿਨ ਨੂੰ ਜਾਣਨ ਦੀ, ਸਮਝਣ ਦੀ। ਬੇਨਤੀ ਕਰਾਂਗਾ ਵੀ ਆਪਣੇ ਆਪਣੇ ਮਨ ਨੂੰ ਜ਼ਰੂਰ ਪੁੱਛਿਓ ਵੀ ਮਨਾ ਅੱਜ ਦੇ ਦਿਨ ਤੇ ਤੂੰ ਕੀ ਸਿੱਖ ਕੇ ਚੱਲਿਆ। ਗੱਲ ਆਪਾਂ ਸ਼ੁਰੂ ਕਰੀਏ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਨਿਰਮਲ ਪੰਥ ਦੀ ਆਰੰਭਤਾ ਵੇਲੇ ਹੀ ਕੁਝ ਲੋਕ ਗੁਰਸਿੱਖੀ ਦੀ ਵਿਚਾਰਧਾਰਾ ਤੋਂ ਬਾਗੀ ਹੋ ਗਏ। ਵਕਤ ਬ ਵਕਤ ਉਹ ਕਿਸੇ ਨਾ ਕਿਸੇ ਹਾਕਮ ਦੀ ਮਦਦ ਦੇ ਨਾਲ ਇਸ ਗੁਰੂ ਘਰ ਦਾ ਦਰਵਾਜ਼ਾ ਬੰਦ ਕਰਵਾਉਣ ਦੀ ਕੋਸ਼ਿਸ਼ ਕਰਦੇ ਰਹੇ। ਉਹਨਾਂ ਵਿੱਚੋਂ ਬੜੀਆਂ ਕੋਸ਼ਿਸ਼ਾਂ ਹੋਈਆਂ। ਆਖਰਕਾਰ ਗੱਲ ਇੱਥੇ ਤੱਕ ਪਹੁੰਚ ਗਈ, ਇੱਕ ਝੂਠਾ ਜਿਹਾ ਦੂਸ਼ਣ ਲਾ ਕੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਨੂੰ ਤਤੀ ਤਵੀ ਤੇ ਬਿਠਾ ਉਬਲਦੀ ਦੇਗ ਵਿੱਚ ਉਬਾਲ ਸ਼ਹੀਦ ਕਰ ਦਿੱਤਾ ਗਿਆ। ਵਕਤ ਦੇ ਹਾਕਮਾਂ ਦੀ ਸੋਚ ਸੀ ਸ਼ਾਇਦ ਹੁਣ ਗੁਰੂ ਘਰ ਦਾ ਦਰਵਾਜ਼ਾ ਬੰਦ ਹੋ ਜਾਏਗਾ, ਦਰਬਾਰ ਸਾਹਿਬ ਦਾ ਦਰਵਾਜ਼ਾ ਬੰਦ ਹੋ ਜਾਏਗਾ। ਇੱਕ ਪਲ ਰੁਕਣ ਲੱਗਾ, ਇੱਥੋਂ ਗੱਲ ਸ਼ੁਰੂ ਕਰਾਂਗਾ। ਕਈ ਵਾਰੀ ਆਪਾਂ ਨੂੰ ਇੱਧਰ ਉੱਧਰ ਦੀਆਂ ਉਦਾਹਰਨਾਂ ਸਮਝਣੀਆਂ ਪੈਣੀਆਂ। ਇਹ ਗੱਲ ਚੇਤਾ ਰੱਖਿਓ ਵੀ ਆਮ ਕਰਕੇ ਇੱਕ ਵਿਚਾਰ ਹੁੰਦੀ ਹੈ ਵੀ ਜਿਸ ਦਾ ਰਾਜ ਹੋਵੇ ਉਹਦਾ ਧਰਮ ਫੈਲੇ। ਇਹ ਹਮੇਸ਼ਾ ਚਾਹਤ ਹੁੰਦੀ ਹੈ। ਇਸੇ ਤਰ੍ਹਾਂ ਉਸ ਵੇਲੇ ਰਾਜ ਤਾਂ ਹੁਣ ਮੁਗਲਾਂ ਦਾ ਹੈ, ਕਿਉਂਕਿ ਬਾਬਰ ਦੇ ਵੇਲੇ ਸ਼ੁਰੂ ਹੋ ਗਏ ਸੀ, ਪਰ ਮੁਸਲਮਾਨ ਸਿੱਖ ਬਣ ਰਹੇ ਨੇ। ਬਹੁਤ ਧਿਆਨ ਨਾਲ ਸੁਣਿਓ, ਰਾਜ ਮੁਗਲਾਂ ਦਾ ਹੈ। ਜੇ ਤੁਸੀਂ ਪਿਛੋਕੜ ਤੱਕ ਜਾ ਕੇ ਦੇਖੋ, ਮੇਰੇ ਕੋਲ ਸਮਾਂ ਪੂਰਾ ਹੁੰਦਾ, ਮੈਂ ਨਹੀਂ ਕਹਿੰਦਾ ਵੀ ਘੱਟ ਹੈ, ਪ੍ਰਬੰਧਕਾਂ ਨੇ ਬੜੀ ਵਧੀਆ ਵੰਡ ਕੀਤੀ ਹੋਈ ਹੈ। ਮਹਾਤਮਾ ਬੁੱਧ ਦਾ ਧਰਮ
ਬਹੁਤ ਲੰਮਾ ਸਮਾਂ ਪਹਿਲਾਂ ਸ਼ੁਰੂ ਹੋਇਆ, ਪਰ ਵਿੱਚੋਂ ਬਹੁਤ ਵੱਡਾ ਗੈਪ ਹੈ। ਜਦੋਂ ਰਾਜਾ ਅਸ਼ੋਕ ਨੇ ਉਹਨੂੰ ਅੱਗੇ ਵਧਾਇਆ, ਰਾਜੇ ਅਸ਼ੋਕ ਨੇ ਆਪਣਾ ਪੁੱਤ ਮੋਹਿੰਦ, ਉਹਦਾ ਨਾਂ ਹੈ, ਉਹਨੂੰ ਖੁਦ ਨੂੰ ਪ੍ਰਚਾਰਕ ਬਣਾਇਆ ਸੀ ਵੀ ਲੋਕਾਂ ਨੂੰ ਪਤਾ ਲੱਗੇ ਵੀ ਧਰਮ ਕਿਆ ਚੀਜ਼ ਹੁੰਦੀ ਹੈ। ਔਰ ਉਹ ਵਿਚਾਰ ਕਦੇ ਫਿਰ ਸਹੀ, ਪਰ ਉਹ ਖਿਲ ਰਿਹਾ ਫਿਰ ਬਹੁਤ। ਉਦੋਂ ਪ੍ਰਚਾਰ ਹੋਇਆ ਉਹਦਾ, ਹਾਲਾਂਕਿ ਪਹਿਲਾਂ ਪੈਦਾ ਹੋ ਗਿਆ ਸੀ। ਰਾਜ ਸੱਤਾ ਤੇ ਕੋਈ ਵੀ ਬੈਠਾ ਹੋਵੇ, ਉਹ ਚਾਹਤ ਰੱਖਦਾ ਵੀ ਮੇਰੇ ਜਿਹੜੇ ਧਰਮ ਦੀ ਬਾਤ ਹੈ ਉਹ ਖਿਲਰੇ, ਵਧੇ, ਫੁੱਲੇ, ਦੂਜੇ ਦੇ ਧਰਮਾਂ ਦੇ ਦਰਵਾਜ਼ੇ ਬੰਦ ਹੋ ਜਾਣ। ਹੁਣ ਇਸ ਵੇਲੇ ਰਾਜ ਤੇ ਮੁਗਲਾਂ ਦਾ ਹੈ, ਵਕਤ ਦਾ ਹਾਕਮ ਜਹਾਂਗੀਰ ਇਸ ਵੇਲੇ, ਪਰ ਵੱਧ ਸਿੱਖ ਰਹੇ ਨੇ, ਮੁਸਲਮਾਨ ਵੀ ਸਿੱਖ ਬਣ ਰਹੇ ਨੇ। ਇੱਕ ਪਲ ਹੋਰ ਲਵਾਂ, ਆਪਾਂ ਗੁਰੂ ਹਰਗੋਬਿੰਦ ਸਾਹਿਬ ਦੀ ਗੱਲ ਕਰਨੀ ਹੈ, ਬੰਦੀ ਛੋੜ ਦੀ ਗੱਲ ਕਰਨੀ ਹੈ, ਤਾਂ ਕਿ ਉਹਦਾ ਪਿਛੋਕੜ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਜਾਏ। ਇਹ ਵੀ ਗੱਲ ਬੜੇ ਧਿਆਨ ਨਾਲ ਸੁਣਿਓ। ਜਹਾਂਗੀਰ ਬਾਦਸ਼ਾਹ ਇੱਕ ਨੰਬਰ ਦਾ ਉਹ ਯਾਸ਼ ਬੰਦਾ ਤੇ ਸ਼ਰਾਬੀ ਬੰਦਾ ਸੀ। ਮੈਨੂੰ ਮਾਫ ਕਰਿਓ, ਕਈ ਸ਼ਬਦ ਵਰਤਣੇ ਪੈਂਦੇ ਨੇ। ਹਾਲਾਂਕਿ ਉਹਨੇ ਆਪਣੇ ਰਾਜ ਵਿੱਚ ਇੱਕ ਟੱਲ ਬੰਨਿਆ ਹੋਇਆ ਸੀ ਵੀ ਜੇ ਕਿਸੇ ਨੂੰ ਇਨਸਾਫ ਨਾ ਮਿਲੇ, ਟੱਲ ਖੜਕਾ ਦਿਓ, ਮੈਂ ਸਿੱਧਾ ਆ ਕੇ ਉਹਨੂੰ ਮਿਲਾਂਗਾ। ਪਰ ਬਹੁਤ ਵੱਡੀ ਬੇਇਨਸਾਫੀ ਹੁੰਦੀ ਸੀ ਉਹਦੇ ਰਾਜ ਵਿੱਚ। ਉਹਨੇ ਬਹੁਤ ਵੱਡਾ ਸ਼ਰਾਬੀ ਸੀ ਉਹ। ਹੁਣ ਮੁਸਲਮਾਨ ਜਿਹੜੇ ਸ਼ਰਾਬ ਨੂੰ ਪਸੰਦ ਨਹੀਂ ਕਰਦੇ, ਇਸਲਾਮ ਧਰਮ ਦੇ ਵਿੱਚ ਸ਼ਰਾਬ ਸਖਤ ਮਨਾਹੀ ਹੈ। ਹੁਣ ਉਹਨੇ ਪ੍ਰਵਾਨ ਹੋਣ ਵਾਸਤੇ, ਅਕਬਰ ਬਾਦਸ਼ਾਹ ਤੋਂ ਬਾਅਦ ਵਿੱਚ ਪ੍ਰਵਾਨ ਹੋਣ ਵਾਸਤੇ, ਕਿਉਂਕਿ ਅਕਬਰ ਬਾਦਸ਼ਾਹ ਗੱਦੀ ਜਿਹੜੀ ਹੈ ਉਹ ਆਪਣੇ ਪੋਤੇ ਨੂੰ ਖੁਸਰੋ ਨੂੰ ਦੇਣਾ ਚਾਹੁੰਦਾ ਸੀ, ਪਰ ਉਹਨੇ ਧੋਖੇ ਨਾਲ ਜਹਾਂਗੀਰ ਬਾਦਸ਼ਾਹ ਰਾਜਾ ਬਣ ਗਿਆ। ਹੁਣ ਉਹਨੇ ਲੋਕਾਂ 'ਚ ਪ੍ਰਵਾਨ ਹੋਣ ਵਾਸਤੇ ਇੱਕ ਗੱਲ ਕਰੀ ਲੋਕਾਂ ਦੇ ਨਾਲ ਵੀ ਤੁਸੀਂ ਮੈਨੂੰ ਰਾਜਾ ਪ੍ਰਵਾਨ ਕਰ ਲਓ, ਮੈਂ ਵਾਅਦਾ ਕਰਨਾ ਜਿਹੜੇ ਵੀ ਮੁਸਲਮਾਨ ਸਿੱਖ ਬਣ ਰਹੇ ਨੇ ਮੈਂ ਉਹਨਾਂ ਸਾਰਿਆਂ ਨੂੰ ਬੰਦ ਕਰਕੇ ਤੇ ਮੁੜ ਇਸਲਾਮ ਦੀ ਜਿਹੜੀ ਹੈ ਬੁਲੰਦੀ ਨੂੰ ਉਸੇ ਤਰ੍ਹਾਂ ਬਰਕਰਾਰ ਕਰ ਦਿਆਂਗਾ। ਇਸ ਲਈ ਹੁਣ ਬੜੀ ਵੱਡੀ ਇੱਕ ਡਿਊਟੀ ਸੀ, ਉਸ ਵੇਲੇ ਲੋਕਾਂ ਦੀ ਹਮਾਇਤ ਸੀ ਤੇ ਜਹਾਂਗੀਰ ਦਾ ਫਰਜ਼ ਬਣਦਾ ਸੀ ਵੀ ਜਿੱਥੇ ਜਿੱਥੇ ਮੁਸਲਮਾਨ ਬਣ ਰਹੇ ਨੇ ਉਹ ਦਰਵਾਜ਼ੇ ਬੰਦ ਕਰਦੇ ਆ। ਉਹਨਾਂ ਦਰਵਾਜ਼ਿਆਂ 'ਚੋਂ ਇੱਕ ਦਰਵਾਜ਼ਾ ਸੀ ਗੁਰੂ ਘਰ ਦਾ। ਸ਼ਾਇਦ ਕੁਝ ਨਾਂ ਤੇ ਤੁਹਾਨੂੰ ਵੈਸੇ ਹੀ ਯਾਦ ਹੋਣਗੇ, ਉਹਨਾਂ ਵਿੱਚੋਂ ਪ੍ਰਮੁੱਖ ਨਾਂ ਹੈ ਸਾਈਂ ਮੀਆਂ ਮੀਰ ਦਾ। ਸਾਈਂ ਮੀਆਂ ਮੀਰ ਵਰਗਿਆਂ ਦਾ ਸਿੱਖ ਬਣਨਾ ਉਸ ਵਕਤ ਦੇ ਰਾਜੇ ਨੂੰ ਕਿਵੇਂ ਭਾ ਸਕਦਾ ਸੀ? ਉਹਨਾਂ ਨੇ ਫਿਰ ਵਿਚਾਰ ਕੀਤੀ। ਗੁਰੂ ਅਰਜਨ ਪਾਤਸ਼ਾਹ ਜੀ ਮਹਾਰਾਜ ਦੀ ਸ਼ਹਾਦਤ ਹੋ ਗਈ। ਮਨ ਵਿੱਚ ਵਿਚਾਰ ਸੀ ਵੀ ਇਹ ਦਰਵਾਜ਼ਾ ਬੰਦ ਹੋ ਜਾਏਗਾ, ਪਰ ਦਰਵਾਜ਼ਾ ਬੰਦ ਹੋਣ ਦੀ ਬਜਾਏ ਉਲਟਾ ਅਸਰ ਹੋ ਗਿਆ। ਦਰਬਾਰ ਸਾਹਿਬ ਦੇ ਸਾਹਮਣੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇੱਕ ਦਰਵਾਜ਼ਾ ਹੋਰ ਖੋਲ੍ਹ ਦਿੱਤਾ, ਅਕਾਲ ਤਖਤ ਬਣ ਗਿਆ। ਇੱਕ ਗੱਲ ਹੋਰ ਬੇਨਤੀ ਕਰਾਂ, ਜਿਵੇਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ, ਇਹ ਪਹਿਲੀ ਸ਼ਹਾਦਤ ਹੈ, ਇਸ ਤੋਂ ਪਹਿਲਾਂ ਕੋਈ ਸ਼ਹਾਦਤ ਨਹੀਂ ਹੋਈ, ਇਹ ਪਹਿਲੀ ਸ਼ਹਾਦਤ ਹੈ। ਜਿਵੇਂ ਦੀ ਸ਼ਹਾਦਤ ਹੋਈ ਸੀ ਉਹਨੂੰ ਲੱਗਿਆ ਸੀ ਭਈ ਪੌਣੇ 11 ਸਾਲ ਦੀ ਉਮਰ ਹੈ ਗੁਰੂ ਹਰਗੋਬਿੰਦ ਸਾਹਿਬ ਦੀ, 11 ਸਾਲ ਦੀ ਪੂਰੀ ਵੀ ਨਹੀਂ ਹੈ। ਉਹ ਆਪਣੇ ਪਿਤਾ ਦੇ ਬਾਰੇ ਵਿੱਚ ਏਡੀਆਂ ਦੁਖਦਾਈ ਖਬਰਾਂ ਸੁਣੇਗਾ ਤੇ ਉਹ ਤੋਂ ਉੱਚਾ ਸਾਹ ਨਹੀਂ ਲੈ ਪਾਏਗਾ। ਪੌਣੇ 11 ਸਾਲ ਦਾ ਬੱਚਾ ਹੈ, ਜਿਹੜੇ ਪਹਿਲੇ ਗੁਰੂ ਨੂੰ ਸਾਰੇ ਮਚੋਰ ਨੇ, ਏਡੀ ਛੋਟੀ ਉਮਰ ਦਾ ਗੁਰੂ ਪਹਿਲੀ ਵਾਰੀ ਬੈਠਣ ਲੱਗਾ ਹੈ। ਤੇ ਇਸ ਲਈ ਉਹਨਾਂ ਦੇ ਮਨ ਵਿੱਚ ਵਿਚਾਰ ਹੈ ਵੀ ਇਹ ਤੇ ਗੱਲ ਸੁਣ ਨਹੀਂ ਪਾਏਗਾ, ਦਬ ਜਾਏਗਾ। ਪਰ ਹੋ ਗਿਆ ਉਲਟ। ਉਹ ਜਦੋਂ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਉਦੋਂ ਢਾਡੀਆਂ ਨੇ ਵਾਰ ਗਾਈ, ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਕ ਵਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਟਾਂ ਕਰੇ ਤਕੀਰ ਜੀ, ਪੱਗ ਤੇਰੀ ਕੀ ਜਹਾਂਗੀਰ ਦੀ। ਕਹਿਣ ਲੱਗੇ ਤਖਤ ਤੇ ਤੁਸੀਂ ਵੀ ਬੈਠੇ ਹੋ ਪਰ ਤੁਹਾਨੂੰ ਪੱਗ ਸਨਮਾਨ ਨਾਲ ਮਿਲੀ ਹੈ, ਜਹਾਂਗੀਰ ਨੇ ਧੋਖੇ ਨਾਲ ਪੱਗ ਲਈ ਹੈ। ਹੁਣ ਇਹ ਗੱਲਾਂ ਉਹਦੇ ਸੀਨੇ ਰੜਕਦੀਆਂ ਨੇ। ਦੂਜੀ ਗੱਲ, ਜਿਹੜੇ ਉਸ ਵਕਤ ਦੇ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਵੇਲੇ ਦੋਸ਼ੀ ਨੇ, ਜਿਵੇਂ ਚੰਦੂ ਵਰਗੇ ਨੇ, ਉਹਨਾਂ ਦੇ ਮਨਾਂ ਵਿੱਚ ਵੀ ਇੱਕ ਤੌਖਲਾ ਪੈਦਾ ਹੋ ਗਿਆ ਵੀ ਜੇ ਇਹ ਘਰ ਇਵੇਂ ਵੱਧਦਾ ਰਿਹਾ ਤਾਂ ਸਾਡੇ ਗਲ ਤੱਕ ਗੁਰੂ ਹਰਗੋਬਿੰਦ ਸਾਹਿਬ ਦੇ ਹੱਥ ਪਹੁੰਚਣੇ ਕੋਈ ਬਹੁਤੀ ਦੂਰ ਨਹੀਂ। ਹੁਣ ਇਸ ਤਾਕਤ ਨੂੰ ਵੀ ਖਤਮ ਕਰਨ ਵਾਸਤੇ ਇੱਕ ਵਿਚਾਰ ਬਣਾਈ ਗਈ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਦਿੱਲੀ ਬੁਲਾਇਆ ਗਿਆ। ਦਿੱਲੀ ਬੁਲਾ ਕੇ ਤੇ ਧੋਖੇ ਨਾਲ ਆਪਾਂ ਕਹਿ ਸਕਨੇ ਹਾਂ
ਉਹਨਾਂ ਨੂੰ ਗਵਾਲੀਅਰ ਦੇ ਕਿਲੇ ਵਿੱਚ ਬੰਦ ਕਰ ਦਿੱਤਾ ਗਿਆ। ਵਿਦਵਾਨਾਂ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਉਸ ਗਵਾਲੀਅਰ ਦੇ ਕੈਦ ਵਿੱਚ ਰਹਿਣ ਦੇ ਸਮੇਂ ਨੂੰ ਬਿਆਨ ਕੀਤਾ ਹੈ। ਪਰ ਜੇ ਤੁਸੀਂ ਵਕਤ ਨੂੰ ਮੱਦੇਨਜ਼ਰ ਰੱਖ ਕੇ ਦੇਖੋ ਤਾਂ ਉਹ ਸਾਰੇ ਬਹੁਤੇ ਝੂਠੇ ਸਾਬਤ ਹੁੰਦੇ ਨੇ। ਮੈਂ ਝੂਠੇ ਸ਼ਬਦ ਵਰਤ ਰਿਹਾ, ਪਰ ਇਤਿਹਾਸਕਾਰਾਂ ਲਈ ਝੂਠੇ ਨਹੀਂ ਹੁੰਦਾ, ਕਿਉਂਕਿ ਉਸ ਵੇਲੇ ਜਿੰਨੀ ਕੁ ਖੋਜ ਸੀ ਉਹਨਾਂ ਨੇ ਉਨੀ ਕੁ ਲਿਖੀ ਹੈ। ਅੱਜ ਜਿੰਨੀ ਕੁ ਖੋਜ ਅੱਗੇ ਗਈ ਤੇ ਉਹ ਅਗਾਂਹ ਸੋਚ ਚਲੀ ਗਈ ਹੈ। ਹੁਣ ਇਹਦਾ ਉਹ ਵਧੇਰੇ ਟਾਈਮ ਕਿਉਂ ਨਹੀਂ ਹੋ ਸਕਦਾ? ਕਿਉਂਕਿ ਬੀਬੀ ਬੀਰੋ ਦਾ ਜਨਮ ਹੁੰਦਾ ਹੈ। ਬੀਬੀ ਬੀਰੋ ਸਭ ਤੋਂ ਵੱਡੀ ਹੈ। ਉਸ ਤੋਂ ਬਾਅਦ ਵਿੱਚ ਬਾਬਾ ਗੁਰਦਿੱਤਾ ਜੀ ਦਾ ਜਨਮ ਹੁੰਦਾ ਹੈ। ਜੇ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਨੇ ਤੇ ਪਿੱਛੋਂ ਔਲਾਦ ਦਾ ਪੈਦਾ ਹੋਣਾ ਇਹ ਅਸੰਭਵ ਜਿਹੀ ਬਾਤ ਹੈ, ਜਿਹਦੇ ਕਾਰਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਮਾਂ ਜਿਹੜਾ ਉਹ ਕਰੀਬ 2 ਸਾਲਾਂ ਦੇ ਨੇੜੇ ਗਵਾਲੀਅਰ ਦੇ ਕਿਲੇ ਦਾ ਬਣਦਾ ਹੈ। 1609 ਵਿੱਚ ਅਕਾਲ ਤਖਤ ਸਾਹਿਬ ਬਣਿਆ ਸੀ। 1606 ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ। ਗੁਰੂ ਹਰਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਗਵਾਲੀਅਰ ਦੇ ਕਿਲੇ 'ਚ ਕੈਦ ਨੇ। ਹੁਣ ਗੁਰਮਤਿ ਦੀ ਇੱਕ ਵੱਖਰੀ ਰਹਿਣੀ ਸਹਿਣੀ ਹੈ। ਸਤਿਗੁਰੂ ਜੀ ਨੇ ਉੱਥੇ ਵੀ ਗੁਰਮਤਿ ਦੀ ਗੱਲ ਕਰਨੀ ਤੇ ਦੁੱਖ ਨੂੰ ਦਾਰੂ ਸਮਝਣਾ ਅਤੇ ਔਖੇ ਵੇਲੇ ਰੱਬੀ ਸਹਾਰੇ ਤੇ ਜਿਉਣਾ, ਇਹ ਬਚਨ ਉਹਨਾਂ ਰਾਜੇ ਮਹਾਰਾਜਿਆਂ ਨੂੰ ਸਾਰਿਆਂ ਨੂੰ ਸਮਝਾਏ। ਇੱਕ ਪਲ ਮੈਂ ਰੁਕਣ ਲੱਗਾ। ਤੁਹਾਡੇ 'ਚੋਂ ਸ਼ਾਇਦ ਹੀ ਕੋਈ ਮੇਰੇ ਖਿਆਲ ਗਵਾਲੀਅਰ ਗਿਆ ਹੋਵੇ। ਗਵਾਲੀਅਰ ਦਾ ਕਿਲਾ ਸੀ ਨਾ ਜਿਹੜਾ, ਉਹ ਇਸ ਢੰਗ ਦਾ ਆਪਾਂ ਨੂੰ ਇੱਥੇ ਬੈਠਿਆਂ ਸਮਝਣਾ ਬੜਾ ਸੌਖਾ ਹੋ ਜਾਏਗਾ। ਜਿਵੇਂ ਇਹ ਪਿੱਲਰ ਲੱਗੇ ਨੇ, ਪਿੱਲਰ ਦੇ ਪਿਛਲੇ ਪਾਸੇ ਉਹਨਾਂ ਦੀ ਰਿਹਾਇਸ਼ ਹੈ। ਇੰਨੀ ਕੋਈ ਗੈਲਰੀ ਆ, ਕੋਈ ਜ਼ਿਆਦਾ ਵੱਡੀ ਨਹੀਂ। ਜਿਹੜਾ ਵਿੱਚ ਦਰਬਾਰ ਹੈ ਆਪਣਾ, ਇਹ ਤਲਾਬ ਹੈ। ਇਹ ਤਲਾਬ ਹੈ, ਆ ਉਹਨਾਂ ਦੀ ਰਿਹਾਇਸ਼ ਹੈ। ਬਸ ਸਿਰਫ ਛੱਤ ਹੈ ਤੇ ਪਿੱਲਰ ਨੇ। ਇੱਕ ਇੱਕ ਪਿੱਲਰ ਨਾਲ ਇੱਕ ਇੱਕ ਰਾਜਾ ਬੰਨਿਆ ਹੋਇਆ। ਤੁਸੀਂ ਅੱਜ ਵੀ ਜਾ ਕੇ ਦੇਖੋ, ਮੇਰੀ ਬਾਂਹ ਤੋਂ ਮੋਟੇ ਸੰਗਲ ਨੇ। ਉਹ ਸੰਗਲ ਰਾਜਿਆਂ ਦੇ ਲੱਤਾਂ 'ਚ ਪਾਏ ਹੋਏ ਨੇ। ਗਰਮੀ ਸਰਦੀ ਤੋਂ ਬਚਣ ਲਈ ਉਹ ਪਿੱਛੇ ਗੈਲਰੀ ਚਲੇ ਜਾਂਦੇ ਨੇ। ਸੰਗਲ ਇਵੇਂ ਹੀ ਬੰਨਿਆ ਰਹਿੰਦਾ ਦਿਨ ਰਾਤ। ਜਦੋਂ ਕੋਈ ਉਹਨਾਂ ਨੇ ਆਪਣੀ ਲੋੜ ਪੂਰੀ ਕਰਨੀ ਹੁੰਦੀ ਹੈ ਪਾਣੀ ਵਾਲੀ, ਤਾਂ ਉਹਨਾਂ ਨੂੰ ਇੱਥੇ ਤਲਾਬ ਦੇ ਵਿੱਚੋਂ ਹੀ ਇਸ਼ਨਾਨ ਕਰਦੇ ਨੇ। ਉਹੀ ਬਹੁਤੀ ਵਾਰੀ ਪਾਣੀ ਪੀਂਦੇ ਨੇ। ਜ਼ਿੰਦਗੀ ਨਰਕ ਬਣੀ ਹੋਈ ਹੈ। ਕਈਆਂ ਦੇ ਸੋਜਾ ਆ ਕੇ ਲੱਤਾਂ ਨੂੰ ਸੰਗਲ ਵਿੱਚ ਗੜ ਜਾਂਦਾ, ਸੰਗਲ ਵਿੱਚ ਚਲਾ ਜਾਂਦਾ, ਲੱਤ ਸੁੱਜ ਗਈ ਤੇ ਉੱਥੇ ਕੀੜੇ ਪੈ ਜਾਂਦੇ ਸਨ ਤੇ ਕੋਈ ਇਲਾਜ ਨਹੀਂ ਸੀ ਕਰਦਾ। ਕਿਉਂਕਿ ਗਵਾਲੀਅਰ ਦਾ ਕਿਲਾ ਉਹ ਕਿਲਾ ਹੈ ਜਿਹਦੇ ਵਿੱਚ ਕੋਈ ਆਇਆ ਹੋਇਆ ਕੈਦੀ ਆਉਂਦਾ ਆਪਣੇ ਪੈਰਾਂ ਤੇ ਹੈ, ਜਾਂਦਾ ਹੋਇਆ ਅਰਥੀ ਤੇ ਹੈ। ਉਹ ਕਦੇ ਮੁੜ ਕੇ ਅੱਜ ਤੱਕ ਦੀ ਜ਼ਿੰਦਗੀ 'ਚ ਉੱਥੋਂ ਕੋਈ ਜਿਉਂਦਾ ਨਹੀਂ ਸੀ ਨਿਕਲਿਆ। ਉਹ ਮੈਨੂੰ ਦੇਖਣ ਦਾ ਮੌਕਾ ਮਿਲਿਆ, ਕਥਾ ਕਰਨ ਦਾ ਮੌਕਾ ਮਿਲਿਆ। ਹੁਣ ਉਹ ਰਾਜੇ ਨੇ ਜਿਹੜੇ ਇਵੇਂ ਬੰਨੇ ਹੋਏ ਨੇ। ਗੁਰੂ ਸਾਹਿਬ ਦੀ ਰਿਹਾਇਸ਼ ਵੱਖਰੀ ਹੈ। ਗੁਰੂ ਸਾਹਿਬ ਜੀ ਆਉਂਦੇ ਨੇ, ਵਿਚਰਦੇ ਨੇ। ਸਿਆਸੀ ਕੈਦੀ ਨੇ, ਕੋਈ ਅਪਰਾਧ ਨਹੀਂ ਕੀਤਾ ਹੋਇਆ, ਤੇ ਉਹਦੇ ਕਰਕੇ ਜਦੋਂ ਵਿਚਰਦਿਆਂ ਰਾਜਿਆਂ ਨਾਲ ਗੱਲਬਾਤ ਹੋਈ, ਸਤਿਗੁਰੂ ਜੀ ਫਿਰ ਉੱਥੇ ਬੈਠ ਕੇ ਉਹਨਾਂ ਨਾਲ ਵਿਚਾਰਾਂ ਸਾਂਝੀਆਂ ਕਰਦੇ ਨੇ, ਗੁਰਮਤਿ ਦੀਆਂ ਗੱਲਾਂ ਸਮਝਾਉਂਦੇ ਨੇ। ਉਹਨਾਂ ਦਾ ਖਾਣਾ ਰਹਿਣਾ ਸਾਰਾ ਕੁਝ ਬਦਲ ਦਿੱਤਾ। ਗੁਰੂ ਘਰ ਵੱਲੋਂ ਚੱਲਦੇ ਲੰਗਰਾਂ 'ਚ ਉਹਨਾਂ ਨੂੰ ਪ੍ਰਸ਼ਾਦਾ ਮਿਲਣ ਲੱਗ ਪਿਆ। ਜਿਹੜੇ ਨਿੱਤ ਦਿਹਾੜੇ ਆਪਣੀ ਮੌਤ ਉਡੀਕਦੇ ਸਨ, ਉਹ ਜ਼ਿੰਦਗੀ ਜਿਉਣ ਲੱਗ ਪਏ। ਉਹਨਾਂ ਨੂੰ ਜ਼ਿੰਦਗੀ ਦਾ ਪਤਾ ਲੱਗ ਗਿਆ। ਹੁਣ ਦੂਜੇ ਪਾਸੇ ਮੈਨੂੰ ਫਿਰ ਰੁਕਣਾ ਪੈਣਾ। ਮੈਂ ਦੂਜਾ ਪੱਖ ਸਾਂਝਾ ਕਰਕੇ ਫਿਰ ਇੱਥੇ ਆਉਣਾ। ਬਹੁਤ ਧਿਆਨ ਨਾਲ ਸੁਣਿਓ। ਜਿਹੜੀ ਨੂਰ ਜਹਾਂ ਹੈ ਨਾ, ਇਹ ਅਸਲ ਵਿੱਚ ਵਿਆਹੀ ਹੋਈ ਸੀ। ਇਹ ਕਸ਼ਮੀਰ ਦੇ ਇਲਾਕੇ 'ਚ ਇਹ ਵਿਆਹੀ ਹੋਈ ਹੈ, ਯਾਦ ਰੱਖਿਓ ਜੀ। ਗਿਆਸੁਦੀਨ ਨੂੰ, ਇਸ ਜਹਾਂਗੀਰ ਨੂੰ ਇਹ ਪਸੰਦ ਸੀ। ਮੈਨੂੰ ਮਾਫ ਕਰਿਓ, ਕੁਝ ਸ਼ਬਦ ਇਹੋ ਜਿਹੇ ਹਿਸਟਰੀ ਦੇ ਕਹਿਣੇ ਪੈਣੇ ਨੇ। ਇਹਨੇ ਇਹਦੇ ਪਤੀ ਨੂੰ ਮਰਵਾ ਕੇ ਤੇ ਨੂਰ ਜਹਾਂ ਨੂੰ ਵਾਪਸ ਬੁਲਾ ਕੇ ਨਿਕਾਹ ਕਰਕੇ ਆਪਣੇ ਘਰ ਰੱਖ ਲਿਆ। ਨੂਰ ਜਹਾਂ ਪਹਿਲਾਂ ਵਿਆਹੀ ਹੋਈ ਹੈ। ਹੁਣ ਇਹ ਨੂਰ ਜਹਾਂ ਦੇ ਪ੍ਰਭਾਵ ਥੱਲੇ ਹੈ। ਜਹਾਂਗੀਰ ਨੂਰ ਜਹਾਂ ਦੇ ਪ੍ਰਭਾਵ ਥੱਲੇ ਬਹੁਤ ਹੈ। ਨੂਰ ਜਹਾਂ ਜਿਹੜੀ ਉਹ ਸਾਈਂ ਮੀਆਂ ਮੀਰ ਦੇ ਪ੍ਰਭਾਵ ਥੱਲੇ ਹੈ।
ਜਹਾਂਗੀਰ ਬਹੁਤ ਸ਼ਰਾਬ ਪੀਂਦਾ ਹੈ। ਜਦੋਂ ਗਵਾਲੀਅਰ ਦੇ ਕਿਲੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਕੈਦ ਨੇ, ਉਸ ਵੇਲੇ ਗੁਰੂ ਘਰ ਦੇ ਵੱਲੋਂ ਸੁਨੇਹਾ ਗਿਆ, ਸ਼ਾਹੀ ਮੀਆਂ ਮੀਰ ਨੇ ਵਿੱਚ ਦਖਲ ਅੰਦਾਜ਼ੀ ਕੀਤੀ। ਜਹਾਂਗੀਰ ਬਾਦਸ਼ਾਹ ਨੂੰ ਸਮਝਾਇਆ। ਉਹ ਇਸ ਕਾਰਨਾਮੇ ਤੋਂ ਡਰਨ ਵੀ ਬਹੁਤ ਲੱਗ ਪਿਆ ਸੀ, ਬਹੁਤ ਡਰਦਾ ਸੀ। ਸ਼ਾਹੀ ਮੀਆਂ ਮੀਰ ਨੇ ਉਹਨੂੰ ਸਮਝਾਇਆ ਵੀ ਕਮਲਿਆ, ਪਾਪ ਤੇ ਪਾਪ ਕਰਨਾ, ਬੁਰੇ ਕੰਮ ਤੋਂ ਬੁਰੇ ਕੰਮ ਕਰਨਾ। ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਹੋਈ ਹੈ ਤੇ ਉਸ ਤੋਂ ਬਾਅਦ ਤੂੰ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ। ਇਹ ਜਿਹੜੇ ਬੰਦੇ ਬੋਲਦੇ ਨੇ, ਤੈਨੂੰ ਦੱਸਦੇ ਨੇ, ਸਭ ਝੂਠ ਬੋਲਦੇ ਨੇ। ਜਹਾਂਗੀਰ ਬਾਦਸ਼ਾਹ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਇਹਦੇ ਦਰਮਿਆਨ ਲੋਕਾਂ ਨੇ ਬੜਾ ਜ਼ੋਰ ਲਾਇਆ ਸੀ ਵੀ ਗੁਰੂ ਹਰਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲੇ ਵਿੱਚ ਖਤਮ ਕਰ ਦਿਆਂਗੇ, ਕਿਉਂਕਿ ਉਹ ਕਿਲਾ ਹੀ ਇਹੋ ਜਿਹਾ ਸੀ ਵੀ ਜਿਹਦੇ ਵਿੱਚੋਂ ਜਾਂਦਾ ਕੈਦੀ ਆਪਣੇ ਪੈਰਾਂ ਤੇ, ਆਉਂਦਾ 4 ਬੰਦਿਆਂ ਦੇ ਕੰਧਿਆਂ ਤੇ। ਪਤਾ ਸੀ ਵੀ ਇੱਥੋਂ ਨਹੀਂ ਨਿਕਲ ਸਕਣਾ, ਪਰ ਹੋ ਗਿਆ ਉਲਟ। ਹੁਣ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਾਰੇ ਵਿੱਚ ਜਹਾਂਗੀਰ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਉਹਨੇ ਮਨ ਵਿੱਚ ਵਿਚਾਰ ਬਣਾਈ ਵੀ ਮੈਂ ਇਹਨੂੰ ਛੱਡ ਦਿੰਦਾ। ਸੁਨੇਹਾ ਚਲਾ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਕਰ ਦਿਓ। ਉਸ ਵੇਲੇ ਦਾ ਜਿਹੜਾ ਜੇਲਰ ਹੈ ਉਹਨੂੰ ਦਰੋਗਾ ਕਹਿੰਦੇ ਨੇ, ਉਸ ਦਾ ਨਾਂ ਹੈ ਭਾਈ ਹਰਦਾਸ। ਬੜੇ ਧਿਆਨ ਨਾਲ ਸੁਣਿਓ। ਹੁਣ ਜਦੋਂ ਉਹਦੇ ਕੋਲ ਸੁਨੇਹਾ ਗਿਆ ਵੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਰਿਹਾ ਕਰ ਦਿਓ, ਹੁਣ ਇਹਨਾਂ ਰਾਜਿਆਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ, ਜਦੋਂ ਬੰਦਾ ਦੁੱਖਾਂ ਦਾ ਆਦੀ ਹੋ ਜਾਏ ਨਾ, ਫਿਰ ਉਹ ਕਿਵੇਂ ਨਾ ਕਿਵੇਂ ਜ਼ਿੰਦਗੀ ਦੇ ਦਿਨ ਗਿਣ ਕੇ ਮੌਤ ਦੇ ਰਾਹੇ ਤੁਰ ਜਾਂਦਾ ਹੈ। ਪਰ ਜਦੋਂ ਕਿਸੇ ਦੁੱਖਾਂ ਦੀ ਭੱਠੀ ਵਿੱਚ ਪਏ ਬੰਦੇ ਨੂੰ ਕੋਈ ਸੁੱਖਾਂ ਦੀ ਬਾਤ ਸਮਝਾ ਦੇਵੇ, ਮੁੜ ਦੁੱਖ ਭੋਗਣੇ ਔਖੇ ਹੋ ਜਾਂਦੇ ਨੇ। ਜੇ ਤੁਸੀਂ ਸਾਨੂੰ ਅੱਜ ਛੱਡ ਗਏ, ਸਾਨੂੰ ਪਹਿਲਾਂ ਵਾਲਾ ਪ੍ਰਸ਼ਾਦਾ ਮਿਲਣਾ ਹੈ, ਸਾਨੂੰ ਪਹਿਲਾਂ ਵਾਲੀ ਜ਼ਿੰਦਗੀ ਮਿਲਣੀ ਹੈ, ਸਾਡੇ ਪਹਿਲਾਂ ਵਾਂਗੂ ਕੀੜੇ ਪੈ ਜਾਣੇ ਨੇ, ਸਾਡੀ ਕਿਸੇ ਬੱਤਰ ਨਹੀਂ ਪੁੱਛਣੀ। ਹੈ ਤਾਂ ਅਸੀਂ ਰਾਜੇ ਮਹਾਰਾਜੇ, ਪਰ ਸਿਆਸੀ ਕਾਰਨਾਂ ਕਰਕੇ ਇਸ ਵੇਲੇ ਨਰਕ ਭੋਗ ਰਹੇ ਹਾਂ। ਤੁਸੀਂ ਸਾਡੀ ਬਾਂਹ ਛੱਡ ਕੇ ਨਾ ਜਾਇਓ। ਅਸੀਂ ਸੁਣਿਆ ਗੁਰੂ ਘਰ ਨਿਮਾਣਿਆਂ ਦਾ ਮਾਣ ਹੁੰਦਾ ਹੈ, ਨਿਤਾਣਿਆਂ ਦਾ ਤਾਣ ਹੁੰਦਾ ਹੈ। ਸਤਿਗੁਰੂ ਜੀ ਨੇ ਉਹ ਰਿਹਾਈ ਦੇ ਹੁਕਮ ਵਾਪਸ ਕਰ ਦਿੱਤੇ। ਕਹਿਣ ਲੱਗੇ ਮੈਂ ਜਾਣਾ ਨਹੀਂ। ਗੱਲ ਚੱਲੀ ਵੀ ਕਿਉਂ ਨਹੀਂ ਜਾਣਾ। ਕਹਿਣ ਲੱਗੇ ਮੇਰੇ ਵਰਗੇ ਹੀ ਸਿਆਸੀ ਕੈਦੀ ਇੱਥੇ ਤੁਸੀਂ ਹੋਰ ਪਕੜ ਕੇ ਰੱਖੇ ਹੋਏ ਨੇ ਤੇ ਉਹਨਾਂ ਨੂੰ ਵੀ ਰਿਹਾ ਕਰਨਾ ਪੈਣਾ। ਯਾਦ ਰੱਖਿਓ, ਸਿਆਸਤ ਦਾ ਇੱਕ ਅਰਥ ਹੈ। ਸਿਆਸਤ 2 ਸ਼ਬਦਾਂ ਦਾ ਮੇਲ ਹੈ। ਸਿਆਸ ਪਲੱਸ ਸੱਤ, ਇਹ 2 ਸ਼ਬਦਾਂ ਦਾ ਮੇਲ ਹੈ। ਸਿਆਸ ਪਲੱਸ ਸੱਤ। ਸਿਆਸ ਦਾ ਅਰਥ ਹੁੰਦਾ ਕਾਲਾ, ਸੱਤ ਦਾ ਅਰਥ ਹੁੰਦਾ ਸੱਚ। ਰਾਜਨੀਤਿਕ ਬੰਦਾ ਹਮੇਸ਼ਾ ਕਾਲਾ ਸੱਚ ਬੋਲਦਾ ਹੈ। ਉਹ ਅਸਲੀ ਸੱਚ ਨਹੀਂ ਹੁੰਦਾ ਜੋ ਕਹਿ ਰਿਹਾ ਹੁੰਦਾ, ਉਹਦੇ ਪਿੱਛੇ ਇੱਕ ਬੈਕ ਸਟੋਰੀ ਹੋਰ ਹੁੰਦੀ ਹੈ। ਉਹ ਆਪਣੇ ਵਾਸਤੇ ਕੋਈ ਨਾ ਕੋਈ ਰਸਤਾ ਕੱਢ ਲੈਂਦਾ ਹੈ। ਉਹਨੇ ਆਖਿਆ ਵੀ ਕੋਈ ਗੱਲ ਨਹੀਂ, ਜੇ ਤੁਸੀਂ ਨਾਲ ਦੇ ਕੈਦੀ ਛਡਵਾਉਣੇ ਚਾਹੁੰਦੇ ਹੋ, ਮੁਬਾਰਕ, ਮੈਂ ਛੱਡ ਦਿਆਂਗਾ। ਜਿਹੜੇ ਤੁਹਾਡਾ ਪੱਲਾ ਪਕੜ ਕੇ ਚਲੇ ਜਾਣਗੇ, ਮੈਂ ਉਹਨਾਂ ਨੂੰ ਰਿਹਾ ਕਰ ਦਿਆਂਗਾ। ਉਹਦੇ ਮਨ ਵਿੱਚ ਹੈ ਵੀ ਗੁਰੂ ਸਾਹਿਬ ਗਲ 'ਚ ਪੱਲਾ ਪਾਉਂਦੇ ਨੇ ਤੇ 2 ਬੰਦੇ ਚਲੇ ਵੀ ਜਾਣਗੇ ਤੇ ਕੋਈ ਵੱਡਾ ਫਰਕ ਨਹੀਂ ਪੈਣ ਲੱਗਾ। ਕਹਿਣ ਲੱਗੇ ਬਈ ਜਹਾਂਗੀਰ ਤੂੰ ਆਪਣੀ ਗੱਲ ਤੇ ਰਵੀਂ। ਕਹਿਣ ਲੱਗੇ ਬਿਲਕੁਲ ਮੈਂ ਆਪਣੀ ਗੱਲ ਤੇ ਰਵਾਂਗਾ। ਕਹਿਣ ਲੱਗੇ ਠੀਕ ਹੈ। ਗੁਰੂ ਜੀ ਨੇ ਪ੍ਰਮੁੱਖ ਕੈਦੀਆਂ ਨੂੰ ਚੁਣਿਆ। ਵੈਸੇ ਮੈਂ ਤੁਹਾਡੇ ਗਿਆਤ ਲਈ ਦੱਸ ਦਿਆਂ, 103 ਕੈਦੀ ਛੁਡਵਾਇਆ ਸੀ, ਪਰ ਖੈਰ 52 ਮਸ਼ਹੂਰ ਨੇ। ਗੁਰੂ ਜੀ ਦੀ ਗੱਲ ਹੋਈ ਵੀ ਤੁਸੀਂ ਜਿਹੜਾ ਪੱਲਾ ਪਕੜ ਕੇ ਚਲਾ ਜਾਏਗਾ ਤੇ ਅਸੀਂ ਉਹਨੂੰ ਰਿਹਾ ਕਰ ਦਿਆਂਗੇ। ਕਹਿਣ ਲੱਗੇ ਠੀਕ ਹੈ। ਸਤਿਗੁਰਾਂ ਨੇ ਇੱਕ ਚੋਲਾ ਹੀ ਇਹੋ ਜਿਹਾ ਸਵਾਇਆ, ਉਹਦੀਆਂ 26 ਕਲੀਆਂ ਇੱਕ ਪਾਸੇ ਨੇ, 26 ਕਲੀਆਂ ਇੱਕ ਪਾਸੇ ਨੇ। ਤੁਹਾਡੇ ਤੋਂ ਕਿਸੇ ਨੇ ਚੋਲੇ ਦੇ ਦਰਸ਼ਨ ਕੀਤੇ ਨੇ? ਤੁਹਾਨੂੰ ਵਕਤ ਮਿਲਿਆ ਕਦੇ
ਲੁਧਿਆਣੇ ਦੇ ਲਾਗੇ ਸ਼ਹਿਰ ਹੈ ਸਮਰਾਲਾ। ਸਮਰਾਲੇ ਦੇ ਲਾਗੇ ਇੱਕ ਕੁੜਾਣੀ ਕਲਾਂ ਹੈ। ਕੁੜਾਣੀ ਕਲਾਂ 'ਚੋਂ ਅੱਜ ਵੀ ਚੋਲਾ ਪਿਆ ਹੋਇਆ, ਤੁਸੀਂ ਦਰਸ਼ਨ ਕਰਕੇ ਆ ਸਕਦੇ ਹੋ। ਬੜੀ ਵੱਡੀ ਬਦਕਿਸਮਤੀ ਹੈ ਕੌਮ ਦੀ ਸਾਡੀ ਦੀ, ਅਸੀਂ ਆਪਣੇ ਵਿਰਸੇ ਦੇ ਪ੍ਰਤੀ ਸੁਚੇਤ ਨਹੀਂ ਹੈ। ਉਹ ਅੱਜ ਵੀ ਉਵੇਂ ਦਾ 52 ਕਲੀਆਂ ਵਾਲਾ ਚੋਲਾ ਪਿਆ ਹੈ, ਤੁਸੀਂ ਦੇਖ ਸਕਦੇ ਹੋ। ਇਹ ਪ੍ਰੂਫ ਨੇ ਸਾਡੇ ਕੋਲ, ਕੱਲ ਮਿਟਾ ਦੇਣੇ ਨੇ ਸਰਕਾਰਾਂ ਨੇ। ਉਹ ਚੋਲਾ ਪਾ ਕੇ ਸਤਿਗੁਰੂ ਜੀ ਨੇ ਹੁਣ 26 ਰਾਜੇ ਇੱਕ ਪਾਸੇ ਨੇ, 26 ਇੱਕ ਪਾਸੇ ਨੇ। ਸਤਿਗੁਰੂ ਜੀ ਜਦੋਂ ਉਹਨਾਂ ਰਾਜਿਆਂ ਨੂੰ ਲੈ ਕੇ ਨਿਕਲਣ ਲੱਗੇ ਤਾਂ ਉਸ ਵੇਲੇ ਦਾ ਭਾਈ ਹਰਦਾਸ ਦਰੋਗਾ ਉਹ ਰੋ ਪਿਆ। ਸਾਹਿਬ ਕਹਿਣ ਲੱਗੇ ਵੀ ਭਾਈ ਹਰਦਾਸ ਤੂੰ ਕਿੰਨੀਆਂ ਅਰਦਾਸਾਂ ਜੋਤਨੀਆਂ ਕਰਦਾ ਸੀ ਵੀ ਮੇਰੀ ਰਿਹਾਈ ਹੋ ਜਾਏ ਇੱਥੋਂ, ਤੇ ਜੇ ਅੱਜ ਰਿਹਾਈ ਹੋਈ ਹੈ ਤੇ ਤੂੰ ਰੋ ਰਿਹਾ ਹੈ, ਵਿਛੋੜੇ ਦੇ ਕਾਰਨ ਰੋ ਰਿਹਾ ਹੈ। ਹਰਦਾਸ ਨੇ ਅੱਖਾਂ ਪੂੰਝੀਆਂ, ਕਹਿੰਦੇ ਨਹੀਂ ਪਾਤਸ਼ਾਹ, ਰੋ ਮੈਂ ਇਸ ਲਈ ਰਿਹਾ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਜਿਹੜੇ ਬੰਦਿਆਂ ਨੂੰ ਤੁਸੀਂ ਛੁਡਵਾਉਣ ਲੱਗੇ ਹੋ ਇਹ ਸਿੱਖ ਨੇ? ਕਹਿੰਦੇ ਨਹੀਂ। ਇਹਨਾਂ ਨੇ ਸਿੱਖ ਬਣਨਾ ਹੈ? ਕਹਿੰਦੇ ਇਹਨਾਂ ਸਿੱਖ ਬਣਨਾ ਵੀ ਨਹੀਂ। ਇਹ ਸਿੱਖ ਵੀ ਨਹੀਂ, ਇਹਨਾਂ ਨੇ ਸਿੱਖ ਬਣਨਾ ਵੀ ਨਹੀਂ, ਔਰ ਇਹਨਾਂ ਨੇ ਸਿੱਖੀ ਦੇ ਲਈ ਕੁਝ ਕਰਨਾ ਵੀ ਨਹੀਂ। ਮੈਂ ਇਹੀ ਪੁੱਛਣਾ ਚਾਹੁੰਦਾ ਪਾਤਸ਼ਾਹ, ਫਿਰ ਤੁਸੀਂ ਇਹਨਾਂ ਨੂੰ ਕਿਉਂ ਰਿਹਾ ਕਰਵਾ ਰਹੇ ਹੋ? ਹਜ਼ੂਰ ਨੇ ਇੱਕ ਗੱਲ ਕਹੀ ਸੀ, ਇਹ ਗੱਲ ਜਿਹੜੀ ਹੈ ਨਾ, ਮੈਂ ਜਦ ਕੋਈ ਖਾਸ ਗੱਲ ਹੁੰਦੀ ਤੁਹਾਡਾ ਧਿਆਨ ਮੰਗਦਾ, ਇਹ ਗੱਲ ਹੈ ਨਾ ਜਿਹੜੀ, ਇਹ ਜੇ ਤੁਹਾਡਾ ਧਿਆਨ ਆਸੇ ਪਾਸੇ ਵੀ ਗਿਆ ਹੋਇਆ ਤਾਂ ਵੀ ਬੁਲਾਇਓ ਜ਼ਰੂਰ ਆਹ ਗੱਲ ਸੁਣਨ ਵਾਸਤੇ। ਗੁਰੂ ਹਰਗੋਬਿੰਦ ਸਾਹਿਬ ਨੇ ਇੱਕ ਬਚਨ ਕਿਹਾ ਸੀ, ਕਹਿਣ ਲੱਗੇ ਮੇਰੇ ਕੁਛ ਨਹੀਂ ਲੱਗਦੇ, ਨਾ ਇਹ ਸਿੱਖ ਨੇ ਨਾ ਇਹਨਾਂ ਨੇ ਸਿੱਖ ਬਣਨਾ। ਮੈਂ ਅੱਗੇ ਜਾ ਕੇ ਗੱਲ ਕਰਨਾ ਤੁਹਾਡੇ ਨਾਲ ਫਿਰ ਦੁਬਾਰੇ। ਫਿਰ ਛਡਵਾਉਣ ਕਿਉਂ ਲੱਗੇ ਹੋ? ਸਾਹਿਬ ਨੇ ਇੱਕ ਗੱਲ ਕਹੀ ਸੀ, ਕਹਿਣ ਲੱਗੇ ਜਿਹੜਾ ਵੀ ਬੰਦਾ ਗੁਰੂ ਘਰ ਆ ਕੇ ਇੱਕ ਵਾਰੀ ਕਹਿ ਦਿੰਦਾ ਨਾ ਵੀ ਸਤਿਗੁਰੂ ਮੈਂ ਅੱਜ ਤੋਂ ਬਾਅਦ ਤੇਰਾ ਹੈ, ਯਕੀਨ ਕਰਕੇ ਜਾਣਿਓ ਗਵਾਲੀਅਰ ਦਾ ਕਿਲ੍ਹਾ ਤਾਂ ਕੀ, ਉਹਦੀ ਸਮੁੱਚੀ ਜ਼ਿੰਦਗੀ ਦੇ ਬੰਧਨ ਕੱਟ ਦਿਆਂਗਾ, ਉਹਦੇ ਨੇੜੇ ਕਦੇ ਕੋਈ ਦੁੱਖ ਨਹੀਂ ਆਉਣ ਦਿਆਂਗਾ। ਬਸ ਉਹ ਇੱਕ ਵਾਰੀ ਆ ਕੇ ਕਹਿ ਦੇਵੇ ਵੀ ਮੈਂ ਤੇਰਾ ਹੈ। ਗੁਰੂ ਸਾਹਿਬ ਜੀ ਨੇ ਬਚਨ ਬਖਸ਼ੇ ਸਾਨੂੰ, ਸਾਡੇ ਗ੍ਰੰਥਾਂ 'ਚ ਸੰਭਾਲੇ ਪਏ ਨੇ। ਜੋ ਨਰ ਆਰਤ ਕਹਿ ਇੱਕ ਬੇਰਾ, ਆਰਤ ਦਾ ਮਤਲਬ ਹੁੰਦਾ ਦੁਖਿਆਰਾ। ਜੋ ਨਰ ਆਰਤ ਕਹਿ ਇੱਕ ਬੇਰਾ, ਸ਼੍ਰੀ ਹਰਗੋਬਿੰਦ ਮੈਂ ਅਬ ਤੇਰਾ। ਕਿਆ ਗਿਣਤੀ ਜੋ ਇਹਾਂ ਬਚਾਵਨ, ਨਿਕਟ ਨਾ ਦੂਤ ਦੇਹੋਂ ਤੇ ਆਵਨ। ਇਹ ਤਾਂ ਗੱਲ ਹੀ ਮਾਮੂਲੀ ਜਿਹੀ ਵੀ ਇਹ ਗਵਾਲੀਅਰ ਦੇ ਕਿਲੇ ਚੋਂ ਛੱਡਣਾ, ਉਹਦੇ ਤਾਂ ਨੇੜੇ ਮੈਂ ਜਮਦੂਤ ਨੂੰ ਵੀ ਨਹੀਂ ਆਉਣ ਦਿਆਂਗਾ, ਮੌਤ ਦਾ ਭੈ ਵੀ ਨਹੀਂ ਆਉਣ ਦਿਆਂਗਾ। ਪਰ ਕੋਈ ਮੰਨ ਤਾਂ ਲਵੇ ਗੁਰੂ ਦੇ ਘਰ ਨੂੰ ਆ ਕੇ। ਸਤਿਗੁਰਾਂ ਨੇ ਉਦੋਂ ਕਿਰਪਾ ਕੀਤੀ, ਉਹ 52 ਰਾਜੇ ਛੁਡਵਾਏ। ਇੱਕ ਪਲ ਮੈਂ ਤੁਹਾਡਾ ਧਿਆਨ ਦਿਵਾਉਣਾ, ਫਿਰ ਆਪਾਂ ਦੂਜੀ ਗੱਲ ਕਰਾਂਗੇ। ਜਿਹੜਾ ਇਹਦੇ ਕਿਲੇ ਵਿੱਚ ਛੁਡਵਾਏ ਸਨ ਰਾਜੇ, ਉਹਨਾਂ 'ਚ ਮੈਂ ਇੱਕ ਦਾ ਦ੍ਰਿਸ਼ਟਾਂਤ ਦੇਣ ਲੱਗਾ, ਸਿਰਫ ਇੱਕ ਦਾ ਦ੍ਰਿਸ਼ਟਾਂਤ। ਔਰ ਸਿਆਣੇ ਬਣੋ, ਮੈਂ ਹੱਥ ਜੋੜ ਕੇ ਆਪਣੀ ਕੌਮ ਨੂੰ ਬੇਨਤੀ ਕਰਦਾ, ਇੱਕ ਦਾ ਦ੍ਰਿਸ਼ਟਾਂਤ ਦੇਣ ਲੱਗਾ ਮੈਂ। ਜਿਹੜਾ ਗਵਾਲੀਅਰ ਦੇ ਕਿਲੇ 'ਚੋਂ ਛੁਡਵਾਇਆ ਸੀ, ਉਹਦੇ 'ਚੋਂ ਇੱਕ ਦਾ ਨਾਂ ਹੈ ਤਾਰਾ ਚੰਦ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ, ਜਿਹਦੇ ਤੋਂ ਜ਼ਮੀਨ ਲੈ ਕੇ ਅਨੰਦਪੁਰ ਸਾਹਿਬ ਵਸਾਇਆ ਸੀ। ਜਿਹੜਾ ਗਵਾਲੀਅਰ ਦੇ ਕਿਲੇ 'ਚੋਂ ਆਇਆ ਉਹਦਾ ਨਾਮ ਹੈ ਤਾਰਾ ਚੰਦ। ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ। ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। 3 ਪੀੜ੍ਹੀਆਂ ਹੋ ਗਈਆਂ ਨਾ। ਇੱਕ ਵਾਰੀ ਫਿਰ ਤਾਰਾ ਚੰਦ ਦਾ ਪੁੱਤ ਹੈ ਦੀਪ ਚੰਦ। ਦੀਪ ਚੰਦ ਦਾ ਪੁੱਤ ਹੈ ਭੀਮ ਚੰਦ। ਹੁਣ ਪਿੱਛੇ ਚੱਲੀਏ ਵਾਪਸ। ਗੁਰੂ ਹਰਗੋਬਿੰਦ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਦਾ ਪੁੱਤ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ। ਗੁਰੂ ਤੇਗ ਬਹਾਦਰ ਸਾਹਿਬ ਦਾ ਪੁੱਤ ਹੈ ਗੁਰੂ ਗੋਬਿੰਦ ਸਿੰਘ ਜੀ। ਆਹ ਤਾਰਾ ਚੰਦ ਦਾ ਪੋਤਾ ਭੀਮ ਚੰਦ, ਆਹ ਗੁਰੂ ਹਰਗੋਬਿੰਦ ਸਾਹਿਬ ਦਾ ਪੋਤਾ ਗੁਰੂ ਗੋਬਿੰਦ ਸਿੰਘ। ਤੇ ਭੀਮ ਚੰਦ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਸਭ ਤੋਂ ਪਹਿਲਾਂ ਭੰਗਾਣੀ ਦਾ ਯੁੱਧ ਐਸ ਭੀਮ ਚੰਦ ਨੇ ਕੀਤਾ ਸੀ। ਐਸ ਭੀਮ ਚੰਦ ਨੇ ਕੀਤਾ ਸੀ।
ਵਕਤ ਨਹੀਂ ਹੈ ਨਾ। ਦੂਜੀ ਗੱਲ ਚੇਤਾ ਰੱਖਿਓ ਜੇ, ਇਸੇ ਭੀਮ ਚੰਦ ਦਾ ਪੁੱਤ ਅੱਗੇ ਅਜਮੇਰ ਚੰਦ ਹੈ। ਉਸ ਅਜਮੇਰ ਚੰਦ ਨੇ ਬਹੁਤੇ ਹਮਲੇ ਕੀਤੇ ਨੇ ਗੁਰੂ ਘਰ ਦੇ ਉੱਤੇ। ਉਹ ਇਹ ਲੋਕ ਨੇ ਜਿਨ੍ਹਾਂ ਦੀ ਖਾਤਰ ਗੁਰੂ ਜੀ ਨੇ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ 'ਚੋਂ ਛੁਡਵਾਇਆ ਸੀ। ਸਿੱਖੀ ਕਿੱਡੀ ਪਰਉਪਕਾਰੀ ਹੈ, ਮਾਣ ਕਰਿਆ ਕਰੀਏ ਆਪਾਂ ਆਪਣੇ ਇਤਿਹਾਸ ਦੇ ਉੱਤੇ। ਐਵੇਂ ਬੰਦੀ ਛੋੜ ਅੱਜ ਮਨਾ ਕੇ ਨਾ ਚਲੇ ਜਾਇਓ, ਮਾਣ ਕਰਕੇ ਜਾਇਓ ਵੀ ਕਿੱਡਾ ਮਹਾਨ ਦਿਨ ਹੈ ਸਾਡੇ ਲਈ, ਕਿੱਡਾ ਵੱਡਾ ਮਹਾਨ ਦਿਨ ਹੈ ਸਾਡੇ ਲਈ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨੇ ਉਦੋਂ ਉਹਨਾਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਮੁਕਤ ਕਰਵਾ ਕੇ ਘਰਾਂ ਨੂੰ ਭੇਜਿਆ। ਤੇ ਉਦੋਂ ਲੋਕਾਂ ਨੇ ਸਾਰੇ ਰਾਜਾਂ ਵਿੱਚ ਜਾ ਕੇ, ਕਿਉਂਕਿ ਛੋਟੇ ਛੋਟੇ ਰਾਜ ਹੁੰਦੇ ਸਨ, ਸਾਰੇ ਰਾਜਾਂ ਵਿੱਚ ਦੀਪਮਾਲਾ ਹੋਈ। ਉਦੋਂ ਲੋਕਾਂ ਨੇ ਦੀਪਮਾਲਾ ਕੀਤੀ। ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਬਾਹਰ ਨਿਕਲੇ ਤਾਂ ਉਦੋਂ ਸਭ ਤੋਂ ਪਹਿਲਾਂ ਭਾਈ ਹਰਦਾਸ, ਜਿਹੜਾ ਇਸ ਜੇਲ੍ਹ ਦਾ ਦਰੋਗਾ ਹੈ, ਜਿਹੜਾ ਇਸ ਜੇਲ੍ਹ ਦਾ ਇੰਚਾਰਜ ਹੈ, ਉਸੇ ਹੀ ਗਵਾਲੀਅਰ ਦੇ ਵਿੱਚ ਉਹਦੇ ਨਾਲ ਉਹਨਾਂ ਨੇ ਦੀਪਮਾਲਾ ਕੀਤੀ ਗਈ। ਸਤਿਗੁਰੂ ਜੀ ਵਾਪਸ ਜਿੱਥੇ ਜਿੱਥੇ ਵਿਚਰਦੇ ਰਹੇ ਉੱਥੇ ਉੱਥੇ ਦੀਪਮਾਲਾ ਹੁੰਦੀ ਰਹੀ। ਤੇ ਇਵੇਂ ਮੇਰੇ ਪਾਤਸ਼ਾਹ ਵਾਪਸ ਜਦੋਂ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਤੇ ਆਏ ਤਾਂ ਉਸ ਵੇਲੇ ਵੀ ਸਿੱਖਾਂ ਨੇ ਅਦਬ ਸਤਿਕਾਰ ਲਈ ਦੀਪਮਾਲਾ ਕੀਤੀ। ਭਾਵੇਂ ਇਹਨਾਂ ਦਿਨਾਂ ਦਾ ਫਰਕ ਹੈ, ਇਹ ਵੱਖਰਾ ਪੱਖ ਹੈ, ਪਰ ਦੀਪਮਾਲਾ ਕੀਤੀ। ਅੱਗੇ ਚੱਲੀਏ, ਇਹ ਨੁਕਤਾ ਬੜੇ ਧਿਆਨ ਨਾਲ ਸੁਣਿਓ। ਸਮਾਂ ਆਇਆ ਜੂਨ ਦੇ ਮਹੀਨੇ 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸੌਖਾ ਜਿਹਾ ਜੇ ਸਮਝਣਾ, ਬਿਲਕੁਲ ਸੌਖਾ ਜਿਹਾ, 1716 ਤੋਂ ਲੈ ਕੇ 1799 ਤੱਕ ਚੇਤੇ ਰੱਖਿਓ ਜੇ। ਮੇਰਾ ਜੀ ਕਰਦਾ ਤੁਸੀਂ ਬੋਲੋ, ਜੇ ਕਿਤੇ ਆਪਾਂ ਨੂੰ ਇਹ ਗੱਲ ਚੇਤੇ ਰੱਖ ਕੇ ਲੈ ਚੱਲੀਏ। 1716 ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਹੁੰਦੀ ਹੈ। 1716 ਤੋਂ ਲੈ ਕੇ 1799 ਤੱਕ ਕੌਮ ਦੇ ਕੋਲ ਨਾ ਸੌਣ ਲਈ ਬਿਸਤਰਾ ਸੀ, ਨਾ ਪਹਿਨਣ ਲਈ ਕੱਪੜਾ ਸੀ, ਨਾ ਰਹਿਣ ਲਈ ਘਰ ਸੀ, ਤੇ ਨਾ ਹੀ ਇਹਦੇ ਦੁੱਖ ਸੁੱਖ ਦੇ ਵਿੱਚ ਕੋਈ ਸਾਥੀ ਸੀ। ਇਹਨੇ ਬਹੁਤਾ ਸਮਾਂ ਜੰਗਲਾਂ 'ਚ ਗੁਜ਼ਾਰਿਆ। ਉਹ ਵਾਲਾ ਸਮਾਂ ਮੈਨੂੰ ਇਸ ਸਮੇਂ ਦੀ ਲੋੜ ਹੈ ਤਾਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਹੁਣ ਜਿਹੜਾ ਇਹ ਸਮਾਂ ਸੀ, ਸਿੰਘ ਜੰਗਲਾਂ ਵਿੱਚ ਰਹਿੰਦੇ ਸੀ ਬਹੁਤ ਵਾਰੀ। ਹੁਣ ਜਦੋਂ ਕਿਤੇ ਇਕੱਠੇ ਹੋਣਾ ਹੈ ਤੇ ਫਿਰ ਇਕੱਠੇ ਹੋਣ ਦਾ ਸਾਧਨ ਕੀ ਹੁੰਦਾ ਸੀ? ਸਿਰਫ ਲੋਕਾਂ ਨੂੰ 2 ਦਿਨਾਂ ਦਾ ਪਤਾ ਹੁੰਦਾ ਸੀ। ਬਾਕੀ ਦਿਨ ਹੁਣ ਜੇ ਘਰ ਹੋਏਗਾ ਤਾਂ ਕੈਲੰਡਰ ਟੰਗਿਆ ਹੋਏਗਾ ਨਾ, ਤੇ ਸਾਨੂੰ ਤਾਂ ਕੈਲੰਡਰ ਵੀ ਉਹ ਮਿਲੇ ਨੇ। ਜੇ ਅਸੀਂ ਕੈਲੰਡਰ ਨੂੰ ਦੇਖਦੇ ਹਾਂ, ਜਦੋਂ ਨਵੰਬਰ ਦਾ ਮਹੀਨਾ ਦੇਖਦੇ ਹਾਂ, ਨਵੰਬਰ ਦੇ ਮਹੀਨੇ 'ਚ ਸਾਨੂੰ ਉਹ ਕੈਲੰਡਰ ਵਿੱਚ ਮਹੀਨਾ ਨਜ਼ਰ ਨਹੀਂ ਆਉਂਦਾ, ਸਾਨੂੰ ਦਿੱਲੀ ਵਿੱਚ ਬਲਦੀਆਂ ਲਾਟਾਂ ਨਜ਼ਰ ਆਉਂਦੀਆਂ ਨੇ। ਸਾਡੇ ਸਿੱਖਾਂ ਦੇ ਗਲਾਂ 'ਚ ਪਾਏ ਹੋਏ ਟਾਇਰ ਨਜ਼ਰ ਆਉਂਦੇ ਨੇ ਜਦੋਂ ਅਸੀਂ ਨਵੰਬਰ ਦਾ ਮਹੀਨਾ ਦੇਖਦੇ, ਕੈਲੰਡਰ ਵਿੱਚ ਦੇਖਦੇ ਹਾਂ। ਉਹ ਮਹੀਨਾ ਸਾਡੇ ਅੰਦਰ ਇੱਕ ਤਿੱਖੀ ਚੀਜ਼ ਪੈਦਾ ਕਰ ਦਿੰਦਾ ਹੈ। ਮੈਂ ਵਾਪਸ ਚੱਲਾਂ। ਹੁਣ ਉਦੋਂ ਕੈਲੰਡਰ ਨਹੀਂ ਸੀ ਹੁੰਦੇ, ਘਰ ਹੀ ਨਹੀਂ ਸੀ, ਤੇ ਕੈਲੰਡਰ ਕਿੱਥੋਂ ਟੰਗਣੇ ਸੀ? ਕੌਮ ਤਾਂ ਜੰਗਲਾਂ 'ਚ ਬੈਠੀ ਹੈ। ਫਿਰ ਉਦੋਂ 2 ਦਿਨ ਹੁੰਦੇ ਸੀ ਜਿਹੜੇ ਉਹ ਸਭ ਲੋਕ ਮਨਾਉਂਦੇ ਸੀ। ਉਹ ਸੀ ਇੱਕ ਦੀਵਾਲੀ ਦਾ ਦਿਨ ਤੇ ਇੱਕ ਵਿਸਾਖੀ ਦਾ ਦਿਨ। ਦੀਵਾਲੀ ਦੇ ਦਿਨ ਤੇ ਵਿਸਾਖੀ ਦੇ ਦਿਨ ਸਮੁੱਚੀ ਕੌਮ ਅੰਮ੍ਰਿਤਸਰ ਇਕੱਠੀ ਹੋ ਜਾਂਦੀ ਸੀ। ਉਹ 'ਚ ਮੈਂ ਥੋੜ੍ਹੇ ਜਿਹੀ ਵਾਕਿਆ ਸੁਣਾ ਸਕਾਂਗਾ, ਜ਼ਿਆਦਾ ਨਹੀਂ, ਇੰਨਾ ਵਕਤ ਨਹੀਂ ਹੈ। 1746 ਵਿੱਚ ਕੌਮ ਜੰਗਲਾਂ 'ਚ ਫਿਰ ਰਹੀ ਹੈ, ਪਰ ਦੀਵਾਲੀ ਦੇ ਉੱਤੇ ਸਰਬੱਤ ਖਾਲਸਾ ਹੋਇਆ। ਕੌਮ ਨੇ ਬੈਠ ਕੇ ਵਿਚਾਰਿਆ ਭਈ ਆਪਾਂ ਥਾਂ ਥਾਂ ਤੇ ਇਵੇਂ ਕੱਲੇ ਕੱਲੇ ਵਿਚਰਨ ਦੀ ਬਜਾਏ ਹਾਕਮਾਂ ਦਾ ਮੁਕਾਬਲਾ ਨਹੀਂ ਕਰ ਪਾਵਾਂਗੇ। ਉਦੋਂ ਸਮੁੱਚੀ ਕੌਮ ਨੂੰ 25 ਜਥਿਆਂ ਵਿੱਚ ਵੰਡਿਆ ਗਿਆ। ਉਦੋਂ 25 ਜਥੇ ਬਣਾਏ ਗਏ ਕੌਮ ਦੇ। ਤੇ ਇੱਕ ਗੱਲ ਚੇਤਾ ਰੱਖਿਓ, ਜਥੇ ਤੇ ਧੜਾ ਦੋਨਾਂ 'ਚ ਬਹੁਤ ਵੱਡਾ ਅੰਤਰ ਹੈ। ਅਰਦਾਸ ਕਰੋ ਸਾਡੀ ਕੌਮ 'ਚ ਜਥੇ ਬਣਨ, ਅਰਦਾਸ ਕਰੋ ਸਾਡੀ ਕੌਮ 'ਚ ਧੜੇ ਨਾ ਬਣਨ। ਉਦੋਂ 25 ਜਥੇ ਇਕੱਠੇ ਕੀਤੇ ਗਏ, 25 ਜਥੇ ਬਣਾਏ ਗਏ। ਫਿਰ ਦੁਬਾਰੇ 1760 ਦੇ ਵਿੱਚ ਫਿਰ ਦੀਵਾਲੀ ਆਈ ਨਵੰਬਰ ਦੇ ਮਹੀਨੇ।
ਉਦੋਂ ਅਹਿਮਦ ਸ਼ਾਹ ਅਬਦਾਲੀ ਹਮਲੇ ਕਰ ਰਿਹਾ ਸੀ। ਜਿਹੜੇ ਸਾਰੇ ਸਰਕਾਰ ਸੀ, ਸਾਰੇ ਰਾਜੇ ਸਨ, ਉਹ ਅਹਿਮਦ ਸ਼ਾਹ ਅਬਦਾਲੀ ਦੇ ਉਹਦੇ ਝਗੜਿਆਂ ਦੇ ਮੁਕਾਬਲੇ ਵਿੱਚ ਪਏ ਸਨ। ਸਿੱਖਾਂ ਨੂੰ ਵਕਤ ਮਿਲ ਗਿਆ, ਇਹਨਾਂ ਨੇ ਜੰਗਲਾਂ ਵਿੱਚੋਂ ਜਾ ਕੇ ਤੇ ਉਸੇ ਵੇਲੇ ਲਾਹੌਰ ਤੇ ਜਾ ਕੇ ਹਮਲਾ ਕਰ ਦਿੱਤਾ। ਜਿਉਂ ਲਾਹੌਰ ਤੇ ਹਮਲਾ ਕਰਨ ਲੱਗੇ ਤਾਂ ਉਸ ਵੇਲੇ ਦਾ ਮੀਰ ਮੁਹੰਮਦ ਉਹ 30,000 ਉਸ ਵੇਲੇ ਦੇ ਪੈਸੇ ਲੈ ਕੇ 30,000 ਲੈ ਕੇ ਖਾਲਸੇ ਦੇ ਅੱਗੇ ਨਜ਼ਰਾਨਾ ਲੈ ਕੇ ਭੇਟ ਹੋਇਆ। ਜਿਸ ਕੌਮ ਦੇ ਕੋਲ ਸੌਣ ਨੂੰ ਬਿਸਤਰਾ ਨਹੀਂ ਹੈ, ਉਸ ਕੌਮ ਦੇ ਕੋਲ ਜਿੱਥੇ ਕਿਤੇ ਜਾਂਦੇ ਨੇ ਲੋਕ ਈਨ ਮੰਨ ਲੈਂਦੇ ਨੇ। ਇਹ 1746 ਦਾ ਵਾਕਾ ਹੈ। 1760 ਦੇ ਵਿੱਚ ਫਿਰ ਦੁਬਾਰੇ ਕੌਮ ਇਕੱਠੀ ਹੋਈ, ਫਿਰ ਦੁਬਾਰੇ ਉਹਦੇ ਤੇ ਹਮਲਾ ਕੀਤਾ ਗਿਆ ਲਾਹੌਰ ਦੇ ਉੱਤੇ। ਜਦੋਂ ਹਮਲਾ ਕੀਤਾ ਗਿਆ ਤਾਂ ਉਸ ਵੇਲੇ ਵੀ ਉਮੇਦ ਖਾਂ ਦਾ, ਹੁਣ ਲਾਹੌਰ ਦੇ ਵਿੱਚ ਗਵਰਨਰ ਉਮੇਦ ਖਾਂ ਸੀ, ਉਮੇਦ ਖਾਂ ਵੀ ਗੁਰੂ ਘਰ ਦੇ ਲਈ ਉਹ ਬਹੁਤ ਵੱਡਾ ਨਜ਼ਰਾਨਾ ਲੈ ਕੇ ਹਾਜ਼ਰ ਹੋਇਆ। ਅੱਜ ਦਾ ਬੰਦੀ ਛੋੜ ਦਿਵਸ ਹੈ ਜਿਹੜਾ, ਉਹ ਸਾਡੇ ਲਈ ਬਹੁਤ ਵੱਡਾ ਇੱਕ ਸੁਨੇਹਾ ਦਿੰਦਾ ਹੈ ਭਈ ਦੀਵਾਲੀ ਦੇ ਉੱਤੇ ਕੌਮ ਇਕੱਠੀ ਹੋਇਆ ਕਰਦੀ ਸੀ। ਅੱਜ ਆਨੰਦ ਇਸ ਗੱਲ ਦਾ ਆਏਗਾ ਜੇ ਤੁਸੀਂ ਬੰਦੀ ਛੋੜ ਬਣਾ ਰਹੇ ਹੋ ਨਾ, ਤੇ ਆਉਣ ਵਾਲੇ ਨਗਰ ਕੀਰਤਨ 'ਚ ਇੱਕ ਮਿਸਾਲ ਕਾਇਮ ਕਰਕੇ ਦਿਖਾਈਏ ਭਈ ਪੁਰਾਣੇ ਗੁਰਸਿੱਖੋ, ਅਸੀਂ ਤੁਹਾਡੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦੇ ਹਾਂ, ਤੇ ਅੱਜ ਉਹ ਸਾਨੂੰ ਚੇਤੇ ਹੈ। ਇਸ ਨਗਰ ਕੀਰਤਨ 'ਚ ਕੌਮ ਇੰਨੀ ਇਕੱਠੀ ਹੋ ਜਾਏ, ਇੰਨੀ ਇਕੱਠੀ ਹੋ ਜਾਏ, ਜਿਹੜੇ ਵੀ ਅੱਜ ਇੱਕ ਆਪਣਾ ਕੌਮੀ ਘਰ ਬਣਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਹਿਸਾਸ ਹੋਵੇ ਵੀ ਕੌਮ ਦੇ ਅੰਦਰ ਅੱਜ ਵੀ ਕੋਈ ਦਰਦ ਹੈ, ਤੇ ਅੱਜ ਵੀ ਇਹ ਉਸ ਜੂਝਣ ਲਈ, ਜ਼ਾਲਮਾਂ ਦੇ ਖਾਤਮੇ ਲਈ ਅੱਜ ਵੀ ਇਹ ਉਸੇ ਤਰ੍ਹਾਂ ਉਤੇਜਿਤ ਹੈ, ਅੱਜ ਵੀ ਉਸੇ ਤਰ੍ਹਾਂ ਆਪਣੇ ਪਾਏ ਹੋਏ ਪੂਰਨਿਆਂ ਨੂੰ ਚੇਤੇ ਰੱਖਦੀ ਹੈ। ਗੁਰੂ ਕਿਰਪਾ ਕਰੇ ਕੌਮ ਦੇ ਸੁਪਨੇ ਸਾਕਾਰ ਹੋਣ। ਆਉਣ ਵਾਲੇ ਦਿਨਾਂ ਦੇ ਵਿੱਚ ਕੱਲ੍ਹ ਨੂੰ ਅੰਮ੍ਰਿਤ ਸੰਚਾਰ ਹੈ, ਖੰਡੇ ਬਾਟੇ ਦੀ ਪੌਲ ਲਈਏ। ਉਸ ਤੋਂ ਅਗਲੇ ਦਿਨ ਨਗਰ ਕੀਰਤਨ ਹੈ। ਨਗਰ ਕੀਰਤਨ ਵਿੱਚ ਇਸ ਢੰਗ ਨਾਲ ਸ਼ਾਮਲ ਹੋਈਏ, ਗੁਰੂ ਜੀ ਨੂੰ ਪਤਾ ਲੱਗੇ ਭਈ ਇਹ ਸਿੱਖ ਪੜ੍ਹਦੇ ਹੀ ਨਹੀਂ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰਹਾਈ। ਵਾਕਈ ਇੱਕ ਪਿਓ ਦੇ ਪੁੱਤ ਨੇ, ਇਹ ਇੱਕ ਮਾਂ ਦੇ ਪੁੱਤ ਨੇ, ਇੱਕ ਖੰਡੇ ਚੋਂ ਜਨਮ ਲਿਆ। ਇਹ ਆਨੰਦਪੁਰ ਦੇ ਵਾਸੀ ਨੇ। ਸਮਾਂ ਹੋ ਗਿਆ, ਭੁੱਲਾਂ ਦੀ ਖਿਮਾ ਜੀ। ਪਿਆਰ ਨਾਲ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ੍ਰੀ ਅਕਾਲ। ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਚੰਡੀਗੜ੍ਹ ਵਾਲੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਆਪ ਸੰਗਤਾਂ ਦੇ ਨਾਲ ਬੰਦੀ ਛੋੜ ਦਿਵਸ ਦਾ ਇਤਿਹਾਸ ਸਾਂਝਾ ਕੀਤਾ। ਸੋ 2-4 ਹੋਰ ਸਾਡੇ ਮਹਿਮਾਨ ਨੇ ਜਿਨ੍ਹਾਂ ਨੂੰ ਸਟੇਜ ਤੋਂ ਸਨਮਾਨ ਕੀਤਾ ਜਾਵੇਗਾ। ਸੋ ਦਾਸ ਬੇਨਤੀ ਕਰਦਾ ਗੁਰੂ ਘਰ ਦੇ ਮੁੱਖ ਸੇਵਾਦਾਰ ਸਾਹਿਬ ਜੀ ਸਿਆੜਾ ਉਹਨਾਂ ਦੇ ਨਾਮ ਅਨਾਉਂਸ ਕਰਨਗੇ, ਤਾਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਟੇਜ 'ਤੇ ਆ ਕੇ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਹਿਲਾ ਨਾਮ ਆਪਣੇ ਕੋਲ ਹੈਗਾ ਰੀਗੋ ਦੀਏਸ ਰਿਕਾਲਜੀ ਵਾਲੇ, ਤਾਂ ਰਮਨ ਧਾਲੀਵਾਲ ਸਟੇਜ 'ਤੇ ਆਉਣ। ਇਹ ਜਿੰਨੀ ਵੀ ਆਪਣੇ ਗੁਰੂ ਘਰ ਦੀ ਵਾਲੀ ਕਾਉਂਟੀ ਦੀ ਸਾਰੀ ਗਾਰਬੇਜ ਦਾ ਜਿਹੜੇ ਟਰੱਕ ਚੱਲਦੇ ਆ, ਜਿਹੜੇ ਜੰਪਸਟਰ ਦੀਦੇ ਆਪਾਂ ਨੂੰ ਬਾਹਰ, ਉਹ ਸਾਰੇ ਇਹਨਾਂ ਦੇ ਆ। ਇਹ ਆਪਣੀ ਬਹੁਤ ਮਦਦ ਕਰਦੇ ਆ, ਗੁਰੂ ਘਰ ਦੇ ਨਾਲ ਮੋਢੇ ਨਾਲ ਮੋਢਾ ਲਾਉਂਦੇ ਆ ਹਰੇਕ ਵਾਰੀ ਜਦੋਂ ਵੀ ਲੋੜ ਪੈਂਦੀ ਆ। ਲੇਟ ਕੋਈ ਨਾ ਕੋਈ ਪ੍ਰੋਬਲਮ ਸਾਨੂੰ ਰਹਿੰਦੀ ਆ। ਡੰਪਸਟਰ ਰਮਨ ਰਾਤ ਬਰਾਤੇ ਵੀ ਸਾਨੂੰ ਪਹੁੰਚਾਉਂਦਾ ਇੱਥੇ, ਸੋ ਇਹਨਾਂ ਦਾ ਧੰਨਵਾਦ। I would like to have Rigo come up and say a few words, because Recology is one company that does it all, picks up all the garbage in this county, and they do a great job, and they really help the temple, Gurdwara. So I want to thank him and his whole team and Raman for doing a great job. So I would like to have Rigo come up and say a few words. Good evening, everyone. It's an honor and a privilege to be here. I would like to thank Sarb, Harminder, and Raman for giving me the opportunity to be up here. Thank you very much. We are proud to be here and proud to provide the service for this fabulous weekend. So thank you very much. Can I have all our directors and team come up and so we can give Rigo a plaque, please? Sat Sri Akal.
Thank you. Next, we have Adventist Health. They're part of our life every day and night. Emergencies happen. They have a hospital. They do a tremendous job. I would like to have them come up and say a few words. And we have a plaque for them. And the temple really appreciates all they do for us. And they also have give a donation, big donation of $5,000. And we're very generous with that. Really appreciate this temple. We're remodeling. We can use all the help we can get. So we want to thank Kulvinder Lawley for putting this together. And I really appreciate it, and all of his staff. Thank you so much for the opportunity to give a little bit back to the community that gives so much to us. I think about our medical staff, all the physicians, our respiratory therapists, our pharmacy team, RNs, the list goes on. You support our hospital, you make it so that we can do the things that we do. This is just a little bit of a token of our appreciation. Thank you from the bottom of my heart to all that you do for the hospital. Thank you so much. Can we have Kashmir Rai and Joe Delay and everybody else come up, please? And Preetham Singh, please come up. Kuldeep, everybody. Kuldeep, call him. बोले सो निहाल। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸੀਂ ਆਨਰ ਕਰਨਾ ਚਾਹੁੰਦੇ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਭਾਜੀ ਹਰਜੋਤ ਸਿੰਘ ਖਾਲਸਾ, ਭਾਜੀ ਰਾਜਕਿਰਨ, ਪੰਜਾਬੀ ਰੇਡੀਓ USA। ਜਿਸ ਦਿਨ ਤੋਂ ਇਹ ਰੇਡੀਓ ਸਟੇਸ਼ਨ ਸ਼ੁਰੂ ਹੋਇਆ, ਇਹ ਸਾਡੇ ਵੀਰ ਬੜੇ ਲੰਬੇ ਸਮੇਂ ਤੋਂ ਨਗਰ ਕੀਰਤਨ ਨਹੀਂ, ਜੀਅਰ ਰਾਊਂਡ ਪਰਿਵਾਰਾਂ ਵਿੱਚ, ਕਮੇਟੀ ਵਿੱਚ, ਜਿੱਥੇ ਖੁਸ਼ੀ ਆ, ਜਿੱਥੇ ਗਮੀ ਆ, ਹਰ ਚੀਜ਼ ਨੂੰ ਇੱਕ ਮਾੜੇ ਜਿਹੇ ਸੱਦੇ ਤੇ, ਮਾੜੇ ਜਿਹੇ ਮੈਸੇਜ ਤੇ ਇਸ ਚੀਜ਼ ਨੂੰ ਸੰਗਤ ਤੇ ਪਹੁੰਚਾਉਂਦੇ ਆ। ਮੈਂ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦਾ। ਮੈਂ ਸੰਗਤ ਵਿੱਚ ਜਕਾਰਾ ਬੁਲਾਊਂ ਤਾਂ ਕਿ ਵੀਰ ਇਸੇ ਤਰ੍ਹਾਂ ਦਿਨ ਰਾਤ ਕੰਮ ਕਰਦੇ ਰਹਿਣ। ਬੋਲੇ ਸੋ ਨਿਹਾਲ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੀ ਸਾਰੀ ਸਾਧ ਸੰਗਤ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਦਿਹਾੜਾ ਆਪਾਂ ਮਨਾ ਰਹੇ ਹਾਂ, ਹਰ ਸਾਲ ਮਨਾਉਂਦੇ ਆ ਰਹੇ ਹਾਂ। 45ਵਾਂ ਸਾਲ ਆ ਸਿੱਖ ਕੌਮ ਨੂੰ ਇੱਥੇ ਆਇਆ ਹੋਇਆਂ ਨੂੰ। 100 ਸਾਲ ਤੋਂ ਵੱਧ ਦਾ ਵਕਤ ਹੋ ਗਿਆ ਜੋ ਆਪਾਂ ਉੱਥੇ ਝੱਲਦੇ ਆਏ ਆ। ਸਿੱਖਾਂ ਦੇ ਨਾਲ ਜੋ ਘਾਣ ਹੁੰਦਾ ਆਇਆ ਆ, ਅੱਜ ਦੇ ਜ਼ਮਾਨੇ ਦੇ ਵਿੱਚ ਉਹੀ ਭਾਰਤ ਦੀ ਹਕੂਮਤ ਇੱਥੇ ਅਮਰੀਕਾ ਤੇ ਕੈਨੇਡਾ ਵਰਗੇ ਮੁਲਕਾਂ ਦੇ ਵਿੱਚ ਵੀ ਉਹ ਕੰਮ ਕਰਨੋਂ ਬਾਜ਼ ਨਹੀਂ ਆ ਰਹੀ। ਇਸ ਮੌਕੇ ਸਾਰੀ ਸਿੱਖ ਕੌਮ ਨੂੰ ਇੱਕ ਹੀ ਬੇਨਤੀ ਆ, ਇੱਕ ਹੀ ਅਪੀਲ ਆ। ਅਮਰੀਕਾ 'ਚ, ਕੈਨੇਡਾ 'ਚ ਸਿੱਖ ਜੈਨੋਸਾਈਡ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ ਸਭ ਤੋਂ ਉੱਤੇ ਆ। ਭਾਈ ਅਮਰੀਕ ਸਿੰਘ ਜੀ ਹੁਣੇ ਦੱਸ ਕੇ ਗਏ ਵੀ ਧੜੇਬਾਜ਼ੀ ਛੱਡ ਕੇ ਜਥੇ ਬਣਾ ਕੇ ਇਕੱਠੇ ਹੋਈਏ, ਸਿਰ ਫਸਾਈਏ ਨਹੀਂ, ਸਿਰ ਜੋੜੀਏ ਤੇ ਸਿਰ ਜੋੜ ਕੇ ਆਪਾਂ ਅਜਿਹੇ ਮੁੱਦਿਆਂ ਦਾ ਹੱਲ ਲੱਭੀਏ।
ਜੇ ਆਪਾਂ ਹੁਣ ਇਹ ਨਹੀਂ ਕੀਤਾ ਤਾਂ ਫਿਰ ਅਜਿਹਾ ਵਕਤ, ਅਜਿਹਾ ਮੌਕਾ ਸ਼ਾਇਦ ਕਦੀ ਵੀ ਨਾ ਆਵੇ। ਅੱਜ 350 ਮੀਲ ਮਾਰਚ ਚੱਲ ਕੇ ਬੇਕਰਸਫੀਲਡ ਤੋਂ ਸੈਕਰਾਮੈਂਟੋ ਦੇ ਵਿੱਚ ਨੌਜਵਾਨਾਂ ਨੇ ਬਹੁਤ ਅਹਿਮ ਉਪਰਾਲਾ ਕੀਤਾ ਸੀ। ਉਹ ਪ੍ਰੋਗਰਾਮ ਸੈਕਰਾਮੈਂਟੋ ਦੀ ਰਾਜਧਾਨੀ 'ਚ ਹੋ ਕੇ ਹੁਣ ਆਪਾਂ ਇੱਥੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਵਿੱਚ ਆਏ ਹਾਂ ਤੇ ਇਹੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਇਕਜੁੱਟ ਹੋਈਏ, ਇਕੱਠੇ ਹੋਈਏ। ਬਾਕੀ ਕੋਈ ਵੀ ਲੜਾਈ ਆ ਉਸ ਨੂੰ ਸਾਈਡ ਤੇ ਰੱਖ ਦਿਓ ਤੇ ਇਸ ਮੁੱਦੇ ਦੇ ਉੱਤੇ ਸਾਰੇ ਜਾਣੇ ਇਕੱਠੇ ਹੋਈਏ। ਇੰਨੀਆਂ ਗੱਲਾਂ ਦੇ ਨਾਲ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵ ਸੇਵਾਦਾਰ ਗਰੁੱਪ ਉਹਨਾਂ ਦੇ ਨੁਮਾਇੰਦੇ ਇੱਥੇ ਹੈਗੇ ਆ, ਉਹ ਜ਼ਰੂਰ ਆ ਕੇ ਸਟੇਜ ਦੇ ਉੱਤੇ। ਉਹ ਕਹਿੰਦੇ ਸੀਗੇ ਸਾਨੂੰ ਪਲੈਕ ਨਹੀਂ ਦੇਣਾ, ਪਰ ਜਿੰਨੀ ਸੇਵਾ ਉਹ ਕਰਦੇ ਇਹ ਸਾਡਾ ਵੀ ਕੋਈ ਫਰਜ਼ ਹੈਗਾ। ਮੈਂ ਤਾਂ ਉਹਨਾਂ ਬਾਰੇ ਕੁਝ ਕਹਿ ਨਹੀਂ ਸਕਦਾ ਹੋਰ ਇਹ ਤੋਂ ਵੱਧ। ਜੋ ਤੁਸੀਂ ਬਾਹਰ ਦੇਖਦੇ ਆ ਜੁੱਤੀਆਂ ਜੋੜੇ ਘਰ ਦੀ ਸੇਵਾ, ਚਾਹੇ ਲਾਈਨਾਂ ਦੇ ਵਿੱਚ ਮੱਥਾ ਟਿਕਾਉਣਾ, ਕੋਈ ਵੀ ਕੰਮ ਕਿਸੇ ਤਰ੍ਹਾਂ ਦਾ ਵੀ ਹੈਗਾ, ਉਹ ਕਦੀ ਵੀ ਨਾ ਨਹੀਂ ਕਰਦੇ, ਪਰ ਉਹ ਇੱਕ ਇਨਵਿਜ਼ੀਬਲ ਹੋ ਕੇ ਰਹਿਣਾ ਚਾਹੁੰਦੇ ਆ। ਸੋ ਸਾਡਾ ਗੁਰੂ ਘਰ ਸਾਰੀ ਕਮੇਟੀ ਵੱਲੋਂ ਫਰਜ਼ ਹੈ ਕਿ ਆ ਕੇ 2 ਸ਼ਬਦ ਵੀ ਕਹਿਣ ਤਾਂ ਉਹਨਾਂ ਦਾ ਪਲੈਕ ਵੀ ਹੈਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਖਾਲਸਾ, ਵਾਹਿਗੁਰੂ ਜੀ ਫਤਿਹ ਜੀ। ਸਾਰੀ ਸਾਧ ਸੰਗਤ ਨੂੰ ਬੇਨਤੀ ਹੈ, ਮਹਾਰਾਜ ਜਦੋਂ ਵੀ ਆਪਾਂ ਮੇਨ ਗੇਟ ਤੋਂ ਉੱਤੋਂ ਅੰਦਰ ਵੜਦੇ ਹਾਂ ਉੱਥੇ ਨਾਲ ਹੀ ਲੈਫਟ ਸਾਈਡ ਦੇ ਉੱਤੇ ਜੋੜਾ ਘਰ ਹੈਗਾ, ਨਾਲ ਸਟੋਲਰ ਆ ਤੇ ਨਾਲ ਬੇਬੀਆਂ ਦਾ ਡੈਪੋ ਸਟੇਸ਼ਨ ਦਾ ਵੀ ਬਣਾਇਆ ਅੱਜ ਘਰ ਹੈਗਾ ਤੇ ਗਠੜੀ ਘਰ ਹੈਗਾ ਆ ਤੇ ਨਾਲ ਹੀ ਹੱਥ ਧੋਣ ਦੇ ਲਈ ਸਿੰਕ ਵੀ ਲੱਗੇ ਹੋਏ। ਸਾਰੇ ਉੱਥੇ ਜੋੜਾ ਰੱਖੋ, ਨਾ ਕਿ ਮੋਹਰੇ ਫਰੰਟ ਗੇਟ ਦੇ ਉੱਤੇ ਲਾਓ। ਇਹ ਬੇਨਤੀ ਹੈ ਜੀ ਸਾਰਿਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਆ ਗਿਆ ਪ੍ਰਤਾਪ ਸਿੰਘ ਆਪਣੇ ਲਾਂਗਰੀ ਗੁਰੂ ਘਰ ਦਾ, ਜਿੰਨੀ ਸੰਗਤ ਬੈਠੀ ਆ ਸਾਰਿਆਂ ਨੂੰ ਪਤਾ ਦਿਨ ਰਾਤ ਕਿੰਨੀ ਸੇਵਾ। ਇਹ ਤਾਂ ਇਹਦਾ ਗਰੁੱਪ ਸਾਰਿਆਂ ਲਈ ਤੜਕੇ 3 ਤੋਂ 4 ਵਜੇ ਆ ਜਾਂਦਾ, 8-9 ਵਜੇ ਤਾਈਂ, ਜਿੰਨਾ ਚਿਰ ਕਿਚਨ ਦੇ ਵਿੱਚ ਸੰਗਤ ਆਉਂਦੀ ਆ। ਕਦੀ ਉੱਥੇ ਖਾਣਾ ਨਹੀਂ ਮੁੱਕਿਆ ਕਿਸੇ ਤਰ੍ਹਾਂ ਦਾ, ਕੋਈ ਵੀ ਚੀਜ਼। ਸੋ ਅਸੀਂ ਤਹਿ ਦਿਲੋਂ ਸਾਰਾ ਆਪਣਾ ਜਿੰਨਾ ਸਟਾਫ ਆ ਜਾਂ ਆਪਣੀ ਗੁਰੂ ਘਰ ਦੀ ਕਮੇਟੀ ਆ, ਉਹ ਪ੍ਰਤਾਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਤਾਂ ਹੁਣ ਪ੍ਰਤਾਪ ਸਿੰਘ ਇੱਕ ਇਹ ਵੀ ਦੱਸਣਾ ਜ਼ਰੂਰੀ ਹੈ ਵੀ 23-24 ਸਾਲ ਤੋਂ ਪ੍ਰਤਾਪ ਸਿੰਘ ਇਸੇ ਗੁਰੂ ਘਰ ਦੇ ਵਿੱਚ ਐਜ਼ ਏ ਲਾਂਗਰੀ ਸੇਵਾ ਕਰਦਾ। ਇਹਦੇ ਗੁਣਾਂ ਦੀ ਨਿਸ਼ਾਨੀਆਂ ਨੇ। ਇੰਨਾ ਟਾਈਮ ਬੰਦਾ ਨਹੀਂ ਕੱਢਦਾ। ਇੱਕ ਤਾਂ ਪਰਮਾਤਮਾ ਇਸ ਤਰ੍ਹਾਂ ਇਸ ਨੂੰ ਸੇਵਾ ਬਖਸ਼ੇ, ਇਸੇ ਤਰ੍ਹਾਂ ਕੌਮ ਦੀ ਸੰਗਤ ਦੀ ਸੇਵਾ ਕਰਦਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। ਨੈਕਸਟ ਪਲੈਕ ਜਿਹੜਾ ਸਾਡੇ ਕੋਲ ਹੈ ਜਸ ਪੰਜਾਬੀ। ਜਸ ਪੰਜਾਬੀ ਦਾ ਰਿਸ਼ਤਾ ਇਸ ਗੁਰੂ ਘਰ ਦੇ ਨਾਲ ਇਹ ਹੈ ਕਿ ਜਿੱਦਣ ਜਸ ਪੰਜਾਬੀ ਲਾਂਚ ਵੀ ਹੋਇਆ ਸੀ ਇਸ ਗੁਰੂ ਘਰ ਤੋਂ ਹੋਇਆ ਸੀ। ਸੋ ਮੇਰੀ ਭੈਣ ਜੀ ਹੈ ਨਹੀਂ ਇੱਥੇ, ਸੋ ਮੈਂ ਚਾਹੂੰਗਾ ਜਗਤਾਰ ਸਿੰਘ ਜੱਗੀ 2 ਮਿੰਟ ਤਾਂ ਉਹਨਾਂ ਦੇ ਸਟਾਫ ਨਾਲ ਸਾਰੇ ਪਹੁੰਚੋ, ਆ ਕੇ 2 ਮਿੰਟ ਨਾਲ ਸਟੇਜ ਦੇ ਉੱਤੇ ਰੂਹ ਹੋ ਤੇ ਨਾਲੇ ਆਪਣਾ ਪਲੈਕ ਲਾਓ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜੁੜੀ ਸਾਧ ਸੰਗਤ ਜੀ ਤੇ ਘਰਾਂ ਦੇ ਵਿੱਚ ਫੋਨਾਂ ਦੇ ਜ਼ਰੀਏ, ਇੰਟਰਨੈਟ ਦੇ ਜ਼ਰੀਏ, ਜਿੱਥੇ ਵੀ ਕਿਤੇ ਦੇਖ ਰਹੇ ਹੋ ਤੁਸੀਂ ਜਸ ਪੰਜਾਬੀ ਦੇ ਜ਼ਰੀਏ, ਸਾਰਿਆਂ ਨੂੰ ਫਤਿਹ ਅਰਜ਼ਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਇੰਨਾ ਹੀ ਕਹਿਣਾ ਚਾਹੁੰਦਾ ਜੀ ਜਸ ਪੰਜਾਬੀ ਵੱਲੋਂ ਕਿ ਅਸੀਂ ਆਪਣੇ ਆਪ ਨੂੰ ਦੁਨੀਆ ਦੇ ਸਭ ਤੋਂ ਖੁਸ਼ਕਿਸਮਤ ਲੋਕ ਸਮਝਦੇ ਹਾਂ ਕਿ ਸਾਡੀ ਜਸ ਪੰਜਾਬੀ ਦੀ ਸ਼ੁਰੂਆਤ ਇਸ ਗੁਰੂ ਘਰ ਤੋਂ ਹੋਈ ਸੀਗੀ। ਲਾਈਵ ਪਹਿਲਾਂ ਜਦੋਂ ਕੀਤਾ
ਉਹ ਵੀ ਇਸ ਗੁਰੂ ਘਰ ਤੋਂ ਕੀਤਾ ਤੇ ਉਸ ਤੋਂ ਬਾਅਦ ਪੂਰੀ ਦੁਨੀਆ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਕਰਕੇ। ਸੋ ਅਸੀਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਜੀ ਪਰਮਾਤਮਾ ਦੇ, ਵਾਹਿਗੁਰੂ ਦੇ, ਤੇ ਬਹੁਤ ਬਹੁਤ ਧੰਨਵਾਦੀ ਹਾਂ ਕਮੇਟੀ, ਗੁਰੂ ਘਰ ਦੀ ਕਮੇਟੀ। ਇੰਨੇ ਵਧੀਆ ਪ੍ਰਬੰਧ ਹੈ ਕਿ ਸੰਗਤਾਂ ਸਾਡੇ ਕੋਲ ਆ ਕੇ ਦੱਸਦੀਆਂ ਨੇ ਵੀ ਸਾਨੂੰ ਨਹੀਂ ਪਤਾ ਕਮੇਟੀ ਦੇ ਵਿੱਚ ਕੌਣ ਹੈ, ਅਸੀਂ ਤਾਂ ਕੈਨੇਡਾ ਤੋਂ ਆਏ ਹਾਂ, ਪਰ ਸਾਡੇ ਵੱਲੋਂ ਕਮੇਟੀ ਨੂੰ ਵਧਾਈ ਜ਼ਰੂਰ ਦੇ ਦਿਓ ਵਧੀਆ ਪ੍ਰਬੰਧਾਂ ਲਈ। ਸੋ ਬਹੁਤ ਮਿਹਰਬਾਨੀ ਜੀ। ਸਭਾ ਥਿਆੜਾ ਜੀ, ਦੁਸਾਂਝ ਸਾਹਿਬ, ਸਾਰੀ ਕਮੇਟੀ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਵਿੱਚ ਪਹੁੰਚੇ ਨੇ ਸਾਡੀ ਭੈਣ ਜਸਮੀਤ ਕੌਰ ਬੈਂਸ। ਉਹ ਸਾਡੀ ਭੈਣ ਦੀ ਬਹੁਤ ਵੱਡੀ ਜ਼ਿੰਮੇਵਾਰੀ ਆ, ਅਸੈਂਬਲੀ ਦੇ ਲਈ ਇਲੈਕਸ਼ਨ ਲੜ ਰਹੇ ਨੇ। ਉਹ ਸਾਡੀ ਭੈਣ ਦੇ ਬੋਲ ਮੈਨੂੰ ਅੱਜ ਵੀ ਯਾਦ ਆ। ਇੱਕ ਮੀਟਿੰਗ ਦੇ ਵਿੱਚ ਬੈਠ ਕੇ ਉਹਨਾਂ ਸਿੱਖਾਂ ਦੇ ਹੱਕ ਦੇ ਲਈ ਆਵਾਜ਼ ਉਠਾਈ ਸੀ। ਉਹਨਾਂ ਦੇ ਬੋਲ ਸਨ ਜਦੋਂ ਭਾਈ ਸਾਹਿਬ ਭਾਈ ਹਰਦੀਪ ਸਿੰਘ ਨਿੱਜਰ ਦਾ ਸ਼ਹੀਦ ਹੋਏ, ਉਹਨਾਂ ਉਪਰੰਤ ਉਹਨਾਂ ਦੇ ਬੋਲ ਸੀ ਕਿ ਅਸੀਂ ਇਹਨਾਂ ਸੀਟਾਂ 'ਤੇ ਬੈਠ ਕੇ ਕੀ ਕਰਨਾ ਜੇ ਅਸੀਂ ਆਪਣੀ ਕੌਮ ਦੀ ਆਵਾਜ਼ ਨਹੀਂ ਉਠਾ ਸਕਦੇ। ਉਹ ਬੋਲ ਅੱਜ ਵੀ ਮੈਨੂੰ ਯਾਦ ਨੇ। ਬਹੁਤ ਸਾਰੀਆਂ ਸਟੇਟਾਂ ਦੇ ਵਿੱਚ, ਕਾਉਂਟੀਆਂ ਦੇ ਵਿੱਚ ਸਾਡੇ ਅਫਸਰ ਬਣ ਕੇ ਗਏ। ਸਾਡੀ ਯੂਬਾ ਸਿਟੀ ਦੇ ਵਿੱਚ ਵੀ ਬਹੁਤ ਸਾਰੇ ਮੇਅਰ ਤੱਕ ਰਹੇ, ਕਈਆਂ ਹੋਰ ਪੋਸਟਾਂ 'ਤੇ ਰਹੇ। ਪਰ ਮਾਫ ਕਰਨਾ ਜੇ ਕਿਸੇ ਨੂੰ ਗੱਲ ਬੁਰੀ ਬਣੇ, ਪਰ ਕੌਮ ਦੀ ਗੱਲ ਕਰਨ ਵਾਲੇ ਬੰਦੇ ਬਹੁਤ ਘੱਟ ਹੁੰਦੇ ਨੇ। ਕਿਸੇ ਨੇ ਕਦੀ ਕੌਮ ਦੀ ਗੱਲ ਨਹੀਂ ਕੀਤੀ। 40 ਸਾਲ ਹੋ ਗਏ ਸਾਡੀ ਨਸਲਕੁਸ਼ੀ ਹੋਈ ਨੂੰ। ਅੱਜ ਤੱਕ ਅਸੀਂ ਯੂਬਾ ਸਿਟੀ ਦੇ ਵਿੱਚ ਉਸ ਚੀਜ਼ ਨੂੰ ਮਾਨਤਾ ਨਹੀਂ ਦਿਵਾ ਸਕੇ ਕਿ ਸਾਡੀ ਨਸਲਕੁਸ਼ੀ ਹੋਈ ਸੀ, ਜਦ ਕਿ ਨਾਲ ਦੀਆਂ ਸਿਟੀਆਂ ਦੇ ਵਿੱਚ ਉਪਰਾਲੇ ਹੋ ਗਏ। ਅਸੀਂ ਵੋਟਾਂ ਦਾ ਪਾ ਦਿੰਦੇ ਹਾਂ ਸਿੱਖ ਚਿਹਰੇ ਦੇਖ ਕੇ, ਪਰ ਅਸੀਂ ਇਹ ਨਹੀਂ ਦੇਖਦੇ ਕਿ ਜਦੋਂ ਵੀ ਮੈਨੇਜਮੈਂਟ ਜਾਣਗੇ ਆਪਣੇ ਬਾਰੇ ਸੋਚਦੇ ਨੇ, ਕਦੀ ਕੌਮ ਦੀ ਗੱਲ ਨਹੀਂ ਕਰਦੇ। ਜਦੋਂ ਵੀ ਕੌਮ ਨੂੰ ਲੋੜ ਪੈਂਦੀ ਹੈ ਉਹ ਕਦੀ ਵੀ ਕੌਮ ਦੇ ਨਾਲ ਨਹੀਂ ਖੜਦੇ। ਪਰ ਸਾਨੂੰ ਮਾਣ ਹੈ ਆਪਣੀ ਭੈਣ ਦੇ ਉੱਤੇ, ਸਦਾ ਕੌਮ ਦੇ ਨਾਲ ਖੜਦੀ ਹੈ, ਕੌਮ ਦੀ ਆਵਾਜ਼ ਉਠਾਉਂਦੀ ਆ। ਜਿਹੜੇ ਮੁੱਦਿਆਂ 'ਤੇ ਸਾਡੀ ਭੈਣ ਗੱਲ ਕਰਦੀ, ਇਹਦੀਆਂ ਸਪੀਚਾਂ ਸੁਣ ਕੇ ਦੇਖਿਓ ਦਿਲ ਨੂੰ ਟੁੰਬਦੇ ਨੇ। ਸਾਨੂੰ ਪਤਾ ਲੱਗਦਾ ਕਿ ਬੇਸ਼ੱਕ ਅਸੀਂ ਅਮਰੀਕਾ ਦੀ ਧਰਤੀ ਦੇ ਉੱਤੇ ਹਾਂ, ਪਰ ਸਾਡੇ ਇਹਨਾਂ ਨੁਮਾਇੰਦਿਆਂ ਦੇ ਕਰਕੇ, ਇਹਨਾਂ ਭੈਣਾਂ, ਇਹਨਾਂ ਵੀਰਾਂ ਦੇ ਕਰਕੇ ਜਿਹੜੇ ਕੌਮ ਦੀ ਆਵਾਜ਼ ਉਠਾਉਂਦੇ ਨੇ, ਉਹਨਾਂ ਕਰਕੇ ਹੀ ਅੱਜ ਅਮਰੀਕਾ, ਕੈਨੇਡਾ ਦੀਆਂ ਸਰਕਾਰਾਂ ਇਸ ਸੋਚਣ ਦੇ ਲਈ ਮਜਬੂਰ ਹੋ ਗਈਆਂ ਕਿ ਕੀ ਗੱਲ ਆ ਕਿ ਸਿੱਖਾਂ ਨੂੰ ਅਜੇ ਤੱਕ ਇਨਸਾਫ ਕਿਉਂ ਨਹੀਂ ਮਿਲਿਆ। ਅਸੀਂ ਆਸ ਕਰਦੇ ਹਾਂ ਕਿ ਇਹੋ ਜਿਹੇ ਭੈਣ ਦੇ ਨਾਲ ਹੋਰ ਕਾਫਲੇ ਬਣਾ ਕੇ ਸਾਡੇ ਨੌਜਵਾਨ ਤੁਰਨਗੇ ਤਾਂ ਉਹ ਦਿਨ ਦੂਰ ਨਹੀਂ ਹੋਵੇਗਾ ਜਿਸ ਦਿਨ ਅਸੀਂ ਆਪਣੇ ਘਰ ਨੂੰ ਸਿੱਧੀਆਂ ਅਮਰੀਕਾ ਤੋਂ ਸਿੱਧੀਆਂ ਅੰਮ੍ਰਿਤਸਰ ਨੂੰ ਫਲੈਟਾਂ ਲਾ ਕੇ ਉਤਰਿਆ ਕਰਾਂਗੇ, ਜਿਸ ਦੇ ਪਾਸਪੋਰਟ ਵੀ ਹੋਣਗੇ ਸਾਡੇ ਖੰਡਿਆਂ ਵਾਲੇ, ਖਾਸਤਾਨ ਵਾਲੇ। ਸੋ ਵਾਹਿਗੁਰੂ ਦੇ ਚਰਨਾਂ ਦਾ ਅਰਦਾਸ ਬੇਨਤੀ ਕਰਦੇ ਹਾਂ ਕਿ ਸੱਚੇ ਪਾਤਸ਼ਾਹ ਸਦਾ ਇਹੋ ਜਿਹੇ ਨੁਮਾਇੰਦਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਮੈਂ ਬੇਨਤੀ ਕਰਦਾ ਆਪਣੀ ਭੈਣ ਨੂੰ ਜਸਵੀਰ ਕੌਰ ਬੈਂਸ ਨੂੰ ਕੋਈ ਸਟੇਜ 'ਤੇ ਆਉਣ, 2 ਲਫ਼ਜ਼ ਸਾਡੇ ਨਾਲ ਸਾਂਝੇ ਕਰਨਗੇ। ਨਾਲ ਹੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਨਮਾਨ ਵੀ ਕਰੇਗੀ। ਸੋ ਭੈਣ ਜੀ ਜਸਮੀਤ ਕੌਰ ਬੈਂਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰੇ ਜਾਣੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ, ਜਸ ਪੰਜਾਬੀ, ਪੰਜਾਬੀ ਰੇਡੀਓ ਦਾ, ਸਾਰੀ ਪ੍ਰਬੰਧਕ ਕਮੇਟੀ ਦਾ, ਜੋ ਇਸ ਨਗਰ ਕੀਰਤਨ ਦਾ ਚਲਾਉਂਦੇ। ਮੈਂ ਇੱਥੇ ਆਉਂਦੀ ਹੁੰਦੀ ਸੀ ਜਦੋਂ ਮੈਂ ਬੱਚੀ ਹੁੰਦੀ ਸੀ। ਮੈਨੂੰ ਯਾਦ ਹੈ ਕਿ ਗੁਰਦੁਆਰਾ ਸਾਹਿਬ ਐਡਾ ਵੱਡਾ ਨਹੀਂ ਸੀਗਾ ਉਦੋਂ, ਅਤੇ ਬਸ ਇੱਦਾਂ ਹੀ ਨਾਲ ਮੈਂ ਪੜ੍ਹਾਈ ਕੀਤੀ, ਡਾਕਟਰ ਬਣ ਗਈ। ਫਿਰ ਉਸ ਤੋਂ ਬਾਅਦ ਮੈਨੂੰ ਇੱਕ ਸੋਚ ਸੀ ਕਿ ਸਾਡੀ ਰੈਪਰੈਜ਼ੈਂਟੇਸ਼ਨ ਤਾਂ ਬਣੀ ਹੀ ਨਹੀਂ। ਸਟੇਟ ਲੈਜਿਸਲੇਚਰਸ ਕਦੀ ਸਾਡਾ ਕੋਈ ਰੈਪਰੈਜ਼ੈਂਟੇਸ਼ਨ ਬਣਿਆ ਨਹੀਂ। ਕੋਈ ਸਮਝੋ ਮਿਰੇਕਲ ਕਹਿ ਦਿਓ, ਜੋ ਵੀ ਆ, ਰੱਬ ਨੇ ਮੈਨੂੰ ਇੱਥੇ ਖੜਾ ਕੀਤਾ ਇੱਕ ਵਜ੍ਹਾ ਤੋਂ। ਅਤੇ ਜਦੋਂ ਮੈਂ ਜਿੱਤੀ ਸੀ, ਮੈਂ ਵਾਅਦਾ ਕੀਤਾ ਸੀ ਕਿ ਜੋ 1984 ਦਾ ਨਸਲ ਖੁਸ਼ੀ ਦਾ ਮਤਾ ਸੀ ਉਹ ਮੈਂ ਪਾਸ ਕਰਵਾਉਣਾ ਹੀ ਸੀ। ਉਹਨਾਂ ਨੇ ਬਹੁਤ
ਪਹਿਲਾਂ ਵੀ ਉਹਨਾਂ ਨੇ 2015 'ਚ ਦੀ ਕੋਸ਼ਿਸ਼ ਕੀਤੀ ਸੀ, ਪਰ ਉਸ ਮੂਮੈਂਟ ਤੇ ਇੰਡੀਅਨ ਗਵਰਨਮੈਂਟ ਦਾ ਹੱਥ ਆ ਕੇ ਵਿੱਚ ਉਹਨਾਂ ਨੇ ਮਿਟਾਤਾ ਸੀ ਕਿ ਜੋ ਹੋਇਆ ਸੀ ਉਹ ਇੱਕ ਰਾਇਟ ਸੀ, ਪਰ ਜੈਨੋਸਾਈਡ ਨਹੀਂ ਸੀ। ਜਦ ਮੈਂ ਗਈ ਸੀ, ਮੈਂ you know what, it is so important that the whole world knows ਕਿ ਜੋ ਹੋਇਆ ਸੀ 1984 ਉਹ ਇੱਕ ਰਾਇਟ ਨਹੀਂ ਸੀ, it wasn't a program, ਉਹ ਇੱਕ ਨਸਲ ਖੁਸ਼ੀ ਸੀ। ਤੇ ਪਿਛਲੇ ਸਾਲ ਉਹ ਮਤਾ ਪਾਸ ਹੋ ਗਈ ਸੀ ਦੋਨੋਂ 'ਚ, ਅਸੈਂਬਲੀ ਤੇ ਸੈਨੇਟ 'ਚ। ਪਿਛਲੇ ਸਾਲ ਮੈਂ ਇੱਥੇ ਆਣ ਕੇ ਤੁਹਾਨੂੰ ਉਸ ਬਲੈਕ ਦਾ ਰੈਜ਼ੋਲੂਸ਼ਨ ਵੀ ਦਿਖਾਇਆ ਸੀ ਕਿ California has recognized that the events of 1984 were a targeted attempt by the Indian government to destroy the Sikh community. ਅੱਜ 40 ਸਾਲ ਗੁਜ਼ਰ ਗਏ ਨੇ ਇਸੀ ਦਿਨ। Today was the day 40 years ago where the Indian government went out on TV and said, go ahead and kill as many Sikh as you would like, and they gave orders that law enforcement will do nothing in India. ਅਜੇ ਵੀ ਉਸ ਭੈਣ ਭਰਾਵਾਂ ਦੀ ਚੀਕਾਂ ਮੈਨੂੰ ਸੁਣਦੀਆਂ ਨੇ। ਜਦੋਂ ਉਹ ਨਸਲ ਖੁਸ਼ੀ ਦੀ ਮਤਾ ਪਾਸ ਹੋਈ ਸੀ, that was the first step. ਇਸ ਸਾਲ ਜੋ ਹੋ ਰਿਹਾ ਸਾਡੇ ਕੌਮ ਨਾਲ, ਉਹੀ ਮਾਹੌਲ ਫਿਰ ਪੈਦਾ ਕਰਨ ਦੀ ਹਿੰਮਤ ਕਰ ਰਹੇ ਨੇ। ਉਹੀ ਮੈਂ ਫਿਰ ਬਿੱਲ ਇੱਕ ਇਸ ਸਾਲ ਲਿਖਿਆ ਸੀ, ਉਹ ਸੀ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ। ਉਸ ਬਿੱਲ that bill got held, ਪਰ ਮੈਂ ਅੱਜ ਸਵੇਰੇ ਅਨਾਉਂਸਮੈਂਟ ਇਹ ਦਿੱਤੀ ਸੀ ਕਿ ਜੋ ਜੈਕਾਰਾ ਦੀ ਹਿੰਮਤ ਨਾਲ, ਬੱਚਿਆਂ ਦੀ ਇਨਸਪੀਰੇਸ਼ਨ ਨਾਲ ਜੋ ਮਾਰਚ ਸ਼ੁਰੂ ਹੋਈ ਸੀ ਬੇਕਰਸਫੀਲਡ ਤੇ ਸੈਕਰਾਮੈਂਟੋ, ਅੱਜ ਖਤਮ ਹੋਈ ਸੀ। ਉਹਨਾਂ ਦੀ ਆਵਾਜ਼, ਉਹਨਾਂ ਦੀ ਸਪੋਰਟ ਕਰਕੇ ਅੱਜ ਅਸੀਂ ਉਹ ਬਿੱਲ ਵਾਪਸ ਲੈ ਕੇ ਆ ਰਹੇ ਹਾਂ ਜਨਵਰੀ 'ਚ। ਤੇ ਜੋ ਸੈਨੇਟਰ ਜਾਂ ਲੈਜਿਸਲੇਟਰ ਨੇ ਉਸ ਬਿੱਲ ਤੇ ਸ਼ੱਕ ਕੀਤਾ ਸੀ, ਉਹ ਹੁਣ ਬਲਕਿ ਸਪੋਰਟ ਕਰ ਰਹੇ ਨੇ, they're authoring it. ਸੋ ਜੋ ਹੋ ਰਿਹਾ ਸਾਡੇ ਕੌਮ ਨਾਲ, ਲੋਕਾਂ ਨੂੰ ਉਸ ਦੀ ਆਵਾਜ਼ ਉੱਠੀ ਆ, ਐਂਡ ਮੈਂ ਇੱਕ ਇਕੱਲੀ ਨਹੀਂ ਕਰ ਸਕਦੀ। ਧੰਨਵਾਦ ਆ ਪੂਰੀ ਕਮਿਊਨਿਟੀ ਦਾ, ਧੰਨਵਾਦ ਆ ਜਸ ਪੰਜਾਬੀ, ਰੇਡੀਓ ਪੰਜਾਬੀ, ਪੰਜਾਬ ਰੇਡੀਓ ਦਾ, ਕਿਉਂਕਿ ਜੇ ਉਹ ਆਵਾਜ਼ ਉਠਾਉਣ ਨਾ, ਸਾਡੀ ਆਵਾਜ਼ ਮਿਟ ਜਾਣੀ ਆ। ਤੇ ਮੈਂ ਬਸ ਇੱਕ ਹੋਰ ਬੇਨਤੀ ਕਰਨਾ ਚਾਹੁੰਦੀ ਹਾਂ, ਮੇਕ ਸ਼ੋਰ ਕਿ ਤੁਸੀਂ ਜੋ ਵੀ ਇਲੈਕਸ਼ਨ ਹੋ ਰਹੀ ਹੈ ਨੈਕਸਟ ਵੀਕ, ਵੋਟ ਜ਼ਰੂਰ ਪਾਓ। ਉਹ ਤੁਹਾਡੀ ਆਵਾਜ਼ ਆ, ਉਹਨੂੰ ਨਾ ਗਵਾਇਓ। ਇੱਕ ਮੌਕਾ ਆ, ਤੁਹਾਡੀ ਆਵਾਜ਼ ਉਸੀ ਵੋਟ 'ਚ ਆ। ਸੋ ਪਲੀਜ਼ ਮੇਕ ਸ਼ੋਰ ਸਾਰੇ ਜਾਣੇ ਜਾ ਕੇ ਵੋਟ ਕਰਨ। ਤੇ ਰੱਬ ਨੂੰ ਬਸ ਮੈਨੂੰ ਇੱਕ ਬੇਨਤੀ ਆ ਕਿ ਰੱਬਾ तुम्हारे ही जन्म ਇਹ ਲਿਖਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਨਤੀ ਕਰਦੇ ਹਾਂ ਗੁਰਦੁਆਰੇ ਪ੍ਰਬੰਧਕ ਕਮੇਟੀ ਨੂੰ ਕਿ ਭੈਣ ਜੀ ਹੁਣਾਂ ਨੂੰ ਸਨਮਾਨ ਚਿੰਨ੍ਹ ਦੇਣਗੇ ਜੀ। ਗੁਰੂ ਘਰ ਦੇ ਮੁੱਖ ਸੇਵਾਦਾਰ ਸਰਬਜੀਤ ਸਿੰਘ ਸਿਆਲਾ ਤੇ ਜਿੰਦਰ ਸਿੰਘ ਜੀ ਸਾਂਝ ਬੇਨਤੀ ਕਰਦੇ ਹਾਂ ਕਿ ਭੈਣ ਜੀ ਸਨਮਾਨ ਚਿੰਨ੍ਹ ਦਿਓ ਜੀ। John Singh Gill, can you come up the stage, please? Help with the plaque. Come this side. ਇੱਧਰ ਹੀ ਆ ਜਾਓ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ ਸਾਰਿਆਂ ਤੋਂ ਮਾਫੀ ਵੀ ਚਾਹੁੰਦੇ ਆ ਕਿ ਤੁਸੀਂ ਕੀਰਤਨ ਕਥਾ ਵਿਚਾਰ ਸੁਣਨ ਆਏ ਹੋ, ਪਰ ਇਹ ਵੀ ਬਹੁਤ ਜ਼ਰੂਰੀ ਆ ਕਿ ਅਸੀਂ ਜਿਹੜੇ ਸਾਡੇ ਕੌਮ ਲਈ, ਸਾਡੀ ਕਮਿਊਨਿਟੀ ਦੇ ਲਈ ਕੋਈ ਆਪਣਾ ਸਮਾਂ ਕੱਢ ਕੇ ਯੋਗਦਾਨ ਪਾਉਂਦੇ ਆ, ਅਸੀਂ ਉਹਨਾਂ ਨੂੰ ਸਨਮਾਨ ਵੀ ਜ਼ਰੂਰ ਕਰੀਏ। ਸੋ ਆਪ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਭੈਣ ਜੀ ਜਸਮੀਤ ਕੌਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅੱਜ 1 ਨਵੰਬਰ ਹੈ, ਸਾਡੀ ਨਸਲ ਖੁਸ਼ੀ ਦਾ 40 ਸਾਲ ਪੂਰੇ ਹੋ ਗਏ। ਸੋ ਕੱਲ੍ਹ ਦੇ ਦੀਵਾਨਾਂ ਦੇ ਵਿੱਚ ਨਸਲ ਖੁਸ਼ੀ ਦੀ ਵੀ ਆਪਾਂ ਗੱਲ ਕਰਾਂਗੇ। ਸੋ ਆਓ, ਮੈਂ ਤੁਹਾਡਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰਦਾ, ਜੋ ਆਪ ਸਾਰੀਆਂ ਸੰਗਤਾਂ ਦੇ ਸੱਦੇ ਦੇ ਉੱਤੇ ਕੀਰਤਨੀਏ ਜਥੇ ਪਹੁੰਚੇ ਨੇ, ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ, ਭਾਈ ਸਾਹਿਬ ਭਾਈ ਹਰਚੰਦ ਸਿੰਘ ਜੀ ਖਾਲਸਾ ਦਰਬਾਰ ਸਾਹਿਬ ਵਾਲੇ ਅਤੇ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਉਹ ਜਥੇ ਸਟੇਜ ਦੇ ਉੱਤੇ ਆ ਜਾਣ। ਆਪ ਸੰਗਤਾਂ ਨੂੰ 9 ਵਜੇ ਤੱਕ ਸ਼ਬਦ ਕੀਰਤਨ ਸਰਵਣ ਕਰਾਉਣਗੇ। ਉਸ ਉਪਰੰਤ ਢਾਡੀ ਸਰੂਪ ਸਿੰਘ ਜੀ ਕਡਿਆਣਾ ਅਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਢਾਡੀ ਬਾਰਾਂ ਸਰਵਣ ਕਰਾਉਣਗੇ। ਸੋ ਜਿਸ ਤਰ੍ਹਾਂ ਪਹਿਲਾਂ ਵੀ ਦਾਸ ਨੇ ਬੇਨਤੀ ਕੀਤੀ ਕਿ 1 ਨਵੰਬਰ ਸਾਡੀ ਸਿੱਖਾਂ ਦੀ ਨਸਲ ਖੁਸ਼ੀ ਦਾ ਦਿਹਾੜਾ ਹੈ। ਇਹ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੇ ਪਰਿਵਾਰਾਂ ਵਿੱਚ, ਆਪਣੇ ਬੱਚਿਆਂ ਦੇ ਨਾਲ ਇਸ ਗੱਲ ਨੂੰ ਜ਼ਰੂਰ ਕਰੀਏ, ਆਪਣੇ ਘਰਾਂ ਦੇ ਵਿੱਚ, ਆਪਣੇ ਰਿਸ਼ਤੇਦਾਰੀ ਦੇ ਵਿੱਚ ਗੱਲ ਜ਼ਰੂਰ ਕਰੀਏ ਕਿ ਉਸ ਦਿਨ ਕੋਈ ਦੰਗੇ ਨਹੀਂ ਹੋਏ ਸੀ, ਉਹ ਪ੍ਰੀ ਪਲਾਨਡ ਸਾਡੀ ਨਸਲ ਖੁਸ਼ੀ ਸੀ। ਜਦੋਂ ਆਪਾਂ ਦੇਖਦੇ ਹਾਂ ਕਿ ਦਰਬਾਰ ਸਾਹਿਬ ਦੇ ਉੱਤੇ ਹਮਲਾ ਹੋਇਆ, ਦਰਬਾਰ ਸਾਹਿਬ ਸਾਡਾ ਢਹਿ ਢੇਰੀ ਕਰ ਦਿੱਤਾ, ਸਾਡੇ ਸੈਂਕੜੇ ਸਿੰਘ ਸ਼ਹੀਦ ਕਰ ਦਿੱਤੇ। ਸਾਡੇ ਪਿੰਡਾਂ ਦੇ ਵਿੱਚ ਸਾਡੇ ਹਿੰਦੂ ਭਰਾ ਭੈਣ ਸਾਡੇ ਨਾਲ ਰਹਿੰਦੇ ਸੀ, ਪਰ ਕਿਸੇ ਵੀ ਸਿੱਖ ਨੇ ਕਿਸੇ ਹਿੰਦੂ ਪਰਿਵਾਰ ਨੂੰ ਨੁਕਸਾਨ ਨਹੀਂ ਪਹੁੰਚਾਇਆ। ਇਹ ਤੁਹਾਡੀ ਆਪਣੀ ਮਾਨਸਿਕਤਾ ਹੈ ਕਿ ਤੁਸੀਂ ਸਰਬੱਤ ਦੇ ਭਲੇ ਦੀ ਗੱਲ ਕਰਦੇ ਆ, ਤੁਹਾਡੇ ਦਿਲ ਸਾਫ਼ ਆ, ਤੁਹਾਡੇ ਦਿਲਾਂ ਦੇ ਵਿੱਚ ਦਇਆ ਆ, ਤੁਸੀਂ ਕਿਸੇ ਵੀ ਇਨਸਾਨ ਨੂੰ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਨਹੀਂ ਪਹੁੰਚਾਇਆ। ਪਰ ਦੂਸਰੇ ਪਾਸੇ ਉਹ ਕੌਮ ਆ ਜਿਨ੍ਹਾਂ ਨੇ ਜਦੋਂ ਕੀਤਾ ਹੋਇਆ, ਜੋ ਇੰਦਰਾ ਗਾਂਧੀ ਨੇ ਪਾਪ ਕੀਤਾ, ਉਸ ਦਾ ਉਹਨੂੰ ਫੁੱਲ ਭੁਗਤਾਇਆ ਗਿਆ, ਉਸ ਨੂੰ ਮੋੜਵਾਂ ਜਵਾਬ ਦਿੱਤਾ ਗਿਆ। ਤਾਂ ਸਾਡੇ ਪਰਿਵਾਰਾਂ ਨੂੰ, ਸਾਡੀਆਂ ਭੈਣਾਂ ਨੂੰ, ਸਾਡੇ ਬੱਚਿਆਂ ਨੂੰ ਦਿੱਲੀ ਦੇ ਬਾਜ਼ਾਰਾਂ ਦੇ ਵਿੱਚ ਕਤਲੇਆਮ ਕੀਤਾ ਗਿਆ। ਸੋ ਸਾਡੀ ਨਸਲ ਖੁਸ਼ੀ ਸੀ। ਸਦਾ ਆਪਣੇ ਬੱਚਿਆਂ ਨੂੰ ਦੱਸੋ ਇਹ ਇਤਿਹਾਸ, ਇਹਨਾਂ ਚੀਜ਼ਾਂ ਬਾਰੇ ਇਨਫੋਰਮੇਸ਼ਨ ਜ਼ਰੂਰ ਦਿਓ। ਇੱਕ ਸੰਗਤ ਦੇ ਵਿੱਚ ਇੱਕ ਲੇਡੀ ਆ, ਇੱਕ ਬੀਬੀ ਆ, ਉਹਨੇ ਪੀਲੇ ਰੰਗ ਦੀ ਕਮੀਜ਼ ਪਾਈ ਹੋਈ ਹੈ, ਉਸ ਨੂੰ ਭੁੱਲਣ ਦੀ ਬਿਮਾਰੀ ਹੈ। ਜੇ ਕਿਸੇ ਨੂੰ ਵੀ ਉਹ ਮਿਲੇ, ਬੇਨਤੀ ਕਰਦੇ ਹਾਂ ਕਿ ਸਾਡੇ ਨਾਲ ਆ ਕੇ ਸਟੇਜ 'ਤੇ ਸੰਪਰਕ ਕਰੋ। ਪਰਿਵਾਰ ਬਹੁਤ ਪਰੇਸ਼ਾਨ ਹੈ, ਉਸ ਨੂੰ ਲੱਭ ਰਹੇ ਨੇ। ਪੀਲੇ ਰੰਗ ਦੀ ਫੁੱਲਾਂ ਵਾਲੀ ਕਮੀਜ਼ ਪਾਈ ਹੋਈ ਹੈ। ਜਾਂ ਸਟਰ ਕਾਉਂਟੀ ਪੁਲਿਸ ਵਾਲੇ ਵੀ ਜਿਹੜੇ ਬਾਹਰ ਫਿਰਦੇ ਨੇ, ਤੁਸੀਂ ਉਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ। ਸੋ ਆਓ, ਜਥੇ ਸਟੇਜ 'ਤੇ ਸੱਜ ਚੁੱਕੇ ਨੇ, ਉਹਨਾਂ ਦੇ ਪਾਸੋਂ ਸ਼ਬਦ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਜੀਓ ਸ੍ਰੀ ਵਾਹਿਗੁਰੂ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ ਉਡੀਨਾ। ਸਤਿਗੁਰ ਬੰਦੀ ਛੋੜ ਹੈ, ਜੀਵਨ ਮੁਕਤ ਕਰੇ
जीवन मुक्त करे 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 उडीना। अंधकूप ते काटियन लड़ आप फड़ाए, लड़ आप फड़ाए, लड़ आप फड़ाए, लड़ आप फड़ाए, लड़ आप फड़ाए। अंधकूप ते काटियन लड़ आप फड़ाए, 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 लड़ आप फड़ाए, लड़ आप फड़ाए। पढ़ो जी लड़ आप फड़ाए, लड़ आप फड़ाए, लड़ आप फड़ाए, लड़ आप फड़ाए। पढ़ो जी लड़ आप फड़ाए, लड़ आप फड़ाए। अंधकूप ते काटियन लड़ आप फड़ाए, 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 लड़ आप फड़ाए, लड़ आप फड़ाए, लड़ आप फड़ाए, लड़ आप फड़ाए। जप तप संयम दया धर्म जिस दे सो पाए, जप तप संयम दया धर्म जिस दे सो पाए, जप तप संयम दया धर्म जिस दे सो पाए, जप तप संयम दया धर्म जिस दे सो पाए। जिस बुझाए अग्नि आप सो नाम ते आए, जिस बुझाए अग्नि आप सो नाम ते आए, जिस बुझाए अग्नि आप सो नाम ते आए, जिस बुझाए अग्नि आप सो नाम ते आए। अंधकूप ते काटियन लड़ आप फड़ाए, 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 लड़ आप फड़ाए। अंतर्जामी अग्नि पुरख एक दृष्ट दिखाए, अंतर्जामी अग्नि पुरख एक दृष्ट दिखाए, अंतर्जामी अग्नि पुरख एक दृष्ट दिखाए, अंतर्जामी अग्नि पुरख एक दृष्ट दिखाए। साध संगत के आश्रय तब सो रंग लाए, साध
ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ 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 ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਹਾਂ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ 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 ਆਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਆਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਹਰ ਨਾਮ ਤਰਾਏ ਹਰ ਨਾਮ ਤਰਾਏ ਆਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਹਰ ਨਾਮ ਤਰਾਏ ਹਰ ਨਾਮ ਤਰਾਏ ਹਰ ਹਰ ਨਾਮ ਤਰਾਏ ਹਰ ਨਾਮ ਤਰਾਏ ਹਰ ਨਾਮ ਤਰਾਏ ਹਰ ਨਾਮ ਤਰਾਏ ਆਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਆਗਣ ਕੱਟ ਮੁਖ ਉਜਲਾ ਹਰ ਨਾਮ ਤਰਾਏ ਜਨਮ ਮਰਨ ਭੋਗਤਿਆਂ ਫਿਰ ਦੋਨ ਨਾ ਪਾਏ ਜਨਮ ਮਰਨ ਭੋਗਤਿਆਂ ਫਿਰ ਦੋਨ ਨਾ ਪਾਏ ਨਾਨਕ ਬਖਸ਼ ਮਿਲਾਏ ਰਖੇ ਗਲ ਲਾਏ 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 ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ 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 ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ ਅੰਧਕੂਪ ਤੇ ਕਾਢੀਆਂ ਲੜ ਆਪ ਫੜਾਏ
ਲੜ ਆਪ ਫੜਾਏ, 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 ਲੜ ਆਪ ਫੜਾਏ। ਸਤਿਗੁਰ ਦਇਆ ਕਰੇ, ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ। ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ, ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ, ਹਮ ਲਾਵੇ ਆਪਨ ਪਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ, ਮੀਤ ਚਲੋ ਗੁਰ ਚਾਲੀ। ਸਤਿਗੁਰ ਦਇਆ ਕਰੇ, ਸਤਿਗੁਰ ਦਇਆ ਕਰੇ, ਦਇਆ ਕਰੇ ਸੁਖ ਦਾਤਾ, ਹਮ ਲਾਵੇ ਆਪਨ ਪਾਲੀ, 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 ਹਮ ਲਾਵੇ ਆਪਨ ਪਾਲੀ। हम अंदले अंदर बिखै बिखराते, क्यों चाले गुर चाली, क्यों चाले गुर चाली। सतगुर दया करे सुख दाता, हम लावे आपन पाली। सतगुर दया करे सुख दाता, हम लावे आपन पाली, हम लावे आपन पाली। गुर सिख मीत चलो गुर चाली, मीत चलो गुर चाली, मीत चलो गुर चाली। जो गुर कहे सोई फल मानो, हर हर कथा निराली, हर हर कथा निराली, हर हर कथा निराली, हर हर कथा निराली। सतगुर दया करे, सतगुर दया करे, दया करे सुख दाता, हम लावे आपन पाली, हम लावे आपन पाली, हम लावे आपन पाली, हम लावे आपन पाली। सतगुर दया करे, दया करे सुख दाता, हम लावे आपन पाली,
जानो आज के काली सतगुर सेव खरच हर बादो मत जानो मत जानो मत जानो मत जानो आज के काली मत जानो जानो मत जानो आज के काली हाँ सतगुर सेव हाँ सतगुर सेव खर्च हर बात मत जानो आज के काली जानो आज के काली सतगुर सेव खरच हर बात मत जानो आज के काली मत जानो आज के काली हर के संत सुनो जन भाई हर के संत सुनो 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 हर के संत सुनो 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 जन भाई हर के सुनो जन भाई गुर सेवे हो बेग बेगा हर के संग जपो हर के संत जपो हर के संत जपो हर जपना हर संत चले हर नाम जिन हर दुपिया से हर होए से हर हो जिन हर जपया से हर हो हर मिलया हर मिलया केल केला हर मिलया हर मिलया हर मिलया केल के लाली हर 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 जपन जप लोच लुटानी हर कृपा कर बनवाली जन नानक संगत साध हर मेलो हम साध जना 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 साध जना पगराली हर हर जपन
ਸਫਲੋਂ ਚੁਲਚਾਨੀ ਹਰ ਹਰ ਕਿਰਪਾ ਕਰ ਬਨਵਾਲੀ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਬਗਲਾਲ ਹਮ ਸਾਧ ਜਨਾ ਬਗਲਾਲੀ ਸਤਿਗੁਰ ਦਇਆ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਹਮ ਲਾਵੈ ਆਪਨ ਪਾਲੀ ਗੁਰ ਸਿੱਖ ਮੀਰ ਦਰ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਹਰ ਹਰ ਕਥਾ ਨਿਰਾਲੀ ਸਤਿਗੁਰ ਦਇਆ ਕਰੇ ਸਤਿਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਨ ਪਾਲੀ 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 ਵਧਾਈਆਂ ਵਧਾਈਆਂ ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ ਜਿਨ ਮੇਰਾ ਸਤਿਗੁਰ ਡਿਠਾ ਰਾਮ ਰਾਜੇ 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 ਵਧਾਈਆਂ ਵਧਾਈਆਂ ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਕਰ ਗੱਲ ਸੁਣਾਵੇ ਹਰ ਨਾਮ ਕੀ ਕੋਈ ਕਰ ਗੱਲ ਸੁਣਾਵੇ ਹਰ ਨਾਮ ਕੀ ਕਰ ਗੱਲ ਸੁਣਾਵੇ ਹਰ ਨਾਮ ਕੀ ਸੋ ਲੱਗੇ ਗੁਰ ਸਿੱਖਾ ਮਨ ਮਿੱਠਾ 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 ਵਧਾਈਆਂ ਵਧਾਈਆਂ ਗੁਰ ਸਿੱਖਾ ਮਨ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ
ਹਰ ਦਰਗਹ ਗੁਰ ਸਿੱਖ ਪੈਨਾਈਐ, ਹਰ ਦਰਗਹ ਗੁਰ ਸਿੱਖ ਪੈਨਾਈਐ, ਹਰ ਦਰਗਹ ਗੁਰ ਸਿੱਖ ਪੈਨਾਈਐ, ਹਰ ਦਰਗਹ ਗੁਰ ਸਿੱਖ ਪੈਨਾਈਐ। ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਿਨ੍ਹਾਂ ਮੇਰਾ ਸਤਿਗੁਰ ਤੁਠਾ, ਜਨ ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ। ਹਰ ਹਰ ਮਨ ਬੁਝਾ, 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 ਹਰ ਹਰ ਮਨ ਬੁਝਾ। ਜਨ ਨਾਨਕ ਜਨ ਨਾਨਕ ਹਰ ਹਰ ਹੋਇਆ। ਹਰ ਹਰ ਮਨ ਉਠਾ, ਜਨ ਜਨ ਨਾਨਕ ਹਰ ਹਰ ਹੋਇਆ। ਹਰ ਹਰ ਮਨ ਉਠਾ, ਜਨ ਨਾਨਕ ਹਰ ਹਰ ਹੋਇਆ, ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ, ਜਨ ਨਾਨਕ ਹਰ ਹਰ ਹੋਇਆ। ਹਰ ਹਰ ਮਨ ਬੁਝਾ, 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 ਹਰ ਹਰ ਮਨ ਬੁਝਾ। ਵਧਾਈਆਂ ਵਧਾਈਆਂ ਹੋਰ ਸਿੱਖਾਂ ਮਨ ਵਧਾਈਆਂ, ਵਧਾਈਆਂ ਵਧਾਈਆਂ ਹੋਰ ਸਿੱਖਾਂ ਮਨ ਵਧਾਈਆਂ, ਹੋਰ ਸਿੱਖਾਂ ਮਨ ਵਧਾਈਆਂ, ਹੋਰ ਸਿੱਖਾਂ ਮਨ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।
ਵਾਹਿਗੁਰੂ। ਸਾਰੇ ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡ ਜੋਧਾ ਬਹੁ ਪਰਉਪਕਾਰੀ, ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਬਲਹਾਰ ਜਾਈਏ ਉਹਨਾਂ ਤੋਂ। ਸਤਿਗੁਰਾਂ ਜੀ ਨੇ 52 ਰਾਜਿਆਂ ਦੀ ਕੈਦ ਵੀ ਕੱਟੀ। ਜਿਹੜਾ ਸਿੱਖ ਵੀ ਮਾਰੀ ਦਾ ਪੱਲਾ ਫੜਦਾ ਹੈ ਨਾ, ਮਹਾਰਾਜ ਜੀ ਲੋਕ ਪਰਲੋਕ ਦੇ ਬੰਧਨ ਉਹਦੇ ਕੱਟ ਦਿੰਦੇ ਆ, ਉਹਨੂੰ ਮੁਕਤ ਕਰ ਦਿੰਦੇ ਆ, ਚੜ੍ਹਦੀ ਕਲਾ ਬਖਸ਼ ਦਿੰਦੇ। ਧੰਨ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ। ਇਤਿਹਾਸ ਕਹਿੰਦਾ ਵੀ ਸਰੀਰਕ ਤੌਰ ਤੇ ਵੀ ਮਹਾਰਾਜ ਜੀ ਇੰਨੇ ਜ਼ਿਆਦਾ ਬਲਵਾਨ ਸੀ, ਇੱਕ ਬੰਦਾ ਮਹਾਰਾਜ ਜੀ ਨੂੰ ਕਲਾਵੇ ਵਿੱਚ ਨਹੀਂ ਸੀ ਲੈ ਸਕਦਾ, ਇੰਨੇ ਬਲਵਾਨ ਸੀ। ਤੇ ਕਹਿੰਦੇ 12 ਕੋਹ ਤੇ ਘੋੜਾ ਜਿਹੜਾ ਥੱਕ ਜਾਂਦਾ ਸੀ, 12 ਕੋਹ ਬਾਅਦ ਘੋੜਾ ਬਦਲਣਾ ਪੈਂਦਾ ਸੀ, ਮਹਾਰਾਜ ਇੰਨੇ ਬਲਵਾਨ ਸੀ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਇਤਿਹਾਸ ਵਿੱਚ ਤੱਥ ਹੁੰਦਾ ਵੀ ਉਹਨਾਂ ਸਰਾਣਾ ਨਹੀਂ ਸੀ ਲੈਂਦੇ ਜਦੋਂ ਆਰਾਮ ਕਰਦੇ ਸੀ, ਸੌਂਦੇ ਸੀ। ਮਹਾਰਾਜ ਜੀ ਦੇ ਡੌਲੇ ਇੰਨੇ ਮੋਟੇ ਸੀ ਵੀ ਆਮ ਕਰਕੇ ਇਵੇਂ ਕਰਕੇ ਸਰਾਣੇ ਦੀ ਜਗ੍ਹਾ ਰੱਖਦੇ ਹੁੰਦੇ ਸੀ। ਇੰਨੇ ਮੋਟੇ ਡੌਲੇ ਸੀ ਮਹਾਰਾਜ ਜੀ ਦੇ, ਸਰਾਣਾ ਨਹੀਂ ਸੀ ਰੱਖਦੇ ਹੁੰਦੇ। ਇਹ ਤੇ ਸਰੀਰਕ ਪੱਖ ਤੋਂ ਹੋ ਗਿਆ, ਪਰ ਜੋ ਅੰਦਰ ਨਿਰੰਕਾਰ ਦੀ ਜੋਤ ਹੈਗੀ ਆ ਪਰਮੇਸ਼ਰ ਵਰਤਦਾ ਪਿਆ ਹੈ। ਤੇ ਪਰਮੇਸ਼ਰ ਨੂੰ ਕੌਣ ਕੈਦ ਕਰ ਸਕਦਾ ਬਈ? ਕੋਈ ਕੈਦ ਨਹੀਂ ਕਰ ਸਕਦਾ, ਉਹ ਸਭਨਾਂ ਦੇ ਬੰਧਨ ਕੱਟਦਾ ਏ। ਆਓ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਇਹ ਬੰਦੀ ਛੋੜ ਜਿੱਥੇ 52 ਰਾਜਿਆਂ ਦੀ ਕੀਤੀ, ਜੇ ਅਸੀਂ ਵੀ ਮਹਾਰਾਜ ਦਾ ਪੱਲਾ ਫੰਡ ਕੇ ਤੇ ਮਹਾਰਾਜ ਸਾਡੇ ਵੀ ਬੰਧਨ ਕੱਟ ਦੇਣਗੇ। ਮਹਾਰਾਜ ਜੀ ਅਰਦਾਸ ਕਰੀਏ, ਮਹਾਰਾਜ ਜੀ ਰਹਿਮਤ ਕਰੋ, ਕੌਮ ਦੇ ਬੰਧਨ ਕੱਟੋ। ਇੰਨੇ ਚਿਰਾਂ ਤੋਂ ਜਿਹੜੇ ਸਾਡੇ ਗੁਰੂ ਦੇ ਪਿਆਰੇ ਆਪ ਜੀ ਦੇ ਸ਼ਹੀਦ ਮਰੀਦ ਆਪ ਨੂੰ ਸਮਰਪਿਤ ਹੋਏ, ਜਿਹੜੇ ਜੇਲ੍ਹਾਂ ਵਿੱਚ ਬੰਦ ਨੇ, ਦੁਨਿਆਵੀ ਜੇਲ੍ਹਾਂ 'ਚ ਬੰਦ ਨੇ, ਉਹਦੇ ਵਿੱਚੋਂ ਉਹਨਾਂ ਦੀ ਆਜ਼ਾਦੀ ਬਖਸ਼ੋ ਤਾਂ ਜੋ ਬਾਹਰ ਆ ਕੇ ਉਹ ਕੌਮ ਦੀ ਸੇਵਾ ਕਰ ਸਕਣ। ਇਹ ਦਿਲੋਂ ਅਰਦਾਸ ਕਰਿਆ ਕਰੋ ਭਾਈ, ਮਹਾਰਾਜ ਜੀ ਕਿਰਪਾ ਕਰਨ। ਹੋ ਸਕਦਾ ਉਹਨਾਂ ਦੀ ਕੈਦ ਦੇ ਜ਼ਰੀਏ ਮਹਾਰਾਜ ਕੌਮ ਦੀ ਆਜ਼ਾਦੀ ਦਿਵਾਉਣਾ ਚਾਹੁੰਦੇ ਆ, ਕੌਮ ਦੇ ਬੰਧਨ ਕੱਟਣਾ ਚਾਹੁੰਦੇ ਆ। ਮਹਾਰਾਜ ਜੀ ਕਿਰਪਾ ਕਰਨ, ਕੌਮ ਦੇ ਬੰਧਨ ਕੱਟ ਦੇਣ, ਅਸੀਂ ਆਜ਼ਾਦ ਹੋਈਏ ਮਾਨਸਿਕ ਤੌਰ ਤੇ, ਸਰੀਰਕ ਤੌਰ ਤੇ, ਰਾਜਨੀਤਿਕ ਤੌਰ ਤੇ, ਸਮਾਜਿਕ ਤੌਰ ਤੇ, ਹਰ ਪੱਖੋਂ ਜਿਹੜੀ ਸਾਡੀ ਕੌਮ ਜਿਹੜੀ ਆਜ਼ਾਦ ਹੋਵੇ। ਮਹਾਰਾਜ ਜੀ ਕਿਰਪਾ ਕਰਨ। ਆਓ ਜੀ, ਸ਼ਬਦ ਹੈ ਸਤਿਗੁਰ ਵੱਡਾ ਕਰਸਾ ਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਮਾਰੀ ਕਹਿੰਦੇ ਦੁਨੀਆ ਨਾ ਸਲਾਹੇ, ਜੋ ਮਰ ਵੰਝ ਸੀ ਦੁਨੀਆ ਨੂੰ ਨਾ ਸਲਾਹ। ਇਹ ਸਾਰੇ ਮਰ ਜਾਣੇ, ਅਸੀਂ ਵੀ ਲਾਈਨ 'ਚ ਲੱਗੇ ਹਾਂ, ਨਾਸਵੰਤ ਹੈਗੇ। ਸਲਾਹ ਕਿਹਨੂੰ? ਜਿਹਦੀ ਵਡਿਆਈ ਸਦਾ ਕਾਇਮ ਰਹਿਣੀ ਆ, ਸਤਿਗੁਰੂ ਦੀ ਵਡਿਆਈ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਾਡੇ ਕੋਲ ਝੂਠੀਆਂ ਵਡਿਆਈਆਂ ਨੇ, ਨਾਸਵੰਤ ਵਡਿਆਈਆਂ ਹੈ। ਕੋਈ ਬੰਦਾ ਅੱਜ ਅਮੀਰ ਹੈ, ਕੱਲ੍ਹ ਗਰੀਬ ਹੋ ਸਕਦਾ ਹੈ, ਅੱਜ ਗਰੀਬ ਹੈ, ਕੱਲ੍ਹ ਅਮੀਰ ਹੋ ਸਕਦਾ ਹੈ। ਜਿਹੜੇ ਰੁਤਬੇ ਨੂੰ ਸਲੂਟ ਵੱਜਦੇ ਆ, ਹੋ ਸਕਦਾ ਕੱਲ੍ਹ ਉਸ ਬੰਦੇ ਨੂੰ ਉਸ ਅਹੁਦੇ ਤੋਂ ਉਤਾਰ ਦਿੱਤਾ ਜਾਵੇ, ਸਲੂਟ ਵੱਜਣੋਂ ਹਟ ਜਾਂਦੇ। ਪਰ ਸਤਿਗੁਰੂ ਦੀ ਵਡਿਆਈ ਜਿਹੜੀ ਸੱਚੀ ਹੈਗੀ ਹੈ। ਮਾਰੇ ਕਹਿੰਦੇ ਜੇ ਸਲਾਉਣਾ ਹੈ ਤੇ ਸਤਿਗੁਰੂ ਨੂੰ ਸਲਾਹ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ।
ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਾਰੇ ਜਪੋ ਜੀ ਸਤ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਹਿ ਮਿਲੇ ਤਾਂ ਨਦਰੀ ਆਈਆਂ, 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 ਸਹਿ ਮਿਲੇ ਤਾਂ ਨਦਰੀ ਆਈਆਂ। ਜਪੋ ਸਹਿ ਮਿਲੇ ਤਾਂ ਨਦਰੀ ਆਈਆਂ, ਸਹਿ ਮਿਲੇ ਤਾਂ ਨਦਰੀ ਆਈਆਂ। ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਤਿਸ ਭਾਣਾ ਤਾਂ ਮਨ ਵਸਾਈਆਂ। ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਭਾਣਾ ਤਾਂ ਮਨ ਵਸਾਈਆਂ, ਜਾਂ ਤਿਸ ਭਾਣਾ ਤਾਂ ਮਨ ਵਸਾਈਆਂ, ਤਿਸ ਭਾਣਾ ਤਾਂ ਮਨ ਵਸਾਈਆਂ। ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਪੋ ਸਤਿਗੁਰ ਵੱਡਾ ਜੀ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਕਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਕਰ ਹੁਕਮ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ, ਕਰ ਮਸਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ। ਸਹਿ ਤੁਠੈ ਨੌ ਨਿਤ ਪਾਈਆਂ, ਸਹਿ ਤੁਠੈ ਨੌ ਨਿਤ ਪਾਈਆਂ, ਨੌ ਨਿਤ ਪਾਈਆਂ, ਸਹਿ ਤੁਠੈ ਨੌ ਨਿਤ ਪਾਈਆਂ। ਸਹਿ ਤੁਠੈ ਨੌ ਨਿਤ ਪਾਈਆਂ, ਸਹਿ ਤੁਠੈ ਨੌ ਨਿਤ ਪਾਈਆਂ, ਨੌ ਨਿਤ ਪਾਈਆਂ, ਸਹਿ ਤੁਠੈ ਨੌ ਨਿਤ ਪਾਈਆਂ। ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਜਪੋ ਸਤਿਗੁਰ ਵੱਡਾ ਕਰ ਸਾਲਾਹੀਐ ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ।
ਸੈਤ ਉਠੈ ਨੌ ਨਿਧ ਪਾਈਆਂ, ਸੈਤ ਉਠੈ ਨੌ ਨਿਧ ਪਾਈਆਂ, ਨੌ ਨਿਧ ਪਾਈਆਂ, ਨੌ ਨਿਧ ਪਾਈਆਂ, ਸੈਤ ਉਠੈ ਨੌ ਨਿਧ ਪਾਈਆਂ, ਸੈਤ ਉਠੈ ਨੌ ਨਿਧ ਪਾਈਆਂ, ਨੌ ਨਿਧ ਪਾਈਆਂ, ਸੈਤ ਉਠੈ ਨੌ ਨਿਧ ਪਾਈਆਂ, ਪਾਈਆਂ ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਸਤਿਗੁਰ ਵੱਡਾ ਕਰ ਸਲਾਹੀਐ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ, ਜਿਸ ਵਿੱਚ ਵੱਡੀਆਂ ਵਡਿਆਈਆਂ। ਤੇਰਾ ਘਰ ਆਨੰਦ ਵਧਾਈ ਤੋਦ ਘਰ, ਤੇਰਾ ਘਰ ਆਨੰਦ ਵਧਾਈ ਤੋਦ ਘਰ, ਤੇਰਾ ਘਰ ਆਨੰਦ ਵਧਾਈ ਤੋਦ ਘਰ, ਕਰ ਜਪੋ ਤੇਰਾ ਘਰ ਆਨੰਦ ਵਧਾਈ ਤੋਦ ਘਰ, ਮਾਨ ਮਹਤਾ ਤੇਜ ਆਪਣਾ ਆਪ ਜਰ, ਮਾਨ ਮਹਤਾ ਤੇਜ ਆਪਣਾ ਆਪ ਜਰ, ਤੇਰਾ ਘਰ ਆਨੰਦ ਵਧਾਈ ਤੋਦ ਘਰ, ਜੀ ਤੇਰਾ ਘਰ ਆਨੰਦ ਵਧਾਈ ਤੋਦ ਘਰ। ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਜਪੋ ਵੱਡੀ ਹੂੰ ਵੱਡਾ ਅਪਾਰ ਤੇਰਾ ਮਰਤਬਾ, ਰੰਗ ਰੰਗ ਅਨੇਕ ਨ ਜਾਪਨ ਕਰਤਬਾ, ਰੰਗ ਰੰਗ ਅਨੇਕ ਨ ਜਾਪਨ ਕਰਤਬਾ, ਤੇਰਾ ਘਰ ਆਨੰਦ ਵਧਾਈ ਤੋਦ ਘਰ, ਤੇਰਾ ਘਰ ਆਨੰਦ ਵਧਾਈ ਤੋਦ ਘਰ। ਜੀ ਅੰਦਰ ਜੀਓ ਸਭ ਕਿਛ ਜਾਣ ਲਾ, ਜੀ ਅੰਦਰ ਜੀਓ ਸਭ ਕਿਛ ਜਾਣ ਲਾ, ਜੀ ਅੰਦਰ ਜੀਓ ਸਭ ਕਿਛ ਜਾਣ ਲਾ,
सब किछ जान ला जिया अंदर जिया सब किछ जान ला जिया अंदर जियो सब किछ जान ला जी सब किछ तेरा बस तेरा घर भरा तेरा बस तेरा तेरा घर आनंद बधाई शोध कर जी तेरा घर आनंद बधाई शोध कर मान महाता तेज अपना आप जार जपो मान महाता तेज अपना आप जार तेरा घर आनंद बधाई शोध कर जी तेरा घर आनंद बधाई शोध कर जपो तेरा घर आनंद बधाई शोध कर जी तेरा घर आनंद बधाई शोध कर हमरा मन मोहियो जी मन मोहियो गुरमोहन हमरा मन मोहियो गुरमोहन जपो हमरा मन मोहियो गुरमोहन हम बिस्म पई मुख लागे हमरा मन मोहियो गुरमोहन हमरा मन मोहियो जी मन मोहियो गुरमोहन टूटे माया के बंधन भाहे हर राम नाम लिव लागे टूटे माया के बंधन भाहे हर राम नाम लिव लागे हर राम नाम लिव लागे हम बिस्म पई मुख लागे हमरा मन मोहियो गुरमोहन बाबा हमरा मन मोहियो गुरमोहन
सेवक जन बने ठाकुर लिव लागे, ठाकुर लिव लागे। सेवक जन बने ठाकुर लिव लागे, जो तुम्हारा जस कहते गुरमत तिन मुख पाग सुभागे, तिन मुख पाग सुभागे। हम बिस्म पई मुख लागे, हमरा मन मोहियो, मन मोहियो गुरमोहन। जपो हमरा मन मोहियो, मन मोहियो गुरमोहन। सगली रैन सोई अंधियारी, गुर किंचित कृपा जागे। जपो सगली रैन सोई अंधियारी, गुर किंचित कृपा जागे। जन नानक के प्रभु सुंदर स्वामी, ओहे तुम सर अवर न लागे। स्वामी मोहे तुम सर अवर न लागे। एक ओंकार, एक ओंकार, एक ओंकार, एक ओंकार, एक ओंकार। सारे जपो। सतनाम करता पुरख निर्भय निर्वैर, सतनाम करता पुरख निर्भय जी। सतनाम करता पुरख निर्भय निर्वैर, करता पुरख निर्भय। अकाल मूरत अजूनी सैभं गुर प्रसाद। अकाल मूरत अजूनी सैभं गुर प्रसाद। जी अकाल मूरत अजूनी सैभं गुर प्रसाद। अकाल मूरत सारे कृपा करो। काल मूरत अजूनी सैभं गुर प्रसाद। अकाल मूरत अजूनी सैभं गुर प्रसाद। जप आद सच जुगाद सच, हैपी सच नानक होसी भी सच। जप आद सच जुगाद सच, हैपी सच नानक होसी भी सच। एक ओंकार।
आजी एक ओंकार, एक ओंकार, एक ओंकार, एक ओंकार। वाहिगुरु 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 सतनाम 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 जी वाहेगुरु 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 जी जपो सतनाम 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 जी वाहेगुरु वाहेगुरु जी नाम सतनाम सतनाम जी वाहेगुरु 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 जी सतनाम 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 जी वाहेगुरु 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 जी वाहेगुरु 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 क्या बोलो वाहेगुरु 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 ਸਾਧ ਸੰਗਤ ਜੀ ਆਓ ਹੁਣ ਆਪ ਜੀ ਦੀ ਸੇਵਾ ਦੇ ਵਿੱਚ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ ਸਾਨੂੰ ਮਹਾਰਾਜ ਦੇ ਚਰਨਾਂ ਨਾਲ ਜੋੜਨਗੇ। ਬੰਦੀ ਛੋੜ ਦਿਵਸ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ। ਵਾਹਿਗੁਰੂ ਜੀ। ਵਾਹਿਗੁਰੂ ਜੀ। ਸਾਹਿਬ ਜੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਸਾਹਿਬ ਜੀ। ਜੈਸਾ ਸਤਿਗੁਰ ਸੁਣੀਦਾ ਤੈਸੋ ਹੀ ਮੈਂ ਵਿਛੜਿਆ ਮਿਲੇ ਪ੍ਰਭੂ हर दरगह का बसीता दरगह का सतगुर बंदी छोड़ है सतगुर बंदी छोड़ है छोड़ जीवन मुक्त जीवन मुक्त करे उड़ीना जीवन मुक्त करे नारायण 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 नरपत नमस्कार ऐसे गुरु को बल बल जय बल बल जय आप मुकत मोहे तार। आओ साथ संगत जी
ਸਾਰੇ ਮਿਲ ਕੇ ਕਿਰਪਾ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜੇ। ਆਓ ਸਾਰੇ ਪਿਆਰ ਨਾਲ ਮਿਲ ਕੇ ਕਿਰਪਾ ਕਰੋ ਜੀ। नारायण नरपत नमस्कार, नारायण नरपत नमस्कार, नारायण नरपत नमस्कार, नारायण नरपत नमस्कार। गुरु का बल बल जाइए आप मुकत मोहे तारे, आप मुकत मोहे तारे। ऐसे गुर को बल बल जाइए आप मुकत मोहे तारे, आप मुकत मोहे तारे। नारायण नरपत नमस्कार, नारायण नरपत नमस्कार, नारायण नरपत नमस्कार, नारायण नरपत नमस्कार। गुर का बल बल जाइए आप मुकत मोहे तारे, आप मुकत मोहे तारे। ऐसे गुर को बल बल जाइए आप मुकत मोहे तारे, आप मुकत मोहे तारे। अंत नहीं कछ पारै, अंत नहीं कछ पारै। कवन 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 गुण कहिए अंत नहीं कछ पारै, अंत नहीं कछ पारै। लाख 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 कई कोर वो है ऐसो विचार, वो है ऐसो विचार। लाख 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 कई कोर वो है ऐसो विचार, वो है ऐसो विचार। नारायण नरपत नमस्कार, नारायण नरपत नमस्कार, नारायण नरपत नमस्कार, नारायण नरपत नमस्कार। गुर को बल बल जाइए आप मुकत मोहे तारे, आप मुकत मोहे तारे। ऐसे गुर को बल बल जाइए आप मुकत मोहे तारे, आप मुकत मोहे तारे। बिसम ही पई है लाल गुलाल रंगारे, लाल गुलाल रंगारे। बिसम 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 ही पई है लाल गुलाल रंगारे, लाल गुलाल रंगारे। कहो नानक संतन रस आई है जो जागूंगा मुस्कारे, जागूंगा मुस्कारे। कहो नानक संतन रस आई है जो जागूंगा मुस्कारे, जागूंगा मुस्कारे। नारायण नरपत नमस्कार, नारायण नरपत नमस्कार, नारायण नरपत नमस्कार, नारायण नरपत नमस्कार। गुर का बल बल जाइए आप मुकत मोहे तारे, आप मुकत मोहे तारे। ऐसे गुर का बल बल जाइए आप मुकत मोहे तारे, आप मुकत मोहे तारे। नारायण नरपत नमस्कार, नारायण नरपत नमस्कार, नारायण नरपत नमस्कार, नारायण नरपत नमस्कार। गुर को बल बल जाइए आप मुकत मोहे तारे, आप मुकत मोहे तारे। ऐसे गुर
मोहे तारै, आप मुकत मोहे तारै, आप मुकत मोहे तारै। अवले अल्लाह नूर पाया, कुदरत के सब बंदे। अवले अल्लाह नूर पाया, कुदरत के सब बंदे। अवले अल्लाह नूर पाया, कुदरत के सब बंदे। एक नूर ते सब जग उपजिया, कौन भले को मंदे। एक नूर ते सब जग उपजिया, कौन भले को मंदे। अवले अल्लाह नूर पाया, कुदरत के सब बंदे। अवले अल्लाह नूर पाया, कुदरत के सब बंदे। कुदरत के सब बंदे। लोगा भरम न भूलो भाई, भरम न भूलो भाई। लोगा भरम न भूलो भाई, भरम न भूलो भाई। खालक खलक खलक में खालक, पूरे रहो सब ढाई। एक नूर ते सब जग उपजिया, कौन भले को मंदे। एक नूर ते सब जग उपजिया, कौन भले को मंदे। अवले अल्लाह नूर पाया, कुदरत के सब बंदे। करो कृपा सारे। अवले अल्लाह नूर पाया, कुदरत के सब बंदे। कुदरत के सब बंदे। माटी एक अनेक बात कर, साजी साजन हारे। माटी एक अनेक बात कर, साजी
सब जग उपजया कौन भले को मंदे एक नूर ते सब जग उपजया कौन भले को मंदे अवल अल्लाह नूर पाया कुदरत के सब बंदे करो कृपा अवल अल्लाह नूर पाया कुदरत के सब बंदे कुदरत के सब बंदे सब में सच्चा एको सोई सच्चा एको सोई सब में एको सोई सच्चा एको सोई किसका किया सब कच होई किया सब कच होई हुक्म पछाणे सोए को जाने बंदा कहिए सोई हुक्म पछाण सोए को जाने बंदा कहिए सोई अवल अल्लाह नूर पाया कुदरत के सब बंदे अवल अल्लाह नूर पाया कुदरत के सब बंदे कुदरत के सब बंदे अल्लो अलखना जाई रखिया गुर गुड़ दी ना बीठा अल्लो 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 अलखना जाई लखिया 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 ना जाई लखिया ना जाई लखिया ना जाई लखिया ना जाई लखिया अल्लो अलखना जाई लखिया अल्लो अलखना जाई लखिया अल्लो अलखना जाई लखिया अल्लो अलखना जाई लखिया अव्वल अल्लाह नूर पाया कुदरत के
सब बंदे, अव्वल अल्लाह नूर पाया कुदरत के सब बंदे, अव्वल अल्लाह नूर पाया कुदरत के सब बंदे, अव्वल अल्लाह नूर पाया कुदरत के सब बंदे। एक नूर ते सब जग उपजे कौन भले को मंदे, एक नूर ते सब जग उपजे कौन भले को मंदे। लोग पर मना भूला पाई, लोग पर मना भूला पाई, लोग पर मना भूला पाई, लोग पर मना भूला पाई। खालिक खलक कलक में खालिक पूरन अवसर बिठाई, खालिक खलक कलक में खालिक पूरन अवसर बिठाई, खालक खलक कलक में खालक पूरन अवसर बिठाई, खालिक खलक कलक में खालिक पूरन अवसर बिठाई। पर का बुरा न राखो चीत तुमको दुख नहीं पाई मीत, पर का बुरा न राखो चीत तुमको दुख नहीं पाई, पर का बुरा न राखो चीत तुमको दुख नहीं पाई मीत, पर का बुरा न राखो चीत तुमको दुख नहीं पाई मीत, 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 तुमको दुख नहीं पाई मीत। पर का बुरा न राखो चीत तुमको दुख नहीं पाई मीत, पर का बुरा न राखो चीत तुमको दुख नहीं पाई मीत, पर का बुरा न राखो चीत तुमको दुख नहीं पाई मीत, राखो चीत तुमको दुख नहीं पाई मीत। अल्लाह अलखना जाई रखिया गुर गुड़ दी ना मीठा, कह कबीर मेरी शंका नासी सर्ब निरंजन डीठा, कह कबीर मेरी शंका नासी सर्ब निरंजन डीठा। एक नूर ते सब जग उपजिया कौन भले को मंदे, एक नूर ते सब जग उपजिया कौन भले को मंदे। अव्वल अल्लाह नूर पाया कुदरत के सब बंदे, करो कृपा सारे। अव्वल अल्लाह नूर पाया कुदरत के सब बंदे, एक नूर ते सब जग उपजिया कौन भले को मंदे, एक नूर थे सब जग उपजिया कौन भले को मंदे। अव्वल अल्लाह नूर पाया कुदरत के सब बंदे, अव्वल अल्लाह नूर पाया कुदरत के सब बंदे, अव्वल अल्लाह नूर पाया कुदरत के सब बंदे, कुदरत के सब बंदे, कुदरत के सब बंदे। जाता प्रेम खेलन का सिर तल तली गली मेरी आओ, जाता प्रेम खेलन का सिर तर तली गली मेरी जोता प्रेम खेलन का सिर तर तली गली मेरी जोता
गली गली मेरी आओ इत मार्ग पैर तरी जय मार्ग पैर तरी जय इत मार्ग पैर तरी जय इत मार्ग पैर तरी जय सिर दी जय कान न की 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 जय जो तो प्रेम खेलन का जाओ सिर तल तली गली मेरी आओ जो तो प्रेम खेलन का जाओ सिर तल तली गली मेरी आओ पुरजा कट मरे कबू न छाड़े खेत पुरजा कट मरे कबू न छाड़े खेत सूरा सो पहचानिए जो लरे दीन के हेत सूरा सो पहचानिए जो लरे दीन के हेत पुरजा कट मरे कबू न छाड़े खेत पुरजा कट मरे कबू न छाड़े खेत 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 जो तो प्रेम खेलन का जा सिर पर तली गली मेरी आओ जो तो प्रेम खेलन का सिर तल तली गली मेरी आओ इत मार्ग पैर तरी जय 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 सिर दी जय कान न की 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 जो तो प्रेम खेलन का जाओ सिर तर तली गली मेरी आओ जो तो प्रेम खेलन का जाओ सिर तर तली गली मेरी आओ सिर तर तली गली मेरी आओ सिर तर तली गली मेरी आओ सो इतनी हाज़री प्रवान करना जी कीर्तन करदियां बाणी पढ़दियां बेअंत गलतियां भुलना चुकां हो गईयां होणगीਆਂ धन धन श्री गुरु ग्रंथ साहब जी महाराज और आप संगत बख्शनहारों बख्श देना जी बंदी छोड़ दिवस दियां सब नूं लख लख ਵਧਾਈਆਂ होण बुलाओ फतेह वाहिगुरू जी का खालसा वाहिगुरू जी की फतेह। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੰਥ ਦੇ ਮਹਾਨ ਰਾਗੀ ਸਿੰਘ ਭਾਈ ਸਾਹਿਬ ਭਾਈ ਜਸਪ੍ਰੀਤ ਸਿੰਘ ਜੀ ਫਤਿਹਗੜ੍ਹ ਸਾਹਿਬ ਵਾਲੇ, ਭਾਈ ਸਾਹਿਬ ਭਾਈ ਸਿਮਰਪ੍ਰੀਤ ਸਿੰਘ ਜੀ ਹਜ਼ੂਰੀ ਰਾਗੀ ਦਰਬਾਰ ਸਾਹਿਬ ਅਤੇ ਭਾਈ ਸਾਹਿਬ ਭਾਈ ਹਰਚੰਦ ਸਿੰਘ ਜੀ ਖਾਲਸਾ ਦਰਬਾਰ ਸਾਹਿਬ ਵਾਲੇ ਤਿੰਨਾਂ ਜਥਿਆਂ ਦਾ ਸਮੂਹ ਸੰਗਤ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਅੰਮ੍ਰਿਤ ਬਾਣੀ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾਇਆ। ਸੋ ਆਓ ਦਾਸ ਬੇਨਤੀ ਕਰਦਾ ਪੰਥ ਦੇ ਮਹਾਨ ਢਾਡੀ ਭਾਈ ਸਾਹਿਬ ਭਾਈ ਸਰੂਪ ਸਿੰਘ ਜੀ ਕੰਡਿਆਣਾ ਦੇ ਉਹਨਾਂ ਦਾ ਜਥਾ 9:50 ਤੱਕ ਆਪ ਸੰਗਤਾਂ ਨੂੰ ਢਾਡੀ ਵਾਰਾਂ ਸਰਵਣ ਕਰਾਉਣਗੇ। ਉਸ ਉਪਰੰਤ ਕਮਿਸ਼ਨਰ ਭਾਈ ਜਸਵਿੰਦਰ ਸਿੰਘ ਜੀ ਉੱਪਰ ਤੇ ਉਹਨਾਂ ਦਾ ਜਥਾ ਆਪ ਸੰਗਤਾਂ ਨੂੰ ਕਮਿਸ਼ੀ ਸਰਵਣ ਕਰਾਉਣਗੇ। ਸੋ ਇੱਕ ਬੇਨਤੀ ਆਪ ਸਾਰੀਆਂ ਸੰਗਤਾਂ ਦੇ ਚਰਨਾਂ ਦੇ ਵਿੱਚ
ਜੋ ਕੱਲ ਸਵੇਰ ਦੇ ਪ੍ਰੋਗਰਾਮ ਨੇ ਸਵੇਰੇ 5 ਵਜੇ ਦਸਮੇਸ਼ ਹਾਲ ਦੇ ਵਿੱਚ ਅੰਮ੍ਰਿਤ ਸੰਚਾਰ ਹੋਵੇਗਾ। ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤਪਾਨ ਕਰਨਾ ਹੋਵੇ ਬੇਨਤੀ ਕਰਦੇ ਹਾਂ ਕਿ ਸਵੇਰੇ 5 ਵਜੇ ਦਸਮੇਸ਼ ਹਾਲ ਦੇ ਵਿੱਚ ਪਹੁੰਚ ਜਾਓ। ਉਸ ਉਪਰੰਤ 8:30 ਤੇ ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਹੋਵੇਗੀ। ਉਪਰੰਤ 12:30 ਤੇ ਸਾਹਿਬਜ਼ਾਦਾ ਅਜੀਤ ਸਿੰਘ ਕਲੱਬ ਵੱਲੋਂ ਸੁੰਦਰ ਦਸਤਾਰ ਮੁਕਾਬਲਾ ਦਸਮੇਸ਼ ਹਾਲ ਵਿੱਚ ਕਰਾਇਆ ਜਾਵੇਗਾ। ਸੋ ਜਿਨ੍ਹਾਂ ਨੌਜਵਾਨਾਂ ਨੇ ਜਿਨ੍ਹਾਂ ਬੱਚਿਆਂ ਨੇ ਇਸ ਮੁਕਾਬਲੇ ਵਿੱਚ ਹਿੱਸਾ ਲੈਣਾ ਹੋਵੇ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਦੁਪਹਿਰ 12 ਵਜੇ ਦਸਮੇਸ਼ ਹਾਲ ਦੇ ਵਿੱਚ ਪਹੁੰਚ ਜਾਇਓ। ਇਸ ਸੁੰਦਰ ਦਸਤਾਰ ਮੁਕਾਬਲੇ ਦੇ 3 ਗਰੁੱਪ ਬਣਾਏ ਗਏ ਹਨ। ਪਹਿਲਾ ਗਰੁੱਪ ਜੋ 11 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦਾ ਹੈ, ਉਸ ਦੇ ਵਿੱਚ ਜਿਹੜੇ ਬੱਚੇ ਜੇਤੂ ਰਹਿਣਗੇ ਉਹਨਾਂ ਨੂੰ ਵਿਸ਼ੇਸ਼ ਸਨਮਾਨ ਦਿੱਤੇ ਜਾਣਗੇ। ਉਸ ਉਪਰੰਤ ਦੂਸਰਾ ਗਰੁੱਪ 11 ਸਾਲ ਤੋਂ 17 ਸਾਲ ਦੀ ਉਮਰ ਦੇ ਬੱਚਿਆਂ ਦਾ ਹੈ, ਜਿਨ੍ਹਾਂ ਦੇ ਵਿੱਚ ਜਿਹੜੇ ਬੱਚੇ ਜੇਤੂ ਰਹਿਣਗੇ ਪਹਿਲਾ ਇਨਾਮ $1100, ਦੂਸਰਾ ਇਨਾਮ $750, ਤੀਜਾ ਇਨਾਮ $500 ਹੋਵੇਗਾ ਤੇ ਤੀਜਾ ਗਰੁੱਪ ਜੋ ਓਪਨ ਦਾ ਹੈ ਜਿਸ ਦੇ ਵਿੱਚ 17 ਸਾਲ ਤੋਂ ਉੱਪਰ ਦੀ ਉਮਰ ਦੇ ਨੌਜਵਾਨ ਹਿੱਸਾ ਲੈ ਸਕਦੇ ਨੇ। ਉਹਨਾਂ ਦਾ ਪਹਿਲਾ ਇਨਾਮ $1500, ਦੂਸਰਾ ਇਨਾਮ $1100 ਅਤੇ ਤੀਸਰਾ ਇਨਾਮ $750 ਹੋਵੇਗਾ। ਸੋ ਮੈਂ ਸਾਰੇ ਨੌਜਵਾਨਾਂ ਨੂੰ ਬੱਚਿਆਂ ਨੂੰ ਬੇਨਤੀ ਕਰਦਾ ਕਿ ਇਸ ਸੁੰਦਰ ਦਸਤਾਰ ਮੁਕਾਬਲੇ ਵਿੱਚ ਹਿੱਸਾ ਜ਼ਰੂਰ ਲਵੋ, ਕਿਉਂਕਿ ਦਸਤਾਰਾਂ ਬੰਨਣੀਆਂ ਸਾਡਾ ਫਰਜ਼ ਆ। ਜਿੰਨੇ ਵੀ ਮੇਰੇ ਵੀਰ ਦਸਤਾਰਾਂ ਸਜਾਉਂਦੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਸ ਮੁਕਾਬਲੇ ਵਿੱਚ ਆਪਣਾ ਹਿੱਸਾ ਜ਼ਰੂਰ ਲਓ, ਕਿਉਂਕਿ ਬੱਚੇ ਬਹੁਤ ਸਾਰੇ ਇਸ ਮੁਕਾਬਲੇ ਵਿੱਚ ਹਿੱਸਾ ਲੈਂਦੇ ਨੇ ਪਰ ਨੌਜਵਾਨਾਂ ਦੀ ਗਿਣਤੀ ਘੱਟ ਹੁੰਦੀ ਹੈ। ਸੋ ਮੈਂ ਸਾਰੇ ਨੌਜਵਾਨਾਂ ਨੂੰ ਅਪੀਲ ਕਰਦਾ ਸੋਸ਼ਲ ਮੀਡੀਆ ਰਾਹੀਂ ਜਿਹੜੇ ਵੀ ਮੇਰੀ ਆਵਾਜ਼ ਸੁਣਦੇ ਹਨ YouTube ਚੈਨਲ ਦੇ ਥਰੂ ਕਿ ਕੱਲ੍ਹ ਨੂੰ 12 ਵਜੇ ਦਸਵੀਂ ਹਾਲ ਦੇ ਵਿੱਚ ਪਹੁੰਚ ਕੇ ਸੁੰਦਰ ਦਸਤਾਰ ਮੁਕਾਬਲੇ ਦਾ ਹਿੱਸਾ ਜ਼ਰੂਰ ਬਣੋ ਜੀ। ਸੋ ਆਓ ਜਿੱਥੇ ਪਹੁੰਚ ਚੁੱਕੇ ਨੇ ਸਟੇਜ ਤੇ ਉਹਨਾਂ ਦੇ ਪਾਸੋਂ 9:50 ਤੱਕ ਵਿਸ਼ੇ ਢਾਡੀ ਵਾਰਾ ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਇੱਕ ਬੱਚਾ ਸਾਡੇ ਕੋਲ, ਉਸਦੇ ਮਾਤਾ ਪਿਤਾ ਗੁੰਮ ਗਏ ਨੇ। ਬੱਚੇ ਦਾ ਨਾਂ ਹੈ ਆਕਾਸ਼ਦੀਪ ਸਿੰਘ। ਸੋ ਬੇਨਤੀ ਕਰਦੇ ਹਾਂ ਜੀ ਉਹਦੇ ਮਾਤਾ ਪਿਤਾ ਆਵਾਜ਼ ਸੁਣਦੇ ਹੋਣ ਤੇ ਕਿਰਪਾ ਕਰਕੇ ਸਟੇਜ ਤੋਂ ਆ ਕੇ ਬੱਚੇ ਨੂੰ ਲੈ ਜਾਓ। ਸੋ ਆਓ ਢਾਡੀ ਇਸ ਦੇ ਪਾਸੋਂ ਢਾਡੀ ਵਾਲਾ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ
ओटियों की ओट ने आसरियों के आसरे मेरा सतगुरु। विसर नाही दातार अपना नाम दे हो, गुण गावा दिन रात, नानक चाओ ए हो। आनंद गुण निधान गुरु गरीब नवाज, सारी संगत आखो सतनाम श्री वाहेगुरु जी। आए दास तुहाडे कृपा आप दी लैण लई, आए दास तुहाडे कृपा आप दी लैण लई, साडे मनां च वस जाए साडे नमां च वस जाए सच्चा नाम प्यारा। हमें रोग साडे हड्डां दे विच रचिया है, हमें रोग साडे हड्डां दे विच रचिया है। हो जाए मेरे आप दी, हो जाए मेरे आप दी, मिल जावे छुटकारा। बचिए बुरे कमां तो मेरी आप दी हो जावे, बचिए बुरे कमां तो, बचिए बुरे कमां तो मेरी आप दी हो जावे। रबदी जिंदगानी हो, रबदी जिंदगानी नूं मिल जाए सच किनारा। रब्बी गुरबाणी दा अंत किसे ने पाया नहीं, इना जान दे हाँ के वड्डा बहुत भंडारा, वड्डा तेरा दरबार सच्चा दुध तख्त सिर शाह बादशाह ने जल चार शत सच्चे
ਪਾਤਸ਼ਾਹ ਤੇਰਾ ਹੈ ਦਰ ਐਸਾ ਹੈਂਕੜ ਵਾਲਿਆਂ ਦੇ ਸਿਰ ਝੁਕ ਜਾਂਦੇ ਇੱਕ ਵਾਰ ਜੋਇਆ ਜੇ ਤੇਰੇ ਦਰ ਉੱਤੇ ਉਹਦੇ ਗੇੜ 84 ਦੇ ਮੁੱਕ ਜਾਂਦੇ ਉਹਦੇ ਗੇੜ 84 ਦੇ ਮੁੱਕ ਜਾਂਦੇ ਢਾਡੀ ਕੜਿਆਣੇ ਨੂੰ ਅੱਖਰ ਸੱਚ ਦਾ ਆਉਂਦਾ ਨਹੀਂ ਢਾਡੀ ਕੜਿਆਣੇ ਨੂੰ ਅੱਖਰ ਸੱਚ ਦਾ ਆਉਂਦਾ ਨਹੀਂ ਆਖਣ ਲੋਕੀ ਐਵੇਂ ਵੱਡਾ ਬਹੁਤ ਬੁਲਾਰਾ ਆਖਣ ਲੋਕੀ ਐਵੇਂ ਵੱਡਾ ਬਹੁਤ ਬੁਲਾਰਾ ਆਖਣ ਲੋਕੀ ਐਵੇਂ ਵੱਡਾ ਬਹੁਤ ਬੁਲਾਰਾ। ਗਰੀਬ ਨਵਾਜ ਪਾਤਸ਼ਾਹ ਜੀ ਦੇ ਪਵਿੱਤਰ ਦਰਬਾਰ ਦੀ ਹਾਜ਼ਰੀ ਪਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ, ਆਓ ਵਕਤ ਆਇਆ ਢਾਡੀ ਦਰਬਾਰ ਰਾਹੀਂ ਸਤਿਗੁਰੂ ਜੀ ਦੇ ਨਾਲ ਹੋਰ ਨੇੜਤਾ ਵਧਾਉਣ ਦਾ। ਜਿੰਨੇ ਮਾਈ ਭਾਈ ਗੁਰੂ ਦਰਬਾਰ ਦੇ ਵਿੱਚ ਹਾਜ਼ਰੀ ਭਰ ਰਹੇ ਹੈ, ਚਾਹੇ ਬਾਹਰ LCD ਸਕਰੀਨਾਂ ਦੇ ਰਾਹੀਂ ਸਰਵਣ ਕਰ ਰਹੇ ਹੈ, ਚਾਹੇ ਕੋਈ ਇੰਟਰਨੈਟ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਵਿੱਚ ਦੂਰ ਦਰਾਡੇ ਬੈਠਾ ਸਰਵਣ ਕਰ ਰਿਹਾ ਹੈ, ਚਾਹੇ ਆਪਾਂ ਪੰਡਾਲ ਵਿੱਚ ਇਕੱਤਰ ਹੋਏ ਆ, ਆਓ ਸਾਰੇ ਜਣੇ ਭਾਵਨਾ ਬਣਾ ਕੇ ਸਭ ਤੋਂ ਪਹਿਲਾਂ ਫਤਿਹ ਦਾ ਜਾਪ ਕਰੀਏ। ਪੰਥ ਦੀ ਮਹਾਨ ਰਵਾਇਤ ਦੀ ਪਾਲਣਾ ਕਰੋ। ਸਾਰੀ ਸੰਗਤ ਗੱਜ ਵੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ 1 ਨਵੰਬਰ ਦਾ ਦਿਨ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਪਾਵਨ ਹੁਕਮਾਂ ਦੇ ਮੁਤਾਬਕ ਅੱਜ ਸਿੱਖ ਪੰਥ ਬੰਦੀ ਛੋੜ ਦਿਵਸ ਬੜੀ ਸ਼ਰਧਾ ਨਾਲ ਮਨਾ ਰਿਹਾ ਹੈ ਤੇ ਇਹਦੇ ਨਾਲ ਅਸੀਂ 1 ਨਵੰਬਰ ਨੂੰ ਅੱਜ ਤੋਂ 40 ਸਾਲ ਪਹਿਲਾਂ 1984 ਵਿੱਚ ਹੋਏ ਸਿੱਖਾਂ ਦੇ ਕਤਲੇਆਮ ਨੂੰ ਵੀ ਭੁੱਲ ਨਹੀਂ ਸਕਦੇ। ਉਹਨਾਂ ਕਤਲੇਆਮ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰਨ ਵਾਲੇ ਗੁਰਸਿੱਖ ਵੀਰਾਂ ਭੈਣਾਂ ਨੂੰ ਆਓ ਰਲ ਕੇ ਆਪਾਂ ਨਮਸਕਾਰ ਕਰੀਏ। ਬੰਦੀ ਛੋੜ ਦਾਤਾ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੀਏ। ਬੰਦੀ ਛੋੜ ਦਿਵਸ ਤਾਂ ਆਪਾਂ ਆਏ ਸਾਲ ਹੀ ਮਨਾਉਂਦੇ ਆ, ਪਰ ਦੁੱਖ ਦੀ ਗੱਲ ਹੈ ਕਿ ਸਾਡੇ ਆਪਣਿਆਂ ਦੀਆਂ ਬੰਦ ਖਲਾਸੀਆਂ ਹੋ ਨਹੀਂ ਰਹੀਆਂ। ਉਹਨਾਂ ਬੰਦੀ ਸਿੰਘਾਂ ਨੂੰ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ। ਜਿੱਥੇ ਬੰਦੀ ਛੋੜ ਦਿਵਸ ਮਨਾਉਂਦੇ ਆ, ਉਹਨਾਂ ਬੰਦੀ ਸਿੰਘਾਂ ਦੀ ਬੰਦੀ ਵੀ ਬੰਦ ਖਲਾਸੀ ਹੋ ਜਾਵੇ। ਆਓ ਰਲ ਕੇ ਅਰਦਾਸ ਕਰੀਏ। ਸਤਿਗੁਰੂ ਜੀ ਦੇ ਚਰਨਾਂ ਵਿੱਚ ਨਮਸਕਾਰ ਕਰੋ। ਛੇਵੇਂ ਪਾਤਸ਼ਾਹ ਜੀ ਨੂੰ ਨਮਸਕਾਰ ਕਰਦੇ ਹੋਏ ਅਤੇ ਦਿੱਲੀ ਦੇ ਸਮੂਹ ਸ਼ਹੀਦਾਂ ਨੂੰ ਆਪਣੇ ਚਿੱਤ ਵਿੱਚ ਵਸਾਉਂਦੇ ਹੋਏ ਉਹਨਾਂ ਦੇ ਡੁੱਲੇ ਲਹੂ ਨੂੰ ਨਮਸਕਾਰ ਕਰਕੇ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੰਦੀ ਛੋੜ ਦਿਵਸ ਦੀਆਂ ਆਪ ਜੀ ਨੂੰ ਲੱਖ ਲੱਖ ਵਧਾਈਆਂ। ਛੇਵੇਂ ਪਾਤਸ਼ਾਹ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਰਾਜਿਆਂ ਦੇ ਰਾਜੇ ਮਹਾਰਾਜੇ ਕੋਊ ਹਰ ਸਮਾਨ ਨਹਿ ਰਾਜਾ ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰ ਦਵਾਜਾ। ਦੁਨੀਆ ਦਾ ਸਭ ਤੋਂ ਵੱਡਾ ਰਾਜਾ ਕੇਵਲ ਤੇ ਕੇਵਲ ਅਕਾਲ ਪੁਰਖ ਹੈ, ਜਿਹਨੂੰ ਅਸੀਂ ਸੱਚਾ ਪਾਤਸ਼ਾਹ ਕਹਿੰਦੇ ਆ। ਰਾਜੇ ਤੇ ਬਹੁਤ ਸਨ, ਪਰ ਮਹਾਰਾਜਾ ਇੱਕੋ ਹੀ ਹੈ, ਜਿਹਨੂੰ ਅਸੀਂ ਦੀਨ ਦੁਨੀ ਦਾ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਆ। ਮਹਾਰਾਜ ਦਾ ਮਤਲਬ ਹੀ ਇਹ ਹੈ ਰਾਜਿਆਂ ਦੇ ਰਾਜੇ ਮਹਾਰਾਜੇ ਵੀ ਇੱਥੇ ਆਉਂਦੇ ਆ, ਨੰਗੇ ਪੈਰੀਂ ਚੱਲ ਕੇ ਆਉਂਦੇ ਆ। ਇੱਥੇ ਅਰਬਾਂਪਤੀ ਬੰਦੇ ਆਪਣੇ ਹੱਥ ਦਾ ਠੂਠਾ ਬਣਾ ਕੇ ਕੜਾ ਪ੍ਰਸ਼ਾਦੀ ਭੀਖ ਮੰਗਦੇ ਆ। ਸੋਨੇ ਦੇ ਭਾਂਡੇ 'ਚ ਰੋਟੀ ਖਾਣ ਵਾਲੇ ਬੰਦੇ ਸਾਡੇ ਗੁਰੂ ਦੇ ਦਰਬਾਰ ਦੇ ਉੱਤੇ ਤਪੜਾਂ ਤੇ ਬਹਿ ਕੇ ਰੋਟੀ ਖਾਣਾ ਆਪਣੇ ਵੱਡੇ ਭਾਗ ਸਮਝਦੇ ਆ। ਐਸੇ ਗੁਰੂ ਦੇ ਵਰਗਾ ਦੁਨੀਆ ਦੇ ਉੱਤੇ ਹੋਰ ਕੌਣ ਹੋ ਸਕਦਾ ਹੈ। ਐਸੇ ਗੁਰੂ ਨੂੰ ਕੋਟ ਕੋਟ ਨਮਸਕਾਰ ਹੈ। ਗਵਾਲੀਅਰ ਦੇ ਕਿਲੇ ਦੇ ਵਿੱਚੋਂ ਛੇਵੇਂ ਪਾਤਸ਼ਾਹ ਅਕਤੂਬਰ ਦੇ ਮਹੀਨੇ ਵਿੱਚ ਰਿਹਾ ਹੋਏ। ਅਕਤੂਬਰ ਦੇ ਮਹੀਨੇ ਵਿੱਚ ਰਾਜਿਆਂ ਨੂੰ ਰਿਹਾ ਕਰਕੇ ਅੰਮ੍ਰਿਤਸਰ ਸਾਹਿਬ ਨੂੰ ਚਾਲਾ ਪਾਇਆ। ਆਗਰੇ ਦੀ ਧਰਤੀ ਤੇ ਪੜਾਅ ਕੀਤਾ। ਘਾਹੀ ਸਿੱਖ ਵਾਲਾ ਪ੍ਰਸੰਗ ਇਸੇ ਪ੍ਰਕਰਣ ਦੀ ਲੜੀ ਦਾ ਹਿੱਸਾ ਹੈ, ਇਸ ਮਾਰਗ ਦਾ ਹਿੱਸਾ ਹੈ। ਆਗਰੇ ਦੀ ਧਰਤੀ ਦੇ ਉੱਤੇ ਗੁਰਦੁਆਰਾ ਮਾਈ ਥਾਨ ਸਾਹਿਬ ਆਪ ਸੰਗਤਾਂ ਦੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹੋਣਗੇ। ਉਸ ਸਥਾਨ ਉੱਤੇ ਚੋਖਾ ਸਮਾਂ ਬਤੀਤ ਕਰਨ ਉਪਰੰਤ ਭਾਵੇਂ ਮਾਈ ਥਾਨ ਗੁਰਦੁਆਰਾ ਸਾਹਿਬ 9ਵੇਂ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਇਤਿਹਾਸ ਸਾਡੇ ਤੁਹਾਡੇ ਦਿਲਾਂ ਵਿੱਚ ਤਾਜ਼ਾ ਕਰਦਾ ਹੈ, ਪਰ ਇਸੇ ਜਗ੍ਹਾ ਤੇ ਪ੍ਰਿੰਸੀਪਲ ਗੰਗਾ ਸਿੰਘ ਜੀ ਦੀ ਲਿਖਤ ਮੁਤਾਬਕ ਬੰਦੀ ਛੋੜ ਦਾਤਾ ਕਿਤਾਬ ਦਾ ਨਾਮ ਹੈ ਪ੍ਰਿੰਸੀਪਲ ਗੰਗਾ ਸਿੰਘ ਜੀ ਦਾ। ਉਹ ਲਿਖਦੇ ਆ ਕਿ ਮਾਈ ਥਾਨ ਗੁਰਦੁਆਰਾ ਸਾਹਿਬ ਵਾਲੀ ਜਗ੍ਹਾ ਛੇਵੇਂ ਪਾਤਸ਼ਾਹ ਨੇ ਚੋਖਾ ਸਮਾਂ ਬਤੀਤ ਕੀਤਾ ਹੈ। ਗਰੀਬ ਨਵਾਜ ਪਾਤਸ਼ਾਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਲਾਨੌਰ ਦੀ ਧਰਤੀ ਤੇ ਪੁੱਜਦੇ ਆ। 52 ਰਾਜੇ ਉਹਨਾਂ ਦੇ ਨਾਲ ਹਨ ਤੇ ਫਿਰ ਸਤਿਗੁਰੂ ਜੀ ਆਉਂਦੇ ਆ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ।
ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੋਂ ਸਤਿਗੁਰੂ ਲਾਹੌਰ ਜਾਂਦੇ ਆ, ਲਾਹੌਰ ਚੰਦੂ ਦੇ ਕਰਨੀ ਦਾ ਫਲ ਉਹਨੂੰ ਦਿੰਦੇ ਆ। ਤੇ ਜਦੋਂ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਤੇ ਆਏ, ਉਦੋਂ ਲੋਕਾਂ ਨੇ, ਸੰਗਤਾਂ ਨੇ, ਗੁਰਸਿੱਖਾਂ ਨੇ ਦੇਸੀ ਘਿਓ ਦੇ ਦੀਵੇ ਵਾਲੇ ਸਨ, ਜਿਹਨੂੰ ਅਸੀਂ ਬੰਦੀ ਛੋੜ ਦਿਵਸ ਕਹਿੰਦੇ ਆ। ਇੱਥੇ ਇੱਕ ਬੜੀ ਰਹੱਸ ਦੀ ਗੱਲ ਹੈ, ਗਵਾਲੀਅਰ ਦੇ ਕਿਲੇ ਤੋਂ ਲੈ ਕੇ ਸਤਿਗੁਰੂ ਮਹਾਰਾਜ ਅੰਮ੍ਰਿਤਸਰ ਸਾਹਿਬ ਨੂੰ ਜਦੋਂ ਆਏ, ਜਿਹੜੇ ਪਿੰਡ ਵਿੱਚ ਜਿੰਨੀ ਤਰੀਕ ਨੂੰ ਗਏ, ਉਨੀ ਤਰੀਕ ਨੂੰ ਉਹਨਾਂ ਪਿੰਡਾਂ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਣ ਲੱਗ ਪਿਆ। ਮੁੱਕਦੀ ਗੱਲ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਇਸ ਮਾਰਗ ਦੇ ਉੱਤੇ ਵਸਣ ਵਾਲੇ ਗੁਰਸਿੱਖ ਲਗਭਗ 4-5 ਮਹੀਨੇ ਬੰਦੀ ਛੋੜ ਦਿਵਸ ਹੀ ਮਨਾਉਂਦੇ ਰਹੇ। ਤੇ ਆਖਰਕਾਰ ਪੰਥ ਨੇ ਫੈਸਲਾ ਕੀਤਾ ਵੀ ਹੁਣ ਤਾਂ ਬਾਕੀ ਦੇ ਗੁਰਪੁਰਬ ਵੀ ਆਪਾਂ ਮਨਾਉਣੇ ਆ। ਇਸ ਤਰ੍ਹਾਂ ਨਹੀਂ, ਆਪਾਂ 1 ਤਰੀਕ ਮਿਥ ਲਈਏ, ਜਿਹੜੀ 1 ਤਰੀਕ ਵਾਲੇ ਦਿਨ ਸਾਰੀ ਕੌਮ, ਇਹ ਨਹੀਂ ਕਿ ਗਵਾਲੀਅਰ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਜੀ ਮਾਰਗ ਦੇ ਉੱਤੇ ਜਿਹੜੇ ਲੋਕ ਵਸਦੇ ਉਹੀ ਮਨਾਉਣ, ਪੂਰੀ ਦੁਨੀਆ ਵਿੱਚ ਬੰਦੀ ਛੋੜ ਦਿਵਸ ਮਨਾਇਆ ਜਾਵੇ, ਪਰ 1 ਤਰੀਕ ਨੂੰ ਮਨਾਇਆ ਜਾਵੇ। 1 ਤਰੀਕ ਮਿਥ ਲਈਏ ਆਪਾਂ ਕਿਹੜੀ। 1 ਤਰੀਕ ਦਾ ਮਤਲਬ ਪਹਿਲੀ ਤਰੀਕ ਨਾ ਸਮਝ ਲੈਣਾ, 1 ਤਰੀਕ ਦਾ ਮਤਲਬ ਹੈ 1 ਦਿਨ ਚੁਣ ਲੈਣਾ ਆਪਾਂ। ਤੇ ਹੁਣ ਦਿਨ ਚੁਣਨ ਉੱਤੇ ਫਿਰ ਬਹਿਸ ਛਿੜ ਪਈ ਸਾਰੇ ਪਿੰਡਾਂ ਦੇ ਵਿੱਚ। ਜਿਹੜੇ ਬੰਦੇ ਕਹਿੰਦੇ ਸਨ ਸਾਡੇ ਪਿੰਡ ਵੀ ਆਏ, ਸਾਡੇ ਪਿੰਡ ਵੀ ਆਏ, ਜਿੰਨੀ ਤਰੀਕ ਨੂੰ ਸਾਡੇ ਪਿੰਡ ਆਏ ਉਹ ਤਰੀਕ ਮਿਥੋ, ਜਿੰਨੀ ਤਰੀਕ ਨੂੰ ਸਾਡੇ ਪਿੰਡ ਆਏ ਉਹ ਤਰੀਕ ਮਿਥ ਲਓ। ਆਖਰਕਾਰ ਅਕਾਲ ਤਖਤ ਸਾਹਿਬ ਨੇ ਫੈਸਲਾ ਕੀਤਾ ਵੀ ਇਹ ਪਵਿੱਤਰ ਦਿਹਾੜਾ ਆਪਾਂ ਦੀਵਾਲੀ ਵਾਲੇ ਦਿਨ ਮਨਾਇਆ ਕਰਾਂਗੇ, ਦੀਵਾਲੀ ਵਾਲੇ ਦਿਨ ਮਨਾਇਆ ਕਰਾਂਗੇ। ਪੰਥ ਦਾ ਫੈਸਲਾ ਹੈ। ਸੋ ਅੱਜ ਆਪ ਸਾਰੀ ਸੰਗਤ ਨੂੰ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਵਧਾਈਆਂ। ਮੈਨੂੰ ਜੋ ਪ੍ਰਬੰਧਕ ਸਾਹਿਬਾਨ ਬੜੇ ਸਿਆਣੇ ਸੁਹਿਰਦ ਹਨ, ਉਹ ਬੜਾ ਪਿਆਰ ਕਰਦੇ ਨੇ, ਤੇ ਉਹਨਾਂ ਨੇ ਅੱਜ ਵੈਸੇ ਵੀ ਬੜੀ ਗਰੀਬ ਨਵਾਜੀ ਕੀਤੀ। ਮੈਂ ਉਹ ਵੀ ਗੰਢ ਆਪ ਜੀ ਦੀ ਸੇਵਾ 'ਚ ਖੋਲ੍ਹਣੀ ਹੈ। ਤੇ ਮੇਰੇ ਨਾਲ ਗੁਰਮਤਾ ਕੀਤਾ ਵੀ ਬੰਦੀ ਛੋੜ ਦਿਵਸ ਦਾ ਇਤਿਹਾਸ ਗਿਆਨੀ ਅਮਰੀਕ ਸਿੰਘ ਜੀ ਸੁਣਾਉਣਗੇ। ਵੀ ਕੜਿਆਣਾ ਸਾਹਿਬ ਤੁਸੀਂ ਇਸ ਤੋਂ ਹਟ ਕੇ ਚੱਲਿਓ, ਤੇ ਹੁਣ ਬਹੁਤਾ ਤਾਂ ਮੈਂ ਹਟ ਨਹੀਂ ਸਕਦਾ, ਰਵਾਂਗਾ ਤਾਂ ਦੀਵਾਲੀ ਤੇ ਦਿਵਾਲੀ, ਤੇ ਦੀਵਾਲੀ ਦਾ ਪ੍ਰਸੰਗ ਆਪ ਜੀ ਦੀ ਸੇਵਾ 'ਚ ਕਹਿਣਾ ਹੈ। ਬੰਦੀ ਛੋੜ ਦਿਵਸ ਵਾਲਾ ਪ੍ਰਸੰਗ ਗਿਆਨੀ ਜੀ ਨੇ ਸ਼ਾਇਦ ਬੋਲ ਦਿੱਤਾ ਹੈ, ਤੇ ਹੁਣ ਮੈਂ ਆਪ ਜੀ ਦਾ ਧਿਆਨ ਦੀਵਾਲੀ ਦੇ ਉੱਤੇ ਕੇਂਦਰਿਤ ਕਰਨਾ ਹੈ। ਤੇ ਅੱਜ ਦੀ ਜਿਹੜੀ ਮੈਂ ਗੰਢ ਖੋਲ੍ਹਣ ਲੱਗਾ ਸੀ ਉਹ ਵੀ ਤੁਹਾਨੂੰ ਮੈਂ ਦੱਸ ਦੇਵਾਂ। ਪ੍ਰਬੰਧਕਾਂ ਨੇ ਬਹੁਤ ਵੱਡਾ ਅੱਜ ਮਾਣ ਬਖਸ਼ਿਆ। ਪ੍ਰਧਾਨ ਸਾਹਿਬ ਭਾਈ ਸਰਬਜੀਤ ਸਿੰਘ ਜੀ ਥਿਆੜਾ, ਉਹਨਾਂ ਨੇ ਦਾਸਾਂ ਨੂੰ ਆਪਣੇ ਘਰ ਬੁਲਾਇਆ, ਤੇ ਦਾਸ ਤੇ ਢਾਡੀ ਜਥੇ ਨੂੰ ਇੱਕ ਸੋਨੇ ਦਾ ਕੈਂਠਾ ਅਤੇ ਇੱਕ ਸੋਨੇ ਦੀ ਚੈਨ ਦੇ ਕੇ ਸਨਮਾਨਿਤ ਕੀਤਾ। ਸਾਧ ਸੰਗਤ, ਮੇਰੀ ਇੰਨੀ ਔਕਾਤ ਨਹੀਂ ਹੈ। ਗੁਰੂ ਨੇ ਬੜੀ ਮਿਹਰ ਕੀਤੀ ਆ। ਅੱਜ ਤੱਕ 10 ਮੈਡਲ ਮਿਲੇ ਸਨ, ਅੱਜ 11ਵਾਂ 골ਡ ਮੈਡਲ ਮਿਲਿਆ। ਮੈਂ ਆਪਣੇ ਆਪ ਨੂੰ ਕਰਮਾਂ ਵਾਲਾ ਸਮਝਦਾ ਤੇ ਸੰਗਤ ਦੇ ਪਿਆਰ ਮੋਰੇ ਸਿਰ ਝੁਕਾਉਂਦਾ ਹਾਂ। ਆਪ ਜੀ ਦਾ ਕਰਜ਼ਦਾਰ ਹੈ। ਜੂਬਾ ਸਿਟੀ ਗੁਰਦੁਆਰਾ ਸਾਹਿਬ ਜੀ ਦੀ ਸਮੁੱਚੀ ਪ੍ਰਬੰਧਕ ਕਮੇਟੀ, ਸਮੂਹ ਸੰਗਤਾਂ, ਸਮੂਹ ਸੇਵਾਦਾਰ, ਬੀਬੀਆਂ, ਭੈਣਾਂ, ਸਾਰਿਆਂ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰਦਾ। ਜਿਹੜਾ ਪ੍ਰਕਰਣ ਮੈਂ ਤੁਹਾਡੀ ਸੇਵਾ 'ਚ ਕਹਿਣ ਲੱਗਾ, ਸਿੱਖ ਪੰਥ ਦੇ 2 ਪਵਿੱਤਰ ਤਿਉਹਾਰ ਰਹੇ ਹੈ, ਇੱਕ ਵਿਸਾਖੀ ਤੇ ਇੱਕ ਦੀਵਾਲੀ। ਵਿਸਾਖੀ ਵਾਲੇ ਦਿਨ ਤੇ ਦੀਵਾਲੀ ਵਾਲੇ ਦਿਨ ਸਿੱਖਾਂ ਵਿੱਚ ਸਰਬੱਤ ਖਾਲਸਾ ਹੋਇਆ ਕਰਦਾ ਸੀ। ਸਰਬੱਤ ਖਾਲਸਾ ਕਿਵੇਂ ਹੁੰਦਾ ਹੈ, ਅੱਜ ਮੇਰੇ ਕੋਲੇ ਵਕਤ ਨਹੀਂ ਕਿ ਮੈਂ ਇਸ ਦੀ ਵਿਆਖਿਆ ਕਰਾਂ। ਸਰਬੱਤ ਖਾਲਸਾ 2 ਵਾਰ ਸਾਲ ਵਿੱਚ ਪੱਕਾ ਬੈਠਦਾ ਸੀ। ਅੱਗੇ ਪਿੱਛੇ ਕੋਈ ਪੰਥ ਦਾ ਵੱਡਾ ਮੁੱਦਾ ਬਣ ਜਾਵੇ ਤੇ ਪਹਿਲਾਂ ਵੀ ਸਰਬੱਤ ਖਾਲਸਾ ਸੱਦ ਲਿਆ ਜਾਂਦਾ ਸੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਾਹਿਬ ਦੀ ਤਰਫ ਤੋਂ। ਪਰ 2 ਵਾਰ ਸਾਲ ਵਿੱਚ ਸਰਬੱਤ ਖਾਲਸਾ ਪੱਕਾ ਬਹਿੰਦਾ ਸੀ। ਬੀਤੇ ਸਮੇਂ ਵਿੱਚ ਅਸੀਂ ਕਿਆ ਖਟਿਆ ਤੇ ਕਿਆ ਗਵਾਇਆ। ਅਸੀਂ ਬੀਤੇ ਸਮੇਂ ਦੇ ਅੰਦਰ ਕਿੰਨਾ ਆਪਣਾ ਨੁਕਸਾਨ ਕੀਤਾ, ਕਿੰਨੇ ਕੌਮ ਚੜ੍ਹਦੀ ਕਲਾ ਵਿੱਚ ਲੈ ਕੇ ਜਾਣ ਦੇ ਪਲਾਨ ਬਣੇ ਆ, ਤੇ ਆਉਣ ਵਾਲੇ ਭਵਿੱਖ ਦੀ ਰੂਪਰੇਖਾ ਅਸੀਂ ਕਿਵੇਂ ਗੁਰਮਤ ਪ੍ਰਚਾਰ ਕਰਨਾ, ਇਲਾਕੇ ਵਿੱਚ ਕਿਵੇਂ ਪ੍ਰਚਾਰਕਾਂ ਦੀਆਂ ਡਿਊਟੀਆਂ ਲੱਗਦੀਆਂ ਸਨ। ਇਹ ਦੀਵਾਲੀ ਅਤੇ ਵਿਸਾਖੀ ਵਾਲੇ ਦਿਨ ਹੋਇਆ ਕਰਦਾ ਸੀ। ਸਿੱਖ ਆਪਣਾ ਦਸਵੰਧ ਸੁਖਨਾ ਕਾਰ ਭੇਟ ਇਹ 2 ਦਿਨਾਂ ਵਿੱਚ ਹਜ਼ੂਰ ਦੇ ਚਰਨਾਂ ਵਿੱਚ ਅਰਪਣ ਕਰਨ ਆਇਆ ਕਰਦੇ ਸਨ। ਆਪ ਜੀ ਦੀ ਸੇਵਾ ਵਿੱਚ ਜਦੋਂ ਦਰਬਾਰ ਸਾਹਿਬ ਦੇ ਉੱਤੇ ਹੋਏ ਹਮਲਿਆਂ ਦੀ ਗਾਥਾ ਮੈਂ ਸਰਵਣ ਕਰਵਾਈ, ਆਪ ਜੀ ਦੀ ਸੇਵਾ ਦੇ ਵਿੱਚ ਬਿਆਨ ਕੀਤਾ ਕਿ ਦਰਬਾਰ ਸਾਹਿਬ ਦੇ ਉੱਤੇ ਸਮੇਂ-ਸਮੇਂ ਹਮਲੇ ਸਰਕਾਰਾਂ ਕਰਦੀਆਂ ਰਹੀਆਂ। ਉਹਨਾਂ ਹਮਲਿਆਂ ਦੇ ਦੌਰਾਨ 5 ਹਮਲੇ ਤੇ ਉਸ ਤੋਂ ਬਾਅਦ 7ਵਾਂ ਹਮਲਾ ਸੁਣਾਇਆ। 6ਵਾਂ ਹਮਲਾ ਆਪਾਂ ਛੱਡ ਲਿਆ ਸੀ। ਉਹ 6ਵਾਂ ਹਮਲਾ ਤੁਹਾਡੀ ਸੇਵਾ ਦੇ ਵਿੱਚ ਅੱਜ ਸੁਣਾਉਣ ਲੱਗੇ ਆ। 1709 ਈਸਵੀ ਦੀ ਵਿਸਾਖੀ ਦੇ ਮੌਕੇ 5ਵਾਂ ਹਮਲਾ ਹੋਇਆ ਸੀ। ਉਸ ਤੋਂ ਬਾਅਦ ਵਿੱਚ ਦਰਬਾਰ ਸਾਹਿਬ ਦੇ ਵਿੱਚ ਪੰਥਕ ਰਹਿਤ ਮਰਜ਼ਾਦਾ ਵਾਲੀ ਗੱਲਬਾਤ ਵੱਡੀ ਝੋਲ ਪੈਂਦੀ ਗਈ। ਬਹੁਤ ਖੜੋਤ ਆਉਂਦੀ ਰਹੀ, ਬੜੀਆਂ ਕਮੀਆਂ ਆਈਆਂ, ਇੱਥੋਂ ਤੱਕ ਕਿ ਲਖਪਤ ਵਰਗੇ ਲਹੂ ਪੀੜਿਆਂ ਨੇ ਬੜਾ ਖੂਨ ਪੀਤਾ ਸਿੱਖਾਂ ਦਾ। ਜਸਪਤ ਰਾਏ ਵੱਡਾ ਜਰਵਾਣਾ, ਉਹਦੀ ਅਗਵਾਈ ਦੇ ਵਿੱਚ ਸਰੋਵਰ ਪੂਰ ਦਿੱਤਾ ਗਿਆ। ਸਰੋਵਰ ਵੀ ਪੂਰ ਦਿੱਤਾ ਗਿਆ।
ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰੱਬੀ ਬਾਣੀ ਦਾ ਕੀਰਤਨ ਬੰਦ ਹੋ ਗਿਆ। ਆ ਵੇਖੋ ਆਪ ਜੀ ਨੇ ਕੀਰਤਨ ਦਾ ਲਾਹਾ ਪ੍ਰਾਪਤ ਕੀਤਾ, ਕਿਆਸਾ ਆਨੰਦ ਬਣਾਇਆ। ਰੱਗੀ ਸਿੰਘਾਂ ਨੇ ਰਲ ਕੇ ਤਿੰਨੋਂ ਜਥੇ ਸਟੇਜ ਉੱਤੇ ਬੈਠੇ, ਬਹਿ ਜਾ ਹੋ ਗਈ। ਸਾਧ ਸੰਗਤ, ਇਹ ਰੱਬੀ ਬਾਣੀ ਦਾ ਕੀਰਤਨ ਜਿਹੜਾ ਜ਼ਿੰਦਗੀ ਦੇ ਵਿੱਚ ਆਨੰਦ ਭਰਦਾ ਹੈ। ਦਰਬਾਰ ਸਾਹਿਬ ਦੇ ਵਿੱਚ ਕੀਰਤਨ ਬੰਦ ਹੋ ਜਾਣਾ ਵੱਡੀ ਚਿੰਤਾ ਦਾ ਵਿਸ਼ਾ। ਤੇ ਉਸ ਟਾਈਮ ਦਰਬਾਰ ਸਾਹਿਬ ਦੇ ਪ੍ਰਬੰਧਕ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਹਨ। ਲਗਭਗ 24 ਸਾਲ ਦਰਬਾਰ ਸਾਹਿਬ ਨਾ ਵਿਸਾਖੀ ਮਨਾਈ ਗਈ ਤੇ ਨਾ ਦੀਵਾਲੀ ਮਨਾਈ ਗਈ। 1733 ਆ ਗਿਆ, 1733 ਈਸਵੀ ਆ। 1709 ਈਸਵੀ ਦੇ ਵਿਸਾਖੀ ਵਾਲੇ ਦਿਨ ਖੱਲਰ ਪਾਇਆ ਹਕੂਮਤ ਨੇ ਤੇ 24 ਸਾਲ ਦਰਬਾਰ ਸਾਹਿਬ ਬਾਅਦ ਵਿੱਚ ਕੋਈ ਗੁਰਮਤਿ ਦਾ ਸਮਾਗਮ ਨਾ ਹੋ ਸਕਿਆ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਉਸ ਟਾਈਮ ਉਮਰ ਉਹਨਾਂ ਦੀ ਆਰਬਲਾ ਜਿਹੜੀ ਆ ਲਗਭਗ 99 ਕੁ ਸਾਲਾਂ ਦੀ ਆ। 80 ਤੇ 9 99 ਕੁ ਸਾਲਾਂ ਦੀ ਅਰਬਲਾ ਆ। ਉਹਨਾਂ ਦੇ ਮਨ ਅੰਦਰ ਖਿਆਲ ਆਇਆ ਕਿ ਦੀਵਾਲੀ ਦਾ ਦਿਨ ਲਾਗੇ ਆਉਣ ਵਾਲਾ, ਕਿੰਨਾ ਚੰਗਾ ਹੋਵੇ ਜੇ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ, ਸਰਕਾਰ ਨੂੰ ਥੋੜੇ ਬਹੁਤੇ ਰੁਪਈਏ ਦੇ ਦਿੱਤੇ ਜਾਣ, ਸਰਕਾਰ ਨੂੰ ਠੇਕਾ ਭਰ ਦਿੱਤਾ ਜਾਵੇ, ਟੈਕਸ ਦੇ ਦਿੱਤਾ ਜਾਵੇ। ਜੇ ਸਰਕਾਰ ਮੰਨ ਜਾਵੇ ਤਾਂ ਫਿਰ ਅਸੀਂ ਅੰਮ੍ਰਿਤਸਰ ਸਾਹਿਬ ਦੀਵਾਲੀ ਦਾ ਮੇਲਾ ਲਾ ਲਈਏ। ਦੀਵਾਲੀ ਦਾ ਮੇਲਾ, ਬੰਦੀ ਛੋੜ ਦਿਵਸ, ਅਸੀਂ ਮੇਲਾ ਲਾ ਲਈਏ। ਅੰਮ੍ਰਿਤਸਰ ਦਾ ਉਸ ਮੌਕੇ ਪ੍ਰਬੰਧਕ ਜਿਹੜਾ ਸੀ ਉਹਦਾ ਨਾਮ ਸੀ ਅਬਦੁਲ ਰਜ਼ਾਕ। ਅਬਦੁਲ ਰਜ਼ਾਕ ਨੂੰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਮਿਲੇ, ਕਹਿਣ ਲੱਗੇ ਕਾਜੀ ਸਾਹਿਬ, ਜੇ ਤੁਸੀਂ ਮੇਰੀ ਗੱਲ ਮੰਨ ਲਵੋ ਤੇ ਸਿੱਖਾਂ ਦੇ ਦਰਸ਼ਨ ਕੀਤਿਆਂ ਨੂੰ ਬਹੁਤ ਚਿਰ ਹੋ ਗਿਆ, ਅੰਮ੍ਰਿਤਧਾਰੀ ਗੁਰਸਿੱਖਾਂ ਦੀ ਸੰਗਤ ਕੀਤਿਆਂ, ਬਾਣੀ ਪੜਨ ਵਾਲੇ ਨੌਜਵਾਨਾਂ ਦੇ, ਬੀਬੀਆਂ ਭੈਣਾਂ ਦੇ ਦਰਸ਼ਨ ਖਾਲਸਾ ਕਰ ਲਵੇ। ਜੇ ਤੁਸੀਂ ਆਗਿਆ ਦੇਵੋ, ਸਰਕਾਰ ਜੋ ਆਖੇ ਉਹ ਮੈਂ ਕਰਨ ਨੂੰ ਤਿਆਰ ਹੈ। ਤੇ ਕਾਜੀ ਅਬਦੁਲ ਰਜ਼ਾਕ ਅੱਗੋਂ ਗੂਠਾ ਖੜਕਾ ਕੇ ਕਹਿੰਦਾ, ਮੇਰਾ ਹਿੱਸਾ ਸਰਕਾਰ ਨਾਲ ਤਾਂ ਤੂੰ ਜੋ ਕਰੇਗਾ, ਸਰਕਾਰ ਨਾਲ ਤਾਂ ਤੇਰੀ ਮੁਲਾਕਾਤ ਮੈਂ ਕਰਵਾ ਦਿਆਂਗਾ। ਜਦੋਂ ਜ਼ਕਰੀਆ ਖਾਨ ਨੇ ਪਰਮਿਸ਼ਨ ਦੇ ਦਿੱਤੀ, ਆਗਿਆ ਦੇ ਦਿੱਤੀ, ਇਜਾਜ਼ਤ ਮਿਲ ਗਈ, ਆਪਾਂ ਨੂੰ ਉਹਨਾਂ ਨੇ ਆਗਿਆ ਦੇ ਦਿੱਤੀ, ਤੇ ਫਿਰ ਤੂੰ ਮੇਰੀ ਸੇਵਾ ਕੀ ਕਰੇਗਾ? ਇਹ ਪਾਪੀ ਨੇ 2000 ਰੁਪਏ ਦੀ ਰਿਸ਼ਵਤ ਮੰਗੀ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਕਹਿੰਦੇ ਮਨਜ਼ੂਰ, ਕਬੂਲ ਹੈ, ਤੈਨੂੰ 2000 ਰੁਪਈਆ ਪੱਕਾ, ਬਾਕੀ ਸਰਕਾਰ ਜਿੰਨਾ ਮੰਗੇ ਉਹ ਵੀ ਦੇਵਾਂਗੇ। ਮੈਨੂੰ ਤੇ ਹੁਣ ਪਤਾ ਲੱਗਾ ਅੱਜ ਕਿ ਤੁਹਾਡੇ ਅਮਰੀਕਾ ਦੀ ਸਰਕਾਰ ਵੀ ਤੁਹਾਡੇ ਕੋਲੋਂ ਬਹੁਤ ਪੈਸੇ ਲੈਂਦੀ। ਮੈਨੂੰ ਦੱਸਿਆ ਗਿਆ ਸੇਵਾਦਾਰਾਂ ਵੱਲੋਂ, ਕਹਿੰਦੇ 7 ਲੱਖ ਰੁਪਈਆ, 7 ਲੱਖ ਡਾਲਰ ਸਿਕਿਉਰਿਟੀ ਦਾ ਹੀ ਲੱਗ ਗਿਆ। ਕਮਾਲ ਹੋ ਗਈ। ਸਿੱਖੋ, ਜੇ ਆਪਸ ਵਿੱਚ ਨਾ ਲੜਿਆ ਕਰੋ ਤੇ 7 ਲੱਖ ਡਾਲਰ ਬਚ ਨਾ ਜਾਵੇ ਤੁਹਾਡਾ। ਜੇ ਅਸੀਂ ਆਪਸ ਵਿੱਚ ਨਾ ਇਦਾਂ ਦੀਆਂ ਕਰਤੂਤਾਂ ਕਰਿਆ ਕਰੀਏ, ਅਸੀਂ ਇੱਕ ਦੂਜੇ ਦੀਆਂ ਪੱਗਾਂ ਲਾਉਣ ਦੇ ਵਾਸਤੇ ਆਪ ਹੀ ਨਾ ਪਹਿਲ ਕਦਮੀ ਕਰਿਆ ਕਰੀਏ, ਤਾਂ 7 ਲੱਖ ਡਾਲਰ ਕੌਮ ਦਾ ਕਿਉਂ ਨੁਕਸਾਨਿਆ ਜਾਏਗਾ ਤਾਂ ਗੋਲਕ ਵਿੱਚੋਂ ਹੀ, ਕਿਤੇ ਕਮੇਟੀ ਵਾਲਿਆਂ ਨੇ ਜੇਬ ਵਿੱਚੋਂ ਥੋੜੀ ਦੇਣਾ। ਅਸੀਂ ਕੌਮ ਦੇ ਉਸਾਰੂ ਕੰਮਾਂ ਦੇ ਉੱਤੇ ਜਿਹੜੀ ਸਾਡੀ એનર્ਜੀ ਲੱਗਣੀ ਸੋ ਇਹਨਾਂ ਬੇਕਾਰ ਜਿਹੇ ਕੰਮਾਂ ਦੇ ਉੱਤੇ ਲੱਗਦੀ ਜਾ ਰਹੀ। ਸਿਕਿਉਰਿਟੀ ਦੇ ਨਾਂ ਦੇ ਉੱਤੇ 7 ਲੱਖ ਡਾਲਰ ਅਮਰੀਕਾ ਦਾ ਕਹਿੰਦੇ ਸਰਕਾਰ ਨੂੰ ਤੁਸੀਂ ਭਰਿਆ। ਖੈਰ ਮਹਿੰਗਾਈ ਹੋ ਗਈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਉਸ ਟਾਈਮ 1000 ਰੁਪਈਆ ਰੋਜ਼ ਦਾ ਮੰਨਿਆ ਸੀ ਸਰਕਾਰ ਦੇ ਨਾਲ, 1000 ਰੁਪਈਆ, ਤੇ ਉਹ ਮਹਿੰਗਾਈ ਦੇ ਮੁਤਾਬਕ ਹੁਣ ਲੱਖਾਂ ਵਿੱਚ ਚਲਿਆ ਗਿਆ ਕਹਿ ਲਓ। ਖੈਰ ਉਦੋਂ ਉਹਨਾਂ ਨੇ ਕੋਈ ਸਿਕਿਉਰਿਟੀ ਨਹੀਂ ਸੀ ਪ੍ਰੋਵਾਈਡ ਕਰਵਾਉਣੀ। ਅੱਜ ਤੇ ਤੁਹਾਨੂੰ ਬਹੁਤ ਸਾਰੀ ਉਹਨਾਂ ਨੇ ਸਹੂਲਤਾਂ ਵੀ ਦਿੱਤੀਆਂ ਹੋਣਗੀਆਂ। ਜ਼ਕਰੀਆ ਖਾਨ ਦੇ ਸਾਹਮਣੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਕਾਜੀ ਅਬਦੁਲ ਰਜ਼ਾਕ ਨੇ ਪੇਸ਼ ਕੀਤਾ। ਗੱਲਾਂ ਬਾਤਾਂ ਹੋਈਆਂ, ਸਰੋਸਰੀ ਗੱਲਬਾਤ ਤੋਂ ਬਾਅਦ ਵਿੱਚ, ਰਾਜੀ ਖੁਸ਼ੀ ਤੋਂ ਬਾਅਦ ਵਿੱਚ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਕੌਮ ਦੇ ਬਲੀ ਬਹਾਦਰ ਜਰਨੈਲ, ਉਹਨਾਂ ਨੇ ਦੀਵਾਲੀ ਦਾ ਪੁਰਬ ਬੰਦੀ ਛੋੜ ਦਿਹਾੜਾ ਮਨਾਉਣ ਵਾਸਤੇ ਜੋ ਹਕੂਮਤ ਨਾਲ ਗੱਲਾਂ ਬਾਤਾਂ ਕੀਤੀਆਂ, ਉਹਨਾਂ ਗੱਲਾਂ ਨੂੰ ਆਪ ਜੀ ਦੀ ਸੇਵਾ ਦੇ ਵਿੱਚ ਢਾਡੀ ਕਲਾ ਦੀ ਸੁੰਦਰ ਬੰਨਗੀ ਹੈ ਅਧੂਰੀ ਝੋਕ। ਅਧੂਰੀ ਝੋਕ ਦੀ ਤਰਜ਼ ਉੱਤੇ, ਝੋਕ ਦੋ ਤਰ੍ਹਾਂ ਦੀ ਹੁੰਦੀ ਹੈ, ਇੱਕ ਪੂਰੀ ਝੋਕ, ਇੱਕ ਅਧੂਰੀ ਝੋਕ। ਜਿਹੜੀ ਪੂਰੀ ਝੋਕ ਹੁੰਦੀ ਹੈ ਇਹਨੂੰ ਜ਼ਿਆਦਾ ਕਵੀਸ਼ਰ ਗਾਉਂਦੇ ਆ ਕਿਉਂਕਿ ਲੰਬੀ ਬਹੁਤ ਹੁੰਦੀ ਹੈ, ਤੇ ਜਿਹੜੀ ਅਧੂਰੀ ਝੋਕ ਇਹਨੂੰ ਜ਼ਿਆਦਾ ਢਾਡੀ ਸਿੰਘ ਗਾਉਂਦੇ ਆ। ਸਰਵਣ ਕਰੋ, ਕੌਮ ਦਾ ਮਹਾਨ ਆਗੂ, ਬਜ਼ੁਰਗੀ ਅਵਸਥਾ ਦੇ ਅੰਦਰ ਕੌਮ ਦਾ ਵੱਡਾ ਗਿਆਨੀ, ਬਹੁਤ ਸਿਰਕੱਢ ਵਿਦਵਾਨ, 10ਵੇਂ ਪਾਤਸ਼ਾਹ ਦੇ ਨੈਣਾ ਦਾ ਨੂਰ, ਗੁਰੂ ਗ੍ਰੰਥ ਸਾਹਿਬ ਦਾ ਲਾਡਲਾ ਪੁੱਤ, ਜੋ ਹਕੂਮਤ ਨਾਲ ਗੱਲਾਂ ਕਰ ਰਿਹਾ, ਉਹਨਾਂ ਗੱਲਾਂ ਨੂੰ ਢਾਡੀ ਕਲਾ ਦੀ ਸੁੰਦਰ ਬੰਦਗੀ ਵਿੱਚ ਇਉਂ ਸਰਵਣ ਕਰੋ।
ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ, ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ, ਦੇਵਾਂਗੇ ਪੈਸੇ ਖਾਣ ਜੀ। ਅਬਦੁਲ ਰਜ਼ਾਕ ਦਤਾਈ ਮਨੀ ਸਿੰਘ ਕਹਿੰਦੇ ਨੇ, ਸੁਣਿਆ ਬੜੀ ਮੰਦੀ ਹਾਲਤ ਦੁਖੜੇ ਸਿੰਘ ਸਹਿੰਦੇ ਨੇ, ਸੁਣਿਆ ਬੜੀ ਮੰਦੀ ਹਾਲਤ ਦੁਖੜੇ ਸਿੰਘ ਸਹਿੰਦੇ ਨੇ। ਹੋਵੇ ਇਤਰਾਜ਼ ਨਾ ਤੁਹਾਨੂੰ, ਹੋਵੇ ਇਤਰਾਜ਼ ਨਾ ਤੁਹਾਨੂੰ, ਨਾਲ ਨੂੰ ਬੁਲਾ ਲਈਏ, ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ, ਦੇਵਾਂਗੇ ਪੈਸੇ ਖਾਣ ਜੀ। ਹੋ ਗਿਆ ਚਿਰ ਦਰਸ਼ਨ ਕੀਤਿਆਂ ਸਿੰਘਾਂ ਸਰਦਾਰਾਂ ਦੇ, ਹੋ ਗਏ ਨੇ ਖਤਮ ਖਾਲਸਾ ਕਹਿਣੇ ਸਰਕਾਰਾਂ ਦੇ, ਹੋ ਗਏ ਨੇ ਖਤਮ ਖਾਲਸਾ ਕਹਿਣੇ ਸਰਕਾਰਾਂ ਦੇ। ਸਿੱਖਾਂ ਦੀ ਗਿਣਤੀ ਕਰਕੇ, ਸਿੱਖਾਂ ਦੀ ਗਿਣਤੀ ਕਰਕੇ ਭਰਮ ਮਿਟਾ ਲਈਏ, ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ, ਦੇਵਾਂਗੇ ਪੈਸੇ ਖਾਣ ਜੀ। ਆਉਣਗੇ ਚੜ੍ਹਤ ਦੇ ਪੈਸੇ ਵਿੱਚੋਂ ਅਸੀਂ ਤਾਰਾਂਗੇ, ਕਰ ਦੇਵੋ ਦਸਖਤ ਕੇ ਅਸੀਂ ਫੌਜਾਂ ਨਹੀਂ ਚਾੜਾਂਗੇ, ਕਰ ਦੇਵੋ ਦਸਖਤ ਕੇ ਅਸੀਂ ਫੌਜਾਂ ਨਹੀਂ ਚਾੜਾਂਗੇ। ਗਿਣਤੀ ਦੇ 10 ਦਿਨ ਰਲ ਕੇ, ਗਿਣਤੀ ਦੇ 10 ਦਿਨ ਰਲ ਕੇ ਸੁੱਖ ਦੇ ਲਗਾ ਲਈਏ, ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ, ਦੇਵਾਂਗੇ ਪੈਸੇ ਖਾਣ ਜੀ। ਹੋਵੇ ਵਿਸ਼ਵਾਸ ਘਾਤ ਨਾ ਹੋ, ਹੋਵੇ ਵਿਸ਼ਵਾਸਘਾਤ ਨਾ ਦੂਰੋਂ ਸਿੰਘ ਆਵਣਗੇ, ਸ਼ਰਧਾ ਨਾਲ ਵਿੱਚ ਸਰੋਵਰ ਸਾਰੇ ਹੀ ਨਾਵਣਗੇ, ਸ਼ਰਧਾ ਨਾਲ ਵਿੱਚ ਸਰੋਵਰ ਸਾਰੇ ਹੀ ਨਾਵਣਗੇ। ਕੁਝ ਦਿਨ ਲਈ ਸ਼ਬਦ ਗੁਰੂ ਦਾ
ਸ਼ਬਦ ਗੁਰੂ ਦਾ ਰਲ ਕੇ ਅਸੀਂ ਗਾ ਲਈਏ ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ ਦੇਵਾਂਗੇ ਪੈਸੇ ਖਾਨ ਜੀ ਹੈ ਭਰਨੀ ਹੈ ਬਾਤ ਦਿਵਾਲੀ ਹੈ भरनी है बहुत दिवाली दीवान भी लावांगे तादी कन्याणो सदना वारा भी गावांगे तादी कन्याणो सदना वारा भी गावांगे लंगरिया तुसी भी छकियो लंगरिया तुसी भी छकियो पैर मिटा लईए तारांगे ठेका सारा मेला ਅਸੀਂ ਲਾ ਲਈਏ ਤਾਰਾਂਗੇ ਠੇਕਾ ਸਾਰਾ ਮੇਲਾ ਅਸੀਂ ਲਾ ਲਈਏ ਦੇਵਾਂਗੇ ਪੈਸੇ ਖਾਨ ਜੀ ਸਨਮਾਨਯੋਗ ਗੁਰੂ ਸੰਗਤ ਜੀ, ਤੁਸੀਂ ਸਾਰੇ ਬਹੁਤ ਪਿਆਰ ਨਾਲ ਸੁਣਦੇ ਹੋ। ਮੈਂ ਆਪ ਜੀ ਦਾ ਕਰਜ਼ਦਾਰ ਹਾਂ। ਮੇਰੇ ਤੋਂ ਬਾਅਦ ਵਿੱਚ ਭਾਜੀ ਜਸਵਿੰਦਰ ਸਿੰਘ ਜੀ ਉੱਪਲ ਸਾਹਿਬ, ਬੜੇ ਮਹਾਰਾਜ ਦੀ ਅਪਾਰ ਕਿਰਪਾ ਹੈ। ਭਾਈ ਤਰਲੋਚਨ ਸਿੰਘ ਜੀ ਤੀਰ ਸਾਹਿਬ, ਉਹਨਾਂ ਨੇ ਵੀ ਆਪ ਜੀ ਦੇ ਦਰਸ਼ਨ ਕਰਨੇ ਆ। ਇੱਕ ਇੱਕ ਪਲ ਬੜਾ ਕੀਮਤੀ ਹੈ। ਮੈਂ ਆਪਣੀ ਗੱਲ ਨੂੰ ਲਗਾਤਾਰਤਾ ਦੇਣਾ ਚਾਹੁੰਦਾ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਉਹਨਾਂ ਨੂੰ ਗਿਆਨੀਆਂ ਦੀ ਟਕਸਾਲ ਦੇ ਆਗੂ ਮੰਨਿਆ ਜਾਂਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੂੰ, ਭਾਈ ਮਨੀ ਸਿੰਘ ਸਾਹਿਬ ਕੌਮ ਦਾ ਉਹ ਮਹਾਨ ਆਗੂ ਆ। ਜਦੋਂ ਅਸੀਂ ਅਰਦਾਸ ਵਿੱਚ ਜੁੜਦੇ ਆ ਨਾ, ਸ਼ਹੀਦਾਂ ਦੀ ਗੱਲ ਚੱਲਦੀ ਆ। ਕਈ ਵਾਰ ਅਸੀਂ ਕਹਿ ਦਿੰਦੇ ਗ੍ਰੰਥੀਆਂ ਦਾ ਕੀ ਯੋਗਦਾਨ ਆ ਜੀ। ਗ੍ਰੰਥੀ ਸਿੰਘ ਜਿਹੜੇ ਨੇ, ਕਹਿਣ ਵਾਸਤੇ ਅਸੀਂ ਗੁਰੂ ਦਾ ਵਜ਼ੀਰ ਕਹਿੰਦੇ ਹਾਂ ਗ੍ਰੰਥੀ ਸਿੰਘ ਨੂੰ, ਪਰ ਬਹੁਤੇ ਥਾਵਾਂ ਦੇ ਉੱਤੇ ਗ੍ਰੰਥੀ ਗੁਰੂ ਦਾ ਵਜ਼ੀਰ ਘੱਟ ਤੇ ਕਮੇਟੀ ਦਾ ਵਜ਼ੀਰ ਜ਼ਿਆਦਾ ਹੁੰਦਾ ਹੈ। ਬਹੁਤੀਆਂ ਥਾਵਾਂ ਦੇ ਉੱਤੇ ਪ੍ਰਬੰਧਕਾਂ ਦਾ ਵਜ਼ੀਰ ਜ਼ਿਆਦਾ ਬਣ ਕੇ ਰਹਿ ਜਾਂਦਾ ਹੈ। ਪਰਮਾਤਮਾ ਮਿਹਰ ਕਰੇ, ਇਹ ਗ੍ਰੰਥੀ ਦੀ ਜਿਹੜੀ ਰੁਤਬਾ ਹੈ, ਗ੍ਰੰਥੀ ਦੀ ਡਿਊਟੀ ਹੈ, ਪਰਮਾਤਮਾ ਮਿਹਰ ਕਰੇ ਕਿ ਗੁਰਮਤ ਅਨੁਸਾਰੀ ਰਵੇ। ਭਾਈ ਮਨੀ ਸਿੰਘ ਸਾਹਿਬ ਜਿਹੜੇ ਘਨਮ ਚੌਧਰੀ ਕਹਿੰਦੇ ਆ ਵੀ ਗ੍ਰੰਥੀਆਂ ਦੀ ਕਿਆ ਦੇਣ ਆ ਜੀ। ਜਦੋਂ ਅਸੀਂ ਅਰਦਾਸ ਵਿੱਚ ਜੁੜਦੇ ਆ ਨਾ, ਸਭ ਤੋਂ ਪਹਿਲਾਂ ਜ਼ਿਕਰ ਹੀ ਗ੍ਰੰਥੀ ਦਾ ਆਉਂਦਾ ਹੈ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ, ਬੰਦ ਕਟਾਏ। ਬੰਦ ਕਟਵਾਉਣ ਵਾਲਾ ਕੌਣ ਹੈ? ਗ੍ਰੰਥੀ ਹੈ ਦਰਬਾਰ ਸਾਹਿਬ ਦਾ। ਮੈਂ ਇੱਕ ਦਿਨ ਅੱਗੇ ਵੀ ਸ਼ਬਦ ਕਿਹਾ ਸੀ, ਦਰਬਾਰ ਸਾਹਿਬ ਵਰਗੀ ਇਮਾਰਤ ਬਹੁਤ ਲੋਕਾਂ ਨੇ ਬਣਾਈ, ਬਹੁਤ ਲੋਕਾਂ ਨੇ ਬਣਾਈ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਇੱਥੋਂ ਤੱਕ ਕਿ ਗੈਰ ਸਿੱਖਾਂ ਦੀ ਸੰਸਥਾ ਹਿੰਦੂ ਭਾਈਚਾਰੇ ਵਾਲਿਆਂ ਨੇ ਦੁਰਗਿਆਣਾ ਮੰਦਿਰ ਵੀ ਬਣਾਇਆ। ਬਣਾ ਲੋਗੇ ਇਮਾਰਤ ਦਰਬਾਰ ਸਾਹਿਬ ਵਰਗੀ, ਬਣਾ ਲੋਗੇ ਦਰਬਾਰ ਸਾਹਿਬ ਜਿੱਡੀ, ਬਣਾ ਲੋਗੇ ਦਰਬਾਰ ਸਾਹਿਬ ਦੇ ਨਕਸ਼ੇ ਤੇ ਬਣਾ ਲੋਗੇ, ਪਰ ਬੰਦ ਕਟਵਾਉਣ ਵਾਲਾ ਗ੍ਰੰਥੀ ਕਿੱਥੋਂ ਲੈ ਕੇ ਆਓਗੇ? ਬੰਦ ਕਟਵਾਉਣ ਵਾਲੇ ਕਿੱਥੋਂ ਲੱਭੋਗੇ? ਇਹ ਬੰਦ ਕਟਵਾਉਣ ਵਾਲਾ ਸੂਰਮਾ ਚੜ੍ਹਦੀ ਕਲਾ ਦਾ ਜਰਨੈਲ ਆ। ਇੱਕ ਦਿਨ ਮੈਂ ਅੱਗੇ ਵੀ ਬੇਨਤੀ ਕਰੀ ਸੀ, ਆਪਾਂ ਨਾ ਬਹੁਤ ਆਪਣੇ ਆਗੂਆਂ ਦਾ ਇੱਕ ਪੱਖ ਲਈ ਬੈਠੇ ਆ ਕਿ ਬਾਬਾ ਕਨ੍ਹਈਆ ਜੀ ਨੇ ਦੁਸ਼ਮਣਾਂ ਨੂੰ ਜਲ ਛਕਾਇਆ ਤੇ ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੁਝ ਨਹੀਂ ਕੀਤਾ। ਆਪਾਂ ਨੂੰ ਬਸ ਇੱਕੋ ਹੀ ਗੱਲ ਪਤਾ ਕਿ ਉਹਨਾਂ ਨੇ ਮੈਦਾਨੇ ਜੰਗ ਵਿੱਚ ਦੁਸ਼ਮਣਾਂ ਨੂੰ ਵੀ ਜਲ ਛਕਾਇਆ, ਬਿਨਾਂ ਵਿਤਕਰੇ ਸਾਰਿਆਂ ਦੇ ਮੂੰਹ ਵਿੱਚ ਜਲ ਪਾਇਆ। ਇਹੋ ਹੀ ਜਾਣਦੇ ਆ ਨਾ, ਭਾਈ ਕਨ੍ਹਈਆ ਜੀ ਨੇ ਹੋਰ ਭਲਾ ਕੁਝ ਵੀ ਨਹੀਂ ਕੀਤਾ। ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਨੇ ਵਡੇਰੀ ਉਮਰ ਵਿੱਚ ਖੰਡਾ ਵਾਹਿਆ, ਇਸ ਤੋਂ ਇਲਾਵਾ ਉਹਨਾਂ ਨੇ ਭਲਾ ਹੋਰ ਕੁਝ ਨਹੀਂ ਕੀਤਾ। ਉਹਨਾਂ ਨੇ ਕਿੰਨੀਆਂ ਮਹਾਰਾਜ ਦੀਆਂ ਬੀੜਾਂ ਲਿਖੀਆਂ, ਕਿੰਨਾ ਉਹਨਾਂ ਨੇ ਅੰਮ੍ਰਿਤ ਪ੍ਰਚਾਰ ਕੀਤਾ, ਕਿੰਨਾ ਧੀਆਂ ਭੈਣਾਂ ਦੀਆਂ ਇੱਜ਼ਤਾਂ ਬਚਾਈਆਂ। ਬਾਬਾ ਬੁੱਢਾ ਸਾਹਿਬ, ਉਹਨਾਂ ਬਾਬਤ ਜ਼ਿਆਦਾ ਆਪਾਂ ਇਹੋ ਹੀ ਜਾਣਦੇ ਕਿ ਮੁੰਡੇ ਵੱਢਣ ਵਾਲਾ ਬਾਬਾ ਜੀ, ਗੱਠਾ ਭੰਨ ਕੇ ਮੁੰਡਾ ਦੇ ਦਿੰਦਾ, ਜ਼ਿਆਦਾਤਰ ਇਹੋ ਹੀ ਆਪਾਂ ਜਾਣਦੇ ਆ ਨਾ। ਬਾਬਾ ਬੁੱਢਾ ਸਾਹਿਬ ਦੀ ਕਿਰਪਾਨ ਸ਼੍ਰੀ ਅਕਾਲ ਤਖਤ ਸਾਹਿਬ ਤੇ 3.5 ਫੁੱਟ ਦੀ ਅੱਜ ਵੀ ਪਈ ਹੈ। 6ਵੇਂ ਪਾਤਸ਼ਾਹ ਮਹਾਰਾਜ ਜੀ ਦੇ ਸ਼ਸਤਰ ਵਿਦਿਆ ਦੇ ਉਸਤਾਦ ਬਾਬਾ ਬੁੱਢਾ ਸਾਹਿਬ ਹਨ। ਬਹੁਤ ਲੋਕਾਂ ਦੇ ਇੰਨੇ ਕੁ ਵਿਚਾਰ ਹਨ ਕਿ ਸ਼ਾਇਦ ਇਹਨਾਂ ਦਾ ਇੱਕੋ ਇੱਕ ਪੱਖ ਹੈ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਉਹਨਾਂ ਬਾਰੇ ਜ਼ਿਆਦਾ ਆਪਾਂ ਇਹੋ ਹੀ ਕਹਿੰਦੇ ਆ ਜੀ 1984 ਵਿੱਚ ਸਰਕਾਰ ਦੀਆਂ ਨਾਸਾਂ ਭੰਨ ਦਿੱਤੀਆਂ ਉਹਨੇ, ਯਾਰ ਇਸ ਤੋਂ ਇਲਾਵਾ ਉਹਨੇ ਹੋਰ ਕੁਝ ਨਹੀਂ ਕੀਤਾ। ਕਿੰਨੇ ਪ੍ਰਾਣੀਆਂ ਨੂੰ ਉਹਨਾਂ ਨੇ ਅੰਮ੍ਰਿਤ ਸੰਚਾਰ ਕਰਵਾ ਕੇ ਖੰਡੇ ਬਾਟੇ ਦੀ ਪਹੁਲ ਬਖਸ਼ਿਸ਼ ਕੀਤੀ। ਕਿੰਨਾ ਉਹ ਦੂਜੇ ਧਰਮਾਂ ਦਾ ਸਤਿਕਾਰ ਕਰਦੇ ਸਨ,
ਕਿਵੇਂ ਉਹ ਅਮਨ ਸ਼ਾਂਤੀ ਦੇ ਪੈਗੰਬਰ ਸਨ। ਇਹ ਤਾਂ ਸਰਕਾਰਾਂ ਨੇ ਮਜਬੂਰ ਕਰ ਦਿੱਤਾ ਸੀ ਉਹਨੂੰ ਤਪਾਉਣ ਵਾਸਤੇ, ਨਹੀਂ ਤੇ ਉਹ ਤੇ ਕਦੇ ਕਿਸੇ ਦੇ ਬਰਖਲਾਫ, ਅੱਜ ਵੀ ਜਿੰਨੇ ਮਰਜ਼ੀ ਲੈਕਚਰ ਸੁਣ ਲਓ ਇੰਟਰਨੈਟ ਦੇ ਉੱਤੇ ਪਏ ਆ, ਕਿਆ ਮਜਾਲ ਹੈ, ਦੁਸ਼ਮਣ ਦੀ ਵੀ ਆਲੋਚਨਾ ਕਰਦੇ ਨੇ ਤੇ ਉਸਾਰੂ ਭਾਸ਼ਾ 'ਚ ਕਰਦੇ ਨੇ। ਉਸਾਰੂ ਬੋਲੀ ਹੈ, ਕਿਤੇ ਬੋਲੀ ਵਿੱਚ ਤੁਹਾਨੂੰ ਖਰਬਾਪਨ ਨਜ਼ਰ ਨਹੀਂ ਆਏਗਾ। ਅਸੀਂ ਇਹਨਾਂ ਦੇ ਨਾਮਾਂ ਨਾਲ ਇੱਕੋ ਇੱਕ ਘਟਨਾ ਨੂੰ ਜੋੜਦੇ ਜਾ ਰਹੇ ਹਾਂ। ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਉਹਨਾਂ ਬਾਰੇ ਇਹੋ ਜਾਣਦੇ ਕਿ ਬੰਦ ਕੱਟਿਆ ਗਿਆ, ਤੇ ਬੰਦ ਕੱਟਣ ਦੀ ਵੀ ਜੇ ਗੱਲ ਕਿਸੇ ਸਿੱਖ ਨੂੰ ਪੁੱਛ ਲਿਆ ਵੀ ਕਿੰਨੇ ਟੁਕੜੇ ਹੋਏ ਸੀ ਭਾਈ ਸਾਹਿਬ ਦੇ, ਬਹੁਤ ਟਾਵੇਂ ਲੋਕਾਂ ਨੂੰ ਪਤਾ ਹੋਣਾ। ਭੁੱਲਿਓ ਨਾ, ਅੱਜ ਦਾ ਪ੍ਰੋਗਰਾਮ ਲਾਈਵ ਚੱਲ ਰਿਹਾ ਹੈ, ਦੂਰ ਦੁਰਾਡੇ ਬਹਿ ਕੇ ਸੰਗਤਾਂ ਸੁਣਦੀਆਂ। 64 ਵਾਰ ਟੋਕਾ ਚੱਲਿਆ ਸੀ ਜਲਾਦ ਦਾ, 64 ਵਾਰ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਦੀ ਸ਼ਹਾਦਤ, 64 ਵਾਰ ਟੋਕਾ ਚੱਲਿਆ ਸੀ ਜਲਾਦ ਦਾ। ਤੇ ਇੱਕੋ ਹੀ ਸ਼ਰਤ ਸੀ ਕਿ ਜਲਾਦ ਮੇਰੇ ਮੂੰਹੋਂ ਹਾਏ ਕਢਾ ਕੇ ਦਿਖਾ ਦੇ। ਹਾਏ ਨਹੀਂ ਸੀ ਕਢਾ ਸਕੇ ਪਾਪੀ, ਜ਼ੋਰ ਲਾ ਬੈਠੇ ਸਨ। ਭਾਈ ਮਨੀ ਸਿੰਘ ਸਾਹਿਬ ਦੀਆਂ ਕੁਰਬਾਨੀਆਂ ਉੱਤੇ ਪੰਛੀ ਚਾਤ ਛੋਟੀ ਜੀ ਪਾ ਕੇ ਫਿਰ ਮੈਂ ਅਗਲੀ ਕਵਿਤਾ ਆਪ ਜੀ ਦੀ ਸੇਵਾ ਵਿੱਚ ਪੇਸ਼ ਕਰਵਾਉਣਾ। ਧੰਨ ਧੰਨ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਰਾਏ, ਗੋਬਿੰਦ ਸਿੰਘ ਨਹੀਂ ਕਹਿ ਰਿਹਾ, ਕਿਉਂਕਿ ਜਦੋਂ ਦੀ ਮੈਂ ਪ੍ਰਮਾਣ ਦੇਣ ਲੱਗਾ ਉਦੋਂ ਨਾਮ ਗੋਬਿੰਦ ਰਾਏ ਹੈ। ਗੁਰੂ ਗੋਬਿੰਦ ਸਿੰਘ 10ਵੇਂ ਪਾਤਸ਼ਾਹ ਜਿਹੜੇ ਆ, ਉਸ ਵੇਲੇ ਉਹਨਾਂ ਦਾ ਨਾਮ ਗੋਬਿੰਦ ਰਾਏ ਆ। ਪੌਂਟਾ ਸਾਹਿਬ ਦੀ ਧਰਤੀ ਤੋਂ ਜਾਂਦੇ ਨੇ ਮਹਾਰਾਜ ਖੁਰਬਦੀ, ਖੁਰਬਦੀ ਨੂੰ ਅੱਜ ਕੱਲ੍ਹ ਆਪਾਂ ਦੇਹਰਾਦੂਨ ਕਹਿੰਦੇ ਆ, ਚੇਤੇ ਰੱਖਿਓ, ਦੇਹਰਾਦੂਨ ਦਾ ਪਹਿਲਾ ਨਾਮ ਹੈ ਖੁਰਬਦੀ। ਖੁਰਬਦੀ ਜਦੋਂ ਜਾਂਦੇ ਆ ਤੇ ਬਾਬੇ ਰਾਮ ਰਾਏ ਦਾ ਇੱਕ ਚੇਲਾ ਸੀ ਗੁਰਬਖਸ਼ ਦਾਸ, ਉਹਨੇ ਕਲਗੀ ਵਾਲੇ ਸਵਾਮੀ ਦੀ ਸ਼ਾਨ ਦੇ ਖਿਲਾਫ ਕੁਝ ਗੱਲਾਂ ਕਹੀਆਂ ਸਨ। ਉਹਨੂੰ ਧੌਣੋਂ ਫੜ ਕੇ, ਧੌਣ ਵਾਲਾ ਜਿਹੜਾ ਸਿੰਘ ਸੀ ਨਾ, ਉਹਦਾ ਨਾਮ ਭਾਈ ਮਣੀ ਰਾਮ ਸੀ। ਉਸ ਮੌਕੇ ਭਾਈ ਮਣੀ ਰਾਮ ਹੀ ਅੱਜ ਅੰਮ੍ਰਿਤਧਾਰੀ ਬਣ ਕੇ ਖੰਡੇ ਦੀ ਪਹੁ ਲੈ ਕੇ ਅੱਜ ਭਾਈ ਮਨੀ ਸਿੰਘ ਬਣਿਆ। ਭਾਈ ਮਨੀ ਸਿੰਘ ਕੌਮ ਦਾ ਵੱਡਾ ਆਗੂ ਹੈ। 2 ਜੰਗਾਂ ਉਹਨੇ ਪਹਿਲਾਂ ਲੜ ਲਈਆਂ, ਦਰਬਾਰ ਸਾਹਿਬ ਦੇ ਉੱਤੇ ਚੌਥਾ ਹਮਲਾ ਤੇ 5ਵਾਂ ਹਮਲਾ। ਦੋਨਾਂ ਹਮਲਿਆਂ ਵਿੱਚ ਜਿਹੜਾ ਮੁੱਖ ਨਾਇਕ ਹੈ ਲੜਨ ਵਾਲਿਆਂ ਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਹੈ। ਸਰਕਾਰ ਵੱਲੋਂ ਜਿੰਨੇ ਚੜ੍ਹ ਕੇ ਆਏ, ਅੱਜ ਤੋਂ 24 ਸਾਲ ਪਹਿਲਾਂ 1709 ਦੇ ਵਿੱਚ ਬਾਬਾ ਜੀ ਨੇ ਸਾਰਿਆਂ ਦੇ ਮੂੰਹ ਭੰਨ ਦਿੱਤੇ। ਹਰ ਸਹਾਇ ਮਾਰਿਆ ਗਿਆ ਸੀ, ਦੇਵਾ ਰਾਮ ਮੈਦਾਨ ਛੱਡ ਕੇ ਭੱਜ ਗਿਆ ਸੀ। ਇਹਦਾ ਸਾਰਾ ਕ੍ਰੈਡਿਟ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਜਾਂਦਾ ਹੈ। ਭਾਈ ਮਨੀ ਸਿੰਘ ਸਾਹਿਬ ਜੀ ਨੇ ਹਕੂਮਤ ਨੂੰ ਕਿਹਾ ਵੀ ਅਸੀਂ ਤੁਹਾਡੇ ਠੇਕੇ ਦੇ ਪੈਸੇ ਦੇ ਦਿਆਂਗੇ, ਦੱਸੋ ਕਿੰਨੇ ਪੈਸੇ ਚਾਹੀਦੇ ਆ, ਦੀਵਾਲੀ ਦਾ ਮੇਲਾ ਲਾ ਲੈਣ ਦਿਓ, ਦੀਵਾਲੀ ਦਾ ਮੇਲਾ ਸਾਨੂੰ ਲਗਾਉਣ ਦਿਓ, ਇਜਾਜ਼ਤ ਮਿਲੇ, ਪਰ ਲਿਖ ਕੇ ਲੈਣਾ ਕਿ ਜਿੰਨੇ ਸਿੰਘ ਆਉਣਗੇ ਕਿਸੇ ਦਾ ਵਾਲ ਵਿੰਗਾ ਨਹੀਂ ਹੋਣਾ ਚਾਹੀਦਾ, ਕਿਸੇ ਦੀ ਵਾਹ ਵੱਲ ਸਰਕਾਰ ਨਾ ਵੇਖੇ, ਕਿਸੇ ਸਿੱਖ ਦਾ ਕੋਈ ਨੁਕਸਾਨ ਨਾ ਹੋਵੇ। ਜਿਹੜੀਆਂ ਸੰਗਤਾਂ ਆਉਣਗੀਆਂ ਉਹ ਅਮਨ ਸ਼ਾਂਤੀ ਬਣਾ ਕੇ ਰੱਖਣਗੀਆਂ। ਮੈਂ ਲਿਖ ਕੇ ਦਿੰਦਾ ਕਿ ਕੋਈ ਸਿੱਖ ਹਕੂਮਤ ਵਿਰੋਧੀ ਕੰਮ ਨਹੀਂ ਕਰੇਗਾ, ਕੋਈ ਸਿੱਖ ਕਿਸੇ ਆਮ ਸਮਾਜ ਦਾ ਨੁਕਸਾਨ ਨਹੀਂ ਕਰੇਗਾ, ਕੋਈ ਲੁੱਟਮਾਰ ਨਹੀਂ ਹੋਏਗੀ, ਅਮਨ ਕਾਨੂੰਨ ਪੂਰਾ ਬਹਾਲ ਰਹੇਗਾ। ਭਾਈ ਸਾਹਿਬ ਜੀ ਨੇ ਇਹ ਵਾਅਦਾ ਦੇ ਦਿੱਤਾ ਕਿ ਸਾਰੇ ਸਿੱਖ ਅਮਨ ਕਾਨੂੰਨ ਵਿਵਸਥਾ ਦਾ ਕਦੇ ਵੀ ਉਲੰਘਣਾ ਨਹੀਂ ਕਰਨਗੇ। ਤੇ ਹਕੂਮਤ ਨੇ ਵੀ ਲਿਖ ਕੇ ਦੇ ਦਿੱਤਾ ਕਿ 10 ਦਿਨ ਦਾ ਮੇਲਾ ਲਾਉਣਾ ਤੇ 10,000 ਰੁਪਇਆ ਸਰਕਾਰੀ ਖਜ਼ਾਨੇ ਵਿੱਚ ਜਮ੍ਹਾਂ ਕਰਵਾਉਣਾ ਪਏਗਾ। ਬਾਬਾ ਜੀ ਕਹਿੰਦੇ ਬਹੁਤ ਚੜਾਵਾ ਆਏਗਾ, ਬੜੀ ਚੜ੍ਹਤ ਚੜੇਗੀ, ਤੁਹਾਨੂੰ 10 ਤੋਂ ਵੀ ਖਬਰੇ ਵੱਧ ਹੀ ਦੇ ਦਈਏ। 12,000 ਹੋ ਗਿਆ, 2,000 ਉਹਦਾ ਵੀ ਮੱਥਾ ਡੰਮਣਾ, ਕਾਜੀ ਅਬਦੁਲ ਰਜ਼ਾਕ ਦਾ ਉਹਦਾ ਵੀ ਮੂੰਹ ਕਾਲਾ ਕਰਨਾ ਨਾ, 2,000 ਉਹਨੂੰ ਦੇਣਾ, 10,000 ਹਕੂਮਤ ਨੂੰ ਦੇਣਾ। ਤੇ ਹੁਣ ਭਾਈ ਸਾਹਿਬ ਜੀ ਨੇ ਬੜਾ ਚਾਅ ਮਨਾਇਆ। ਭਾਈ ਮਨੀ ਸਿੰਘ ਸਾਹਿਬ ਜੀ ਦੇ ਕੋਲ ਉਸ ਮੌਕੇ ਸਿੱਖਾਂ ਦੀਆਂ ਜਿਹੜੀਆਂ ਸੰਪਰਦਾਵਾਂ ਸਨ, ਇੱਕ ਦਿਨ ਅੱਗੇ ਵੀ ਇਸ਼ਾਰਾ ਦਿੱਤਾ ਸੀ, ਅੱਜ ਸਿੱਖਾਂ ਵਿੱਚ 13 ਸੰਪਰਦਾਵਾਂ ਨੇ, 13 ਤਰ੍ਹਾਂ ਦੀਆਂ ਮਰਜ਼ਾਦਾ ਚੱਲਦੀਆਂ ਨੇ ਅੱਡ ਅੱਡ। 13 ਮਰਜ਼ਾਦਾ ਨੇ ਸਿੱਖਾਂ ਦੇ ਅੰਦਰ। ਅਰਦਾਸ ਹੈ ਕਿ 13 ਤੋਂ ਇੱਕ ਹੋ ਜਾਵੇ, ਪਰ ਜਿੰਨੀ ਦੇਰ 13 ਤੋਂ ਇੱਕ ਨਹੀਂ ਹੁੰਦੀ ਉਨੀ ਦੇਰ 13 ਦੀਆਂ 13 ਹੀ ਸਨਮਾਨਯੋਗ ਹੈ। 13 ਦੀਆਂ 13 ਮਰਜ਼ਾਦਾ ਵਿੱਚ ਜਿਹੜਾ ਵੀ ਕੋਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ, ਚਾਹੇ ਕੋਈ ਚਿੱਟੇ ਕੱਪੜੇ ਪਾਉਂਦਾ, ਕੋਈ ਨੀਲੇ ਪਾਉਂਦਾ, ਕੋਈ ਭਗਵੇਂ ਪਾਉਂਦਾ ਹੈ, ਕੋਈ ਕੁੜਤਾ ਪਜਾਮਾ ਪਾਉਂਦਾ, ਕੋਈ ਚੋਲਾ ਪਾਉਂਦਾ, ਕੋਈ ਪੈਂਟ ਕਮੀਜ਼ ਪਾਉਂਦਾ ਹੈ, ਜਿਵੇਂ ਵੀ ਕੋਈ ਮੰਨਦਾ ਗੁਰਬਾਣੀ ਨੂੰ ਤੇ ਮੰਨਦਾ ਹੀ ਆ ਨਾ। ਦੁੱਖ ਸੁੱਖ ਦੇ ਮੌਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਟੇਕ ਲੈਂਦੇ ਆ। ਕਿਸੇ ਇਹ ਥੋੜੀ ਆ ਵੀ ਕੁਰਾਨ ਸ਼ਰੀਫ ਦਾ ਪਾਠ ਕਰਾਉਂਦੇ ਆ ਜਾਂ ਗੀਤਾ ਦਾ ਪਾਠ ਕਰਾਉਂਦੇ ਆ ਜਾਂ ਗਰੁੜ ਪੁਰਾਣ ਦਾ ਪਾਠ ਕਰਾਉਂਦੇ, ਉਹ ਸਿੱਖ ਆ, ਭਾਵੇਂ ਜਿਹੜੇ ਮਰਜ਼ੀ ਰੂਪ ਅੰਦਰ ਮਰਜ਼ਾਦਾ ਨੂੰ ਮੰਨਦੇ ਆ। ਪਰ ਉਸ ਟਾਈਮ ਸਿੱਖਾਂ ਦੇ ਵਿੱਚ 4 ਸੰਪਰਦਾਵਾਂ ਹੁੰਦੀਆਂ ਸਨ। 4 ਸੰਪਰਦਾਵਾਂ ਹੁੰਦੀਆਂ ਸੀ। ਇੱਕ ਹੁੰਦੀ ਸੀ ਸੰਪਰਦਾ ਉਦਾਸੀਆਂ ਦੀ, ਇੱਕ ਹੁੰਦੀ ਸੀ ਨਿਰਮਲਿਆਂ ਦੀ, ਇੱਕ ਸੰਪਰਦਾ ਹੁੰਦੀ ਸੀ ਸੇਵਾ ਪੰਥੀਆਂ ਦੀ, ਤੇ ਇੱਕ ਸੰਪਰਦਾ ਹੁੰਦੀ ਸੀ ਨਿਹੰਗ ਸਿੰਘਾਂ ਦੀ। ਆ ਖੜਕਾ ਦੜਕਾ ਜਾਂ ਮੇਰਾ ਖਿਆਲ ਬਾਹਰ ਪਟਾਕੇ ਚੱਲਣ ਲੱਗ ਪਏ। ਚਲੋ ਇਹ ਵੀ ਹਿੱਸਾ ਆ ਸਾਡੇ ਇਸ ਪ੍ਰੋਗਰਾਮ ਦਾ, ਧਿਆਨ ਬਣਾਈ ਰੱਖਿਓ ਜੀ। ਇਸੇ ਤਰ੍ਹਾਂ
ਬਾਹਰਲੇ ਪਾਸੇ ਖੜਕਾ ਦੜਕਾ ਕਰ ਲਿਆ ਜੀ ਸੰਗਤ ਨੇ, ਬੜੀ ਚੰਗੀ ਗੱਲ ਹੈ। ਆਓ ਆਪਣਾ ਧਿਆਨ ਇੱਥੇ ਕੇਂਦਰਿਤ ਰੱਖਿਓ। ਗੁਰੂ ਮਹਾਰਾਜ ਦੇ ਨੈਣਾ ਦੇ ਨੂਰ ਭਾਈ ਮਨੀ ਸਿੰਘ ਸਾਹਿਬ ਜੀ ਨੇ ਸਿੱਖਾਂ ਨੂੰ ਸੁਨੇਹੇ ਘੱਲੇ। ਇਹ ਸਾਰੇ ਸੰਪਰਦਾਈ ਸਿੱਖਾਂ ਦੇ ਕੋਲ, ਨਿਹੰਗ ਸਿੰਘ ਨਹੀਂ ਉਹਦੇ ਵਿੱਚ ਆਉਂਦੇ ਸੁਨੇਹੇ ਦੇਣ ਵਾਲਿਆਂ ਵਿੱਚ, ਕਿਉਂਕਿ ਨਿਹੰਗ ਸਿੰਘ ਤਾਂ ਰੂਪੋਸ਼ ਹੋਏ ਸਨ, ਨਿਹੰਗ ਸਿੰਘ ਤਾਂ ਗੁਪਤਵਾਸ ਹੋਏ ਸਨ। ਇਹ ਸੁਨੇਹੇ ਦੇਣ ਵਾਲੇ ਨਿਰਮਲੇ ਸਾਧੂ, ਉਦਾਸੀ ਸਾਧੂ ਤੇ ਸੇਵਾ ਪੰਥੀ ਸਾਧੂ ਨੇ, ਜਿਹੜੇ ਭਾਈ ਮਨੀ ਸਿੰਘ ਦੇ ਨਾਲ ਮਿਲਦੇ ਵਰਤੇ ਆ। ਕੱਲੇ ਕੱਲੇ ਇਲਾਕੇ ਵਿੱਚ ਸਿੰਘਾਂ ਨੂੰ ਸੁਨੇਹੇ ਘੱਲ ਦਿੱਤੇ ਗਏ। ਭਾਈ ਹਕੂਮਤ ਕੋਲੋਂ ਅਹਿਦ ਲਿਖਵਾ ਲਿਆ, 10,000 ਠੇਕਾ ਦੇਣਾ, ਮਾਮਲਾ ਤਾਰ ਦਿਆਂਗੇ, ਤੁਸੀਂ ਚੜ੍ਹਦੀ ਕਲਾ ਦੇ ਨਾਲ ਬੰਦੀ ਛੋੜ ਦਿਵਸ ਮਨਾਉਣ ਵਾਸਤੇ ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਆਓ। ਤੇ ਸਰੋਵਰ ਦੀ ਸਫਾਈ ਕਰਵਾਈ ਗਈ, ਪੂਰ ਦਿੱਤਾ ਗਿਆ ਸੀ ਸਰੋਵਰ ਲਖਪਤ ਰਾਏ ਹੋਣਾ ਵੱਲੋਂ, ਉਹਨਾਂ ਦੇ ਟੱਬਰ ਵੱਲੋਂ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਕਰਨ ਵਾਸਤੇ ਸਾਰੀਆਂ ਤਿਆਰੀਆਂ ਹੋਈਆਂ। ਇਤਰ ਫਲੇਲ ਦੇ ਛਿੜਕਾਅ ਹੋਣੇ ਸ਼ੁਰੂ ਹੋ ਗਏ, ਲੰਗਰ ਪ੍ਰਸ਼ਾਦੇ ਬਣਨ ਵਾਸਤੇ ਸਾਰਾ ਕੁਝ ਸਮਾਨ ਖਰੀਦੋ ਫਰੀਦ ਸ਼ੁਰੂ ਹੋ ਗਈ। ਤੇ ਉਹ ਖਰੀਦੋ ਫਰੀਦ ਵੀ ਉਧਾਰ ਕਰਕੇ ਬਾਬਾ ਜੀ ਨੇ ਸਾਰਾ ਸਮਾਨ ਖਰੀਦਿਆ, ਕਿਉਂਕਿ ਪਤਾ ਸੀ ਮਾਇਆ ਆ ਜਾਣੀ ਆ। ਸਾਰਾ ਸਮਾਨ ਵੀ ਖਰੀਦਿਆ ਗਿਆ, ਪਰ ਹਕੂਮਤ ਦਾ ਬੇੜਾ ਬਹਿ ਗਿਆ। ਹਕੂਮਤ ਨੂੰ 10,000 ਰੁਪਈਆ ਨਹੀਂ ਸੀ ਚਾਹੀਦਾ, ਹਕੂਮਤ ਨੂੰ ਤਾਂ 10-20 ਹਜ਼ਾਰ ਸਿੱਖਾਂ ਦਾ ਲਹੂ ਚਾਹੀਦਾ ਸੀ। ਹਕੂਮਤ ਨੂੰ ਤਾਂ 10-20 ਹਜ਼ਾਰ ਸਿੱਖਾਂ ਦਾ ਇਕੱਠੇ ਤੌਰ ਤੇ ਕਤਲੇਆਮ ਚਾਹੀਦਾ ਸੀ, ਭਈ ਇਸ ਬਹਾਨੇ ਇਕੱਠੇ ਹੋਣ ਤੇ ਸਾਰੇ ਮਰਵਾ ਦਿੱਤੇ ਜਾਣਗੇ। ਜਿਉਂ-ਜਿਉਂ 10 ਦਿਨਾਂ ਦੇ ਅਹਿਦ ਵਾਲੀ ਤਰੀਕ ਲਾਗੇ ਆਉਂਦੀ ਗਈ, ਤਿਉਂ-ਤਿਉਂ ਅੰਮ੍ਰਿਤਸਰ ਸਾਹਿਬ ਜੀ ਦੀ ਘੇਰਾਬੰਦੀ ਹੋ ਗਈ, ਛਾਉਣੀਆਂ ਪੈ ਗਈਆਂ, ਮੋੜ-ਮੋੜ ਦੇ ਉੱਤੇ ਨਾਕੇ ਲੱਗ ਗਏ। ਤੇ ਸੇਵਾ ਪੰਥੀ ਸੰਤਾਂ ਨੇ ਆ ਕੇ ਭਾਈ ਸਾਹਿਬ ਜੀ ਨੂੰ ਦੱਸਿਆ ਕਿ ਬਾਬਾ ਜੀ ਇੱਥੇ ਤੇ ਪੁਲਿਸ ਬੜੀ ਲੱਗ ਗਈ ਆ, ਹਕੂਮਤ ਨੇ ਛਾਉਣੀਆਂ ਪਾ ਲਈਆਂ। ਭਾਈ ਸਾਹਿਬ ਜੀ ਨੇ ਕਾਜ਼ੀ ਅਬਦੁਲ ਰਜ਼ਾਕ ਨੂੰ ਪੁੱਛਿਆ ਕਿ ਕਾਜ਼ੀ ਅਬਦੁਲ ਰਜ਼ਾਕ, ਆਹ ਕਿਆ ਡਰਾਮਾ ਆ, ਤੁਸੀਂ ਮੇਰੇ ਨੂੰ ਲਿਖ ਕੇ ਦਿੱਤਾ, ਮੇਰੇ ਕੋਲ ਸ਼ਬਦ ਲਿਖਤੀ ਪਏ ਆ ਤੁਹਾਡੇ, ਤੇ ਆਹ ਇੰਨੀ ਆਰਮੀ ਕਿਉਂ ਲੱਗੀ ਆ? ਉਹ ਕਹਿੰਦਾ ਜੀ ਤੁਹਾਡੀ ਸਿਕਿਉਰਿਟੀ ਵਾਸਤੇ ਹੈ, ਇਹ ਤੁਹਾਡੀ ਰੱਖਿਆ ਵਾਸਤੇ, ਕੋਈ ਮਾੜੀ ਘਟਨਾ ਨਾ ਵਾਪਰ ਜਾਵੇ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ ਜਿਹੜਾ ਆਪਾਂ ਨੂੰ ਅੱਜ ਮਨ 'ਚ ਵਸਾ ਲੈਣਾ ਚਾਹੀਦਾ। ਉਹ ਕਹਿਣ ਲੱਗੇ ਖਾਲਸਾ ਤਾਂ ਦੁਨੀਆ ਦੀ ਸਿਕਿਉਰਿਟੀ ਕਰਦਾ, ਉਹ ਖਾਲਸੇ ਦੀ ਸਿਕਿਉਰਿਟੀ ਹਕੂਮਤ ਕਰੇ, ਇਹ ਕਿਵੇਂ ਹੋ ਸਕਦਾ? ਖਾਲਸਾ ਤਾਂ ਦੁਨੀਆ ਦਾ ਸਿਪਾਹੀ ਆ ਤੇ ਖਾਲਸੇ ਦੀ ਸਿਕਿਉਰਿਟੀ ਹਕੂਮਤ ਕਰੇ, ਇਹ ਨਹੀਂ ਹੋ ਸਕਦਾ। ਆਪਣੀਆਂ ਫੌਜਾਂ ਹਟਾ ਲਓ, ਪਰ ਉਹ ਫੌਜਾਂ ਹਟਾਉਣ ਲਈ ਤਿਆਰ ਨਹੀਂ, ਕਿਉਂਕਿ ਉਹਨਾਂ ਦੇ ਇਰਾਦੇ, ਉਹਨਾਂ ਦੇ ਮਨਸੂਬੇ ਬੁਰੇ ਆ, ਉਹਨਾਂ ਦੇ ਇਰਾਦੇ ਪਵਿੱਤਰ ਨਹੀਂ ਹੈ। ਭਾਈ ਸਾਹਿਬ ਜੀ ਨੇ ਤੱਕ ਲਿਆ ਕਿ ਹਕੂਮਤ ਬੇਈਮਾਨ ਹੋ ਗਈ ਆ। ਹੁਣ ਭਾਈ ਮਨੀ ਸਿੰਘ ਸਾਹਿਬ ਇੱਕ ਧਰਮ ਦੀ ਰਾਜਨੀਤੀ ਖੇਡਣ ਲੱਗੇ। ਕੈਸੀ ਰਾਜਨੀਤੀ ਖੇਡਣ ਲੱਗੇ ਆ? ਜਿਨ੍ਹਾਂ ਦੇ ਕੋਲ ਸੁਨੇਹੇ ਘੱਲੇ ਸੀ ਵੱਧ ਚੜ ਕੇ ਆਓ, ਹੁਣ ਉਹਨਾਂ ਸੰਤਾਂ ਦੇ ਕੋਲ ਸੁਨੇਹੇ ਘੱਲਣ ਲੱਗੇ, ਭਾਈ ਬਿਲਕੁਲ ਨਾ ਆਇਓ, ਬਿਲਕੁਲ ਨਾ ਆਇਓ, ਹਕੂਮਤ ਬੇਈਮਾਨ ਹੋ ਗਈ ਆ। ਭਾਈ ਮਨੀ ਸਿੰਘ ਸਾਹਿਬ ਨੇ ਕੈਸੀ ਰਾਜਨੀਤੀ ਖੇਡੀ ਆ, ਉਹ ਕਹਾਣੀ ਸਾਕੇ ਦੀ ਤਰਜ਼ ਉੱਤੇ ਗਾ ਕੇ ਢਾਡੀ ਜਥਾ ਹੈ ਕਿਉਂ ਪੇਸ਼ ਕਰਦਾ ਹਾਂ। ਹਾਕਮ ਬਚਨ ਤੋਂ ਲੱਖ ਕਸਮਾਂ ਖਾ ਕੇ, ਹੋ ਫਿਰ ਕੇ ਹਾਕਮ ਬਚਨ ਤੋਂ ਲੱਖ ਕਸਮਾਂ ਖਾ ਕੇ, ਹੋ ਫਿਰ ਕੇ ਹਾਕਮ ਬਚਨ ਤੋਂ ਲੱਖ ਕਸਮਾਂ ਖਾ ਕੇ, ਫਿਰ ਕੇ ਹਾਕਮ ਬਚਨ ਤੋਂ ਲੱਖ ਕਸਮਾਂ ਖਾ ਕੇ, ਫਿਰ ਕੇ ਹਾਕਮ ਬਚਨ ਤੋਂ
ਕਰਨ ਤਿਆਰਿਓ ਏ ਮਤਾ ਪਕਾ ਕੇ ਹੋ ਫੌਜਾਂ ਕਰਨ ਤਿਆਰਿਓ ਏ ਮਤਾ ਪਕਾ ਕੇ ਹੋ ਫੌਜਾਂ ਕਰਨ ਤਿਆਰਿਓ ਏ ਮਤਾ ਪਕਾ ਕੇ ਫੌਜਾਂ ਕਰਨ ਤਿਆਰਿਓ ਏ ਮਤਾ ਪਕਾ ਕੇ ਇਕੱਠੇ ਹੋਣਗੇ ਅੰਮ੍ਰਿਤਸਰ ਆ ਕੇ ਸਿੰਘ ਸਭ ਇਕੱਠੇ ਹੋਣਗੇ ਅੰਮ੍ਰਿਤਸਰ ਆ ਕੇ ਉਹ ਸਿੰਘ ਸਭ ਇਕੱਠੇ ਹੋਣਗੇ पकड़ लो धोखे नल जाके हो तेरा पाके पकड़ लो धोखे नल जाके हो तेरा पाके पकड़ लो धोखे नल जाके हो तेरा पाके पकड़ लो धोखे नल जाके तेरा पाके पकड़ लो धोखे नल जाके खुशियां लो बादशाह दिया काबर पकड़ा के हो खुशियां लो बादशाह दिया काबर पकड़ा के हो खुशियां लो बादशाह दिया काबर पकड़ा के काबर पकड़ा के काबर पकड़ा के ਸਾਧ ਸੰਗਤ ਹਕੂਮਤ ਦੀ ਬਦਲੀ ਹੋਈ ਨੀਤ ਆਪ ਜੀ ਨੇ ਸਾਕੇ ਦੀ ਤਰਜ਼ ਉੱਤੇ ਢਾਡੀ ਜਥੇ ਦੇ ਕੋਲੋਂ ਸੁਣੀ ਹੈ। ਹਕੂਮਤ ਜਿਹੜੀ ਆਪ ਆਖਦੀ ਸੀ ਮੇਲਾ ਲਾ ਲਓ, ਬੰਦੀ ਛੋੜ ਦਿਵਸ ਮਨਾ ਲਓ, ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖ ਕੇ ਦੇਣ ਵਾਲੇ ਐਸੇ ਕਾਫਰ ਬਿਰਤੀ ਦੇ ਨਿਕਲੇ, ਉਹ ਆਪ ਸ਼ੈਤਾਨੀ ਕਰਕੇ ਗੰਦੀ ਰਾਜਨੀਤੀ ਖੇਡ ਗਏ। ਕਹਿੰਦੇ ਸਿੱਖਾਂ ਦੇ ਲਹੂ ਦੇ ਵਿੱਚ ਹੱਥ ਰੰਗਣੇ ਆ, 10,000 ਰੁਪਈਆ ਨਹੀਂ ਚਾਹੀਦਾ ਤੇ ਸਾਨੂੰ ਤਾਂ ਸਗੋਂ 10-15 ਹਜ਼ਾਰ ਸਿੱਖਾਂ ਦਾ ਲਹੂ ਚਾਹੀਦਾ, ਸਿੱਖਾਂ ਦਾ ਕਤਲੇਆਮ ਹੋਣਾ ਚਾਹੀਦਾ। ਸਿੱਖਾਂ ਦਾ ਕਸੂਰ ਕੀ ਆ? ਇੱਥੇ ਮੈਂ ਇੱਕ ਸ਼ਬਦ ਆਪ ਜੀ ਦੀ ਸੇਵਾ ਦੇ ਵਿੱਚ ਕਹਿਣਾ ਚਾਹੁੰਦਾ। ਜਦੋਂ ਵੀ ਕਿਤੇ ਮੁਗਲਿਆ ਹਕੂਮਤ ਨੇ ਸਿੱਖਾਂ ਦੇ ਉੱਤੇ ਜ਼ੁਲਮ ਢਾਇਆ, ਉਹ ਕਹਿੰਦੇ ਆ ਵੀ ਕਾਫਰਾਂ ਨੂੰ ਮਾਰਨਾ ਭਲਾ ਆ। ਇਹ ਕੁਰਾਨ ਸ਼ਰੀਫ ਦੇ ਵਿੱਚ ਲਿਖੀ ਆ ਲਾਈਨ, ਕੁਰਾਨ ਪਾਕ ਦੇ ਵਿੱਚ ਲਿਖਿਆ ਕਿ ਕਾਫਰਾਂ ਨੂੰ ਮਾਰਨਾ ਸਵਾਬ ਹੈ, ਕਾਫਰਾਂ ਨੂੰ ਮਾਰਨਾ ਭਲਾ ਆ। ਪਰ ਕਾਫਰ ਕਹਿੰਦੇ ਕਿਹਨੂੰ ਹੈ? 3 ਅੱਖਰ ਹਨ। ਇੱਕ ਅੱਖਰ ਹੈ ਮਨਮੁਖ, ਦੂਜਾ ਅੱਖਰ ਹੈ ਪਾਪੀ ਤੇ ਤੀਸਰਾ ਸ਼ਬਦ ਹੈ ਕਾਫਰ। ਤੁਸੀਂ ਹੈਰਾਨ ਹੋਵੋਗੇ, ਤਿੰਨੋਂ ਅੱਖਰ ਇੱਕੋ ਹੀ ਬੰਦੇ ਵਾਸਤੇ ਹੈ, ਇੱਕੋ ਹੀ ਬੰਦੇ ਵਾਸਤੇ ਹੈ। ਵੱਖਰੇ ਵੱਖਰੇ ਧਰਮਾਂ ਦੀ ਬੋਲੀ ਵੱਖਰੀ ਹੈਗੀ ਹੈ। ਹਿੰਦੂ ਉਸੇ ਬੰਦੇ ਨੂੰ ਪਾਪੀ ਕਹਿੰਦੇ ਆ, ਆਪਾਂ ਉਸੇ ਬੰਦੇ ਨੂੰ ਮਨਮੁਖ ਕਹਿੰਦੇ ਆ, ਤੇ ਮੁਸਲਮਾਨ ਉਸੇ ਨੂੰ ਕਾਫਰ ਕਹਿੰਦੇ ਆ। ਕਾਫਰ ਦਾ ਮਤਲਬ ਹੁੰਦਾ ਜਿਹੜਾ ਰੱਬ ਨੂੰ ਨਹੀਂ ਮੰਨਦਾ, ਜਿਹੜਾ ਪ੍ਰਮਾਤਮਾ ਤੋਂ ਇਨਕਾਰੀ ਆ, ਜਿਹੜਾ ਰੱਬ ਨੂੰ ਨਹੀਂ ਮੰਨਦਾ। ਆਪਾਂ ਨੂੰ ਮਨਮੁਖ ਕਹਿੰਦੇ ਕਿ ਕੱਲਾ ਆਪਣੇ ਮਨ ਦੀ ਮੰਨਦਾ, ਗੁਰੂ ਦੀ ਨਹੀਂ ਮੰਨਦਾ, ਰੱਬ ਦੀ ਗੱਲ ਨਹੀਂ ਮੰਨਦਾ। ਤੇ ਹਿੰਦੂ ਧਰਮ ਵਾਲੇ ਉਹਨੂੰ ਪਾਪੀ ਕਹਿੰਦੇ ਆ, ਮੁਸਲਮਾਨ ਉਹਨੂੰ ਕਾਫਰ ਕਹਿੰਦੇ ਆ। ਹੁਣ ਸਿੱਖ ਤੇ ਰੱਬ ਨੂੰ ਮੰਨਦੇ ਆ,
ਸਿੱਖ ਤੇ ਖੁਦਾ ਪ੍ਰਸਤ ਹਨ। ਸਿੱਖ ਤੇ ਡੰਕੇ ਦੀ ਚੋਟ ਨਾ ਕਹਿੰਦੇ ਆ, ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਾ ਕੌਣ ਭਲੇ ਕੋ ਮੰਦੇ। ਸਾਡੀ ਤੇ ਸਾਰੀ ਬਾਣੀ ਇੱਕ ਦੇ ਨਾਲ ਜੋੜਨ ਵਾਲੀਆਂ ਗੱਲਾਂ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹ ਕੇ ਵੇਖੋ, ਬਾਣੀ ਦੇ ਵਿੱਚ ਕਮਾਲ ਦੇ ਸ਼ਬਦ ਹੈ। ਉੱਠ ਫਰੀਦਾ ਉਜੂ ਸਾਜ ਸੁਬਹ ਨਿਵਾਜ ਗੁਜ਼ਾਰ। ਤੁਸੀਂ ਸਿਆਣੇ ਬੈਠੇ ਹੋ, ਸਾਰੀਆਂ ਸਨਮਾਨਯੋਗ ਭੈਣਾਂ ਪੜ੍ਹੀਆਂ ਲਿਖੀਆਂ ਬੈਠੀਆਂ। ਕੋਈ ਬੰਦਾ ਮਸਜਿਦ ਵਿੱਚ ਜਾ ਕੇ ਗੀਤਾ ਨਹੀਂ ਪੜ੍ਹ ਸਕਦਾ। ਜੇ ਪੜ੍ਹੇਗਾ ਤੇ ਮੌਲਵੀ ਉਹਨੂੰ ਮਾਰ ਦੇਗਾ ਫੜ ਕੇ, ਵੀ ਤੂੰ ਇੱਥੇ ਗੀਤਾ ਦੇ ਸ਼ਲੋਕ ਕਿਉਂ ਪੜ੍ਹਦਾ। ਮੰਦਰ ਵਿੱਚ ਬਹਿ ਕੇ ਕੋਈ ਕੁਰਾਨ ਦਾ ਪਾਠ ਨਹੀਂ ਕਰ ਸਕਦਾ। ਮੰਦਰ ਦਾ ਪੁਜਾਰੀ ਮਾਰ ਦੇਗਾ ਬੰਦੇ ਨੂੰ, ਵੀ ਤੂੰ ਕੁਰਾਨ ਦੀਆਂ ਆਇਤਾਂ ਕਿਉਂ ਪੜ੍ਹਦਾ ਹੈ। ਪਰ ਇੱਕ ਸਾਡਾ ਧਰਮ ਸਥਾਨ ਹੈ ਗੁਰਦੁਆਰਾ ਸਾਹਿਬ, ਜਿੱਥੇ ਕਿਹਾ ਜਾਂਦਾ ਹੈ ਫਰੀਦਾ ਬੇਨਵਾਜਾ ਕੁੱਤਿਆ, ਇਹ ਨਾ ਭਲੀ ਰੀਤ ਕਬਹੀ ਚੱਲਣਾ ਆਇਓ ਪੰਜੇ ਵਕਤ ਮਸੀਤ। ਅਸੀਂ ਮਸੀਤਾਂ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਨਮਾਜ਼ ਪੜ੍ਹਨ ਨੂੰ ਮਾੜਾ ਨਹੀਂ ਕਹਿੰਦੇ, ਅਸੀਂ ਦੁਨੀਆ ਦੇ ਕਿਸੇ ਧਾਰਮਿਕ ਪਾਬੰਦੀ ਦੇ ਬਰਖਲਾਫ ਹੈ। ਜੰਜੂ ਕਿਸੇ ਦਾ ਖਤਰੇ ਵਿੱਚ ਆ, ਤਿਲਕ ਕਿਸੇ ਦਾ ਖਤਰੇ ਵਿੱਚ ਆ। ਸਾਡਾ ਬਾਪੂ ਸਿਰ ਬਣਾਉਣ ਵਾਸਤੇ ਤੁਰਿਆ ਹੋਇਆ। ਤਿਲਕ ਜੰਜੂ ਖਾਤਰ ਜੇਕਰ ਗੁਰੂ ਨੌਮਾ ਚਾਂਦਨੀ ਚੌਂਕ ਨਾ ਜਾ ਕੇ ਕੁਰਬਾਨ ਹੁੰਦਾ, ਬਲੀ ਚੜ ਕੇ ਚਾਰੇ ਪੁੱਤਰਾਂ ਦੀ ਖੁਸ਼ ਜੇ ਨਾ ਸੋਢੀ ਸੁਲਤਾਨ ਹੁੰਦਾ। ਲੋਕੋ ਅੱਜ ਨੂੰ ਦਿੱਲੀ ਦੇ ਤਖਤ ਉੱਤੇ ਰਾਜ ਕਰਦਾ ਜ਼ਕਰੀਆ ਖਾਨ ਹੁੰਦਾ। ਲਾਲ ਕਿਲੇ ਤੇ ਝੂਲਦਾ ਚੰਦ ਤਾਰਾ ਤੇ ਸਾਰਾ ਭਾਰਤ ਪਾਕਿਸਤਾਨ ਹੁੰਦਾ। ਤੁਸੀਂ ਅਮਰੀਕਾ ਆ ਕੇ ਬੈਠੇ ਹੋ, ਵਿਦੇਸ਼ਾਂ ਦੇ ਵਿੱਚ ਆ ਕੇ ਬੈਠੇ ਹੋ, ਮੁਬਾਰਕ ਹੈ ਤੁਹਾਨੂੰ ਇੱਥੇ ਰਹਿਣਾ। ਪਰ ਸੱਚੀ ਗੱਲ ਦਿਲ ਦੀ ਕਮਾ ਵੀਰੋ ਤੇ ਭੈਣੋ, ਭਾਵੇਂ ਗੁੱਸਾ ਕਰ ਲਿਓ ਮੇਰੀ ਗੱਲ ਦਾ, ਆਪਾਂ ਨੱਕ ਰਗੜ ਕੇ ਵੀ ਦਿੱਲੀ ਨਹੀਂ ਸੀ ਪਾਰ ਕਰ ਸਕਦੇ ਜੇ ਦਿੱਲੀ ਦੀਆਂ ਦਲੀਜਾਂ ਤੇ ਨੌਵੇਂ ਬਾਪੂ ਦਾ ਲਹੂ ਨਾ ਡੁੱਲਿਆ ਹੁੰਦਾ। ਨੌਵੇਂ ਬਾਪੂ ਦੇ ਖੂਨ ਦੇ ਡੁੱਲੇ ਦੀ ਬਦੌਲਤ ਆਪਾਂ ਵਿਦੇਸ਼ਾਂ ਦੇ ਵਿੱਚ ਮੌਜਾਂ ਮਾਣਦੇ ਹਾਂ। ਪੰਜਾਬ ਨਾਲੋਂ ਆਪਣੀਆਂ ਜੜ੍ਹਾਂ ਨਾ ਵੱਢਿਓ, ਪੰਜਾਬ ਨਾਲ ਆਪਣੀਆਂ ਜੜ੍ਹਾਂ ਕੱਟਿਓ ਨਾ। ਪੰਜਾਬ ਵਸਦਾ ਰਿਹਾ, ਪੰਜਾਬ ਨੇ ਵਸਦਾ ਰਹਿਣਾ। ਪੰਜਾਬ ਨੂੰ ਉਜਾੜਨ ਵਾਲੇ ਉਜੜ ਗਏ, ਪੰਜਾਬ ਅੱਜ ਵੀ ਜਿੰਦਾਬਾਦ ਹੈ। ਪੰਜਾਬ ਅੱਜ ਵੀ ਬਹੁਤੀਆਂ ਸਟੇਟਾਂ ਨਾਲੋਂ ਅੱਗੇ ਹੈ। ਤੇ ਇੱਕ ਗੱਲ ਮੈਂ ਮੱਲੀ ਸਾਹਿਬ ਤੁਹਾਡੇ ਕੋਲੋਂ ਮਾਫੀ ਮੰਗ ਲਵਾਂ, ਅਨਾਉਂਸਮੈਂਟ ਤੁਹਾਡੀ ਹੈ, ਪਰ ਮੈਨੂੰ ਉਹ ਕਹਿ ਗਏ ਵੀ ਕੜਿਆਣਾ ਸਾਹਿਬ ਤੁਹਾਡੇ ਕੋਲੋਂ ਕਰਵਾਉਣੀ। ਮੈਂ ਉਹਨਾਂ ਦੀ ਅਨਾਉਂਸਮੈਂਟ ਕਰਨ ਲੱਗਾ ਵੀ ਗੁਰਸਿੱਖ ਸਾਧ ਸੰਗਤ ਜੀ, ਕੱਲ ਨੂੰ ਖੂਨਦਾਨ ਕੈਂਪ ਲੱਗਣਾ ਆਪਣੇ ਗੁਰਦੁਆਰਾ ਸਾਹਿਬ ਦੇ ਵਿੱਚ। ਉਹ ਜਿਹੜਾ ਖੂਨਦਾਨ ਕੈਂਪ ਆ, ਉਹ 1984 ਦੇ ਸ਼ਹੀਦਾਂ ਨੂੰ ਸਮਰਪਿਤ ਹੈ। ਸ਼ਹੀਦਾਂ ਦੀ ਯਾਦ ਅੰਦਰ ਲੱਗ ਰਿਹਾ ਹੈ। ਸੋ ਜਿਹੜਾ ਵੀ ਮੇਰਾ ਵੀਰ ਕੋਈ ਭੈਣ ਤੰਦਰੁਸਤ ਹੈ ਨਾ, ਜਿਹਨੂੰ ਕੋਈ ਵੱਡੀ ਬਿਮਾਰੀ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ, ਉਹ 18 ਸਾਲ ਤੋਂ ਲੈ ਕੇ 60 ਸਾਲ ਦੀ ਉਮਰ ਤੱਕ ਆਪਣਾ ਖੂਨ ਦਾਨ ਕਰੋ। ਕਿਸੇ ਲੋੜਵੰਦ ਦਾ ਘਰ ਵਸਦਾ ਰਹਿ ਜਾਵੇ। ਲਹੂ ਦਾ ਦਾਨ ਜਿਹੜਾ ਹੈ, ਰਕਤ ਦਾਨ, ਇਹ ਵੱਡਾ ਦਾਨ ਹੈ। ਮੈਂ ਵੀ ਅੱਜ ਤੱਕ ਆਪਣੇ ਗੁਰੂ ਦੀ ਕਿਰਪਾ ਨਾਲ 30 ਵਾਰੀ ਖੂਨ ਕਢਾਇਆ, ਤੇ ਮੈਂ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਭਾਈ ਖੂਨ ਦਾਨ ਕਰਿਆ ਕਰੋ। ਕੱਲ ਨੂੰ ਪੂਰੇ ਸਿੱਖ ਪੰਥ ਵੱਲੋਂ ਜੂਬਾ ਸਿਟੀ ਦੀ ਧਰਤੀ ਦੇ ਉੱਤੇ ਵੱਡਾ ਖੂਨਦਾਨ ਕੈਂਪ ਲੱਗ ਰਿਹਾ। ਜ਼ਿਆਦਾ ਤੋਂ ਜ਼ਿਆਦਾ ਯੂਨਿਟ ਹੋਣੇ ਚਾਹੀਦੇ ਆ। ਮੈਂ ਮੱਲੀ ਸਾਹਿਬ ਕੋਲੋਂ ਰੋਜ਼ ਹੀ ਸੁਣਦਾ ਅਨਾਉਂਸਮੈਂਟ ਵੀ ਲੱਖ ਦੇ ਲਾਗੇ ਸੰਗਤ ਆਉਣੀ ਆ, ਤੇ ਫਿਰ ਯੂਨਿਟ ਵੀ ਜ਼ਿਆਦਾ ਹੋਣੇ ਚਾਹੀਦੇ ਆ ਲਹੂ ਦੇ। ਸੋ ਆਪ ਸੰਗਤ ਨੂੰ ਬੇਨਤੀ ਆ ਵੀ ਖੂਨਦਾਨ ਕੈਂਪ ਵਿੱਚ ਆਪਣਾ ਬੜਬੁੱਲਾ ਯੋਗਦਾਨ ਜ਼ਰੂਰ ਪਾਇਓ। ਆਪਣੀ ਮਰਜ਼ੀ ਨਾਲ ਖੂਨ ਦੇਣਾ, ਤੇ ਦੂਜੇ ਪਾਸੇ ਹਕੂਮਤ ਖੂਨ ਦੀ ਪਿਆਸੀ ਬਣ ਕੇ ਕਹਿੰਦੀ ਖੂਨ ਲੈਣਾ। ਇਹਨਾਂ ਦਾ ਖੂਨ ਪਾਣੀ ਵਾਂਗੂ ਬਹਾਉਣਾ। ਨਮਸਕਾਰ ਭਾਈ ਸਾਹਿਬ, ਭਾਈ ਮਨੀ ਸਿੰਘ ਸਾਹਿਬ ਜੀ ਨੂੰ। ਉਹਨਾਂ ਨੇ ਸਿੱਖਾਂ ਨੂੰ ਚਿੱਠੀਆਂ ਲਿਖੀਆਂ, ਭਾਈ ਹਕੂਮਤ ਲਹੂ ਦੀ ਪਿਆਸੀ ਹੋ ਗਈ ਆ, ਇੱਥੇ ਬਿਲਕੁਲ ਨਾ ਆਇਓ। ਅੰਮ੍ਰਿਤਸਰ ਸਾਹਿਬ ਜੀ ਦੀ ਧਰਤੀ ਦੇ ਉੱਤੇ ਹੁਣ ਜੋ ਮੇਰੇ ਤੇ ਬੀਤੀਗੀ, ਮੈਂ ਉਹਨੂੰ ਖਿੜੇ ਮੱਥੇ ਪ੍ਰਵਾਨ ਕਰ ਲਵਾਂਗਾ। ਕਿਆ ਬੀਤੇਗੀ ਭਾਈ ਸਾਹਿਬ ਦੇ ਉੱਤੇ? ਬੰਦ ਕੱਟਿਆ ਜਾਣਾ ਇਸੇ ਗੁਨਾਹ ਵਿੱਚ। ਇਸੇ ਗੁਨਾਹ ਵਿੱਚ ਕੇ ਚਿੱਠੀਆਂ ਲਿਖ ਕੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਮਨਾ ਤਾਂ ਕਿਉਂ ਕੀਤਾ ਹੈ? ਵਿਸਾਖੀ ਦੇ ਮੇਲੇ ਦੇ ਦਿਨ, ਦੀਵਾਲੀ ਦੇ ਮੇਲੇ ਦੇ 10 ਦਿਨ ਆਏ, ਕੋਈ ਸਿੱਖ ਨਾ ਆਇਆ, ਤੇ ਦਿਨ ਚੜ੍ਹਦਾ ਤੇ ਦਿਨ ਢਲ ਜਾਂਦਾ, ਤੇ ਮੇਲਾ ਨਾ ਲੱਗਿਆ। ਸੌਖੇ ਸ਼ਬਦਾਂ 'ਚ ਕਹਿ ਦਿਆਂ ਕਿ ਸਰਕਾਰ ਦੀ ਧਰੀ ਧਰਾਈ ਰਹਿ ਗਈ। ਜਿਹੜੀ ਸਰਕਾਰ ਪੱਬਾਂ ਭਰ ਹੋਈ ਪਈ ਸੀ ਕਿ ਸਿੱਖਾਂ ਦਾ ਅਸੀਂ ਲਹੂ ਬਹਾਉਣਾ, ਉਹਨਾਂ ਦੇ ਪੱਲੇ ਕੱਖ ਨਾ ਪਿਆ। ਜੇ ਉਹਨਾਂ ਦੇ ਕੁਝ ਪੱਲੇ ਪਿਆ ਤਾਂ ਕੇਵਲ ਲਾਹਣਤਾਂ ਪਈਆਂ, ਕੇਵਲ ਲੋਕਾਂ ਦੇ ਵੱਲੋਂ ਲਾਹਣਤਾਂ ਪੈ ਰਹੀਆਂ ਕਿ ਡੁੱਬ ਕੇ ਮਰ ਜਾ ਸਰਕਾਰ। ਜਿਹੜੇ ਸਿੱਖਾਂ ਦੇ ਲਹੂ ਦੀ ਪਿਆਸੀ ਸੀ। ਆ ਕਵਿਤਾ ਬੰਦੀ ਛੋੜ ਦਿਵਸ ਨਾਲ ਸੰਬੰਧਿਤ ਹੈ। ਗੁਰੂ ਕੇ ਇੱਕ ਕਰਨੀ ਵਾਲੇ ਸਿੱਖ ਦੀ ਰਾਜਨੀਤੀ ਤਾਂ ਖੈਰ ਆਪਾਂ ਵੀ ਬਹੁਤ ਖੇਡਦੇ ਹਾਂ,
ਪਰ ਆਪਣੀ ਰਾਜਨੀਤੀ ਜਿਹੜੀ ਉਹ ਗੰਦੀ ਰਾਜਨੀਤੀ ਅਖਵਾ ਜਾਂਦੀ ਹੈ। ਰਾਜਨੀਤੀ ਕੀ ਹੈ? ਸਰਦਾਰ ਕਪੂਰ ਸਿੰਘ ਜੀ ਦੀ ਗੱਲ ਆਪ ਜੀ ਦੀ ਸੇਵਾ 'ਚ ਕਹਿੰਦਾ, ਉਹ ਕਹਿੰਦੇ ਆ ਅਗਲੇ ਦੀ ਚਾਲ ਨੂੰ ਸਮਝਣਾ ਤੇ ਆਪ ਧਰਮ ਤੋਂ ਗਿਰੀ ਹੋਈ ਚਾਲ ਨਾ ਚੱਲਣਾ, ਇਹ ਹੁੰਦੀ ਹੈ ਰਾਜਨੀਤੀ। ਭਾਈ ਮਨੀ ਸਿੰਘ ਸਾਹਿਬ ਨੇ ਦੁਸ਼ਮਣ ਦੀ ਚਾਲ ਨੂੰ ਸਮਝਿਆ, ਆਪ ਧਰਮ ਤੋਂ ਗਿਰੀ ਚਾਲ ਨਾ ਚੱਲੇ ਤੇ ਉਹਨਾਂ ਦੀ ਰਾਜਨੀਤੀ ਕਿਵੇਂ ਕਾਮਯਾਬ ਹੋ ਗਈ, ਸਰਕਾਰ ਕਿਵੇਂ ਹਾਰ ਗਈ, ਉਹ ਨਕਸ਼ਾ ਤੁਹਾਡੀ ਸੇਵਾ ਵਿੱਚ ਡਿਓਡੇ ਸ਼ਾਂਦੀ ਤਰਜ ਉੱਤੇ ਗਾ ਕੇ ਕੜਿਆਣੇ ਵਾਲਾ ਢਾਡੀ ਜੱਥਾ ਹੈ ਇਉਂ ਬਿਆਨ ਕਰਦਾ। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई। घड़िया स्कीमां किसे रास आईया ना, सारे हुंदी चर्चा। भरिया बंदूका किसे ने चलाइया ना, एवें होया खर्चा। भरिया बंदूका किसे ने चलाइया ना, एवें होया खर्चा। सारी ही हुकूमत सी हो जित गई, नीवी पास हार गई। सारी ही हुकूमत सी हो जित गई, नीवी पास हार गई। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई। सारे फौज खाली मुड़ा पाके नहीं हुआ, तन सिंह आए ना। कर दिया मकान ओना दिया तीविया, सिर कोई उठाए ना। कर दिया मकान ओना दिया तीविया, सिर कोई उठाए ना। आपे सरकार झूठी लीक खेत गई, खोटी नीति तार गई। आपे सरकार झूठी लीक खेत गई, खोटी नीति हार गई। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई। मुगलों दे घर विच सोग पै गया। मुगलों दे घर विच सोग पै गया, सिंह सारे बच गए। मरी सरकार हार कोई कह रहा, सिंह सिक्खी रख गए। मरी सरकार हार कोई कह रहा, सिंह सिक्खी रख गए। पापियां दी झूठ वाली आस मिट गई, अणख विसार गई। पापियां दी झूठ वाली आस मिट गई, अणख विसार गई। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई। राजनीति मनी सिंह वाली जित गई, सरकार हार गई।
ਬੰਦੀ ਛੋੜ ਦਿਵਸ ਵਾਲੇ ਦਿਨ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਅਸੀਂ ਅਰਦਾਸ ਕਰਦੇ ਹਾਂ। ਗੁਰੂ ਮਹਾਰਾਜ ਦੇ ਭਾਵਨਾ ਵਾਲੇ ਗੁਰਸਿੱਖਾਂ ਦਾ ਖੂਨ ਬਹਾਉਣ ਵਾਸਤੇ ਸਰਕਾਰ ਦਾ ਬਣਿਆ ਪਲਾਨ ਫੇਲ ਹੋ ਗਿਆ। ਭਾਈ ਮਨੀ ਸਿੰਘ ਜੀ ਦੀ ਰਾਜਨੀਤੀ ਜਿੱਤ ਗਈ। ਅੱਜ ਦੇ ਦੀਵਾਨ ਵਿੱਚ ਇੰਨੀ ਸੇਵਾ ਪ੍ਰਵਾਨ ਕਰਿਓ ਜੀ। ਹੋਈਆਂ ਗਲਤੀਆਂ ਦੇ ਉੱਤੇ ਰਹਿਮਤ ਦਾ ਪਰਦਾ ਪਾ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਢਾਡੀ ਸਰੂਪ ਸਿੰਘ ਜੀ ਕਟਿਆਣਾ ਦੇ ਉਹਨਾਂ ਜਥੇ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਭਾਈ ਮਨੀ ਸਿੰਘ ਦੀ ਸ਼ਹਾਦਤ ਦਾ ਜੋ ਪ੍ਰਸੰਗ ਆਪ ਸੰਗਤਾਂ ਨਾਲ ਸਾਂਝਾ ਕੀਤਾ। ਸੋ ਆਓ ਦਾਸ ਬੇਨਤੀ ਕਰਦਾ ਇੱਕ ਵਿਸ਼ੇ ਜਸਵਿੰਦਰ ਸਿੰਘ ਜੀ ਉੱਪਰ ਤਰਲੋਚਨ ਸਿੰਘ ਜੀ ਤੀਰ 20 ਮਿੰਟ ਦੇ ਲਈ ਆਪ ਸੰਗਤਾਂ ਨੂੰ ਕਵਿਸ਼ੀ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਛੇਵੇਂ ਪਾਤਸ਼ਾਹ ਜੀ ਚੋਜਨੇ ਨਰਾਲੇ ਤੇਰੇ। ਧੰਨ ਛੇਵੇਂ ਪਾਤਸ਼ਾਹ ਜੀ ਚੋਜਨੇ ਨਰਾਲੇ ਤੇਰੇ। ਮੀਰੀ ਅਤੇ ਪੀਰੀ ਤੇ ਗਾਤਰੇ ਸਜਾਈਆਂ ਨੇ। ਧਰਮ ਅਤੇ ਰਾਜਨੀਤੀ ਦੋਹਾਂ ਦਾ ਸੁਮੇਲ ਕਰਕੇ ਜੀਵਨ ਅਣਖ ਨਾਲ ਜਾਚਾਂ ਸਿਖਲਾਈਆਂ ਨੇ। ਨੱਥੇ ਅਬਦੁੱਲੇ ਜਹੇ ਢਾਡੀਆਂ ਨੂੰ ਮਾਣ ਦਿੱਤਾ। ਨੱਥੇ ਅਬਦੁੱਲੇ ਜਹੇ ਢਾਡੀਆਂ ਨੂੰ ਮਾਣ ਦਿੱਤਾ। ਵੀਰ ਰਸੀ ਵਾਰਾਂ ਜਾ ਅਕਾਲ ਤਖਤਾਂ ਗਾਈਆਂ ਨੇ। ਪੁੱਤਰਾਂ ਦੀ ਦਾਤ ਦੇ ਕੇ ਪੁੱਤਰਾਂ ਦੀ ਦਾਤ ਦੇ ਕੇ ਤਾਰਿਆ ਸੁਲੱਖਣੀ ਨੂੰ। ਬੰਦੀ ਛੋੜ ਦਾਤੇ ਵਿੱਚ ਸਭੇ ਵਡਿਆਈਆਂ ਨੇ। ਬੰਦੀ ਛੋੜ ਦਾਤੇ ਵਿੱਚ ਸਭੇ ਵਡਿਆਈਆਂ ਨੇ। ਛੇਵੇਂ ਸਤਿਗੁਰੂ ਹਰਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ। ਛੇਵੇਂ ਸਤਿਗੁਰੂ ਹਰਗੋਬਿੰਦ ਨੇ ਪੈਨੀਆਂ ਦੋ ਤਲਵਾਰਾਂ। ਚੰਦੂ ਤਾਈ ਨਕੇਲਾ ਪਾ ਕੇ ਫੇਰਿਆ ਵਿੱਚ ਬਾਜ਼ਾਰਾਂ। ਹੋ ਸੱਜੇ ਪਾਸੇ ਰਹੇ ਜਿਨ੍ਹਾਂ ਦੇ ਵਿਧੀ ਚੰਦ ਬਲਕਾਰੀ। ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ
ਧਰਮ ਤੋਂ ਬਾਰੀ ਉਹਨਾਂ ਨੂੰ ਪ੍ਰਣਾਮ ਜਿਨ੍ਹਾਂ ਨੇ ਜਾਨ ਧਰਮ ਤੋਂ ਵਾਰੀ। ਕਰਾਂ ਧੰਨਵਾਦ ਮੀਰੀ ਪੀਰੀ ਵਾਲਿਆ, ਸਿੱਖੀ ਦੇ ਰੰਗਾਂ 'ਚ ਸਿੱਖੀ ਤਾਈਂ ਢਾਲਿਆ। ਤੇ ਤੂੰ ਯਾਦ ਜੋ ਗੁਲਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਕਰਾਂ ਧੰਨਵਾਦ ਮੀਰੀ ਪੀਰੀ ਵਾਲਿਆ, ਸਿੱਖੀ ਦੇ ਰੰਗਾਂ 'ਚ ਸਿੱਖੀ ਤਾਈਂ ਢਾਲਿਆ। ਕਰ ਤੇ ਆਜ਼ਾਦ ਤੂੰ ਗੁਲਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਸੋਚ ਤੇਰੀ ਨੀਵਿਆਂ ਨੂੰ ਉੱਚੇ ਚੁੱਕਣਾ, ਤੇਗ ਤੋਂ ਬਗੈਰ ਨਹੀਂ ਜ਼ੁਲਮ ਰੁਕਣਾ। ਨੈਣਾ ਚ ਪਲਾਤਾ ਐਸਾ ਜਾਮ ਪਾਤਸ਼ਾਹ, ਨੈਣਾ ਚ ਪਲਾਤਾ ਐਸਾ ਜਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਹੋ ਨਿੱਗਰ ਜਵਾਨੀ ਸ਼ਸਤਰ ਸਜਾਉਣੇ ਆ, ਨਿੱਗਰ ਜਵਾਨੀ ਸ਼ਸਤਰ ਸਜਾਉਣੇ ਆ, ਚੰਗੀ ਨਸਲਾਂ ਦੇ ਘੋੜੇ ਵੀ ਲਿਆਉਣੇ ਆ। ਆ ਗਏ ਸਿੱਖ ਫੜ ਕੇ ਲਗਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਗਾਲ ਵਿੱਚ ਦੋਵੇਂ ਗੁਰਾਂ ਤੇਗਾਂ ਪਾਲੀਆਂ, ਸੱਜੇ ਅਤੇ ਖੱਬੇ ਪਿਆਰ ਨਾਲ ਸਜਾ ਲੀਆਂ। ਮੀਰੀ ਅਤੇ ਪੀਰੀ ਦਾ ਪੈਗਾਮ ਪਾਤਸ਼ਾਹ, ਮੀਰੀ ਅਤੇ ਪੀਰੀ ਦਾ ਪੈਗਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਸਿੱਖੀ ਦੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਹੈ, ਸਿੱਖੀ ਦੇ ਸਿਧਾਂਤਾਂ ਉੱਤੇ ਪਹਿਰਾ ਦੇਣਾ ਹੈ। ਕਰਤਾ ਐਲਾਨ ਡਰ ਕੇ ਨਹੀਂ ਬਹਿਣਾ ਹੈ। ਖਾਣਾ ਹੱਕ ਕਿਸੇ ਦਾ ਹਰਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਹੁੰਦੇ ਨੇ ਆਕਠ ਦਰਬਾਰ ਸਾਜਾ ਦੇ, ਰਾਗੀ ਢਾਡੀ ਵਿੱਚ ਨੇ ਦੀਵਾਨਾ ਗੱਜਾ ਦੇ। ਕੁਛ ਹੁੰਦਾ ਵੇਖ ਕੇ ਇਮਾਮ ਪਾਤਸ਼ਾਹ, ਕੁਛ ਹੁੰਦਾ ਵੇਖ ਕੇ ਇਮਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਓ ਸੋਹਣਾ ਤੂੰ ਸਜਾਇਆ ਤਖਤ ਅਕਾਲ ਦਾ, ਸੋਹਣਾ ਤੂੰ ਸਜਾਇਆ ਤਖਤ ਅਕਾਲ ਦਾ, ਹੋਣਾ ਨਹੀਂ ਤਖਤ ਕੋਈ ਇਹਦੇ ਨਾਲ ਦਾ। ਜਿੱਥੋਂ ਮਿਲੇ ਸਿੱਖ ਨੂੰ ਆਰਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਉਹ ਬੱਲੋਂ ਵਾਲੀਏ ਨੂੰ ਮਿਲੀ ਨਵੀਂ ਸੇਧਿਆ, ਬੱਲੋਂ ਵਾਲੀਏ ਨੂੰ ਮਿਲੀ ਨਵੀਂ ਸੇਧਿਆ, ਜਿੱਥੇ ਹੁੰਦਾ ਨਾਮ ਜਾਗਿਆ ਸਮੇਦਿਆ। ਜਪੇ ਵਾਹਿਗੁਰੂ ਸਤਨਾਮ ਪਾਤਸ਼ਾਹ, ਜਪੇ ਵਾਹਿਗੁਰੂ ਸਤਨਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ, ਤੇਰੀ ਉੱਚੀ ਸੋਚ ਨੂੰ ਸਲਾਮ ਪਾਤਸ਼ਾਹ। ਸਤਿਗੁਰਾਂ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀਆਂ ਗੁਰੂ ਕੀਆਂ ਗੁਰਸਿੱਖ ਸੰਗਤਾਂ,
ਪਿਆਰ ਵਿੱਚ ਆਓ, ਰਸਨਾ ਕਰੋ ਪਵਿੱਤਰ। ਕੋਈ ਵੀ ਭੈਣ ਭਰਾ ਫਤਿਹ ਤੋਂ ਵਾਂਝਾ ਨਾ ਰਵੇ। ਗੱਜ ਕੇ ਫਤਿਹ ਬੁਲਾਓ, ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫਤਿਹ। ਅੱਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਹੋ ਕੇ ਨਾਲ ਹਿੰਦੂ 52 ਰਾਜੇ ਉਹਨਾਂ ਨੂੰ ਵੀ ਰਿਹਾਈ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਨੇ ਕਰਾਈ ਦੀਵਾਲੀ ਵਾਲੇ ਦਿਨ। ਵੈਸੇ ਕਈ ਕਹਿੰਦੇ ਨੇ ਕਿ ਦੀਵਾਲੀ ਦਾ ਤਿਉਹਾਰ ਹਿੰਦੂਆਂ ਦਾ, ਪਰ ਨਹੀਂ। ਜਦੋਂ ਰਾਮਚੰਦਰ ਨੂੰ ਬਨਵਾਸ ਮਿਲਿਆ ਅਯੁੱਧਿਆ ਦੇ ਵਿੱਚ, ਉਸ ਕੱਲੀ ਸਟੇਟ ਦੇ ਵਿੱਚ ਦੀਪਮਾਲਾ ਕੀਤੀ ਗਈ ਸੀ, ਪਰ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜਿਹੜੀ ਸਾਰੀ ਦੁਨੀਆ ਹਰਮੰਦਰ ਸਾਹਿਬ ਤੋਂ ਲੈ ਕੇ ਚੱਲਣ ਜਿਉਂ ਫੁੱਲ ਝੜੀਆਂ ਅੰਮ੍ਰਿਤਸਰ ਦੀਵਾਲੀ ਤੇ ਲਾਉਣ ਕਵੀਸ਼ਰ ਝੜੀਆਂ ਕਰ ਦਿਓ ਮਿਹਰ ਸਵਾਲੀ ਤੇ। ਪਹਿਲਾਂ ਨਾਲੋਂ ਅੱਗੇ ਜਾਵਾਂ ਤੁਰਾਂ ਪਛਾੜੀ ਤੇ ਆਉਣ ਬਸੰਤ ਬਹਾਰਾਂ ਜੀ ਕਵਿਤਾ ਫਲਵਾੜੀ ਤੇ। ਛੇਵੇਂ ਪਾਤਸ਼ਾਹ ਮਾਤਾ ਗੰਗਾ ਜੀ ਦੇ ਲਾਲ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਆਏ ਤੇ ਗੁਰੂ ਕੇ ਸਿੱਖਾਂ ਨੇ ਦੀਪਮਾਲਾ ਕਰਕੇ ਅੱਜ ਪਟਾਕੇ ਚੱਲੇ ਨੇ, ਅਸ਼ਤਵਾਦੀਆਂ ਚੱਲੀਆਂ ਨੇ। ਇਹ ਖੁਸ਼ੀ ਦਾ ਪ੍ਰਤੀਕ ਉਸ ਵੇਲੇ ਗੁਰੂ ਕੀਆਂ ਸੰਗਤਾਂ ਨੇ ਕੀਤਾ। ਉਹਦਾ ਪ੍ਰਸੰਗ ਤੁਸੀਂ ਮੇਰੇ ਵੀਰ ਕੰਡਿਆਲਾ ਸਾਹਿਬ ਤੋਂ ਸੁਣ ਚੁੱਕੇ ਹੋ ਕਿ ਭਾਈ ਮਨੀ ਸਿੰਘ ਨੇ ਦੀਵਾਲੀ ਦਾ ਤਿਉਹਾਰ ਮਨਾਉਣ ਵਾਸਤੇ ਅਬਦੁਲ ਰਜ਼ਾਕ ਦੇ ਨਾਲ ਗੱਲ ਕੀਤੀ। ਉਹਨੇ ਜਾ ਕੇ ਜ਼ਕਰੀਆ ਖਾਨ ਦੇ ਨਾਲ ਗੱਲ ਕੀਤੀ। ਫੈਸਲਾ ਹੋਇਆ। ਕਈਆਂ ਇਤਿਹਾਸਕਾਰਾਂ ਨੇ 5000 ਰੁਪਈਆ ਦੱਸਿਆ, ਕਈਆਂ ਨੇ 10 ਦੱਸਿਆ। ਭਾਵੇਂ ਕਿਵੇਂ ਹੋਵੇ, ਤੇ ਜ਼ਕਰੀਆ ਖਾਨ ਨੇ ਇਹ ਲਿਖਤੀਨਾਮਾ ਦੇ ਦਿੱਤਾ ਕਿ ਤੁਸੀਂ ਆਪਣਾ ਦੀਵਾਲੀ ਦਾ ਤਿਉਹਾਰ ਬੜੇ ਸ਼ਾਨਾ ਸ਼ੌਕਤ ਦੇ ਨਾਲ ਮਨਾ ਸਕਦੇ ਹੋ। ਪਰ ਉਧਰ ਦੋ ਹਿੰਦੂ ਭਰਾ ਕਲਾਨੌਰ ਦੇ ਰਹਿਣ ਵਾਲੇ ਗੁਰਦਾਸਪੁਰ ਜ਼ਿਲ੍ਹੇ ਦੇ, ਉਹਨਾਂ ਨੂੰ ਪਤਾ ਲੱਗਾ ਜਸਪਤ ਤੇ ਲਖਪਤ ਨੂੰ ਕਿ ਭਾਈ ਮਨੀ ਸਿੰਘ ਦਾ ਸੁਲ੍ਹਾਨਾਮਾ ਹੋ ਗਿਆ ਜ਼ਕਰੀਆ ਖਾਨ ਦੇ ਨਾਲ। ਉਹ ਦੌੜੇ ਜ਼ਕਰੀਆ ਖਾਨ ਦੇ ਕੋਲ ਗਏ ਲਾਹੌਰ। ਇੱਕ ਖੱਬਿਓਂ ਪਾਸੇ ਬਹਿ ਗਿਆ, ਇੱਕ ਸੱਜਿਓਂ ਪਾਸੇ ਬਹਿ ਗਿਆ। ਦੋਨਾਂ ਭਰਾਵਾਂ ਨੇ ਫਿਰ ਜ਼ਕਰੀਆ ਖਾਨ ਦੇ ਕੰਨ ਭਰੇ, ਬਈ ਤੂੰ ਮੀਟਿੰਗਾਂ ਕੀਤੀਆਂ ਆਗਰੇ ਵਿੱਚ ਕਿ ਸਿੱਖੋਂ ਮੁੱਕ ਨਹੀਂ ਰਹੀ, ਹੁਣ ਤੈਨੂੰ ਇਹ ਮੌਕਾ ਹੈ ਕਿ ਸਾਰੇ ਸਿੱਖ ਪੰਥ ਦੇ ਜਿੰਨੇ ਖਾਲਸੇ ਸਿੰਘ ਨੇ ਉਹ ਦਰਬਾਰ ਸਾਹਿਬ ਆਉਣਗੇ, ਦੀਵਾਲੀ ਮਨਾਉਣਗੇ। ਚਾਰੇ ਪਾਸਿਓਂ ਘੇਰਾ ਪਾ ਕੇ ਸਿੱਖ ਕੌਮ ਨੂੰ ਸਦਾ ਲਈ ਖਤਮ ਕਰ ਦੇ। ਤੈਨੂੰ ਪਤਾ ਹੈ ਜਿਹੜੇ ਵੱਡੇ ਲੋਕ ਹੁੰਦੇ ਨੇ ਬੜੇ ਕੰਨਾਂ ਦੇ ਕੱਚੇ ਹੁੰਦੇ ਨੇ। ਜ਼ਕਰੀਆ ਖਾਨ ਨੇ ਕਿਹਾ ਮੈਂ ਤਾਂ ਮੀਟਿੰਗਾਂ ਕਰਦਾ ਕਿ ਸਿੱਖ ਕੌਮ ਮੁੱਕ ਨਹੀਂ ਰਹੀ, ਪਰ ਉਹਨਾਂ ਦੋ ਭਰਾਵਾਂ ਨੇ ਜੋ ਕੀਤਾ ਉਹਦਾ ਖਮਿਆਜਾ ਭਾਈ ਮਨੀ ਸਿੰਘ ਨੂੰ ਭੁਗਤਣਾ ਪਿਆ। ਬਾਬਾ ਮਨੀ ਸਿੰਘ ਜਸ ਖੱਟੇ ਜਾ ਰਹੇ ਬੰਦ ਨੇ ਕੱਟੇ, ਉਹ ਫਿਰ ਵੀ ਨਾਮ ਵਾਹਿਗੁਰੂ ਰੱਟੇ ਤੇਰਾ ਭਾਣਾ ਗਾਉਂਦੇ ਰਹਿ। ਪਰ ਉਪਕਾਰ ਜਿਨ੍ਹਾਂ ਨੇ ਕਰਨਾ, ਪੈਂਦਾ ਕਸ਼ਟ ਸੀਸ ਤੇ ਜਰਨਾ, ਉਹ ਹੁੰਦਾ ਸਫਲ ਮਰਦ ਦਾ ਮਰਨਾ, ਸੂਰੇ ਸਬਕ ਸਿਖਾਉਂਦੇ ਰਹਿ। ਬੰਦ ਕਟਵਾ ਕੇ ਹੱਸਦਾ ਏ, ਕਦੇ ਨੱਸਦਾ ਨਹੀਂ ਹੁੰਦਾ ਜੰਗ ਵਿੱਚੋਂ। ਉਹ 1.25 ਲੱਖ ਦੇ ਸਾਹਮਣੇ ਡਟ ਜਾਂਦਾ, ਕਿਸਮਤ ਲੱਭਦਾ ਮੁੜ ਕੇ ਦੇ ਰੰਗ ਵਿੱਚੋਂ। ਜਿੰਦਾ ਸਾੜ ਕੇ ਆਰੇ ਦੇ ਨਾਲ ਚਿਰ ਕੇ, ਉਹ ਭਾਂਬੜ ਇਹੋ ਹੀ ਜ਼ਬਰ ਦੇ ਠਾਰ ਸਕਿਆ। ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ, ਅਜੇ ਤੀਕ ਨਹੀਂ ਹੋਈ ਕੋਈ ਮਾਰ ਸਕਿਆ। ਦੇਸ਼ ਵਾਸੀਓ ਮਿੱਤਰੋ ਮਿਹਰਬਾਨੋ, ਦੇਸ਼ ਵਾਸੀਓ ਮਿੱਤਰੋ ਮਿਹਰਬਾਨਾ, ਤੁਹਾਡਾ ਧਰਮ ਬਚਾਇਆ ਤੇ
ਖਾਲਸੇ ਨੇ ਕਾਲੀ ਤਵੀ ਵਰਗੇ ਤੁਹਾਡੇ ਚਿਹਰਿਆਂ ਤੇ ਸੂਹਾ ਰੰਗਾ ਚੜਾਇਆ ਤੇ ਖਾਲਸੇ ਨੇ ਆਪ ਫੰਸੀਆਂ ਦੇ ਤਖਤੇ ਝੂਟ ਕੇ ਤੇ ਦਿੱਲੀ ਤਖਤਾ ਦਿਵਾਇਆ ਤੇ ਖਾਲਸੇ ਨੇ ਦਿੱਲੀ ਤਖਤਾ ਦਿਵਾਇਆ ਤੇ ਖਾਲਸੇ ਨੇ। ਸਿੱਖ ਕੌਮ ਤਲਵਾਰ ਚੋਂ ਹੋਈ ਪੈਦਾ, ਤੇਗਾਂ ਖਾਧੀਆਂ ਤੇ ਤੇਗਾਂ ਮਾਰੀਆਂ ਨੇ। ਲਾਲ ਲਹੂ ਚ ਰੰਗ ਕੇ ਲਾਲ ਕੱਪੜੇ ਚੋਲੇ ਪਹਿਨ ਨੇ ਸ਼ਹੀਦਾਂ ਲਲਾਰੀਆਂ ਨੇ। ਜਦ ਵੀ ਦੇਸ਼ ਜਾਂ ਕੌਮ ਤੇ ਪਈ ਵਿਪਤਾ, ਜਾਨਾਂ ਬਾਰਨੇ ਕਰ ਕਰਕੇ ਵਾਰੀਆਂ ਨੇ। ਮੁਫਤੋਂ ਮੁਫਤ ਇਹ ਮੰਗ ਕੇ ਨਹੀਂ ਲਈਆਂ ਸਿਰਾਂ ਦੇ ਨਾਲ ਸਰਦਾਰੀਆਂ ਨੇ। ਵਾਹ, ਇਹ ਸਿਰਾਂ ਦੇ ਨਾਲ ਸਰਦਾਰੀਆਂ ਆਪਾਂ ਨੂੰ ਮਿਲੀਆਂ। ਜਿਹੜਾ ਭਾਈ ਮਨੀ ਸਿੰਘ ਦੇ ਨਾਲ ਉਹਨਾਂ ਦੋ ਹਿੰਦੂ ਭਰਾਵਾਂ ਨੇ ਕੰਮ ਕਰਾਇਆ, ਉਹ ਹੀ 1984 ਦੇ ਵਿੱਚ ਦਿੱਲੀ ਦੀ ਸਰਕਾਰ ਨੇ 1 ਜੂਨ ਤੋਂ ਲੈ ਕੇ 6 ਜੂਨ ਤੱਕ ਸਾਰਾ ਪੰਜਾਬ ਸੀਲ ਕਰਕੇ ਸਿੱਖ ਕੌਮ ਨੂੰ ਇੱਕ ਸਬਕ ਸਿਖਾਇਆ ਕਿ ਤੁਸੀਂ ਗੁਲਾਮ ਹੋ। ਗੁਲਾਮੀ ਦਾ ਅਹਿਸਾਸ ਉਨੀ ਟੈਂਕਾਂ ਤੋਪਾਂ ਦੇ ਨਾਲ ਕਰਾਇਆ। ਪਰ ਸੂਰਮੇ ਸੱਚ ਦੀ ਗੱਲ ਕਰਨ ਵਾਸਤੇ ਸਿੱਖ ਕੌਮ ਜੇ ਤਾਂ ਲੰਗਰ ਲਾਉਂਦੀ ਹੈ, ਬੜੀ ਚੰਗੀ ਕੌਮ ਹੈ, ਬੜੀ ਇਹ ਦਾਨੀ ਕੌਮ ਹੈ। ਜੇ ਕਿਤੇ ਆਪਣੇ ਹੱਕਾਂ ਦੀ ਗੱਲ ਕਰਵੇ, ਆਪਣੇ ਹੱਕ ਮੰਗ ਲੈਂਦੀ ਹੈ, ਫੇਰ ਅੱਤਵਾਦੀ, ਉਗਰਵਾਦੀ, ਆਤੰਕਵਾਦੀ ਇਹ ਆਪਣਾ ਦੇਸ਼ ਨੂੰ ਇਹ ਟੁਕੜੇ ਕਰਨੇ ਚਾਹੁੰਦੇ ਨੇ। ਜੇ ਇਕੱਲੇ ਲੰਗਰ ਲੈ ਜੇ ਇਹਨਾਂ ਨੂੰ ਪ੍ਰੋਬਲਮ ਕੋਈ ਨਹੀਂ ਹੈ। ਸੰਤ ਬਾਬਾ ਜਰਨੈਲ ਸਿੰਘ ਨੇ ਹੱਕ ਮੰਗੇ ਤੇ ਉਹਨਾਂ ਨੂੰ ਅੱਤਵਾਦੀ, ਉਗਰਵਾਦੀ ਇਹਨਾਂ ਨੇ ਐਲਾਨਿਆ। ਅੱਤਵਾਦੀ ਕੌਣ ਸੀ? ਆ ਕਵਿਤਾ ਦੇ 2 ਬੋਲ ਕਹਿ ਕੇ ਤੁਹਾਡੇ ਕੋਲ ਫੇਮਾਂ ਦਾ ਇਜਾਜ਼ਤ ਹੋ ਜਾਣਾ। ਅੱਤਵਾਦੀ ਕੌਣ ਸੀ? ਆ ਕਵਿਤਾ ਦਾ ਪ੍ਰਚਾਰ ਤੁਸੀਂ ਆਪ ਹੀ ਸੁਣ ਲੈਣਾ ਬਈ ਭਿੰਡਰਾਂ ਵਾਲੇ ਅੱਤਵਾਦੀ ਨਹੀਂ ਸੀ। ਅੱਤਵਾਦੀ ਹੈ ਕੌਣ ਸੀ? ਆ ਕਵਿਤਾ ਰਹੀ ਸਰਵਣ ਕਰੋ ਭਾਈ। ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ। ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਜ਼ੁਲਮ ਕਮਾਇਆ। ਅੱਤਵਾਦੀ ਕੁਲਦੀਪ ਬਰਾੜ ਸੀ ਬਦੋਛੇ ਜਿਸਨੇ ਮਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ, ਸੁਣ ਲੈ ਤੂੰ ਸਰਕਾਰੇ। ਓ ਅੱਤਵਾਦੀ ਸੀ ਇੰਦਰਾ ਗਾਂਧੀ ਜਿਸਨੇ ਅਟੈਕ ਕਰਾਇਆ। ਅੱਤਵਾਦੀ ਸੀ ਜਰਨਲ ਵੈਦਿਆ ਜਿਸਨੇ ਜ਼ੁਲਮ ਕਮਾਇਆ। ਅੱਤਵਾਦੀ ਸੀ ਜਰਨਲ ਕੁਲਦੀਪ ਬਰਾੜ ਬਦੋਛੇ ਜਿਸਨੇ ਮਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ, ਸੁਣ ਲੈ ਤੂੰ ਸਰਕਾਰੇ। ਓ ਕਮਾਂਡੋ ਦੀ ਸੀ ਕਰਦਾ, ਕਮਾਂਡੋ ਦੀ ਸੀ ਕਰਦਾ। ਬਰਮ ਮਿਸ਼ਰਾ ਅੱਤਵਾਦੀ ਮੁੱਖ ਮੰਤਰੀ ਬੇਅੰਤ ਸਿੰਘ ਨੇ ਕੀਤੀ ਜੋ ਬਰਬਾਦੀ। ਹੱਕ ਲੈਣ ਨਹੀਂ ਲੜਦਿਆਂ ਨੂੰ ਕਿਉਂ ਬਾਗੀ ਕਹਿੰਦੇ ਸਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ, ਸੁਣ ਲੈ ਤੂੰ ਸਰਕਾਰੇ। ਓ ਰਾਜੀਵ ਗਾਂਧੀ ਸੀ ਅੱਤਵਾਦੀ, ਰਾਜੀਵ ਗਾਂਧੀ ਸੀ ਅੱਤਵਾਦੀ ਜਿਨੇ ਖੇਡੀ ਖੂਨ ਦੀ ਹੋਲੀ। ਵਿੱਚ ਦਿੱਲੀ ਦੇ ਜਿਉਂਦੇ ਸਾੜੇ ਪੱਤ ਕਈਆਂ ਦੀ ਰੋਲੀ। ਸੱਜਣ ਮਾਖਣ ਟਾਈਟਲ ਨੇ ਕੀਤੇ ਗੱਲ ਤੇ ਸਾਰੇ।
ਅੱਤਵਾਦੀ ਨਹੀਂ ਭਿੰਡਰਾਂ ਵਾਲਾ ਸੁਣ ਲੈ ਤੂੰ ਸਰਕਾਰੇ। ਉਹ ਕੀਤਾ ਜੋ ਸਰਕਾਰ ਦੇ ਗੁੰਡਿਆਂ ਕੀਤਾ ਜੋ ਸਰਕਾਰ ਦੇ ਗੁੰਡਿਆਂ। ਸੁਣ ਲੋ ਅੱਜ ਮੈਂ ਦੱਸਾਂ ਸਿੱਖ ਤੇ ਹਿੰਦੂ ਇਹਨਾਂ ਮਾਰੇ ਇਹਨਾਂ ਫੂਕੀਆਂ ਬੱਸਾਂ। ਓ KPS ਗੱਲ ਦੇ ਕਹਿਣ ਤੇ KPS ਗੱਲ ਦੇ ਕਹਿਣ ਤੇ ਕੀਤੇ ਪੁੱਠੇ ਕਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ। ਓ ਅੱਤਵਾਦੀ ਜੋ ਕੁਰਸੀ ਬਦਲੇ ਕਤਲੋ ਗਾਰਸੀ ਕਰਦੇ ਕਾਲੇ ਧਨ ਨੂੰ ਇਕੱਠਾ ਕਰਕੇ ਸਵਿਸ ਬੈਂਕਾਂ ਨੇ ਭਰਦੇ। ਫਸਲ ਸਾਡੀ ਤੇ ਮਨ ਦੀ ਮਰਜ਼ੀ ਕਰਦੇ ਕਿਉਂ ਵਿਚਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ। ਓ ਪੁੱਤਾਂ ਵਾਂਗੂ ਪਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ ਪੰਡੀਆਂ ਵਿੱਚ ਵਿਚਾਰੀ। ਫਸਲ ਸਾਡੀ ਨੇ ਮਨ ਦੀ ਮਰਜ਼ੀ ਕਰਦੇ ਨੇ ਵਪਾਰੀ। ਪੁੱਤਾਂ ਵਾਂਗੂ ਪਾਲੀ ਰੁਲਦੀ ਮੰਡੀਆਂ ਵਿੱਚ ਵਿਚਾਰੀ। ਸੰਤਾਂ ਨੇ ਤਾਂ ਹੱਕ ਮੰਗੇ ਸੀ ਓ ਸੰਤਾਂ ਨੇ ਤਾਂ ਹੱਕ ਮੰਗੇ ਸੀ ਚੜੇ ਕਿਉਂ ਤੇਰੇ ਪਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ। ਓ ਕਦੇ ਨਾ ਭੁੱਲਣੀਆਂ ਵਿੱਚ 84 ਕਦੇ ਨਾ ਭੁੱਲਣੀਆਂ ਵਿੱਚ 84 ਜੋ ਤੂੰ ਬਾਲੀਆਂ ਅੱਗਾਂ ਨਾਲ ਧੌਂਸ ਦੇ ਦੱਸ ਕਿਉਂ ਲਾਈਆਂ ਵਿੱਚ ਚਰਾਹੇ ਪੱਗਾਂ। ਸੁਰ ਸਿੰਘ ਤੇ ਹਰਪਾਲ ਨਹੀਂ ਛੱਡਣੇ ਪੰਥ ਦੇ ਦੋਖੀ ਸਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ। ਭਿੰਡਰਾਂ ਵਾਲਾ ਅੱਤਵਾਦੀ ਨਹੀਂ ਸੁਣ ਲੈ ਤੂੰ ਸਰਕਾਰੇ। ਸ੍ਰੀ ਅਕਾਲ। ਭਿੰਡਰਾਂ ਦੇ ਸ਼ੇਰ ਜਿਹਾ ਖਾਲਸਾ ਫੇਰ ਸਿੱਖ ਕੌਮ ਤਾਈਂ ਚਾਹੀਦਾ। ਉਹ ਲੀਡਰਾਂ ਨੇ ਭਲਾ ਸਿੱਖ ਕੌਮ ਦਾ ਵਸਾਰਤਾ ਰਲ ਕੇ ਗੈਰਾਂ ਨਾਲ ਬਾਗ ਸਿੱਖੀ ਦਾ ਉਜਾੜਤਾ। ਰਲ ਕੇ ਗੈਰਾਂ ਨਾਲ ਬਾਗ ਸਿੱਖੀ ਦਾ ਉਜਾੜਤਾ। ਇਹ ਸੀ ਸੰਤ ਬਾਬਾ ਜਰਨੈਲ ਸਿੰਘ ਹੋਣਾ ਦੇ ਹੱਕ ਸੱਚ ਦੀ ਜਿਹੜੀ ਗੱਲ ਹੈ। ਉਹ ਜਦੋਂ ਧਰਮ ਦਾ ਵਿਰੋਧ ਹੁੰਦਾ ਤੇ ਜਾਨਾਂ ਹੱਸ ਕੇ ਵਾਰੀਆਂ ਖਾਲਸੇ ਨੇ। ਦੋ ਬੋਲ ਮੇਰੇ ਵੀਰ ਕਹਿੰਦੇ ਵੀ ਜਾਗੋ ਦੇ ਜ਼ਰੂਰ ਸੁਣਨੇ ਆ। ਵੀ ਜਾਗੋ ਕਿੱਥੇ ਕਿੱਥੇ ਗਈ ਹੈ, ਕਿਹੜੇ ਕਿਹੜੇ ਉਹਨੇ ਦੁਸ਼ਟਾਂ ਨੂੰ ਸੋਧਿਆ। ਮੈਂ ਤੇ ਮੇਰਾ ਵੀਰ ਦੋ ਬੋਲ ਕਹਿ ਕੇ ਤੁਹਾਡੇ ਦੋ ਖਿਮਾ ਦੇ ਪੁੱਛਣਾ ਜਾਗੋ ਕਿੱਥੇ ਕਿੱਥੇ ਗਈ ਆ, ਦਿੱਲੀ ਕਿਵੇਂ ਪਹੁੰਚੀ ਆ, ਨਰਕ ਧਾਰੀ ਗੁਰਵਚਨੀ ਦੇ ਘਰ ਕਿਵੇਂ ਪਹੁੰਚੀ ਆ, ਹਰਵੰਸ ਲਾਲ ਖੰਨੇ ਦੇ ਕੋਲ ਕਿਵੇਂ ਪਹੁੰਚੀ ਆ। ਆ ਕਵਿਤਾ ਰਾਹੀਂ ਸਰਵਣ ਕਰੋ ਭਾਈ। ਹੋ ਸਿੰਘਾ ਜਾਗ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ। ਭਿੰਡਰਾਂ ਵਾਲਿਆਂ ਸੰਤਾਂ ਨੇ ਹੁਣੇ ਕਲਾਈਆ। ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ। ਉਹ ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ। ਜਾਗੋ ਨੇ ਸੀ ਜਨਮ ਲੈ ਲਿਆ ਹੱਕ ਲੈਣ ਲਈ ਸਾਰੇ। ਉਹ ਡਟ ਕੇ ਕਿਹਾ ਸਰਕਾਰ ਨੂੰ ਏਦਾਂ ਹੁਣ ਨਹੀਂ ਚੱਲਣੇ ਚਾਰੇ। ਡਟ ਕੇ ਕਿਹਾ ਸਰਕਾਰ ਨੂੰ ਹੁਣ ਨਹੀਂ ਚੱਲਣੇ ਝੂਠੇ ਲਾਰੇ। ਉਹ ਕੌਮ ਦੇ ਆਗੂਆਂ ਧਰਮ ਤੇ ਆਗਿਆ
ਕੌਮ ਦੇ ਆਗੂਆਂ ਧਰਮ ਤੇ ਆਗਿਆ ਕੁਰਸੀ ਮੁੱਖ ਬਣਾਈਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਹੋ ਮਗਰ ਬਿਠਾਈਆ ਓ ਨਰਕ ਤਾਰੀ ਗੁਰਬਚਨਾ ਪਾਪੀ ਜਾਗੋ ਨੇ ਬੜਕਾਤਾ ਨਰਕ ਧਾਰੀ ਨਰਕ ਧਾਰੀ ਗਰਬਚਨਾ ਪਾਪੀ ਜਾਗੋ ਨੇ ਬੜਕਾਤਾ ਓ ਗੁਰੂ ਗ੍ਰੰਥ ਦੀ ਕਰੇ ਬੇਅਦਬੀਆਂ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੇ ਉਡਾਤਾ ਗੁਰੂ ਗ੍ਰੰਥ ਦੀ ਕਰੇ ਬੇਅਦਬੀ ਗੋਲੀਆਂ ਮਾਰੇ ਉਡਾਤਾ ਓ ਆਪ ਗੁਰੂ ਬਣ ਬੈਠਾ ਸੀ ਜੋ ਆਪ ਗੁਰੂ ਬਣ ਬੈਠਾ ਸੀ ਜੋ ਉਸ ਦੀ ਅਣਖ ਮਕਾਈਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਇਧਰੋਂ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਫੜ ਮਗਰ ਬਿਠਾਈਆ ਓ ਦੂਜਾ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਦੂਜਾ ਨੰਬਰ ਇਸ ਜਾਗੋ ਰਾਣੀ ਦੂਜਾ ਨੰਬਰ ਇਸ ਜਾਗੋ ਰਾਣੀ ਲਾਲਾ ਜੀ ਦਾ ਲਾਇਆ ਓ ਵਿੱਚ ਅਖਬਾਰਾਂ ਸਿੱਖਾਂ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਵਿੱਚ ਅਖਬਾਰਾਂ ਸਿੰਘਾਂ ਨੂੰ ਨਿੰਦੇ ਉਸ ਨੂੰ ਗੱਡੀ ਚੜਾਇਆ ਓ ਲੁਧਿਆਣੇ ਦੇ ਲਾਗੇ ਸਿੰਘਾਂ ਲੁਧਿਆਣੇ ਦੇ ਲਾਗੇ ਸਿੰਘਾਂ ਜਾਗੋ ਆਣ ਮਲਾਈਆ ਬਈ ਹੁਣ ਕਿਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਮਗਰ ਬਿਠਾਈਆ ਮੋਟਰਸਾਈਕਲ ਵਾਲਿਆਂ ਨੇ ਹੋ ਮਗਰ ਬਿਠਾਈਆ ਓ ਹਰਬੰਸ ਲਾਲ ਖੰਨੇ ਨੂੰ ਜਾਗੋ ਲਾਲ ਜਿਹਾ ਰੰਗ ਚੜਾਇਆ ਹੰਸ ਲਾਲ ਖੰਨੇ ਨੂੰ ਜਾਗੋ ਹਰਵੰਸ ਲਾਲ ਖੰਨੇ ਨੂੰ ਜਾਗੋ ਲਾਲ ਜਿਹਾ ਰੰਗ ਚੜਾਇਆ ਓ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਉਲਟ ਸਿੰਘਾਂ ਦੇ ਬਚਨ ਨਾ ਕਰੀਏ ਉਸ ਨੂੰ ਸਬਕ ਸਿਖਾਇਆ ਓ ਕੜਕ ਸ਼ਹਿਰਾਂ ਇੱਥੇ ਰਹਿਣਾ ਕੜਕ ਸ਼ਹਿਰਾਂ ਇੱਥੇ ਰਹਿਣਾ ਤੇਰੀ ਸ਼ਾਮ ਤੇ ਆਈਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਓ ਪੁਤਲੀ ਘਰ ਵਿੱਚ ਜਾਗੋ ਪਹੁੰਚੀ ਛੇਤੀ ਪਾਂਦਾ ਮਕਾ ਕੇ ਪੁਤਲੀ ਘਰ ਕੋਲ ਜਾਗੋ ਪਹੁੰਚੀ ਛੇਤੀ ਪੰਦ ਮਕਾ ਕੇ ਓ ਮੱਖਣ ਕਰਦਾ ਬੜੀ ਵਧੀਕੀ ਖੜੀ ਸਰਾਣੇ ਆ ਕੇ ਮੱਖਣ ਕਰਦਾ ਨਿਤ ਵਧੀਕੀ ਖੜੀ ਸਰਾਣੇ ਆ ਕੇ ਓ ਹੌਲਦਾਰ ਤੋਂ ਐਸਐਚਓ ਦੀ ਹੌਲਦਾਰ ਤੋਂ ਐਸਐਚਓ ਦੀ ਫੀਤੀ ਤੁਰਤ ਲਗਾਈਆ ਬਈ ਹੁਣ ਜਾਗੋ ਆਈਆ ਕਿੱਧਰੋਂ ਆਈਆ ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ ਮੋਟਰਸਾਈਕਲ ਵਾਲਿਆਂ ਨੇ ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ ਓ ਸਾਹ ਲੈਣ ਲਈ ਜਾਗੋ ਰਾਣੀਆਂ ਸਾਹ ਲੈਣ ਲਈ ਜਾਗੋ ਰਾਣੀ ਮਾਣੋ ਚਾਲ ਖਲੋ ਗਈ ਸਾਹ ਲੈਣ ਲਈ ਜਾਗੋ ਰਾਣੀ ਮਾਣੋ ਚਾਲ ਖਲੋ ਗਈ ਓ ਚਾਰ ਚਫੇਰੇ ਸੀ ਆਰਪੀ ਆਣ ਬੰਬੀ ਤੇ ਹੋ ਗਈ ਚਾਰ ਚਫੇਰੇ ਸੀ ਆਰਪੀ
ਆਣ ਬੰਬੀ ਦੇ ਹੋ ਗਈ। ਓ ਛਾਲਾ ਮਾਰ ਪੁਲਿਸ ਦੌੜ ਗਈ, ਛਾਲਾ ਮਾਰ ਪੁਲਿਸ ਦੌੜ ਗਈ, ਜਦੋਂ ਸਤੇਣ ਕਮਾਈਆ ਬਈ ਹੁਣ ਜਾਗੋ ਆਈਆ। ਕਿੱਧਰੋਂ ਆਈਆ? ਪਿੰਡਰਾਂ ਵਾਲਿਆਂ ਸੰਤਾਂ ਨੇ ਇਧਰੋਂ ਕਲਾਈਆ। ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ। ਓ ਸੈਰ ਸਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆਈ। ਸੈਰ ਸਪਾਟਾ ਕਰਦੀ ਜਾਗੋ ਸੈਰ ਸਪਾਟਾ ਕਰਦੀ ਜਾਗੋ ਵਿੱਚ ਦਿੱਲੀ ਦੇ ਆਈ। ਓ ਬੇਅੰਤ ਸਿੰਘ ਸਤਵੰਤ ਸਿੰਘ ਨੂੰ ਜਾ ਪਹਿਚਾਨ ਕਰਾਈ। ਸਿੰਘ ਸਤਵੰਤ ਸਿੰਘ ਨੂੰ ਜਾਣ ਪਹਿਚਾਨ ਕਰਾਈ। ਓ 31 ਸੀ ਅਕਤੂਬਰ ਜਿਸ ਦਿਨ, 31 ਸੀ ਅਕਤੂਬਰ ਜਿਸ ਦਿਨ ਇੰਦਰਾ ਗਾਂਧੀ ਸੀ ਭੜਕਾਈਆ ਬਈ ਹੁਣ ਜਾਗੋ ਆਈਆ। ਕਿੱਧਰੋਂ ਆਈਆ? ਪਿੰਡਰਾਂ ਵਾਲਿਆਂ ਸੰਤਾਂ ਨੇ ਨਿਊ ਕਰਕੇ ਕਲਾਈਆ। ਮੋਟਰਸਾਈਕਲ ਵਾਲਿਆਂ ਨੇ ਹੋ ਮਗਰ ਬਿਠਾਈਆ। ਪਿੰਡਰਾਂ ਵਾਲਿਆਂ ਸੰਤਾਂ ਨੇ ਇਧਰੋਂ ਕਲਾਈਆ। ਮੋਟਰਸਾਈਕਲ ਵਾਲਿਆਂ ਨੇ ਮਗਰ ਬਿਠਾਈਆ। ਸਤਿ ਸ੍ਰੀ ਅਕਾਲ। ਕੱਲ ਉਸ ਦਿਨ ਦਾ 1984 31 ਅਕਤੂਬਰ ਨੂੰ ਭਾਈ ਬੇਅੰਤ ਸਿੰਘ ਤੇ ਭਾਈ ਸਤਵੰਤ ਸਿੰਘ ਨੇ ਉਸ ਪਾਪਣ ਦਾ ਕੀਰਤਨ ਸੋਲਾ ਪੜ੍ਹਿਆ ਸੀ। ਇਹਨਾਂ ਸ਼ਬਦਾਂ ਦੇ ਨਾਲ ਗੁਰੂ ਕੀਆਂ ਸੰਗਤਾਂ ਦਾ, ਪ੍ਰਬੰਧਕਾਂ ਦਾ, ਜਿਨ੍ਹਾਂ ਨੇ ਬਹੁਤ ਸੋਹਣਾ ਪ੍ਰਬੰਧ ਕੀਤਾ, ਮੇਰੇ ਵੀਰ ਅਜੈਬ ਸਿੰਘ, ਸਾਡੇ ਪ੍ਰੀਤਮ ਸਿੰਘ ਜੀ, ਗੁਰਕਮਲ ਸਿੰਘ, ਕਾਲਕਟ ਭਾਈ ਤਜਿੰਦਰ ਸਿੰਘ, ਜਿੰਨੇ ਵੀ ਸਰਬਜੀਤ ਸਿੰਘ ਹੋਣੀ, ਜਿੰਨੇ ਵੀ ਹੈਗੇ ਆ, ਭਾਈ ਕਸ਼ਮੀਰ ਸਿੰਘ ਹੋਣੀ, ਬੜੀ ਮਨ ਤੇ ਤਨ ਦੇ ਨਾਲ ਉਹ ਸੇਵਾ ਕਰਦੇ ਨੇ। ਗੁਰੂ ਕਿਰਪਾ ਕਰੇ, ਚੜ੍ਹਦੀ ਕਲਾ ਵਿੱਚ ਰੱਖਣ। 45ਵਾਂ ਮਹਾਨ ਨਗਰ ਕੀਰਤਨ ਗੁਰੂ ਕੀਆਂ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਮਨਾਉਣਾ ਕੱਲ ਤੇ ਪਰਸੋਂ ਨੂੰ। ਪਿਆਰ ਨਾਲ ਆਓ, ਗੁਰੂ ਕਾ ਜਸ ਸੁਣੋ। ਭੁੱਲ ਚੁੱਕ ਦੀ ਖਿਮਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਓਟ ਆਸਰਾ ਤੱਕੋ, ਗੱਜ ਵੱਜ ਕੇ ਬੁਲਾਓ ਫਤਿਹ। ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਭਾਈ ਜਸਵਿੰਦਰ ਸਿੰਘ ਜੀ ਉਪਲ ਅਤੇ ਭਾਈ ਤਰਲੋਚਨ ਸਿੰਘ ਜੀ ਤੀਰ। ਇਹਨਾਂ ਦਾ ਸੰਗਤਾਂ ਵੱਲੋਂ ਭਾਈ ਸਾਹਿਬ ਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ ਹੈ। ਸਤਿਗੁਰਾਂ ਦੀ ਅਪਾਰ ਕਿਰਪਾ ਹੈ, ਰਹਿਮਤ ਹੈ। ਬਹੁਤ ਵਧੀਆ ਕਵੀਸ਼ਰੀ ਸੰਗਤਾਂ ਨੂੰ ਸਰਵਣ ਕਰਾਈ ਹੈ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਕੱਲ ਨੂੰ ਸ਼ਨੀਚਰਵਾਰ ਸਵੇਰੇ 5 ਵਜੇ ਅੰਮ੍ਰਿਤ ਸੰਚਾਰ ਹੋਣਗੇ। ਜਿਨ੍ਹਾਂ ਮੇਰੇ ਵੀਰਾਂ ਭੈਣਾਂ ਨੇ ਅੰਮ੍ਰਿਤ ਪਾਨ ਕਰਨਾ ਹੈ, ਸਵੇਰੇ 5-5:30 ਵਜੇ ਤੱਕ ਦਸ਼ਮੇਸ਼ ਹਾਲ ਦੇ ਵਿੱਚ ਪਹੁੰਚ ਜਾਣਾ ਜੀ। ਉੱਥੇ ਨਾਲ ਹੀ ਕਕਾਰ ਦਿੱਤੇ ਜਾਣਗੇ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਸਵੇਰੇ ਨਿਸ਼ਾਨ ਸਾਹਿਬ ਜੀ ਦੇ ਚੋਲਾ ਸਾਹਿਬ ਦੀ ਸੇਵਾ ਸਵੇਰੇ 8 ਵਜੇ ਹੋਵੇਗੀ। ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਆਉਣ ਦੀ ਕਿਰਪਾਲਤਾ ਕਰਨੀ ਜੀ। ਆਓ ਹੁਣ ਅਰਦਾਸ ਬੇਨਤੀ ਹੋਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ तुम ते होए सो आज्ञाकारी, तुमरी गात मित तुम ही जानी, नानक दास सदा कुर्बानी। बोलो जी वाहिगुरु वाहिगुरु। एक ओंकार श्री वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ते आए।
ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਇ। ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ। ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜੇ ਡਿਠਾ ਸਭ ਦੁਖ ਜਾਏ। ਤੇਗ ਬਹਾਦਰ ਸਿਮਰੈ ਕਰਨਉ ਨਿਧਿ ਆਵੇ ਧਾਏ। ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ 40 ਮੁਕਤਿਆਂ ਹਟੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ। ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ। ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਵਾਏ। ਖੋਪਰੀਆਂ ਲੋਹਾਈਆਂ ਚੜਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਵਾਹਿਗੁਰੂ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਤ। ਦੇਗ ਤੇਗ ਫਤਿਹ ਬਿਰਦ ਕੀ ਪੈਂਜ ਪੰਥ ਕੀ ਜੀ। ਸ੍ਰੀ ਸਾਹਿਬ ਜੀ ਸਹਾਇ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗੇ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਾਦੇ ਰਾਖਿਆ ਆਪ ਅਕਾਲ ਪੁਰਖ ਵਾਹਿਗੁਰੂ। ਆਪਣੇ ਪੰਥ ਦੇ ਸਦਾ ਸਹਾਈ ਦਤਾਰ ਪਿਤਾ ਜੀਓ। ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਜੀ। ਖੁੱਲੇ ਦਰਸ਼ਨ ਦਿਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸਤਿਗੁਰੂ ਜੀਓ। ਆਪ ਜੀ ਦੇ ਚਰਨ ਕਮਲਾਂ ਅੰਦਰ ਅਰਦਾਸ ਬੇਨਤੀ ਹੈ ਜੀ। ਪਾਤਸ਼ਾਹ ਜੀਓ ਅੱਜ ਸਮੂਹ ਸਾਧ ਸੰਗਤ ਵੱਲੋਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਬੰਦੀ ਛੋੜ ਦਿਹਾੜਾ ਮਨਾਉਂਦਿਆਂ ਹੋਇਆਂ ਸ਼ਾਮਾਂ ਦੇ ਦੀਵਾਨ ਸਜਾਏ ਗਏ। ਸਜੇ ਦੀਵਾਨਾਂ ਵਿੱਚ ਸੋਦਾਰ ਰਹਿਰਾ ਸਾਹਿਬ ਜੀ ਦੇ ਪਾਠ ਰੱਬੀ ਬਾਣੀ ਦੇ ਕੀਰਤਨ ਹੋਏ। ਕਥਾ ਵਿਚਾਰਾਂ ਹੋਈਆਂ। ਢਾਡੀ ਵਾਰਾਂ ਗਾਈਆਂ ਗਈਆਂ। ਕਵੀਸ਼ਰੀ ਹੋਈ। ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨੀ। ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ। ਨਾਮ ਬਾਣੀ ਦੇ ਅਭਿਆਸ ਬਖਸ਼ਿਸ਼ ਕਰਨੇ ਜੀ। ਸਰਬੱਤ ਸੰਗਤ ਦੀਆਂ ਹਾਜ਼ਰੀਆਂ ਦਰ ਤੇ ਪ੍ਰਵਾਨ ਕਰਨੀਆਂ। ਕਦਮ ਕਦਮ ਲੇਖੇ ਲਾਉਣੇ। ਘਰ ਪਰਿਵਾਰਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਰਬੱਤ ਸੰਗਤ ਦੀਆਂ ਤਿਲ ਫੁੱਲ ਪਟਾਵਾਂ ਦਰ ਤੇ ਪ੍ਰਵਾਨ ਕਰਨੀਆਂ। ਕਾਰੋਬਾਰਾਂ ਵਿੱਚ ਵਾਧੇ ਕਰਨੇ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਸਰਬੱਤ ਨੂੰ ਦੇ ਆਰੋਗਤਾ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ। ਸ਼ੁਭ ਭਾਵਨਾਵਾਂ ਪੂਰਨ ਕਰਨੀਆਂ ਜੀ। ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਜਿਨ੍ਹਾਂ ਸੰਗਤਾਂ ਵੱਲੋਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਜਾ ਰਹੀ ਸੇਵਾ ਦਰ ਤੇ ਪ੍ਰਵਾਨ ਕਰਨੀ। ਜਿਨ੍ਹਾਂ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਸੇਵਾ ਘਾਲ ਥਾਏ ਪਾਉਣੀ। ਜਿਨ੍ਹਾਂ ਖਜ਼ਾਨਿਆਂ ਵਿੱਚੋਂ ਮਾਇਆ ਖਜ਼ਾਨੇ ਭਰਪੂਰ ਕਰਨੇ। ਕਾਲ ਕੰਟਕ ਦੂਰ ਕਰਨੇ। ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਪਾਤਸ਼ਾਹ ਜੀਓ ਕਰੋ ਕਿਰਪਾ। ਗੁਰਬਾਣੀ ਦੇ ਚੱਲਦੇ ਪ੍ਰਵਾਹ ਵਿੱਚੋਂ ਇਲਾਹੀ ਅਤੇ ਦਰਗਾਹੀ ਫਰਮਾਨ ਹੁਕਮਨਾਮੇ ਬਖਸ਼ਿਸ਼ ਕਰੋ ਅਤੇ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ।
ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਆਕਾਲ ਕੀ, ਤਬੈ ਚਲਾਇਓ। ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ। ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਂ। ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ। ਖੁਆਰ ਹੋਏ ਸਾ ਮਿਲेंगे, ਬਚੇ ਸ਼ਰਨ ਜੋ। ਵਾਹਿਗੁਰੂ ਨਾਮ ਜਹਾਜ ਹੈ, ਚੜੇ ਸੋ ਤਰੇ। ਜੋ ਸ਼ਰਦਾ ਕਰ ਸੇਵੰਦੇ, ਗੁਰ ਪਾਰੀ ਉਤਾਰਨ। ਖੰਡਾ ਜਾ ਕੇ ਹਾਥ ਮੈਂ, ਕਲਗੀ ਸੋ ਹੈ। ਸੋ ਹਮਾਰੀ ਰਖਿਆ ਕਰੀ, ਗੁਰ ਕਲਗੀ ਧਾਰ ਜਗ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਸ਼ੰਤ ਮਹੱਲਾ ਪੰਜਵਾ, ਘਰ ਚੌਥਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰਿ ਚਰਨ ਕਮਲ ਮਲ ਬੇਦਿਆ, ਕਿਛ ਆਨ ਨਾ ਮੀਠਾ। ਰਾਮ ਰਾਜੇ ਮਿਲ ਸੰਤ ਸੰਗਤ ਅਰਾਧਿਆ, ਹਰ ਘਟ ਘਟੇ ਡੀਠਾ। ਰਾਮ ਰਾਜੇ ਹਰ ਘਟ ਘਟੇ ਡੀਠਾ, ਅੰਮ੍ਰਿਤੋ ਬੂਠਾ। ਜਨਮ ਮਰਨ ਦੁਖ ਨਾਠੇ, ਗੁਣ ਨਿਧ ਗਾਇਆ। ਸਭ ਦੁਖ ਮਿਟਾਇਆ, ਹਉਮੈ ਬਿਨਸੀ ਗਾਠੇ। ਜਿਉ ਸਹਿ ਸੁਭਾਈ ਛੋੜ ਨਾ ਜਾਈ, ਮਨ ਲਾਗਾ ਰੰਗ ਮਜੀਠਾ। ਹਰਿ ਨਾਨਕ ਵੇਦੇ ਚਰਨ ਕਮਲ, ਕਿਛ ਆਨ ਨਾ ਮੀਠਾ। ਜਿਉ ਰਾਤੀ ਜਲ ਮਾਛਲੀ, ਤਿਉ ਰਾਮ ਰਸ ਮਾਤੇ। ਰਾਮ ਰਾਜੇ ਗੁਰ ਪੂਰੇ ਉਪਦੇਸਿਆ, ਜੀਵਨ ਗਤ ਭਾਤੇ। ਰਾਮ ਰਾਜੇ ਜੀਵਨ ਗਤ ਸੁਆਮੀ ਅੰਤਰ ਜਾਮੀ, ਆਪ ਲੀਏ ਲੜ ਲਾਏ। ਹਰ ਰਤਨ ਪਦਾਰਥੋ ਪ੍ਰਗਟੋ, ਪੂਰਨ ਛੋੜ ਨ ਕਤਹੁ ਜਾਏ। ਪ੍ਰਭ ਸੁਗੜ ਸਰੂਪ ਸੁਜਾਨ ਸੁਆਮੀ, ਤਾਕੀ ਮਿਟੇ ਨਾ ਦਾਤੇ। ਜਲ ਸੰਗ ਰਾਤੀ ਮਾਛਲੀ, ਨਾਨਕ ਹਰ ਮਾਤੇ। ਚਾਤ੍ਰਿਕ ਜਾਚੇ ਬੂੰਦ ਜਿਉ, ਹਰ ਪ੍ਰਾਣ ਆਧਾਰਾ। ਰਾਮ ਰਾਜੇ ਮਾਲ ਖਜੀਨਾ, ਸੁਤ ਭਰਾਤ ਮੀਤ। ਸਭਹੂ ਤੇ ਪਿਆਰਾ ਰਾਮ ਰਾਜੇ, ਸਭਹੂ ਤੇ ਪਿਆਰਾ ਪੁਰਖ ਨਿਰਾਰਾ। ਤਾਕੀ ਗਤ ਨਹੀਂ ਜਾਣੀਏ, ਹਰ ਸੋਸ ਗ੍ਰੋਸ ਨ ਬਿਸਰੇ। ਕਬੂ ਗੁਰ ਸਬਦੀ ਰੰਗ ਮਾਣੀਐ। ਪ੍ਰਭ ਪੁਰਖ ਜਗ ਜੀਵਨੋ, ਸੰਤ ਰਸ ਪੀਵਨੋ। ਜਬ ਭਰਮੋ ਦੁਖ ਡਾਰਾ, ਚਾਤ੍ਰਿਕ ਜਾਚੈ ਬੂੰਦ ਜਿਉ। ਨਾਨਕ ਹਰ ਪਿਆਰਾ, ਮਿਲੇ ਨਾਰਾਇਣ ਆਪਣੇ। ਮਾਨੋਰਥੋ ਪੂਰਾ, ਰਾਮ ਰਾਜੇ। ਢਾਠੀ ਭੀਤ ਭਰਮ ਕੀ, ਭੇਟਤ ਗੁਰ ਸੂਰਾ। ਰਾਮ ਰਾਜੇ ਪੂਰਨ ਗੁਰ ਪਾਏ, ਪੁਰਬ ਲਿਖਾਏ। ਸਭ ਨਿਧ ਦੀਨ ਦਿਆਲਾ, ਆਦ ਮਦ ਅੰਤ ਪ੍ਰਭ ਸੋਈ। ਸੁੰਦਰ ਗੁਰ ਗੋਪਾਲਾ, ਸੁਖ ਸਹਿਜ ਆਨੰਦ ਕਨੇਰੇ। ਪਤਿਤ ਪਾਵਨ ਸਾਧੂ ਧੂਰਾ, ਹਰ ਮਿਲੇ ਨਾਰਾਇਣ ਨਾਨਕਾ। ਮਾਨੋਰਥੋ ਪੂਰਾ। ਆਸਾ ਮਹੱਲਾ ਪੰਜਵਾ, ਸ਼ੰਤ ਘਰ ਛੇਵਾਂ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ਼ਲੋਕ। ਜਾ ਕੋ ਭੈ ਕਿਰਪਾਲ ਪ੍ਰਭ, ਹਰ ਹਰ ਸੇਤੀ ਜਪਾਦ। ਨਾਨਕ ਪ੍ਰੀਤ ਲਗੀ ਤੈ ਰਾਮ ਸਿਉ ਭੇਟ। ਸਾਧ ਸੰਗਾਤ ਸ਼ੰਤ ਜਲ ਦੁੱਧ ਨਿਆਇ ਰੀਤ। ਤਬ ਦੁੱਧ ਔਚ ਨਹੀਂ ਮਨ ਅਸੀ, ਪ੍ਰੀਤ ਹਰਿ ਅਬ ਉਰਜਿਓ ਕਲ। ਅਬ ਉਰਜਿਓ ਅਲ ਕਮਲੇ ਬਾਸਨ ਮਾਏ। ਮਗਨ ਇਕ ਖਿਨ ਪੀ ਨਾਹਿ ਟਰੈ, ਨਾ ਖਿਨ ਨਾਹਿ ਟਰੀਏ। ਪ੍ਰੀਤ ਹਰੀਏ ਸਿਗਾਰ ਹਵ ਰਸ ਅਰਪੀਏ। ਜੈ ਦੁਖ ਸੁਣੀਏ ਜਾਂ ਪੰਥ ਪਣੀਏ, ਤੈ ਸਾਧ ਸੰਗ ਨਾ ਡਰ ਪੀਐ। ਕਰ ਕੀਰਤ ਗੋਬਿੰਦ ਗੁਣੀਐ, ਸਗਲ ਪਰਾਸ਼ਰ ਦੁਖ ਹਰੇ ਕੋ। ਨਾਨਕ ਸਨ ਸ਼ੰਤ ਗੋਬਿੰਦ ਹਰਿ ਕੇ, ਮਨ ਹਰਸਿਉ ਨਹਿ ਕਰਿਓ। ਐਸੀ ਮਨ ਪ੍ਰੀਤ ਹਰੇ, ਜੈਸੀ ਮਛਲੀ ਨੀਰ ਖਿਨ ਪੀ ਨਾ ਧੀਰੇ। ਮਨ ਐਸਾ ਨਿਉ ਕਰਿਓ, ਜੈਸੀ ਚਾਤ੍ਰਿਕ ਪਿਆਸ ਖਿਨ ਖਿਨ ਬੂੰਦ ਚਵੈ। ਬਰਸ ਸੁਹਾਵੇ ਮੇਹੋ, ਹਰ ਪ੍ਰੀਤ ਕਰੀ ਜਾਏ ਮਨ ਦੀਜੈ। ਅਤ ਲਾਈਏ ਚਿਤ ਮੁਰਾਰੀ, ਮਾਨ ਨਾ ਕੀਜੈ ਸਰਨ ਪਰੀਜੈ। ਦਰਸ਼ਨ ਕੋ ਬਲਿਹਾਰੀ, ਗੁਰ ਸੋ ਪ੍ਰਸੰਨੇ। ਮਿਲ ਨਾਹਿ ਵਿਛਨੇ, ਧਨ ਦੇਂਦੀ ਸਾਰ ਸੁਨੇਹਾ। ਕਹੋ ਨਾਨਕ ਸ਼ੰਤ ਅਨੰਤ ਠਾਕਰ ਕੇ, ਹਰ ਸਿਉ ਕੀਜੈ ਨੇਹਾ। ਮਨ ਆਸਾ ਨਿਉ ਕਰੇ ਹੋ, ਚੱਕਵੇ ਸੂਰ ਸੁਨੇ। ਚਿਤ ਆਸ ਘਣੀ ਕਰ ਦਿਨੀ, ਹਰ ਦੇਖੀਏ ਕੋ ਕਲੰਬ। ਪ੍ਰੀਤ ਚਵੇ ਸੁਹਾਈਆ, ਮਨ ਹਰ ਰੰਗ ਕੀਜੀਐ। ਹਰ ਪ੍ਰੀਤ ਕਰੀ ਜੈ, ਮਾਨ ਨਾ ਕੀਜੈ। ਇੱਕ ਰਾਤੀ ਕੇ ਹਵ ਪਾਉਣਿਆ, ਅਬ ਕਿਆ ਰੰਗ ਲਾਇਓ। ਮੋਹਿ ਰਚਾਇਓ, ਨਾਂਗੇ ਆਵਣ ਜਾਣਿਆ।
तिर साधु सरणी पड़िए चरणी, अब टूटस मोह न कितिए। को नानक शन दयाल पुरख के, मन हार लाए प्रीत कब दिनियर देखिए। निष्कुरंक जैसे नाद सुन सरमणी, उडे वे मन ऐसी प्रीत की जा। ऐसी तुरन पतार उर्दी पिरे, सिवे ए मन लाल दीजै। मन लाल दीजे भोख रीजे, हव खुशियाँ रंग माणे। फिर अपना पाया रंग लाल बनाया, अत मिलियो मित्र चराणे। गुर थिया साखी ना डिठ में आखी, पर जेहा अवर ना दिसै। कहो नानक शन दयाल मोहन के, मन हर चरण गहीजा। ऐसी मन प्रीत कीजै। आसा महला पंजवा श्लोक। बन बन फिरती खोजती हारी, भव गाहे नानक पेटे साध। जब हर पाया मन माहे संत, जाको खोजे संक मुनि। अनेक तपे ब्रह्म कोट आराधे, ज्ञानी जाप जपे। जब ताप संजम क्रिया पूजा, अनेक शोधन बंदना। कर गावन बसुदा तीर्थे, मजन मिलन कहो निरंजना। मानक बन तिन पशु पंखी, सगल तुझे आराधते। दयाल लाल गोविंद नानक मिल साध संगत होए गते। कोट बिसन अवतार, शंकर जटा तार। चाहे तुझे दयार, मंत्र रुच अपार। अपार अगम गोविंद ठाकुर, सगल पूरक प्रभ तनि। सुध सिद्ध गण गंधर्व त्यावे, जाके नर गुण पनि। कोट इंद्र अनेक देवा, जब स्वामी जय जयकार। अनाथ नाथ दयाल नानक, साध संगत मिल उधार। कोट देवी जाको सेवे लक्ष्मी, अनक भांत गुप्त प्रगट जाको आराध। पौन पानी दिन सरात, नक्षत्र ससियर सूर त्यावै। बसुदा गगना गावै, सगल खाणी सगल बाणी। सदा सदा त्यावै, सिमृत प्राण चतुर्वेदे। खट शास्त्र जाको जपात, पतित पावन भगत वछल। नानक मिलिया संग साथ, जेती प्रभ जनाई रत्ना भेत तेती। तेत पनी अनजान सो सेवे, तेती न जाए गनी। अवगात अगनत अथाह ठाकर, सगल मंजे बहारा। सर्व जाचक एक दाता, न दूर संगी जहारा। वस भगत बिया मिले जिया, ताकि उपमा कित गनी। दान मान नानक पाए, सीस साधे तर चरनी। आसा महला पंजवा श्लोक। उदम करो वड भागियो, सिमरो हर हराय। नानक जिस सिमरत सब दुख होवै, दुख दर्द भरम बहु जाय। संत नाम जपत गोबिंद न अलसाइया, भेटत साधु संग जमपुर न जाइया। दुख दर्द न पहो व्यापै, नाम सिमरत सद सुखी। साथ साथ आराध हर हर, ध्याए सो प्रभ मन मुखी। कृपाल दया रसाल गुण निंद, कर दया सेवा लाई है। नानक पे पे चरण जंपे, नाम जपत गोबिंद नह अलसाइया। पावन पतित पनीत नाम निरंजना, परम अंधेर विनाश। गुर ज्ञान गुर अंजना, गुर ज्ञान अंजन प्रभु निरंजन। जल थल मैयल पूर्या, एक निमक जा कर देवस्या। मिठे तिसे भी सूर्या, अगाध बोध समरथ स्वामी। सर्व का पहो पंजना, नानक पैम पे चरण जपे। पावन पतित पनीत नाम निरंजना। उठ गई गोपाल दयाल कृपा निधे, मोहि आसर तो ही चरण तुम्हारी शरण सिद्धे। हर चरण कारण करण स्वामी, पतत उदर न हर हरे। सागर संसार पाव उतार, नाम सिमृत बहुतरे। आदि अंते बेअंत खोजे सुनी, उदरन संग संत संग विदे। नानक पैम पे चरण जंपे, उठ गई गोपाल दयाल कृपा निधे। भगत वशल हर बिरद आप बनाया, जा जाय संत आराधे तह तह प्रगटाया। प्रभाव लिए समय सह सुभाए, भगत कार सारे। आनंद हर जस महामंगल, सर्व दुख विसारया। चमत्कार प्रगास दह दिस, एक तह दृष्टाया। नानक पयम पे चरण जंपै, भगत वशल हर बिरद आप बनाया। आसा महला पंजवा। फिर संतन सुहाग मरे न जावे, जाके गृह हर ना सो सद ही रावै। अविनाशी अवगत सो प्रभ सदा, नवतन निर्मला। मैं दूर सदा हजूर ठाकुर, देश पूर्ण सद सदा। प्राण पद गत मिल जाते, प्रिय प्रीत प्रीतम भावै। नानक बखाने गुर बचन जाने, थिर संतन सुहाग मरे न जावै। जाको राम पतार ताके, आनंद कणा सुखवंती। सा नार शोभा पुरबणा, महान मत कल्याण हर जस। संग सुरजन सो प्रभु, सर्व सिद्ध नाम निध। तै ग्रह नहीं ऊना सब कछु।
ਮధుਰ ਬਾਣੀ ਪ੍ਰੇਮਾਨੀ ਤੇ ਸੁਹਾਗਤਾ ਕਾ ਬਣਾ ਨਾਨਕ ਵਖਾਣੇ ਗੁਰਬਚਨ ਜਾਣੈ ਜਾ ਕੋ ਰਾਮ ਪਤਾਰ ਤਾ ਕੇ ਆਨੰਦ ਘਣਾ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਪੀ ਸੋਚਨ ਬੁਖਾਰ ਆਪ ਤੇ ਆਗੀਏ ਤਜਾ ਮਿਟੇ ਸੰਤਾਪ ਆਵ ਨਹਿ ਜਾਣਾਈਏ ਸਰਣ ਗਹੀ ਜੇ ਮਾਨ ਲੀਜੇ ਕਰੇ ਸੋ ਸੁਖ ਪਾਈਐ ਕਰਦਾਸ ਦਾਸੀ ਤਾਜ ਉਦਾਸੀ ਕਰ ਜੋੜ ਦੇਣ ਰਹਿਣ ਜਾਗੀਏ ਨਾਨਕ ਖਾਣੇ ਗੁਰ ਬਚਨ ਜਾਣੇ ਆਓ ਸਖੀ ਸੰਤ ਪਾਸ ਸੇਵਾ ਲਾਗੀਏ ਜਾ ਕੇ ਮਸਤਕ ਪਾਸ ਸੇ ਸੇਵਾ ਲਾਇਆ ਤਾਂ ਕੀ ਪੂਰਨਾਸ ਜਨ ਸਾਧ ਸੰਗ ਪਾਇਆ ਸਾਧ ਸੰਗਰ ਕੇ ਗੁਣ ਰੰਗ ਗੋਬਿੰਦ ਸਿਮਰਨ ਲਾਗਿਆ ਭਰਮ ਹੋਵੇ ਕਾਰ ਦੂਜਾ ਸਗਲ ਤਨੇ ਤੇ ਆਗਿਆ ਮਨ ਸਾਂਸੈ ਸੁਭਾਉ ਉਠਾ ਆਨੰਦ ਮੰਗਲ ਗੁਣ ਗਾਇਆ ਨਾਨਕ ਵਖਾਣਾ ਗੁਰਬਚਨ ਜਾਣੈ ਜਾ ਕੇ ਮਸਤਕ ਭਾਗ ਸੇ ਸੇਵਾ ਲਾਇਆ ਅਸਮਲ ਪੰਜਵਾ ਸ਼ਲੋਕ ਹਰ ਨਾਮ ਜਪਤਿਆਂ ਕਛੁ ਨ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਇ ਅੰਤੇ ਮਿਲੇ ਗੋਪਾਲ ਚੰਤ ਮਿਲੋ ਸੰਤਨ ਕੇ ਸੰਗ ਮੋਏ ਉਧਾਰ ਲਿਹੋ ਬਿਨੁ ਕਰੋ ਕਰ ਜੋੜ ਹਰ ਹਰ ਨਾਮ ਦੇਹੋ ਹਰ ਨਾਮ ਮੰਗੋ ਚਰਨ ਲਾਗੋ ਮਾਨ ਤੇ ਆਗੋ ਤੁਮ ਦਇਆ ਕਤੂ ਨ ਤਾਓ ਸਰਣ ਪਾਵੋ ਕਰੁਣਾ ਮੈਂ ਪ੍ਰਭ ਕਰਮਇਆ ਸਮਰੱਥ ਅਕਥ ਅਪਾਰ ਨਿਰਮਲ ਸੁਣੋ ਸੁਆਮੀ ਬਿਨੋ ਇਹੋ ਕਰ ਜੋੜ ਨਾਨਕ ਦਾਨ ਮੰਗੈ ਜਨਮ ਮਰਨ ਨਿਵਾਰ ਲੇਹੋ ਅਪਰਾਧੀ ਮਤਹੀਣ ਨਿਰਗੁਣ ਅਨੌਥ ਨੀਚ ਸਟ ਕਠੋਰ ਕੁਲਹੀਨ ਵਿਆਪਤ ਮੋਹ ਕੀਚ ਮਲ ਭਰਮ ਕਰਮ ਐ ਮਮਤਾ ਮਰਨ ਚੀਤ ਨਾ ਆਵੈ ਬੰਤਾ ਬਿਨੋਦ ਆਨੰਦ ਮਾਇਆ ਅਗਿਆਨਤਾ ਲਪਟਾਵੈ ਕਿਸੇ ਜੋਵਨ ਬਦੇ ਜਰੂਆ ਦਿਨ ਦਿਹਾੜੇ ਸੰਗ ਮੀਜ ਬਿਨਵੰਤ ਨਾਨਕ ਆਸ ਤੇਰੀ ਸਰਣ ਸਾਧੂ ਰਾਖ ਨੀਚ ਪਰਮੇ ਜਨਮ ਅਨੇਕ ਸੰਕਟ ਮਹਾ ਜੋ ਲਪਟ ਰਿਓ ਤੇ ਸੰਗ ਮੀਨੇ ਭੋਗ ਲਪਟ ਰਿਓ ਤੈ ਸੰਗ ਮੀਠੇ ਭੋਗ ਸੋਨ ਭ੍ਰਮਤ ਭਾਰ ਅਨੰਤਾਇਓ ਬਰਾਬਰ ਦੇਸੇ ਤਾਇਓ ਅਬ ਓਟ ਤਾਰੀ ਪ੍ਰਭ ਮਰਾਰੀ ਸਰਬ ਸੋ ਕਰਨ ਆਇਓ ਰਾਖਣ ਹਾਰੇ ਪ੍ਰਭ ਪਿਆਰੇ ਮੋਇਤੇ ਕਛੁ ਨਾ ਹੁਆ ਹੋਨ ਸੁਖ ਸਾਜ ਆਨੰਦ ਨਾਨਕ ਕਿਰਪਾ ਤੇਰੀ ਤਰੈ ਪਹੁਨ ਨਾਮ ਧਾਰੀ ਕੁਦਾਰੇ ਭਗਤ ਭਗਤੇ ਸੰਸਾ ਕਉਨ ਜੇਨ ਕੇਨ ਪ੍ਰਕਾਰੇ ਹਰ ਹਰ ਜਸ ਸੁਨੋ ਸਰਵਣ ਸੁਨ ਸਰਵਣ ਬਾਣੀ ਪੁਰਖ ਗਿਆਨੀ ਮਨ ਦੇ ਨਾਲ ਨਿਦਾਨਾ ਪਾਵੇ ਹਰ ਰੰਗ ਰਾਤੇ ਪ੍ਰਭ ਵਿਧਾਤੇ ਰਾਮ ਕੇ ਗੁਣ ਗਾਵੈ ਬਸੁਧ ਕਾਗਦ ਬਨਰਾਜ ਕਲਮਾ ਲਿਖਣ ਕੋ ਜੇ ਹੋਏ ਪਾਵਨ ਬੇਅੰਤ ਅੰਤ ਨਾ ਜਾਏ ਪਾਇਆ ਗਈ ਨਾਨਕ ਚਰਨ ਸਰਨ ਆਸਾ ਮਹਲਾ ਪੰਜਵਾ ਪੁਰਖ ਪਤੇ ਭਗਵਾਨ ਤਾ ਕੀ ਸਰਣ ਗਈ ਨਿਰਭਉ ਭਏ ਪ੍ਰਾਨ ਚਿੰਤਾ ਸਗਲਹੀ ਮਾਤ ਪਿਤਾ ਸੁਤ ਮੀਤ ਸੁਰਜਨ ਇਸ਼ਟ ਬੰਦਪ ਜਾਣਿਆ ਗਹਿ ਕੰਠ ਲਾਇਆ ਗੁਰ ਮਿਲਾਇਆ ਜਸ ਬਿਮਲ ਸੰਤ ਵਖਾਣਿਆ ਬੇਅੰਤ ਗੁਣ ਅਨੇਕ ਮਹਿਮਾ ਕੀਮਤ ਕਛੂ ਨਾ ਜਾਏ ਕਹੀ ਪ੍ਰਭ ਏਕ ਅਨੇਕ ਅਨਕ ਲਖ ਅਲਖ ਠਾਕਰ ਓਠ ਨਾਨਕ ਤਿਸ ਗਈ ਅੰਮ੍ਰਿਤ ਬਨ ਸੰਸਾਰ ਸੁਹਾਈ ਆਪ ਪਏ ਰਾਮ ਨਾਮ ਉਰਹਾਰ ਬੇਕੇ ਦਿਵਸ ਗਏ ਕਦ ਪਰਮੋ ਬੇਕਾਰ ਬਿਨ ਸੇ ਜੂਨ ਆਮਨ ਸਭ ਰਹੇ ਅਗਨ ਸਾਗਰ ਭਏ ਸੀਤਲ ਸਾਧ ਸੰਜਤ ਸਾਧ ਅੰਚਲ ਗਹਿ ਰਹੇ ਗੋਬਿੰਦ ਗੋਪਾਲ ਦਿਆਲ ਸਮਰੱਥ ਭੂਲ ਸਾਧੂ ਹਰ ਜੈ ਜੈ ਨਾਨਕ ਨਾਮ ਧਿਆਏ ਪੂਰਨ ਸਾਧ ਸੰਗ ਪਾਈ ਪਰਮ ਗਤੇ ਜੈ ਦੇਖੋ ਤੈ ਸੰਗ ਏਕੋ ਰਵ ਰਿਆ ਘਟ ਘਟ ਵਾਸੀ ਆਪ ਵਿਰਲੇ ਕਿਨੇ ਲਹਿਆ ਜਲ ਥਲ ਮਈਲ ਪੂਰਨ ਕੀਟ ਹਸਤ ਸਮਾਨਿਆ ਆਦ ਅੰਤੇ ਮਦ ਸੋਈ ਗੁਰ ਪ੍ਰਸਾਦੀ ਜਾਣਿਆ ਬ੍ਰਹਮ ਪਸਰਿਆ ਬ੍ਰਹਮ ਲੀਲਾ ਗੋਬਿੰਦ ਗੁਣ ਨਿਦ ਜਨ ਕਹਿਆ ਸਿਮਰ ਸੁਆਮੀ ਅੰਤਰ ਜਾਮੀ ਹਰ ਏਕ ਨਾਨਕ ਰਵ ਰਹਾ ਨਿਰਹਿਣ ਸੁਹਾਵੜੀ ਆਈ ਸਿਮਰਤ ਨਾਮ ਹਰੇ ਚਰਨ ਕਮਲ ਸੰਗ ਪ੍ਰੀਤ ਕਲਮਲ ਪਾਪ ਟਰੇ ਦੂਪ ਭੂ ਦਰ ਦਰ ਨਾਟੇ ਪ੍ਰਗਟ ਮਗ ਦਿਖਾਇਆ ਮਿਲ ਸਾਧ ਸੰਗੇ ਨਾਮ ਰੰਗੇ ਮਨ ਲੋੜੀਂਦਾ ਪਾਇਆ ਹਰ ਦੇਖ ਦਰਸ਼ਨ ਸ਼ਕੁਨੀ ਕੁਲ ਸੰਭੂਹਾ ਸਭ ਧਰੇ ਦਿਨ ਸਰਣ ਆਨੰਦ ਆਂਦਿਨ ਸਿਮਰੰਤ ਨਾਨਕ ਹਰ ਹਰੇ ਆਸਾ ਮਹਲਾ ਪੰਜਵਾ ਸ਼ੰਤ ਘਰ ਸਤਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ਼ਲੋਕ ਸੁਭ ਚਿੰਤਨ ਕੋ ਬਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਘੜੀ ਕਰ ਕਿਰਪਾ ਭਗਵੰਤ ਸ਼ੰਤ ਪਿੰਨੀ ਰੈਣੜੀਆ ਚਾਮਕਣ ਤਾਰੇ ਜਾਗੇ ਸੰਤ ਜਨਾ ਮੇਰੇ RAM ਪਿਆਰੇ ਸਦਾ ਜਾਗੇ ਨਾਮ ਸਿਮਰੇ ਅੰਦਿਨੋ ਚਰਨ ਕਮਲ ਧਿਆਨ ਹਿਰਦੇ ਪ੍ਰਭ ਬਿਸਰ ਨਾਹੀ ਇਖਿਨੋ ਤਜਮਾਨ ਮੋ ਬਿਕਾਰ ਮਨ ਕਾ ਕਲਮਲਾ ਦੁਖ ਜਾਰੇ ਬਿਨਵੰਤ ਨਾਨਕ ਸਦਾ ਜਾਗੇ ਹਰਦਾ ਸੰਤ ਪਿਆਰੇ ਮੇਰੀ ਸੇਜੜੀਏ ਆਡੰਬਰ ਬਣਿਆ ਮਨ ਆਨੰਦ ਭਇਆ ਪ੍ਰਭ ਆਵਤ ਸੁਣਿਆ
ਪ੍ਰਭ ਮਿਲੇ ਸੁਆਮੀ ਸੁਖੇ ਗਾਮੀ ਚਾਉ ਮੰਗਲ ਰਸ ਭਰੇ ਅੰਗ ਸੰਗ ਲਾਗੇ ਦੁਖ ਭਾਗੇ ਪ੍ਰਾਣ ਮਨ ਤਨ ਸਭ ਹਰੇ ਮਨ ਇਛ ਪਾਈ ਪ੍ਰਭ ਧਿਆਈ ਸੰਜੋਗ ਸਾਗੋ ਸੁਭ ਗਣਿਆ ਬਿਨਵੰਤ ਨਾਨਕ ਮਿਲੇ ਸ੍ਰੀ ਧਰ ਸਗਲ ਆਨੰਦ ਰਸ ਬਣਿਆ ਮਿਲ ਸਕੀ ਪੁੱਛੇ ਕੰਤ ਕਹੋ ਕੰਤ ਨਿਸਾਣੀ ਰਸ ਪ੍ਰੇਮ ਭਰੀ ਕਛ ਬੋਲ ਨਾ ਜਾਣੀ ਗੁਣ ਗੂਰ ਗੁਪਤ ਅਪਾਰ ਕਰਤੇ ਨਿਗਮ ਅੰਤ ਨਾ ਪਾਵੈ ਭਗਤ ਭਾਇ ਤੇ ਆਏ ਸੁਆਮੀ ਸਦਾ ਹਰ ਗੁਣ ਗਾਵੈ ਸਗਲ ਗੁਣ ਸੁਗਿਆਨ ਪੂਰਨ ਆਪਣੇ ਪ੍ਰਭ ਪਾਣੀ ਬਿਨਵੰਤ ਨਾਨਕ ਰੰਗ ਰਾਤੀ ਪ੍ਰੇਮ ਸਹਿ ਸਮਾਣੀ ਸੁਖ ਸੋਹਿਲੜੇ ਹਰ ਗਾਵਣ ਲਾਗੇ ਸਾਜਨ ਸਰਸੜੇ ਦੁਖ ਦੁਸ਼ਮਣ ਭਾਗੇ ਸੁਖ ਸਹਿ ਸਰਸੇ ਹਰ ਨਾਮ ਰਹਿ ਪ੍ਰਭ ਆਪ ਕਿਰਪਾ ਧਾਰਿਆ ਕਰ ਚਰਨ ਲਾਗੇ ਸਦਾ ਜਾਗੇ ਮਿਲੇ ਪ੍ਰਭ ਬਨਵਾਰੀਆ ਸੁਭ ਦੇਸ ਆਏ ਸਹਿਜ ਪਾਏ ਸਗਲ ਨਿਤ ਪ੍ਰਭ ਪਾਗੇ ਬਿਨਵੰਤ ਨਾਨਕ ਸਰਨ ਸੁਆਮੀ ਸਦਾ ਹਰ ਜਨਤਾ ਅੱਗੇ ਆਸਾ ਮਹੱਲਾ ਪੰਜਵਾ ਉਠ ਵੰਜ ਮਟੌੜਿਆ ਤੈ ਕਿਆ ਚਿਰ ਲਾਇਆ ਮੋਹਲਤ ਪੁੰਨੜਿਆ ਕਿਤ ਕੂੜ ਲਭਾਇਆ ਕੂੜੇ ਲਭਾਇਆ ਮੋਹ ਪਾਇਆ ਕਰੇ ਪਾਪ ਮਿੱਤਿਆ ਤਨ ਭਸਮ ਢੇਰੀ ਜਮੇ ਕੇਰੀ ਕਾਲ ਬੱਪੜੇ ਜਿੱਤਿਆ ਮਾਲ ਜੋ ਮਨ ਛੋੜ ਵੈਸੀ ਰਹਿਓ ਪੈਨਣ ਖਾਇਆ ਨਾਨਕ ਮਾਣਾ ਸੰਗ ਜੁਲਿਆ ਨਹਿ ਜਾਏ ਕਿਰਤ ਮਿਟਾਇਆ ਹਾਥੋਂ ਮਿਰਗ ਜਿਵੇਂ ਪੇਖ ਰਹਿਣ ਚੰਦਾ ਰਾਇਣ ਸੁਖ ਸੁਖ ਦੁਖ ਭਏ ਨਿਤ ਪਾਪ ਕਮਾਇਣ ਪਾਪਾਂ ਕਮਾਣੇ ਛੜੇ ਨਾਹੀ ਲੈ ਚਲੇ ਘਤ ਗਲਾਵਿਆ ਹਰ ਚੰਦਾ ਹੋਰੀ ਦੇਖ ਮੂਠਾ ਕੂੜ ਸੇ ਜਾ ਰਾਵਿਆ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਣੇ ਲਬ ਲੋਭ ਅਹੰਕਾਰ ਮਾਤਾ ਗਰਭ ਭਇਆ ਸਮਾਇਣ ਨਾਨਕ ਤ੍ਰਿਭ ਅਗਿਆਨ ਬਿਨ ਸੇ ਨ ਮਿਟੇ ਆਵਣ ਜਾਇਣ ਮਿੱਠੇ ਮੁਖ ਮੁਆ ਕਿਉਂ ਲੈ ਉਡਾਰੀ ਹਸਤੀ ਗਰਤ ਭਇਆ ਕਿਉਂ ਤਰੀਏ ਤਾਰੀ ਤਰਨ ਦਹੇਲਾ ਭਇਆ ਖਨ ਮੈਂ ਖਸਮ ਜਿਤ ਨਾ ਆਇਓ ਦੁਖਾ ਸਜਾਈ ਗਣਤ ਨਾਹੀ ਕੀਆ ਆਪਣਾ ਪਾਇਓ ਗੁਜਾ ਕਮਾਣਾ ਪ੍ਰਗਟ ਹੋਆ ਈਤ ਉਤੇ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ ਮਨ ਮੁਖੋ ਅਹੰਕਾਰੀ ਹਰ ਕੇ ਦਾਸ ਜੀਵੇ ਲਗ ਪਰਬ ਕੀ ਚਰਣੀ ਕੰਠ ਲਗਾਏ ਲਿਏ ਤਿਸ ਠਾਕੁਰ ਸਰਣੀ ਬਲ ਬੁੱਧ ਗਿਆਨ ਧਿਆਨ ਆਪਣਾ ਆਪ ਨਾਮ ਜਪਾਇਆ ਸਾਧ ਸੰਗਤ ਆਵੋ ਆਪ ਜਗਤ ਤਰਾਇਆ ਰੱਖ ਲਿਏ ਰਾਖਣ ਹਾਰੇ ਆਪਣਾ ਆਪ ਨਾ ਜਪਾਇਆ ਸਾਧ ਸੰਗਤ ਆਪੋ ਆਪ ਜਗਤ ਤਰਾਇਆ ਰੱਖ ਲਿਏ ਰਾਖਣ ਹਾਰੇ ਸਦਾ ਨਿਰਮਲ ਕਰਨੀ ਨਾਨਕ ਨਰਕ ਨਾ ਜਾਏ ਕਬਹੂ ਹਰ ਸੰਤ ਹਰ ਕੀ ਸਰਣੀ ਆਸਾ ਮਹਲਾ ਪੰਜਵਾ ਵੰਜ ਮੇਰੇ ਆਲਸ ਹਰ ਪਾਸ ਬੇਨੰਤੀ ਰਾਓ ਸਹੁ ਆਪਣਾ ਪ੍ਰਭ ਸੰਗ ਸੁਹੰਤੀ ਸੰਗੇ ਸੁਹੰਤੀ ਕੰਦ ਸੁਆਮੀ ਦਿਨ ਸਰੈਣੀ ਰਾਵੀਏ ਸਾ ਸਾਚ ਚਿਤਾਰ ਜੀਵਾ ਪ੍ਰਭ ਭੇਖ ਹਰ ਗੁਣ ਗਾਵੀਐ ਬਿਰਹਾਲ ਜਾਇਆ ਦਰਸ ਪਾਇਆ ਅਮਿਓ ਦ੍ਰਿਸ਼ ਤੇ ਚੰਤੀ ਬਨਵੰਤ ਨਾਨਕ ਮੇਰੀ ਇਛ ਪੁਨੀ ਮਿਲੇ ਜਿਸ ਖੋਜੰਤੀ ਨਸ ਵੰਜੋ ਕਿਲ ਵੇਖੋ ਕਰਤਾ ਘਰ ਆਇਆ ਦੂਤੇ ਦਹਨ ਭਇਆ ਗੋਬਿੰਦ ਪ੍ਰਗਟਾਇਆ ਪ੍ਰਗਟੇ ਗੋਪਾਲ ਗੋਬਿੰਦ ਲਾਲਨ ਸਾਧ ਸੰਗ ਬਖਾਣਿਆ ਅਰ ਚਰਜ ਡੀਠਾ ਅਮਿਓ ਮੀਠਾ ਗੁਰ ਪ੍ਰਸਾਦੀ ਜਾਣਿਆ ਮਨ ਸਾਤ ਆਈ ਬਜੀ ਵਧਾਈ ਨੇ ਅੰਤ ਜਾਈ ਪਾਇਆ ਬਿਨਵੰਤ ਨਾਨਕ ਸੋ ਸਹਿਜ ਮੇਲਾ ਪ੍ਰਭੂ ਆਪ ਬਣਾਇਆ ਨਰਕ ਨਾ ਡੀਠੜਿਆ ਸਿਮਰਤ ਨਾਰਾਇਣ ਜਾ ਜਾ ਧਰਮ ਕਰੇ ਦੂਤ ਪਹਿ ਪਲਾਇਣ ਤੀਰਜ ਤੀ ਧਰਮ ਤੀਰਜ ਸਹਿ ਸੁਖੀ ਸਾਧ ਸੰਗ ਹਰ ਭਜੇ ਕਰ ਅਨਗ੍ਰਹਿ ਰਾਖ ਲੀਨੇ ਮੋਹ ਮਮਤਾ ਸਭ ਤਜੇ ਗੈ ਕੰਠ ਲਾਏ ਗੁਰ ਮਲਾਏ ਗੋਬਿੰਦ ਜਪਤਾ ਕਹਿਣ ਬਿਨਵੰਤ ਨਾਨਕ ਸਿਮਰ ਸੁਆਮੀ ਸਗਲ ਆਸ ਪੁਜਾਇਣ ਨਿਧ ਸਿਧ ਚਰਨ ਗਏ ਤਾਂ ਕਿਹਾ ਕਾੜਾ ਸਭ ਕੇ ਵਸ ਜਿਸੇ ਤੂੰ ਸੋ ਪ੍ਰਭੂ ਅਸਾੜਾ ਕਹਿ ਗਿਆ ਪਜਾਲੀ ਨੇ ਨਾਮ ਦੀਨੇ ਕਰ ਧਾਰ ਮਸਤਕ ਰਾਖਿਆ ਸੰਸਾਰ ਸਾਗਰ ਨਾ ਵਿਆਪੇ ਅਮਿ ਹਰ ਰਸ ਚਾਖਿਆ ਸਾਧ ਸੰਗੇ ਨਾਮ ਰੰਗੇ ਰਣਜੀਤ ਵੱਡਾ ਅਖਾੜਾ ਬਿਨਵੰਤ ਨਾਨਕ ਸਰਨ ਸੁਆਮੀ ਬੌੜ ਜਮ ਨਾ ਉਪਾੜਾ ਆਸਾ ਮਹਲਾ ਪੰਜਵਾ ਦਿਨ ਰਾਤ ਕਮਾਇੜੋ ਸੋ ਆਇਓ ਮਾਥਾ ਜਿਸ ਪਾਸ ਲੁਕਾਇ ਦੜੋ ਸੋ ਵੇਖੀ ਸਾਥਾ ਸੰਗ ਦੇਖੀ ਕਰਨ ਹਾਰਾ ਕਾਇ ਪਾਪ ਕਮਾਈਏ ਸੁਕ੍ਰਿਤ ਕੀਜੇ ਨਾਮ ਲੀਜੇ ਨਰਕ ਮੂਲ ਨਾ ਜਾਈਏ ਆਠ ਪੈਰ ਹਰ ਨਾਮ ਸਿਮਰੋ ਤਲ ਚਲਾ ਤੇਰੇ ਸਾਥੇ ਪਰ ਸਾਧ ਸੰਗ ਸਦਾ ਨਾਨਕ ਮਿਟੇ ਦੁਖ ਕਮਾਤੇ ਬਲਵੰਤ ਕਰ ਉਦਰ ਭਰੇ ਮੂਰ ਗਵਾਰਾ ਸਭ ਕੀ ਦੇ ਰਿਹਾ ਹਰ ਦੇਵਨ ਹਾਰਾ ਦਾਤਾਰ ਸਦਾ ਦਇਆਲ ਸੁਆਮੀ ਕਾਇ ਮਨੋ ਵਿਸਾਰੀਏ ਮਿਲ ਸਾਧ ਸੰਗੇ ਭਜਨ ਸੰਗੇ ਕੁਲ ਸਮੂਹਾ ਤਾਰੀਐ ਸਿਧ ਸਾਧਕ ਸੇ ਮਨ ਜਨ ਭਗਤ ਨਾਮ ਆਧਾਰਾ ਬਿਨਵੰਤ ਨਾਨਕ ਸਦਾ ਭਜੀਏ ਪ੍ਰਭ ਏਕ ਕਰਨ ਹਾਰਾ
ਖੋਟ ਨਾ ਕੀਚੀ ਪ੍ਰਵਰ ਪਰਖਣ ਹਾਰਾ ਕੂੜ ਕਪਟ ਕਮਾਵਦੜੇ ਜਨਮੈ ਸੰਸਾਰਾ ਸੰਸਾਰ ਸਾਗਰ ਤਨੀ ਤਰਿਆ ਜਿਨੀ ਏਕ ਧਿਆਇਆ ਤਜ ਕਾਮ ਕ੍ਰੋਧ ਅਨੰਦ ਨਿੰਦਾ ਪ੍ਰਭ ਸਰਣਾਈ ਆਇਆ ਜਲ ਥਲ ਮਯ ਰਵਿਆ ਸੁਆਮੀ ਊਚ ਅਗਮ ਪਾਰਾ ਬਨਵੰਤ ਨਾਨਕ ਇਤੇਕ ਜਨ ਕੀ ਚਰਨ ਕਮਲ ਆਧਾਰਾ ਪੇਖਾਰ ਚੰਦੌਰੜੀ ਅਸਤਰ ਕਿਛ ਨਾਹੀ ਮਾਇਆ ਰੰਗ ਜੀਤੇ ਸੇ ਸੰਗ ਨ ਜਾਹੀ ਹਰ ਸੰਗ ਸਾਥੀ ਸਦਾ ਤੇਰੇ ਦਿਨ ਸਰੈਣ ਸੁਮਾਲੀ ਹਰ ਏਕ ਮਿਨ ਕਾ ਸ਼ਵਰ ਨਾਹੀ ਭਾਉ ਦੁਤੀਆ ਜਾਲੀਐ ਮੀਤ ਜੋਬਨ ਮਾਲ ਸਰਬਸ ਪ੍ਰਭ ਏਕ ਕਰ ਮਨ ਮਾਹੀ ਬਨਵੰਤ ਨਾਨਕ ਵਡ ਭਾਗ ਪਾਈਐ ਸੂਖ ਸਹਿਜ ਸਮਾਹੀ ਆਸਾ ਮਹੱਲਾ ਪੰਜਵਾ ਸ਼ੰਤ ਘਰ ਅਠਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਮਲਾ ਭ੍ਰਮ ਪੀਤ ਹੈ ਤੀਖਣ ਮਦ ਵਿਪਰੀਤ ਹੈ ਅਵਦ ਅਕਾਰਥ ਜਾਤ ਗਹਿਬਰ ਬਨ ਘੋਰ ਹੈ ਗ੍ਰਹਿ ਮੂਸਤ ਮਨ ਚੋਰ ਹੈ ਦਿਨ ਕਰੋ ਅੰਦਨ ਖਾਤ ਜਾਤ ਬਿਹਾਦ ਪ੍ਰਭ ਬਿਨ ਮਿਲੋ ਪ੍ਰਭ ਕਰਣਾ ਪਤੇ ਜਨਮ ਮਰਨ ਅਨੇਕ ਬੀਤੇ ਪ੍ਰੇ ਸੰਗ ਬਿਨ ਕਛ ਨ ਗਤੇ ਕੁਲ ਰੂਪ ਤੂਪ ਗਿਆਨਹੀਨੀ ਤੁਝ ਬਿਨਾ ਮੋਹ ਕਵਨ ਮਾਤ ਕਰ ਜੋੜ ਨਾਨਕ ਸਰਣ ਆਇਓ ਪ੍ਰਿਯ ਨਾਥ ਨਰ ਹਰ ਕਰੋ ਗਾਤ ਮੀਨਾ ਜਲਹੀਨ ਮੀਨਾ ਜਲਹੀਨ ਹੈ ਬਿਛੜਤ ਮਨ ਤਨ ਕੀਨ ਹੈ ਕਦ ਜੀਵਨ ਪ੍ਰੈ ਬਿਨ ਹੋਤ ਸਨਮੁਖ ਸੈਤਾਨ ਹੈ ਮਿਰਗਰ ਪੇ ਮਨ ਤਨ ਪ੍ਰਾਨ ਹੈ ਉਹ ਭੇਦਿਓ ਸਹਿ ਸਰੋਤ ਪ੍ਰੀਤ ਲਾਗੀ ਮਿਲ ਬਰਾਗੀ ਖਿਨ ਰਹਿਣ ਤ੍ਰਿਗ ਤਨ ਤਸ ਬਿਨਾ ਪਲ ਕੋ ਨ ਲਾਗੇ ਪ੍ਰੇਮ ਪਾਗੇ ਚਿਤਵੰਤ ਦਾ ਨੰਦਨ ਚਿਤਵੰਤ ਅੰਦਨ ਪ੍ਰਭ ਮਨਾ ਸ੍ਰੀ ਰੰਗ ਰਾਤੇ ਨਾਮ ਮਾਤੇ ਪਹਿ ਪਰਮ ਦੁਤੀਆ ਸਗਲ ਖੋਤ ਕਰਮ ਦਇਆ ਦਿਆਲ ਪੂਰਮ ਹਰ ਪ੍ਰੇਮ ਨਾਨਕ ਮਗਨ ਹੋਤ ਅਲੀਅਲ ਗੁੰਜਾਤੇ ਮਕਰੰਦ ਰਸ ਬਾਸਨ ਮਾਤੇ ਕਮਲ ਬੰਧਾਵਤ ਆਪ ਚਾਤ੍ਰਿਕ ਚਿਤ ਪਿਆਸ ਹੈ ਕਨ ਬੂੰਦ ਬਚਿੱਤਰ ਨਾਮ ਆਸ ਹੈ ਅਲਪੀਵਤ ਬਿਨ ਸਤਾਪ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਹੈ ਕਨ ਬੂੰਦ ਬਚਿੱਤਰ ਤਾਪਾ ਬਿਨਾਸਨ ਦੁਖ ਨਾਸਨ ਮਿਲ ਪ੍ਰੇਮ ਮਨ ਤਨ ਅਤ ਕਨਾ ਸੁੰਦਰ